ਸ਼ੇਰੇ ਪੰਜਾਬ 600 AM ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:15 ਹੋਏ ਨੇ ਤੇ 16 ਜੂਨ ਦਾ ਦਿਨ ਵਰਾ 2022 ਦਾ ਵੀਰਵਾਰ ਹੈ। ਦੋ ਹਾੜ ਨਨਕਸ਼ੇ ਸੰਮਤ 554 ਨਿੱਘਾ ਹਾਰਦਿਕ ਸਵਾਗਤ ਹੈ। ਅਹਲਨ व सहलन ਮਿਲਾਂਗੇ ਪੰਜਾਬ ਨੂੰ ਦੇਸ਼ ਪੰਜਾਬ ਦੇ ਝਰੋਖੇ ਚੋਂ ਸਰਦਾਰ ਨਵਕਿਰਨ ਸਿੰਘ ਪੱਤੀ ਗੱਲਬਾਤ ਕਰਨਗੇ ਬਸ 2-3 ਮਿੰਟਾਂ ਤੱਕ। ਉਸ ਤੋਂ ਬਾਅਦ ਫਿਰ ਇੱਕ ਛੋਟੀ ਜਿਹੀ ਇੰਟਰਵਿਊ ਹੈ। ਪਰਮਿੰਦਰ ਸਿੰਘ ਥਿੰਦ ਆ ਕੇ ਦੱਸਣਗੇ ਇੰਸ਼ੋਰੈਂਸ ਇੰਡਸਟਰੀ 'ਚ ਕੀ ਹੋ ਰਿਹਾ। ਅਗਲੇ ਘੰਟੇ ਦੇ ਵਿੱਚ ਘਰੇਲੂ ਹਿੰਸਾ ਦੇ ਬਾਰੇ ਗੱਲਬਾਤ ਕਰਨੀ ਆ ਆਪਾਂ 11 ਤੋਂ 12 ਵਜੇ ਤੱਕ। ਘਰੇਲੂ ਹਿੰਸਾ ਦੇ ਕਾਰਨ, ਘਰ ਦੀਆਂ ਚੀਜ਼ਾਂ ਸਾਹਮਣੇ ਰੱਖ ਕੇ ਆਪਣੇ ਤਜਰਬੇ ਦੇ ਵਿੱਚ ਕੁਝ ਗੱਲਾਂ ਕਰਨੀਆਂ। ਤੁਸੀਂ ਵੀ ਗੱਲ ਕਰਨੀ ਹੈ ਕਿ ਕੀ ਕਾਰਨ ਹੈ, ਕਿਉਂ ਹੁੰਦਾ ਹੈ। ਮਨੋਵਿਗਿਆਨੀ ਦੇ ਨਾਲ ਵੀ ਇੱਕ ਨਾਲ ਗੱਲ ਕੀਤੀ, ਉਸ ਤੋਂ ਵੀ ਕੁਛ ਤੱਥ ਤੁਹਾਡੇ ਸਨਮੁਖ ਕਰਾਂਗਾ। ਆਖਰੀ ਘੰਟੇ 'ਚ ਸਾਡੇ ਨੌਜਵਾਨ ਪੀੜ੍ਹੀ ਦਾ ਅੰਤਰਰਾਸ਼ਟਰੀ ਭਲਵਾਨ ਅਤੇ ਬਹੁਤ ਨਾਮਣਾ ਖੱਟਣ ਵਾਲਾ ਅਮਰ ਸਿੰਘ ਢੇਸੀ, ਅਮਰ ਢੇਸੀ ਸ਼੍ਰੀ ਭਲਵਾਨ ਦਾ ਫਰਜ਼ੰਦ ਤੁਹਾਡੇ ਸਨਮੁਖ ਹੋਏਗਾ ਵੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਖੇਡਾਂ ਵੱਲ ਰੁਚੀ ਕਿਉਂ ਨਹੀਂ, ਵਧੀਆ ਸਪੋਰਟਸਮੈਨ ਜਿਹੜਾ ਇੱਕ ਵਧੀਆ ਖਿਡਾਰੀ, ਵਧੀਆ ਇਨਸਾਨ ਕਿਵੇਂ ਬਣ ਸਕਦਾ। ਅਮਰ ਸਿੰਘ ਢੇਸੀ, ਅਮਰ ਢੇਸੀ ਸਟੂਡੀਓ 'ਚ ਆਉਣਗੇ, ਗੱਲਬਾਤ ਕਰਨਗੇ। 604-204-0600 ਆਨ ਏਅਰ ਨੰਬਰ ਰਹੇਗਾ। 6042040600 ਇਹੀ SMS ਦਾ ਨੰਬਰ ਹੈ। 604-204-0600 ਤੇ ਕੋਈ ਵੀ ਤੁਸੀਂ ਸੁਨੇਹਾ ਭੇਜਣਾ ਚਾਹੋ ਇਸ 'ਤੇ ਭੇਜ ਸਕਦੇ ਹੋ। ਤੁਹਾਡਾ ਸੁਨੇਹਾ ਪੜ੍ਹ ਕੇ ਮੈਂ ਸੁਣਾਵਾਂਗਾ। ਅਤੇ 604-729-1224 ਵਟਸਐਪ 'ਤੇ ਟੈਕਸਟ ਲਈ ਮੇਰਾ ਨੰਬਰ ਹੈ 6047291224। ਨੀਂਦ ਵੇ ਅਸਾਡੜੀ ਦੇ ਨੈਣਾ ਵਿੱਚ ਤਾਰਿਆ ਤੂੰ, ਪਾਜਾ ਇੱਕ ਸੁਪਨ ਸਲਾਈ ਵੇ, ਲਾਚੀਆਂ ਦੀ ਮਹਿਕ ਜਿਹਦੇ ਨੇਤਰਾਂ 'ਚੋਂ ਉੱਡਦੀ ਏ ਹਾੜਾ, ਉਹਦੇ ਪਿੰਡ ਲੈ ਕੇ ਜਾਈ ਵੇ। ਉਹਦੇ ਪਿੰਡ ਜਾਣ ਨੂੰ ਸਵਾਈ ਜੋੜੀ ਜੁੱਤੀਆਂ ਦੀ, ਪੈਰਾਂ ਵਿੱਚ ਲਵਾਂ ਕਿੰਜ ਪਾਵੇ, ਉਹਦੇ ਪਿੰਡ ਜਾਣਾ ਅਸੀਂ ਨੰਗੇ ਨੰਗੇ ਪੈਰੀ, ਸਾਨੂੰ ਫੁੱਲਾਂ ਜਿਹਾ ਰੋੜਿਆਂ ਦਾ ਚਾਹ ਵੇ। ਉਹਦੇ ਪਿੰਡ ਤਾਰਿਆ ਵੇ ਦੁੱਧੀਆਂ ਪਹਾੜੀਆਂ ਦੀ, ਕੋਠਿਆਂ ਤੋਂ ਪੈਂਦੀ ਝਲਕਾਰ ਵੇ, ਉਹਦੇ ਪਿੰਡ ਤਾਰਿਆ ਫਕੀਰ ਜੇ ਭੌਂਦੇ ਰਹਿੰਦੇ, ਮੋਰਾਂ ਵਾਲੀ ਬਗਲੀ ਦੇ ਯਾਰ ਵੇ। ਮੌਸਮਾਂ ਦੇ ਪਿੰਡੇ ਉੱਤੇ ਮਲਿਆ ਲੇਪ ਕੀ ਨੇ, ਜੰਗਲੀ ਅਨਾਰਾਂ ਨੂੰ ਨਿਚੋੜ ਕੇ, ਉਹਦੇ ਪਿੰਡ ਆਉਂਦੀਆਂ ਨਰੰਗੀ ਬਦਲੋਟੀਆਂ ਵੇ, ਤੁਰਦੀਆਂ ਪੱਬ ਨੂੰ ਮਰੋੜ ਕੇ, ਉਹਦੇ ਪਿੰਡ ਵਾਸ਼ਨਾਂ ਨੂੰ ਚੁੰਨੀਆਂ ਨਾ ਬੰਨ ਬੰਨ ਨੱਚਦੀਆਂ ਧੀਆਂ ਵੇ ਧਿਆਣੀਆਂ, ਉਹਦੇ ਪਿੰਡ ਤਾਰਿਆ ਵੇ ਅੱਕ ਵੀ ਗੁਲਾਬ ਲੱਗੇ, ਬੂਈਆਂ ਜਿਵੇਂ ਰਾਤ ਦੀਆਂ ਰਾਣੀਆਂ। ਤਾਰਿਆ ਵੇ ਗੰਨਿਆਂ ਦੇ ਪੱਤਰਾਂ ਦੇ ਨਾਲ ਜਦੋਂ ਖਹਿੰਦੀਆਂ ਹਵਾਵਾਂ ਸ਼ਾਮ ਰੰਗੀਆਂ, ਉਦੋਂ ਸਾਡਾ ਚਿੱਤ ਕਰੇ ਉਹਦੇ ਪਿੰਡ ਮੁੱਕਣੇ ਨੂੰ, ਐਸੀਆਂ ਵੇ ਮੌਤਾਂ ਲੱਖ ਚੰਗੀਆਂ। ਨੀਂਦ ਵੇ ਅਸਾਡੜੀ ਦੇ ਨੈਣਾ ਵਿੱਚ ਤਾਰਿਆ ਤੂੰ, ਪਾਜਾ ਇੱਕ ਸੁਪਨ ਸਲਾਈ ਵੇ, ਲਾਚੀਆਂ ਦੀ ਮਹਿਕ ਜਿਹਦੇ ਨੇਤਰਾਂ 'ਚ ਉੱਡਦੀ ਏ ਹਾੜਾ, ਉਹਦੇ ਪਿੰਡ ਲੈ ਕੇ ਜਾਈ ਵੇ, ਹਾੜਾ ਉਹਦੇ ਪਿੰਡ ਲੈ ਕੇ ਜਾਈ ਵੇ। ਰਾਣੀ ਤੱਤ 'ਚ ਹਰਮਨਜੀਤ ਲਿਖਦਾ ਹੈ। ਸਰ ਨਵਕਿਰਨ ਸਿੰਘ ਪੱਤੀ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸ਼ੁਕਰੀਆ ਗਿੱਲ ਸਾਹਿਬ ਜੀ। ਸਭ ਤੋਂ ਪਹਿਲਾਂ ਤੁਹਾਨੂੰ ਅਤੇ ਸ਼ੇਰੇ ਪੰਜਾਬ ਰੇਡੀਓ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਅਗਨੀਪਥ ਮਿਲਟਰੀ ਵਾਲੀ ਕਹਾਣੀ ਨੇ ਕਹਿੰਦੇ ਸਾਰੇ ਦੇਸ਼ 'ਚ ਅਗਨੀ ਹੋਈ, ਅਗਨੀ ਲਾਤੀ, ਕੀ ਗੱਲ ਬਣੀ ਹੈ? ਜੀ ਗਿੱਲ ਸਾਹਿਬ, ਦੇਖੋ ਇਹ ਕੇਂਦਰ ਸਰਕਾਰ ਇੱਕ ਨਵੀਂ ਸਕੀਮ ਲੈ ਕੇ ਆਈ ਹੈ, ਅਗਨੀਪਥ, ਜਿਹਦੇ ਤਹਿਤ ਇਹ ਹੈਗਾ ਕਿ 17 ਤੋਂ 21 ਸਾਲ ਦੀ ਉਮਰ ਦੇ ਮੁੰਡੇ 4 ਸਾਲ ਲਈ ਫੌਜ 'ਚ ਭਰਤੀ ਕੀਤੇ ਜਾਇਆ ਕਰਨਗੇ ਔਰ 4 ਸਾਲ ਬਾਅਦ ਉਹਨਾਂ ਨੂੰ ਘਰ ਨੂੰ ਤੋਰ ਦਿੱਤਾ ਜਾਇਆ ਕਰੂ। 4 ਸਾਲ ਬਾਅਦ ਉਹਨਾਂ ਨੂੰ ਕੋਈ ਪੈਨਸ਼ਨ ਨਹੀਂ, ਸਿਰਫ 4 ਸਾਲ ਜਿਹੜੀ ਤਨਖਾਹ ਗਈ ਉਹ ਮਿਲਿਆ ਕਰੂ। ਅਖੀਰ ਦੇ ਵਿੱਚ ਜਦੋਂ ਚੌਥੇ ਸਾਲ ਆਇਆ ਕਰਨਗੇ ਉਦੋਂ ਕੁਛ ਰਾਸ਼ੀ ਆ ਜਿਹੜੀ ਉਹਨਾਂ ਨੂੰ ਮਿਲਿਆ ਕਰੂਗੀ। ਇਹਦੇ ਵਿਰੋਧ ਦੇ ਵਿੱਚ ਪੂਰੇ ਦੇਸ਼ ਦੇ ਨੌਜਵਾਨ ਅੱਜ ਸੜਕਾਂ ਦੇ ਉੱਤੇ ਆ ਗਏ। ਗਿੱਲ ਸਾਹਿਬ, ਹੋਇਆ ਇਹ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੱਜ 2 ਦਿਨਾਂ ਦੇ ਹਿਮਾਚਲ ਦੌਰੇ ਦੇ ਉੱਤੇ ਗਏ ਜੀ, ਔਰ ਜਿਉਂ ਹੀ ਹਿਮਾਚਲ ਦੇ ਨੌਜਵਾਨਾਂ ਨੂੰ ਪਤਾ ਲੱਗਿਆ ਤਾਂ ਹਿਮਾਚਲ ਦੇ ਨੌਜਵਾਨ ਏਅਰਪੋਰਟ ਦੇ ਉੱਤੇ ਪਹੁੰਚ ਗਏ। ਉਹਨਾਂ ਨੇ ਉੱਥੇ ਜਿਹੜਾ ਗਗਲ ਹਵਾਈ ਅੱਡਾ ਉੱਥੇ ਪ੍ਰਦਰਸ਼ਨ ਕੀਤਾ। ਕਾਂਗੜਾ ਜ਼ਿਲ੍ਹਾ ਗਾ ਜਿਹੜਾ ਉਹ ਮਸ਼ਹੂਰ ਹੈ ਕਿ ਉੱਥੇ ਦਾ ਹਰ ਘਰ ਦਾ ਇੱਕ ਬੰਦਾ ਜਿਹੜਾ ਪੈਰਾਮਿਲਟਰੀ ਜਾਂ ਮਿਲਟਰੀ ਦੇ ਵਿੱਚ ਭਰਤੀ ਹੋਇਆ 1 ਲੱਖ ਦੇ ਕਰੀਬ ਉੱਥੇ ਸਾਬਕਾ ਸੈਨਿਕਾਂ ਦੀ ਗਿਣਤੀ ਆ ਕਾਂਗੜਾ ਜ਼ਿਲ੍ਹੇ ਦੇ ਵਿੱਚ। ਔਰ ਉੱਥੇ ਐਡਾ ਵੱਡਾ ਪ੍ਰੋਟੈਸਟ ਹੋਇਆ, ਫੌਜ ਦੇ ਰਿਟਾਇਰਡ ਬੰਦਿਆਂ ਨੇ ਕੀਤਾ ਤੇ ਨੌਜਵਾਨਾਂ ਨੇ ਕੀਤਾ ਸਰਕਾਰ ਦੀ ਇਸ ਸਕੀਮ ਦੇ ਖਿਲਾਫ। ਗੁਰੂਗ੍ਰਾਮ ਦੇ ਵਿੱਚ, ਗੁਰੂਗ੍ਰਾਮ ਜੈਪੁਰ ਹਾਈਵੇ ਦੇ ਉੱਤੇ ਸੜਕ ਦੇ ਉੱਤੇ ਵਿਘਨ ਪਿਆ। ਗੁਰੂਗ੍ਰਾਮ ਦੇ ਬਿਲਾਸਪੁਰ, ਸਿਧਰਾਵਾਲੀ ਖੇਤਰਾਂ ਦੇ ਵਿੱਚ, ਰਵਾੜੀ ਦੇ ਵਿੱਚ ਪ੍ਰਦਰਸ਼ਨ ਹੋਇਆ। ਇਸ ਤੋਂ ਇਲਾਵਾ ਦਿੱਲੀ ਦੇ
ਨਾਗਲੋਈ ਰੇਲਵੇ ਸਟੇਸ਼ਨ ਦੇ ਉੱਤੇ ਰੇਲ ਗੱਡੀ ਰੋਕੀ ਗਈ, ਪਲਵਲ ਦੇ ਵਿੱਚ ਗੱਡੀਆਂ ਨੂੰ ਅੱਗ ਲਾਈ ਗਈ, ਬਿਹਾਰ ਦੇ ਵਿੱਚ ਜਿਹੜਾ ਹਾਈਵੇ ਦੇ ਉੱਤੇ ਟਾਇਰ ਫੂਕੇ ਗਏ, ਇਸ ਤੋਂ ਇਲਾਵਾ ਕਈ ਥਾਵਾਂ ਤੇ ਟ੍ਰੇਨਾਂ ਨੂੰ ਅੱਗ ਲਾ ਦਿੱਤੀ ਗਈ। ਸੋ ਪੂਰੇ ਦੇਸ਼ ਦੇ ਨੌਜਵਾਨ ਸੜਕਾਂ ਦੇ ਉੱਤੇ ਆਏ, ਸਰਕਾਰ ਦੀ ਇਸ ਸਕੀਮ ਦਾ ਵਿਰੋਧ ਕੀਤਾ। ਹੋਰਾਂ ਨੇ ਤਾਂ ਕਰਨਾ ਹੀ ਕਰਨਾ। ਕੈਪਟਨ ਅਮਰਿੰਦਰ ਜਿਹੜਾ ਬੀਜੇਪੀ ਦੇ ਪੈਰ 'ਚ ਪੈਰ ਧਰਦਾ, ਉਹਨੇ ਵੀ ਕਿਹਾ ਕਿ ਇਹ ਗੱਲ ਠੀਕ ਨਹੀਂ ਹੈ, ਦੁਬਾਰੇ ਰੀਥਿੰਕ ਕਰਨਾ ਚਾਹੀਦਾ। ਵਿਰੋਧੀ ਧਿਰਾਂ ਸਾਰੀਆਂ ਬੋਲ ਰਹੀਆਂ ਨੇ। ਪੰਜਾਬ 'ਚ ਜ਼ਰੂਰ ਵਿਰੋਧ ਨਹੀਂ ਹੋਇਆ, ਉਹਦਾ ਕਾਰਨ ਇੱਕ ਇਹ ਵੀ ਹੈ ਕਿ ਪੰਜਾਬ ਦੇ ਨੌਜਵਾਨ ਤਾਂ ਹੁਣ ਆਈਲੈਟਸ ਬਾਰੇ ਹੀ ਸੋਚਦੇ ਨੇ। ਸ਼ਾਇਦ ਉੱਤਰ ਪ੍ਰਦੇਸ਼ ਵਾਲਿਆਂ ਨੂੰ, ਬਿਹਾਰ ਵਾਲਿਆਂ ਨੂੰ, ਛੱਤੀਸਗੜ੍ਹ ਵਾਲਿਆਂ ਨੂੰ, ਮੱਧ ਪ੍ਰਦੇਸ਼ ਵਾਲਿਆਂ ਨੂੰ, ਹਿਮਾਚਲ ਵਾਲਿਆਂ ਨੂੰ, ਹਰਿਆਣੇ ਵਾਲਿਆਂ ਨੂੰ ਤਾਂ ਲੱਗਦਾ ਗਾ ਕਿ ਜੇ ਫੌਜ ਦੀ ਨੌਕਰੀ ਇੱਕੋ ਇੱਕ ਰਹਿ ਗਈ, ਜੇ ਉੱਥੇ ਵੀ ਨੌਕਰੀਆਂ ਨਹੀਂ ਮਿਲਦੀਆਂ, ਸਾਨੂੰ ਉੱਥੇ ਵੀ ਪੈਨਸ਼ਨ ਨਹੀਂ ਮਿਲਦੀ, ਸਾਡਾ ਭਵਿੱਖ ਧੁੰਦਲਾ ਹੈ। ਚਲੋ ਆਪਣੇ ਵਾਲਿਆਂ ਕੋਲੇ ਗਿੱਲ ਸਾਹਿਬ ਆਈਲੈਟਸ ਇੱਕ ਜ਼ਰੀਆ ਹੈਗਾ ਕਿ ਫੌਜ ਦੀ ਨੌਕਰੀ ਜਾਂ ਇੱਥੇ ਨੌਕਰੀ ਦੇ ਨਾਲੋਂ ਜਿਹੜਾ ਵਿਦੇਸ਼ ਜਾਣ ਨੂੰ ਨੌਜਵਾਨ ਤਰਜੀਹ ਦਿੰਦੇ ਨੇ। ਤਾਂ ਇਹ ਦੂਜਾ ਕਾਰਨ ਇਹ ਵੀ ਹੈ ਕਿ ਗਰੁੱਪ ਸੀ ਤੇ ਡੀ ਦੀਆਂ ਨੌਕਰੀਆਂ 2004 ਤੋਂ ਇਹਨਾਂ ਨੇ ਪੈਨਸ਼ਨ ਬੰਦ ਕੀਤੀ ਹੋਈ ਆ, ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਤੋਂ। ਹੁਣ ਇੱਥੇ ਕਿਸੇ ਨੂੰ ਪੈਨਸ਼ਨ ਨਹੀਂ ਮਿਲਦੀ, ਫੌਜ ਦੇ ਵਿੱਚ ਪੈਨਸ਼ਨ ਮਿਲਦੀ ਸੀ। ਹੁਣ ਅਗਨੀਪਥ ਦੇ ਰਾਹੀਂ ਅਗਨੀਵੀਰ ਕਹਿ ਕੇ 4 ਸਾਲ ਦੀ ਨੌਕਰੀ ਦੇ ਨਾਲ ਫੌਜ 'ਚ ਵੀ ਪੈਨਸ਼ਨ ਤੋਂ ਹੱਥ ਪਿੱਛੇ ਖਿੱਚ ਲਏ। ਅਸਲ ਮਨਸ਼ਾ ਇਹਨਾਂ ਦੀ ਇਹ ਹੈ। ਜੀ ਗਿੱਲ ਸਾਹਿਬ, ਸ਼ੁਭਦੀਪ ਸਿੰਘ ਸਿੱਧੂ ਦੇ ਕਤਲ ਦੇ ਬਾਰੇ ਹੋਰ ਕੀ ਪਤਾ ਲੱਗਿਆ? ਤੇ ਪੱਤਰਕਾਰ ਕੁਝ ਟਿਕੇ ਜਿਹੜੇ ਕਾਨਵਾਈ ਦੇ ਨਾਲ ਆਏ ਸੀ, ਲਿਆ ਸਾਹ ਕਿ ਨਹੀਂ ਲੈਂਦੇ? ਲਿਆ ਸਾਹ ਜੀ ਕੁਛ। ਇਹ ਸੋਸ਼ਲ ਮੀਡੀਆ ਦਾ, ਸਾਡੇ ਪੰਜਾਬੀ ਭਰਾਵਾਂ ਦਾ ਦਬਾਅ ਹੀ ਕਹਿ ਸਕਦੇ ਹਾਂ ਕਿ ਪੰਜਾਬੀ ਭਰਾਵਾਂ ਨੇ ਉਹਨਾਂ ਦੇ ਉੱਤੇ ਆਵਾਜ਼ ਉਠਾਈ ਕਿ ਇਹ ਕੀ ਤੁਸੀਂ ਸਾਰਾ ਦਿਨ ਬਿਸ਼ਨੋਈ ਹੁਣ ਇੱਧਰ ਗਿਆ, ਹੁਣ ਬਿਸ਼ਨੋਈ ਉੱਧਰ ਗਿਆ, ਹੁਣ ਗੱਡੀ ਇੱਥੇ ਰੁਕ ਗਈ, ਹੁਣ 2 ਮਿੰਟ ਬਾਅਦ ਤੁਰ ਪਈ, ਹੁਣ ਬਿਸ਼ਨੋਈ ਨੂੰ ਮਾਨਸਾ ਪੇਸ਼ ਕਰਤਾ, ਹੁਣ ਬਿਸ਼ਨੋਈ ਨੂੰ ਮੋਹਾਲੀ ਲੈ ਗਏ, ਹੁਣ ਗੋਰੇ ਨੂੰ ਲਿਆਂਦਾ, ਇਹ ਤੁਸੀਂ ਕੀ ਲਾ ਰੱਖਿਆ? ਉਦੋਂ ਬਾਅਦ ਥੋੜੇ ਜਿਹੇ ਟਿਕੇ ਨੇ ਗਿੱਲ ਸਾਹਿਬ ਇਹ ਪੰਜਾਬੀ ਮੀਡੀਆ ਵਾਲੇ, ਨਹੀਂ ਤਾਂ ਇਹਨਾਂ ਨੇ ਬਿਸ਼ਨੋਈ ਕਰਕੇ ਸਾਰਾ ਸੋਸ਼ਲ ਮੀਡੀਆ ਭਰਤਾ ਸੀਗਾ। ਖੈਰ ਹੁਣ ਪੁਲਿਸ ਨੇ ਇਸ ਮਸਲੇ ਦੇ ਵਿੱਚ ਅੱਜ ਬਹੁਤ ਸਾਰੇ ਅਪਡੇਟ ਆ ਜਿਹੜੇ ਦਿੱਤੇ ਨੇ। ਇੱਕ ਤਾਂ ਇਹ ਕਿ ਜਿਵੇਂ ਦਿੱਲੀ ਪੁਲਿਸ ਨੇ ਕਿਹਾ ਸੀਗਾ ਕਿ ਲਾਰੈਂਸ ਬਿਸ਼ਨੋਈ ਮਾਸਟਰਮਾਈਂਡ ਹੈ, ਉਵੇਂ ਜਿਵੇਂ ਪੰਜਾਬ ਦੀ ਪੁਲਿਸ ਨੇ ਵੀ ਇਹ ਮੰਨਿਆ ਗਾ ਕਿ ਲਾਰੈਂਸ ਬਿਸ਼ਨੋਈ ਹੀ ਮਾਸਟਰਮਾਈਂਡ ਹੈ। ਔਰ 10 ਜਣਿਆਂ ਨੂੰ ਗ੍ਰਿਫਤਾਰ ਜਿਹੜਾ ਕੀਤਾ ਗਿਆ ਇਸ ਕੇਸ ਦੇ ਵਿੱਚ, ਔਰ 4 ਸ਼ੂਟਰਾਂ ਦੀ ਪਛਾਣ ਹੋਣ ਦਾ ਦਾਅਵਾ ਕੀਤਾ। ਇਹ ਸ਼ੂਟਰ ਫੜੇ ਤਾਂ ਨਹੀਂ ਹੈਗੇ, ਪਰ ਗਿੱਲ ਸਾਹਿਬ 4 ਸ਼ੂਟਰ ਨੇ ਜਿਹੜੇ, ਉਹਨਾਂ ਬਾਰੇ ਪੁਲਿਸ ਨੇ ਨਿਸ਼ਾਨਦੇਹੀ ਕੀਤੀ ਹੈ। ਇੱਕ ਤਾਂ ਸੋਨੀਪਤ ਦਾ ਪ੍ਰਿਆ ਵਰਤ ਹੈ ਜੋ ਗੋਲੀਆਂ ਚਲਾਉਣ ਵਾਲਿਆਂ 'ਚ ਸੀ, ਇੱਕ ਅੰਕਿਤ ਉੱਥੋਂ ਦਾ ਹੀ, ਮੋਗਾ ਦਾ ਮਨੂ ਕੁੱਸਾ ਤੇ ਅੰਮ੍ਰਿਤਸਰ ਦਾ ਜਗਰੂਪ ਰੂਪਾ। ਇਹ 4 ਜਣਿਆਂ ਦੀ ਨਿਸ਼ਾਨਦੇਹੀ ਹੈ ਜਿਹੜੀ ਪੁਲਿਸ ਨੇ ਕੀਤੀ ਆ। ਹਾਲਾਂਕਿ ਸਵਾਲ ਇਹ ਵੀ ਉੱਠ ਰਹੇ ਨੇ ਕਿ 4 ਤੋਂ ਵੱਧ ਸੀਗੇ, ਉਹ ਕੌਣ ਸੀ, ਉਹ ਕਿਹੜੇ ਸੀਗੇ, ਇਹ ਹਜੇ ਆਉਣ ਵਾਲੇ ਦਿਨਾਂ ਦੇ ਵਿੱਚ ਪੁਲਿਸ ਆ ਜਿਹੜਾ ਉਹ ਸਥਿਤੀ ਸਪਸ਼ਟ ਕਰੂਗੀ। ਪਰ ਇਹ ਪਤਾ ਲੱਗਿਆ ਪੁਲਿਸ ਤੋਂ ਕਿ ਇੱਕ ਜਿਹੜੀ ਇਹ ਬਲੈਰੋ ਗੱਡੀ ਛੱਡ ਕੇ ਭੱਜੇ ਸੀਗੇ, ਉਹਦੇ 'ਚ ਤੇਲ ਪਵਾਇਆ ਸੀ ਕਿਤੋਂ, ਉਹ ਰਸੀਦ ਪਈ ਸੀ ਕਿਤੇ। ਉਹ ਰਸੀਦ ਤੋਂ ਗਿੱਲ ਸਾਹਿਬ ਪੁਲਿਸ ਨੇ ਉਹ 25 ਮਈ ਦੀ ਰਸੀਦ ਸੀ, 25 ਮਈ ਨੂੰ ਜਿਸ ਪੈਟਰੋਲ ਪੰਪ ਦੀ ਰਸੀਦ ਸੀ ਉਹਦੇ CCTV ਕੈਮਰੇ ਚੈੱਕ ਕੀਤੇ, ਉਹਦੇ 'ਚੋਂ ਜਾ ਕੇ ਜਿਹੜਾ 2 ਬੰਦਿਆਂ ਦੀ ਨਿਸ਼ਾਨਦੇਹੀ ਹੋਈ। ਉਦੋਂ ਗਾਹਾਂ ਸ਼ੂਟਰਾਂ ਵਾਲੇ ਪਾਸੇ ਨੂੰ ਜਿਹੜਾ ਪੁਲਿਸ ਤੋਂ ਤੁਰੀ ਹੈ। ਬਾਕੀ ਕੇਕੜਾ ਤੋਂ ਕਾਫੀ ਨਿਸ਼ਾਨਦੇਹੀ ਹੋਈ ਹੈ, ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਹੋ ਰਹੀ ਹੈ। ਮਨਪ੍ਰੀਤ ਸਿੰਘ ਉਰਫ ਭਾਊ ਜਿਹੜਾ ਗ੍ਰਿਫਤਾਰ ਕੀਤਾ ਹੋਇਆਗਾ ਫਰੀਦਕੋਟ ਪੁਲਿਸ ਦੇ ਵੱਲੋਂ, ਉਹਦਾ ਵੀ ਅਪਰਾਧਿਕ ਪਿਛੋਕੜ 8 ਕੇਸ ਨੇ। ਉਹਨੇ ਕਹਿੰਦੇ ਟੋਇਟਾ ਕਰੋਲਾ ਕਾਰ ਆ ਜਿਹੜੀ ਉਹ ਮੁਹੱਈਆ ਕਰਾਈ ਸੀ, ਸੰਦੀਪ ਕੇਕੜਾ ਨੇ ਨਿਸ਼ਾਨਦੇਹੀ ਕੀਤੀ ਸੀ। ਦਵਿੰਦਰ ਕਾਲਾ ਨੂੰ ਜਿਹੜਾ ਮੋਗਾ ਪੁਲਿਸ ਹਰਿਆਣਾ ਦੇ ਫਤਿਆਬਾਦ ਤੋਂ ਫੜ ਕੇ ਲਿਆਈ, ਉਹਦਾ ਪਿਛੋਕੜ ਮੂਸਲਵਾਲੀ ਪਿੰਡ ਦਾ, ਔਰ ਇੱਥੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਉਹਨੇ 2 ਬੰਦਿਆਂ ਨੂੰ ਹੋਰ ਨਾਲ ਲਿਆ ਸੀ, ਔਰ ਬਲੈਰੋ ਗੱਡੀ ਉਹਨਾਂ ਤੱਕ ਜਿਹੜੀ ਇਹਨੇ ਪਹੁੰਚਾਈ ਸੀ। ਮਨਪ੍ਰੀਤ ਮੰਨਾ ਦਾ ਪਿਛੋਕੜ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਦਾ, ਔਰ ਨਰੂਆਣਾ ਕੇਸ ਦੇ ਵਿੱਚ ਪਹਿਲਾਂ ਹੀ ਜੇਲ੍ਹ 'ਚ ਬੰਦ ਸੀ, ਪ੍ਰੋਡਕਸ਼ਨ ਬਰੰਟ ਦੇ ਉੱਤੇ ਪੁਲਿਸ ਨੇ ਲਿਆਂਦਾ, ਉਹਦਾ ਨਾਂ ਵੀ ਇਹਦੇ 'ਚ ਜੁੜਿਆ। ਸਰਾਜ ਮਿੰਟੂ ਦਾ ਨਾਂ ਜੁੜਿਆ, ਸਰਾਜ ਸੰਧੂ ਉਹਦਾ ਨਾਂ, ਉਹ ਅੰਮ੍ਰਿਤਸਰ ਦੇ ਢੋਡੇ ਕੈਸੀਆਂ ਪਿੰਡ ਦਾ ਰਹਿਣ ਵਾਲਾ ਗਾ। ਇਸ ਤੋਂ ਇਲਾਵਾ ਮਿੰਟੂ ਡਾਗਰ ਫਰੀਦਕੋਟ ਜੇਲ੍ਹ ਤੋਂ ਪ੍ਰੋਡਕਸ਼ਨ ਬਰੰਟ ਦੇ ਉੱਤੇ ਲਿਆਂਦਾ। ਪ੍ਰਭਦੀਪ ਸਿੱਧੂ ਪੱਬੀ ਦੇ ਨਾਂ ਨਾਲ ਜਾਣਿਆ ਜਾਂਦਾ, ਹਰਿਆਣਾ ਦੇ ਤਖਤਮਾਲ ਦਾ ਰਹਿਣ ਵਾਲਾ, ਉਹਦਾ ਨਾਂ ਜੁੜਿਆ। ਪਵਨ ਬਿਸ਼ਨੋਈ ਤੇ ਨਸੀਬ, ਸੰਤੋਸ਼ ਜਾਦਵ ਤੇ ਸੁਦੇਸ਼ ਕਾਂਬਲੇ, 10 ਜਣਿਆਂ ਦੀ ਨਿਸ਼ਾਨਦੇਹੀ ਹੋਈ ਹੈ। 10 ਤਾਂ ਫੜੇ ਹੋਏ ਨੇ, 4 ਸ਼ੂਟਰਾਂ ਨੂੰ ਫੜਨਾ ਬਾਕੀ ਹੈ। ਕੀ ਗੱਲ ਸਾਹਿਬ, ਕਾਂਗਰਸੀਆਂ ਦਾ ਤਾਂ ਵੀ ਔਖਾ ਹੈ। ਜਦ ਦਾ ਵਿਜੀਲੈਂਸ ਵਾਲਾ ਚੀਫ ਬਦਲਿਆ, ਈਸ਼ਵਰ ਸਿੰਘ ਕਰੜਾ ਨਹੀਂ ਸੀ, ਨਵਾਂ ਬੰਦਾ ਉਹਨਾਂ ਨੇ ਆਪਣਾ ਹੁਣ ਲਾ ਲਿਆ, ਜਿਹਦੇ ਨਾਲ ਸੁਲ੍ਹਾ ਕਰਕੇ ਲਾਇਆ। SSP ਵਿਜੀਲੈਂਸ ਸਭ ਕਨਾਤਰੇ ਕੱਢੀ ਫਿਰਦੇ ਆ, ਤੇ ਵਿਜੀਲੈਂਸ ਵਾਲਿਆਂ ਨੇ ਕਾਂਗਰਸੀਏ ਰਗੜਨੇ ਨੇ ਆਉਣ ਵਾਲੇ ਸਮੇਂ 'ਚ। ਭਲਾ ਕਿੱਡੀ ਕੁ ਲਿਸਟ ਹੈ?
ਗਿੱਲ ਸਾਹਿਬ ਲਿਸਟ ਖਾਸੀ ਵੱਡੀ ਆ। ਸਾਨੂੰ ਇੱਥੋਂ ਪਤਾ ਲੱਗਦਾ ਗਾ ਵੀ ਸੰਗਰੂਰ ਦੀ ਜਿਮਨੀ ਚੋਣ ਤੇ ਸਭ ਦਾ ਜ਼ੋਰ ਲੱਗਿਆ ਹੋਇਆ। ਚਰਨਜੀਤ ਚੰਨੀ ਕਿਤੇ ਨਹੀਂ ਦੀਦਾ। ਕਾਂਗਰਸੀ ਇਹ ਪ੍ਰੋਟੈਸਟ ਕਰ ਰਹੇ ਨੇ, ਚਰਨਜੀਤ ਚੰਨੀ ਬਾਹਰ ਹੀ ਨਹੀਂ ਨਿਕਲਦਾ। ਮਨਪ੍ਰੀਤ ਬਾਦਲ ਫਾਈਨਾਂਸ ਮਿਨਿਸਟਰ ਰਿਹਾ, ਆਪਦੇ ਆਪ ਨੂੰ ਬੜਾ ਪੇਸ਼ ਕਰਦਾ ਰਿਹਾ। ਜਿਸ ਦਿਨ ਦੀ ਭਗਵੰਤ ਮਾਨ ਦੀ ਸਰਕਾਰ ਬਣੀ ਹੈ, ਮਨਪ੍ਰੀਤ ਬਾਦਲ ਕਹਿੰਦੇ ਵਿਦੇਸ਼ ਬੈਠਾ, ਪਤਾ ਨਹੀਂ ਅਮਰੀਕਾ ਬੈਠਾ, ਪਤਾ ਨਹੀਂ ਇੰਗਲੈਂਡ ਬੈਠਾ। ਆਉਣ ਵਾਲੇ ਦਿਨਾਂ 'ਚ ਪਤਾ ਲੱਗੂ, ਪਰ ਪੰਜਾਬ 'ਚ ਹੈ ਨਹੀਂ, ਕਿਤੇ ਨਹੀਂ ਦਿਸਦਾ। ਸੋ ਲਿਸਟ ਬੜੀ ਵੱਡੀ ਹੈ ਜੀ। ਉਹਦੇ ਕਰਕੇ ਕਈ MLA ਕਈ ਪੁਰਾਣੇ ਮੰਤਰੀ ਜਾਂ ਤਾਂ ਘਰਾਂ 'ਚ ਹੀ ਦੜ ਵੱਟ ਗਏ ਜਾਂ ਭਾਜਪਾ ਕਣੇ ਨੂੰ ਛੂਟ ਲਾਤੀ, ਭੱਜ ਲਏ ਇੱਕ ਦੂਜੇ ਤੋਂ ਮੂਹਰ ਦੀ। ਇਹਨਾਂ ਨੂੰ ਲੱਗਦਾ ਭਾਜਪਾ ਸੇਫ ਹੈ। ਸੋ ਇਹ ਕਿਤੇ ਭਗਵੰਤ ਮਾਨ ਤੇ ਵੀ ਸਵਾਲ ਤਾਂ ਉੱਠਦਾ, ਜਿਹੜੇ ਭਾਜਪਾ ਕਣੀ ਨੂੰ ਗਏ ਨੇ ਉਧਰ ਨੂੰ ਹੱਥ ਨਹੀਂ ਕਰਦੇ, ਕਹਿੰਦੇ ਉਧਰ ਨੂੰ ਹੱਥ ਨਹੀਂ ਪਾਉਂਦੇ, ਸਿਰਫ ਇੱਧਰ ਨੂੰ ਹੀ ਪਾਉਂਦੇ ਨੇ। ਤੇ ਇਹ ਵੀ ਪਤਾ ਲੱਗਿਆ ਗਾ ਕਿ ਗਿੱਲ ਸਾਹਿਬ ਇਹਨਾਂ ਦੀ ਗਿਣਤੀ ਹੈ ਜਿਹੜੀ ਕਾਂਗਰਸੀਆਂ ਦੀ 3 ਦਰਜਨ ਦੇ ਕਰੀਬ ਬਣਦੀ ਹੈ। 36 ਜਣਿਆਂ ਦੀ ਨਿਸ਼ਾਨਦੇਹੀ ਹੋ ਚੁੱਕੀ ਆ। ਅੱਜ ਭਗਵੰਤ ਮਾਨ ਬੋਲ ਵੀ ਰਿਹਾ ਸੀਗਾ ਕਿ ਲਿਸਟ ਤਿਆਰ ਹੋ ਗਈ, ਸਾਰਾ ਕੁਝ ਹੋ ਗਿਆ। ਔਰ ਇਹ ਪਤਾ ਲੱਗਿਆ ਕਿ ਵਿਜੀਲੈਂਸ ਵੱਲੋਂ ਜੰਗਲਾਤ ਵਿਭਾਗ, ਜਿਹੜਾ ਸਾਧੂ ਸਿੰਘ ਧਰਮਸੋਤ ਮੰਤਰੀ ਸੀ, ਖੁਰਾਕ ਤੇ ਸਿਵਲ ਸਪਲਾਈ ਵਿਭਾਗ ਭਾਰਤ ਭੂਸ਼ਣ ਆਸ਼ੂਕਣੀ ਨੂੰ, ਟਰਾਂਸਪੋਰਟ, ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ, ਲੋਕ ਨਿਰਮਾਣ ਵਿਭਾਗ, ਸਿੰਜਾਈ, ਮਾਈਨਿੰਗ, ਸਿਹਤ ਵਿਭਾਗ, ਇਹ ਸਾਰਿਆਂ ਦੀ ਇੱਕ ਲਿਸਟ ਤਿਆਰ ਹੋ ਗਈ। ਇੱਥੇ ਕੀ ਬੇਨਿਯਮੀਆਂ ਹੋਈਆਂ, ਕੀ ਘਟਾਲੇ ਹੋਏ, ਵਿਜੀਲੈਂਸ ਕੋਲੇ ਸਾਰਾ ਵਗ ਗਿਆ। ਕਿਹੜੇ ਕਾਂਗਰਸੀ ਆਗੂਆਂ ਤੇ ਅਫਸਰਾਂ ਵੱਲੋਂ ਆਪਦੀ ਸਰੋਤਾਂ ਤੋਂ ਵੱਧ ਆਮਦਨ ਦਿਖਾਈ ਹੋਈ ਹੈ, ਪਤਾ ਲੱਗ ਰਿਹਾ ਕਿੱਥੇ ਕਿੱਥੇ ਪੈਸੇ ਜਮ੍ਹਾਂ ਨੇ, ਉਹ ਸਾਰਾ ਕੁਝ ਵਿਜੀਲੈਂਸ ਦੇ ਹੱਥ ਦੇ ਵਿੱਚ ਆ ਗਿਆ। ਔਰ ਇਹ ਕਾਰਵਾਈ ਤੋਂ ਡਰਦੇ ਕਈ ਰੂਪੋਸ਼ ਹੋ ਗਏ, ਕਈ ਭਾਜਪਾ ਕਣੀ ਨੂੰ ਭੱਜ ਲਏ, ਕਈ ਭਾਰਤ ਭੂਸ਼ਣ ਆਸ਼ੂ ਵਰਗੇ ਹਾਈ ਕੋਰਟ ਦੇ ਵਿੱਚ ਹਰ ਦਿਨ ਗੇੜੇ ਮਾਰੀ ਜਾਂਦੇ ਨੇ ਵਕੀਲਾਂ ਕੋਲੇ ਵੀ ਪਾ ਦਿਓ ਪਟੀਸ਼ਨ, ਮੈਨੂੰ ਤਾਂ ਵੇਲ ਲੈ ਦਿਓ, ਪਹਿਲੇ ਹੀ ਗਾਊਂ ਜ਼ਮਾਨਤ ਵਾਲੀ। ਔਰ ਭਾਰਤ ਭੂਸ਼ਣ ਆਸ਼ੂ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਪਹੁੰਚ ਹੀ ਚੁੱਕਿਆ। ਕਾਂਗਰਸ ਦੇ ਕਾਰਜਕਾਲ ਦੌਰਾਨ ਰਾਜਸਥਾਨ ਤੇ ਉੱਤਰ ਪ੍ਰਦੇਸ਼ ਤੋਂ ਸਸਤਾ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ 'ਚ ਵੇਚਣ ਵਾਲੇ, ਉਹਨਾਂ ਦੀ ਵੀ ਨਿਸ਼ਾਨਦੇਹੀ ਹੋ ਗਈ ਕਾਂਗਰਸੀਆਂ ਦੀ। ਕਰੋਨਾ ਕਾਲ ਦੌਰਾਨ ਖੁਰਾਕ ਕਿੱਟਾਂ ਦੀ ਸਪਲਾਈ ਵਾਲੇ, ਬਾਰਦਾਨੇ ਦੀ ਖਰੀਦ 'ਚ ਗੜਬੜੀਆਂ ਦੇ ਸ਼ੰਕੇ ਦੀਆਂ ਰਿਪੋਰਟਾਂ। ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦਾ ਤਾਂ ਇਹ ਵੀ ਕਹਿਣਾ ਕਿ ਕਾਂਗਰਸ ਦੀ ਸਰਕਾਰ ਦੌਰਾਨ ਸਿਆਸਤਦਾਨਾਂ ਵੱਲੋਂ ਮਨਮਰਜ਼ੀ ਦੇ ਠੇਕੇਦਾਰਾਂ ਨੂੰ ਟੈਂਡਰ ਲਾਟ ਕੀਤੇ ਗਏ। ਇੱਕ IAS ਅਧਿਕਾਰੀ ਵੱਲੋਂ ਫਾਈਲਾਂ ਤੇ ਕੀਤੀਆਂ ਟਿੱਪਣੀਆਂ ਵੀ ਵਿਜੀਲੈਂਸ ਕੋਲੇ ਸਹਾਈ ਸਿੱਧ ਹੋ ਰਹੀਆਂ ਨੇ। ਔਰ ਕਹਿੰਦੇ ਖੁਦ ਭਗਵੰਤ ਮਾਨ ਕੋਲੇ ਸਾਰੀ ਰਿਪੋਰਟ ਆ ਜਿਹੜੀ ਜਾ ਰਹੀ ਹੈ। ਔਰ ਕਈ ਜਿਹੜੇ ਰੂਪੋਸ਼ ਹੋਏ ਨੇ ਉਹ ਕਿੱਥੇ ਨੇ ਇਸ ਵਕਤ, ਉਧਰ ਨੂੰ ਵੀ ਗਾਜ ਉੱਠ ਰਹੀ ਹੈ। ਉਦੋਂ ਪਹਿਲਾਂ ਵਾਲਿਆਂ ਤੇ ਵੀ ਗਿੱਲ ਸਾਹਿਬ ਸਵਾਲ ਤਾਂ ਉੱਠਣੇ ਚਾਹੀਦੇ ਨੇ। ਇੰਡੋ ਕੈਨੇਡੀਅਨ ਗੇੜੇ ਤਾਂ ਹੁਣ ਵੀ ਲਾਉਂਦੀ ਹੈ ਨਾ, ਕਿਵੇਂ ਸਰਕਾਰੀ ਬੱਸਾਂ ਦੇ ਇੱਕ ਬੱਸ ਮੂਹਰੇ ਲਾ ਲੈਂਦੇ ਸੀ, ਪ੍ਰਾਈਵੇਟ ਇੱਕ ਪਿੱਛੇ ਲਾ ਲੈਂਦੇ ਸੀ। ਸਰਕਾਰੀ ਬੱਸ ਖਾਲੀ ਹੁੰਦੀ, ਪ੍ਰਾਈਵੇਟ ਵਾਲੀਆਂ ਨੋਟ ਚੁਗਦੀਆਂ ਫਿਰਦੀਆਂ ਹੁੰਦੀਆਂ ਸੜਕਾਂ ਤੋਂ। ਕਿਵੇਂ ਪ੍ਰਾਈਵੇਟ ਯੂਨੀਵਰਸਿਟੀਆਂ ਖਲਾਈਆਂ ਪੰਜਾਬ ਦੇ ਵਿੱਚ, ਕਿਵੇਂ ਪੰਜਾਬ 'ਚ ਪ੍ਰਾਈਵੇਟ ਹਸਪਤਾਲ ਖਲਾਏ, ਇਹ ਸਾਰੇ ਕਾਸੇ ਦਾ ਜਾਇਜ਼ਾ ਜਿਹੜਾ ਉਹ ਲੈਣ ਦੀ ਲੋੜ ਹੈ। ਲੇਕਿਨ ਹੁਣ ਦੇਖਦੇ ਹਾਂ ਵਿਜੀਲੈਂਸ ਦੀ ਜਾਂਚ ਕਿੱਥੇ ਕੁ ਤੱਕ ਜਾਂਦੀ ਹੈ, ਕਿੱਥੇ ਕੁ ਤੱਕ ਤੁਰਦੀ ਹੈ, ਕਿਉਂਕਿ ਪਹਿਲੀ ਵਾਰ ਨਹੀਂ ਹੈ, ਜਾਂਚ ਪਹਿਲਾਂ ਵੀ ਹੋਈਆਂ ਨੇ, ਰਿਪੋਰਟਾਂ ਪਹਿਲਾਂ ਵੀ ਬਣੀਆਂ ਨੇ, ਲੇਕਿਨ ਉਹ ਰਿਪੋਰਟਾਂ ਅੱਗੇ ਨਹੀਂ ਤੁਰੀਆਂ। ਪਹਿਲਾਂ ਵੀ ਜੋ ਕੈਪਟਨ ਅਮਰਿੰਦਰ ਚੀਫ ਮਿਨਿਸਟਰ ਬਣਿਆ ਸੀ, ਨਸ਼ਿਆਂ ਦੇ ਮਸਲੇ ਤੇ ਜੋ ਹਰਪ੍ਰੀਤ ਸਿੱਧੂ ਲਾਇਆ ਸੀ, ਫੜ ਲਓ ਚੱਕ ਲਓ ਪੁਲਿਸ ਅਫਸਰਾਂ ਨੂੰ, ਤਾਂ ਉਦੋਂ ਜਦੋਂ ਇਹ ਥਾਣੇਦਾਰ ਫੜ ਲਿਆ, ਇੰਸਪੈਕਟਰ ਫੜ ਲਿਆ, ਜਦੋਂ ਮੋਗੇ ਵਾਲੇ SSP ਤੱਕ ਗਈ ਗੱਲ, ਉੱਥੇ ਹੀ ਰੋਕਤੀ ਵੀ ਬਸ 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 ਬਸ, ਇਹ ਦੁਗਾ ਹੋਰਾਂ ਦੇ ਨਾਂ ਆਉਣਗੇ। ਕਿਤੇ ਹੁਣ ਉਹੀ ਕਹਾਣੀ ਨਾ ਆ ਜੇ। ਇਸ ਕਰਕੇ ਦੇਖਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਕਿਸ ਪਾਸੇ ਨੂੰ ਗਾਜ ਡਿੱਗਦੀ ਹੈ, ਪਰ ਨਿਸ਼ਾਨਦੇਹੀ ਹੋ ਚੁੱਕੀ ਹੈ ਜੀ। ਚੰਨੀ ਸਾਹਿਬ ਤਾਂ ਇੱਥੇ ਬਾਗਾਂ 'ਚ ਗੇੜੇ ਦਿੰਦੇ ਫਿਰਦੇ ਨੇ। ਕਿਸਮਤ ਵਾਇਨਰੀ ਵਾਲਿਆਂ ਦੇ ਹੈਲੀਕਾਪਟਰ ਚੜ੍ਹੇ ਸੀ ਰਾਮੇ ਵਾਲੇ ਧਾਲੀਵਾਲ ਭਰਾਵਾਂ ਦੇ ਓਲੀਵਰ ਦੇ ਪਿਛਲੇ ਦਿਨੀ। ਚੰਨੀ ਸਾਹਿਬ ਉੱਥੇ ਕਿੱਥੇ, ਉਹ ਤਾਂ ਗਰਮੀ ਕੱਟਣ ਆਏ ਹੋਏ ਨੇ, ਹੁਣ ਨਹੀਂ ਲੱਭਦੇ। ਇਹ ਗੱਲ ਤੁਹਾਨੂੰ ਦੱਸਦਾ। ਤੇ ਅਗਲੇ ਪਾਸੇ ਚੱਲਿਓ, ਸੰਗਰੂਰ ਦੀ ਜਿਮਨੀ ਚੋਣ ਦੇ ਵਿੱਚ ਕੱਲ ਭਗਵੰਤ ਮਾਨ ਦੀ ਗੱਡੀ ਕੱਲੀ ਜਿਹੀ ਜਾਂਦੀ ਸੀ। ਮੈਨੂੰ ਲੱਗਦਾ ਲੋਕਾਂ ਦਾ ਚਾਅ ਮੱਠਾ ਹੋ ਗਿਆ ਅੱਗੇ ਨਾਲੋਂ। ਬਿਲਕੁਲ ਜੀ, ਇਹ ਗੱਲ ਹੈਗੀ ਆ। ਭਗਵੰਤ ਮਾਨ ਅੱਜ ਇੱਥੇ ਬਰਨਾਲੇ ਵੀ ਸਾਡੇ ਗੇੜਾ ਦੇ ਕੇ ਗਿਆ। ਉਹ ਗੱਲ ਨਹੀਂ ਜਿਵੇਂ ਪਹਿਲਾਂ ਲੋਕ ਸੁਣਨ ਜਾਂਦੇ ਸੀ। ਲੋਕ ਸਵਾਲ ਵੀ ਕਰਦੇ ਸੀ, ਕਹਿੰਦੇ ਤੁਸੀਂ ਤਾਂ ਕਹਿੰਦੇ ਸੀ ਵੀ ਅਸੀਂ ਗਾਂਹਲੀ ਵਾਰ ਨਹੀਂ ਆਉਂਦੇ ਵੋਟਾਂ ਮੰਗਣ, ਸਾਡਾ ਕੰਮ ਦੇਖ ਕੇ ਪਾਇਓ। ਹੁਣ ਕਿਵੇਂ ਸਾਰੇ ਮੰਤਰੀ ਵੋਟਾਂ 'ਚ, ਸਾਰੇ 92 MLA ਲਾਤੇ ਤੁਸੀਂ ਸੰਗਰੂਰ ਤੇ ਬਰਨਾਲਾ ਜ਼ਿਲ੍ਹੇ 'ਚ, ਸਾਰੇ ਹੱਥ ਜੋੜੀ ਫਿਰਦੇ ਨੇ। ਔਰ ਦੂਸਰੀ ਗੱਲ ਇਹ ਕਿ 3 ਮਹੀਨਿਆਂ ਦੇ ਵਿੱਚ ਗਿੱਲ ਸਾਹਿਬ ਇਹਨਾਂ ਦੇ ਸਿੱਖਿਆ ਮੰਤਰੀ ਦੇ ਬਾਰ 'ਚ ਜਾ ਕੇ ਸਰਕਾਰੀ ਅਧਿਆਪਕ, ਕੱਚੇ ਕਾਮੇ, ਬੇਰੁਜ਼ਗਾਰ ਨੌਜਵਾਨ ਜਾ ਕੇ ਹੱਥ ਜੋੜ ਕੇ ਕਹਿੰਦੇ ਸੀ ਵੀ ਸਾਡੀ ਗੱਲ ਸੁਣ ਲਓ, ਸਾਨੂੰ ਨੌਕਰੀਆਂ ਦੇ ਦਿਓ, ਸਾਨੂੰ ਪੱਕੇ ਕਰ ਦਿਓ। ਤਾਂ ਉਦੋਂ ਤਾਂ ਗੱਲ ਸੁਣਦੇ ਨਹੀਂ ਸੀ।
ਹੁਣ ਉਹੀ ਸਿੱਖਿਆ ਮੰਤਰੀ ਹੱਥ ਜੋੜੀ ਫਿਰਦੇ ਨੇ। ਤੇ ਇੱਧਰ ਭਗਵੰਤ ਮਾਨ ਅੱਜ ਬਰਨਾਲੇ ਫਿਰਦੇ ਸੀ, ਰੋਡ ਸ਼ੋਅ ਕਰਦੇ ਗੱਡੀਆਂ ਦੇ ਉੱਤੇ। ਉਧਰੋਂ ਜਾ ਕੇ ਬੇਰੁਜ਼ਗਾਰਾਂ ਨੇ ਇਹਨਾਂ ਦਾ ਸੰਗਰੂਰ ਵਾਲਾ ਜਿਹੜਾ ਮੇਨ ਚੋਣ ਦਫ਼ਤਰ ਹੈ ਐਤਕੀ ਵਾਲੀ ਜਿਮਨੀ ਚੋਣ ਦਾ, ਉਹ ਜਾ ਕੇ ਰਿਹਾ ਔਰ ਉੱਥੇ ਜਾ ਕੇ ਸਵਾਲ ਕੀਤੇ। ਤੇ ਉੱਥੇ ਪੁਲਿਸ ਬੁਲਾਉਣੀ ਪਈ, ਪੁਲਿਸ ਨੇ ਧੱਕੇ ਮਾਰ ਕੇ ਬੇਰੁਜ਼ਗਾਰ ਨੇ ਜਿਹੜੇ ਉੱਥੋਂ ਅੱਜ ਡੱਕਰੇ। ਤੇ ਉਧਰੋਂ ਪਾਣੀ ਵਾਲੀ ਟੈਂਕੀ ਦੇ ਉੱਤੇ ਕੁੜੀਆਂ 100 ਫੁੱਟ ਉੱਤੇ ਚੜੀਆਂ ਬੈਠੀਆਂ ਨੇ, ਉਹ ਕਹਿੰਦੀਆਂ ਸਾਨੂੰ ਕਹਿੰਦੇ ਜੀ ਹਰਾ ਪੈਨ ਚਲਾਵਾਂਗੇ, ਹੁਣ ਚਲਾਉਂਦੇ ਤਾਂ ਹੈ ਨਹੀਂ। ਖੈਰ ਸੰਗਰੂਰ ਵਾਲੀ ਜਿਮਨੀ ਚੋਣ ਦੇ ਉੱਤੇ ਪੂਰਾ ਜ਼ੋਰ ਲਾਇਆ ਹੋਇਆ ਜੀ ਆਮ ਆਦਮੀ ਪਾਰਟੀ ਨੇ, ਇਹ ਜਿੱਤਣੀ ਚਾਹੁੰਦੇ ਨੇ। ਦੂਸਰੇ ਪਾਸੇ ਸੰਗਰੂਰ ਵਾਲੀ ਜਿਮਨੀ ਚੋਣ ਤੇ ਕਾਂਗਰਸੀਆਂ ਨੇ ਵੀ ਜ਼ੋਰ ਲਾਇਆ ਹੋਇਆ। ਜਿੰਨੇ ਕਾਂਗਰਸ ਦੇ MLA ਨੇ ਲਾ ਖਹਿਰੇ ਤੋਂ, ਜਿਹੜੇ ਗਿੱਲ ਸਾਹਿਬ ਇੱਥੇ ਹੈਗੇ ਨੇ, ਠੀਕ ਹੈ, ਚੰਨੀ ਮਨਪ੍ਰੀਤ ਨਿੱਧੀ ਦੇ, ਬਾਕੀ ਨੇ ਜਿਹੜੇ ਪ੍ਰਤਾਪ ਬਾਜਵੇ ਵਰਗੇ ਜ਼ੋਰ ਲਾ ਰਹੇ ਨੇ। ਕਈ ਦੜ ਵੀ ਵੱਟੀ ਬੈਠੇ ਨੇ ਪਰ ਜ਼ੋਰ ਵੀ ਲਾ ਰਹੇ ਨੇ ਗੋਲਡੀ ਦੀ ਚੋਣ ਮੁਹਿੰਮ ਦੇ ਉੱਤੇ। ਉਧਰੋਂ ਪੇਚ ਫਸਿਆ ਹੋਇਆ ਸ਼੍ਰੋਮਣੀ ਅਕਾਲੀ ਦਲ ਬਾਦਲ ਵਾਲਿਆਂ ਦਾ ਸਿਮਰਨਜੀਤ ਮਾਨ ਨਾਲ। ਸਿਮਰਨਜੀਤ ਸਿੰਘ ਮਾਨ ਦੇ ਖਿਲਾਫ ਬਹੁਤ ਬੋਲ ਰਹੇ ਆ ਜੀ ਅੱਜ ਕੱਲ੍ਹ। ਸੁਖਬੀਰ ਬਾਦਲ ਵੀ, ਕਮਲਦੀਪ ਕੌਰ ਰਾਜੋਆਣਾ ਵੀ, ਔਰ ਦੂਸਰੇ ਪਾਸੇ ਭਾਈ ਬਲਵੰਤ ਸਿੰਘ ਰਾਜੋਆਣਾ ਹੋਰਾਂ ਦੀ ਇੱਕ ਚਿੱਠੀ ਵੀ ਆਈ ਹੈ 4 ਸਫ਼ਿਆਂ ਦੀ ਜੇਲ੍ਹ ਚੋਂ ਪੈਨ ਨਾਲ ਲਿਖੀ ਹੋਈ। ਉਹਦੇ 'ਚ ਉਹਨਾਂ ਨੇ ਜ਼ਿਕਰ ਕੀਤਾ ਹੈ ਕਿ ਕਿਵੇਂ ਉਹਨਾਂ ਦੀ ਭੈਣ ਨੇ ਉਹਨਾਂ ਦਾ ਸਾਥ ਦਿੱਤਾ, ਕਮਲਦੀਪ ਕੌਰ ਰਾਜੋਆਣਾ ਨੇ, ਔਰ ਕਿਵੇਂ ਉਹਨਾਂ ਦੀ ਜਿਹੜੀ ਪੂਰੀ ਦੀ ਪੂਰੀ ਇਹ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਜਾਂਦੇ ਰਹੇ ਔਰ ਉਹਨਾਂ ਦੀ ਮੁਹਿੰਮ ਵੀ ਚਲਾਈ। ਉਹਨਾਂ ਦੀ ਰਿਹਾਈ ਦੇ ਲਈ ਵੀ ਉਹਨਾਂ ਨੇ ਪੂਰਾ ਜ਼ੋਰ ਲਾਇਆ। ਤਾਂ ਉਹਨਾਂ ਨੇ ਵੋਟਾਂ ਪਾਉਣ ਦੀ ਅਪੀਲ ਆ ਜਿਹੜੀ ਕਮਲਦੀਪ ਕੌਰ ਰਾਜੋਆਣਾ ਦੇ ਲਈ ਕੀਤੀ ਹੈ। ਉਧਰੋਂ ਗਿੱਲ ਸਾਹਿਬ ਸਿਮਰਨਜੀਤ ਸਿੰਘ ਮਾਨ ਹੋਰੀ ਕਹਿ ਰਹੇ ਨੇ ਕਿ ਮੰਤਵ ਉਹਨਾਂ ਦਾ ਵੀ ਇਹੀ ਹੈ ਕਿ ਬੰਦੀ ਸਿੰਘ ਰਿਹਾ ਕਰਾਏ ਜਾਣ, ਸਿੱਖਾਂ ਦੇ ਮਸਲੇ ਹੱਲ ਕਰਵਾਏ ਜਾਣ। ਪਰ ਆਪਸ ਦੇ ਵਿੱਚ ਵੋਟ ਵੰਡੀ ਜਾ ਰਹੀ ਆ। ਵੋਟ ਸੋਰਸ ਉਹੀ ਹੈ, ਉਹੀ ਵੋਟਾਂ ਨੇ ਜਿਹੜੀਆਂ ਪੰਥਕ ਸਿੱਖ ਦੇ ਪਰਿਵਾਰਾਂ ਨਾਲ ਜੁੜੀਆਂ ਹੋਈਆਂ, ਉਹੀ ਸਿਮਰਨਜੀਤ ਸਿੰਘ ਮਾਨ ਹੋਰਾਂ ਨੂੰ ਪੈਣੀਆਂ। ਉਹਨਾਂ 'ਚ ਕਮਲਦੀਪ ਕੌਰ ਰਾਜੋਆਣਾ ਵੋਟਾਂ ਮੰਗ ਰਹੀ ਹੈ। ਸਿਮਰਨਜੀਤ ਸਿੰਘ ਮਾਨ ਐਤਕੀ ਇੱਕ ਮਜ਼ਬੂਤ ਦਾਅਵੇਦਾਰ ਜ਼ਰੂਰ ਨੇ, ਆਮ ਆਦਮੀ ਪਾਰਟੀ ਨੂੰ ਟੱਕਰ ਦੇ ਰਹੇ ਨੇ, ਪਰ ਜਿਸ ਤਰੀਕੇ ਦੇ ਨਾਲ ਵੱਡੀ ਪੱਧਰ ਤੇ ਅਕਾਲੀ ਦਲ ਦੇ ਆਗੂ ਉਹਨਾਂ ਦੇ ਖਿਲਾਫ ਬੋਲ ਰਹੇ ਨੇ, ਕਿਤੇ ਨਾ ਕਿਤੇ ਵੋਟਾਂ ਟੁੱਟਣ ਦਾ ਖਦਸ਼ਾ ਵੀ ਜਿਹੜਾ ਬਣਦਾ ਨਜ਼ਰ ਆ ਰਿਹਾ ਹੈ ਜੀ। ਸਿੱਪੀ ਸਿੱਧੂ ਦੇ ਕਤਲ ਦੇ ਵਿੱਚ ਜਦ ਹੁਣ ਵੱਡੇ ਜੱਜ ਸਾਹਿਬ ਦੀ ਧੀ ਤੇ ਚਾਰਜ ਲੱਗੇ ਨੇ, ਤੇ ਹੁਣ ਸਿੱਪੀ ਸਿੱਧੂ ਦਾ ਪਰਿਵਾਰ ਕੀ ਕਹਿ ਰਿਹਾ ਜੀ? ਸਿੱਪੀ ਸਿੱਧੂ ਦਾ ਪਰਿਵਾਰ ਕਹਿ ਰਿਹਾ ਜੀ ਕਿ ਉਹ ਤਾਂ ਪਹਿਲੇ ਦਿਨ ਤੋਂ ਹੀ ਇਹ ਗੱਲ ਕਹਿ ਰਹੇ ਸੀਗੇ ਕਿ ਇਸ ਪਾਸੇ ਨੂੰ ਜਾਂਚ ਤੋਰੀ ਜਾਵੇ, ਪਰ ਉਦੋਂ ਤੋਰੀ ਨਹੀਂ ਗਈ। ਔਰ ਹੁਣ ਉਹਨਾਂ ਦਾ ਪਰਿਵਾਰ, ਉਹਨਾਂ ਦੇ ਭਰਾ ਤੇ ਉਹਨਾਂ ਦੀ ਮਾਤਾ ਸਿੱਪੀ ਸਿੱਧੂ ਦੀ, ਦੋਨਾਂ ਨੇ ਅੱਜ ਜਿਹੜਾ ਫੇਜ਼ 3B ਦੇ ਵਿੱਚ ਉਹਨਾਂ ਦਾ ਨਿਵਾਸ ਸਥਾਨ ਆ, ਉੱਥੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ। ਉੱਥੇ ਸਿੱਪੀ ਸਿੱਧੂ ਦੀ ਮਾਂ ਦੀਪਿੰਦਰ ਕੌਰ ਤੇ ਛੋਟੇ ਭਰਾ ਜਿੱਪੀ ਸਿੱਧੂ, ਉਹਨਾਂ ਨੇ ਗਿੱਲ ਸਾਹਿਬ ਕਿਹਾ, ਇੱਕ ਤਾਂ ਇਹ ਸਵਾਲ ਕੀਤਾ ਕਿ CBI ਦੇ ਵੱਲੋਂ ਜਿਹੜਾ ਹਿਮਾਚਲ ਪ੍ਰਦੇਸ਼ ਹਾਈ ਕੋਰਟ ਦੀ ਕਾਰਜਕਾਰੀ ਜੱਜ ਸਵੀਨਾ ਦੀ ਧੀ ਕਲਿਆਣੀ ਨੂੰ ਗ੍ਰਿਫਤਾਰ ਕਰਨਾ, ਅੱਧੀ ਲੜਾਈ ਜਿੱਤ ਚੁੱਕੇ ਨੇ। ਪਰ ਉਹਨਾਂ ਨੇ ਕਿਹਾ ਗਾ ਕਿ ਜਦੋਂ ਤੱਕ ਕੇਸ ਚੱਲ ਰਿਹਾ ਉਦੋਂ ਤੱਕ ਕਾਰਜਕਾਰੀ ਚੀਫ ਜਸਟਿਸ ਨੂੰ ਲੰਬੀ ਛੁੱਟੀ ਦੇ ਉੱਤੇ ਭੇਜਿਆ ਜਾਵੇ ਤਾਂ ਕਿ ਕੋਰਟ ਦੀ ਕਾਰਵਾਈ ਪ੍ਰਭਾਵਿਤ ਨਾ ਹੋਵੇ। ਪਰਿਵਾਰ ਨੇ ਕਿਹਾ ਕਿ ਉਹਨਾਂ ਨੂੰ ਨਿਆਂਪਾਲਿਕਾ ਤੇ ਪੂਰਾ ਭਰੋਸਾ ਤਾਂ ਹੈ, ਪਰ ਜਦੋਂ ਸੁਣਵਾਈ ਚੱਲ ਰਹੀ ਆ, ਗਿੱਲ ਸਾਹਿਬ ਇਹ ਗੱਲ ਵੀ ਸਮਝ ਆ ਰਹੀ ਹੈ ਵੀ ਚੀਫ ਜਸਟਿਸ ਛੋਟੀ ਗੱਲ ਨਹੀਂ ਹੁੰਦੀ, ਵੀ ਇੱਕ ਕਾਰਜਕਾਰੀ ਚੀਫ ਜਸਟਿਸ ਆ, ਉਹਨੂੰ ਉਦੋਂ ਤੱਕ ਲੰਬੀ ਛੁੱਟੀ ਦੇ ਉੱਤੇ ਭੇਜਿਆ ਜਾਵੇ। ਦੂਸਰਾ, ਉਹਦੇ ਭਰਾ ਨੇ ਵੀ ਕਿਹਾ ਗਾ ਕਿ ਇਹਦੇ ਵਿੱਚ ਜਿਹੜਾ ਪੂਰੇ ਪਰਿਵਾਰ ਦਾ ਹੱਥ ਹੋ ਸਕਦਾ, ਇਸ ਕਰਕੇ ਮਸਲੇ ਦੀ ਉਸ ਪਾਸੇ ਨੂੰ ਵੀ ਜਾਂਚ ਆ ਜਿਹੜੀ ਕੀਤੀ ਜਾਵੇ। ਕਿਉਂਕਿ 7 ਸਾਲ ਪਹਿਲਾਂ 2015 ਦੇ ਵਿੱਚ ਸਿੱਪੀ ਸਿੱਧੂ ਜਦੋਂ ਕੈਨੇਡਾ ਤੋਂ ਵਾਪਸ ਆਇਆ ਸੀ, ਇਹ ਨੈਸ਼ਨਲ ਲੈਵਲ ਦਾ ਖਿਡਾਰੀ ਸੀਗਾ ਔਰ ਇੱਕ ਵਧੀਆ ਵਕੀਲ ਸੀ ਉੱਭਰਦਾ ਹੋਇਆ। ਇਹਦਾ ਉੱਥੋਂ ਦੇ ਇੱਕ ਪਾਰਕ ਦੇ ਵਿੱਚ ਜਿਹੜਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀਗਾ। ਉਸ ਤੋਂ ਬਾਅਦ ਸਿੱਪੀ ਸਿੱਧੂ ਦੇ ਪਰਿਵਾਰ ਨੇ ਕਿਹਾ ਸੀਗਾ ਕਿ ਉਸ ਨੂੰ ਕਲਿਆਣੀ ਸਿੰਘ ਨੇ ਬੁਲਾਇਆ ਸੀ, ਜਿਹਦੇ ਨਾਲ ਉਸਨੇ ਵਿਆਹ ਕਰਾਉਣ ਤੋਂ ਇਨਕਾਰ ਕਰ ਦਿੱਤਾ ਸੀ ਔਰ ਉਹਨਾਂ ਨੇ ਸਵਾਲ ਉਸ ਪਾਸੇ ਉਠਾਏ ਸੀ। ਲੇਕਿਨ 15 ਤੋਂ ਬਾਅਦ 16 'ਚ ਕੇਸ CBI ਕੋਲੇ ਗਿਆ। CBI ਨੇ ਪਿੱਛੇ ਜੇ ਸਟੇਟਸ ਰਿਪੋਰਟ ਦੇ ਵਿੱਚ ਅਨਟ੍ਰੇਸ ਕਿਹਾ ਸੀ, ਪਰ ਹੁਣ ਵਕੀਲਾਂ ਦੀ ਪੈਰਵਾਈ ਤੋਂ ਬਾਅਦ ਜਿਹੜਾ ਹਿਮਾਚਲ ਦੀ ਕਾਰਜਕਾਰੀ ਜਿਹੜੀ ਚੀਫ ਜਸਟਿਸ ਆ, ਉਹਦੀ ਧੀ ਨੂੰ ਗ੍ਰਿਫਤਾਰ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਲਿਆ ਹੋਇਆ ਜੀ। ਗੱਲ ਸਾਹਿਬ ਆਖਰੀ ਖਬਰ ਦੱਸਿਓ ਜੀ, ਫਿਰੋਜ਼ਪੁਰ ਦੇ ਵਿੱਚ ਮਾਲਕ ਘਰ ਦੀ ਦਾ ਕਤਲ ਹੋਇਆ ਜੀ, ਤੇ ਨੌਕਰ ਛੁੱਟ ਗਿਆ ਤੇ ਫੜ ਲਿਆ ਕਿਤੇ। ਜੀ ਗਿੱਲ ਸਾਹਿਬ, ਨੌਕਰ ਦੇ ਉੱਤੇ ਪੂਰਾ ਸ਼ੱਕ ਆ ਜੀ। ਨੌਕਰ ਫੜ ਤਾਂ ਲਿਆ ਪਰ ਫੜਿਆ ਬਹੁਤ ਮੁਸ਼ਕਲ ਨਾਲ ਹੈ। ਦਰਅਸਲ ਫਿਰੋਜ਼ਪੁਰ ਦੇ ਵਿੱਚ 65 ਸਾਲਾ ਵਿਧਵਾ ਇਕੱਲੀ ਰਹਿੰਦੀ ਸੀ ਆਪਦੇ ਘਰੇ। ਉਹਦਾ ਮੁੰਡਾ ਪਹਿਲਾਂ ਲਵਲੀ ਯੂਨੀਵਰਸਿਟੀ 'ਚ ਪੜ੍ਹਾਉਂਦਾ ਸੀ, ਇਹ ਪਹਿਲਾਂ ਜਲੰਧਰ ਰਹਿਣ ਲੱਗੇ ਸੀ ਮੁੰਡੇ ਕੋਲੇ। ਮੁੰਡਾ ਉੱਥੋਂ ਜੌਬ ਛੱਡ ਕੇ ਪਰਿਵਾਰ ਨਾਲ ਗੜਗਾਉਂ ਚਲਾ ਗਿਆ ਅੱਗੇ ਜੌਬ ਕਰਨ।
ਔਰ ਇਹ ਫਿਰ ਉੱਥੋਂ ਫਿਰੋਜ਼ਪੁਰ ਆ ਕੇ ਆਪਦੇ ਘਰੇ ਰਹਿਣ ਲੱਗ ਗਈ, ਕਿਰਾਏਦਾਰ 2 ਰੱਖ ਲਏ। ਤਾਂ ਹੁਣ ਮੁਸ਼ਕ ਮਾਰ ਰਿਹਾ ਸੀਗਾ ਜੀ, ਜਦੋਂ ਕਮਰੇ ਦੇ ਵਿੱਚੋਂ ਆਂਢੀਆਂ ਗੁਆਂਢੀਆਂ ਨੇ ਜਾ ਕੇ ਦੇਖਿਆ ਤਾਂ ਬੈੱਡ ਦੇ ਵਿੱਚੋਂ ਇਸ ਬਿਰਧ ਔਰਤ ਦੀ ਲਾਸ਼ ਆ ਜਿਹੜੀ ਉਹ ਪਾਈ ਗਈ। ਔਰ ਉਦੋਂ ਬਾਅਦ ਸ਼ੱਕ ਹੋਇਆ ਗੁਆਂਢੀਆਂ ਨੂੰ ਕਿ ਇਸੇ 2 ਦਿਨ ਪਹਿਲਾਂ ਇਹਨਾਂ ਦਾ ਜਿਹੜਾ ਕਿਰਾਏਦਾਰ ਆ ਉਹ ਆਪਦਾ ਸਾਰਾ ਸਮਾਨ ਲੱਦ ਕੇ ਇੱਥੋਂ ਚਲਿਆ ਗਿਆ। ਫਿਰ ਉਸ ਤੋਂ ਬਾਅਦ ਕਿਰਾਏਦਾਰ ਦੀ ਪੈੜ ਨੱਪਣੀ ਸ਼ੁਰੂ ਕੀਤੀ। ਆਂਢੀ ਗੁਆਂਢੀ ਕੋਲੇ ਕਿਸੇ ਕੋਲੇ ਉਹਦਾ ਕੋਈ ਰਿਕਾਰਡ ਨਹੀਂ ਸੀ। ਫਿਰ ਕਿਤੇ ਫੋਨ ਨੰਬਰ ਤੋਂ ਟਰੇਸ ਹੋ ਗਿਆ ਜੀ, ਔਰ ਉਸ ਤੋਂ ਬਾਅਦ ਉਹਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਹੁਣ ਮਸਲੇ ਦੀ ਜਾਂਚ ਕਰ ਰਹੀ ਹੈ। ਕਿਰਾਏਦਾਰ ਤੇ ਸ਼ੱਕ ਕੀਤਾ ਜਾ ਰਿਹਾ ਕਿਉਂਕਿ ਉਹਦਾ ਉੱਥੋਂ ਇਸ ਤਰੀਕੇ ਦੇ ਨਾਲ ਸਮਾਨ ਲੱਦ ਕੇ ਜਾਣਾ ਕੁਛ 2 ਦਿਨ ਪਹਿਲਾਂ ਹੀ, ਔਰ ਮਕਾਨ ਮਾਲਕ ਔਰਤ ਦਾ ਇਸ ਤਰੀਕੇ ਦੇ ਨਾਲ ਡੈੱਡ ਬੋਡੀ ਦਾ ਜਿਹੜਾ ਬੈੱਡ 'ਚੋਂ ਮਿਲਣਾ, ਕਈ ਸਵਾਲ ਉਸ ਪਾਸੇ ਨੂੰ ਇਸ਼ਾਰਾ ਕਰ ਰਹੇ ਨੇ ਜੀ। ਗਿੱਲ ਸਾਹਿਬ ਧੰਨਵਾਦ ਜੀ। ਲਓ ਜੀ, ਕੱਲ੍ਹ ਨੂੰ ਫੇਰ 10:20 ਤੇ ਮੁਲਾਕਾਤੀ ਹੋਊ ਤੁਹਾਡੇ ਨਾਲ। ਆਪਣਾ ਖਿਆਲ ਰੱਖਿਓ ਤੇ ਚੜ੍ਹਦੀ ਕਲਾ। ਸ਼ੁਕਰੀਆ ਜੀ ਗਿੱਲ ਸਾਹਿਬ, ਤੁਹਾਡਾ ਤੇ ਸਾਰੇ ਸਰੋਤਿਆਂ ਦਾ ਵੀ ਧੰਨਵਾਦ। ਹੁਣ ਥਿੰਕ ਇੰਸ਼ੋਰੈਂਸ ਤੋਂ ਸਰਦਾਰ ਪਰਮਿੰਦਰ ਸਿੰਘ ਥਿੰਦ ਮੇਰੇ ਨਾਲ ਨੇ। ਸੁਪਰ ਵੀਜ਼ੇ ਦੇ ਇੰਸ਼ੋਰੈਂਸ ਦਾ ਬੜਾ ਰੇੜਕਾ ਪਿਆ ਰਹਿੰਦਾ। ਸਰਕਾਰ ਤਾਂ ਕੁਛ ਨਹੀਂ ਕਰ ਰਹੀ, ਪਰ ਪ੍ਰਾਈਵੇਟ ਤੌਰ 'ਤੇ ਇੰਸ਼ੋਰੈਂਸ ਦੇ ਤੌਰ 'ਤੇ ਇੰਸ਼ੋਰੈਂਸ ਐਡਵਾਈਜ਼ਰ ਇਹਦੇ 'ਤੇ ਕੀ ਐਡਵਾਈਜ਼ ਕਰ ਸਕਦੇ ਨੇ, ਉਹਨਾਂ ਨਾਲ ਗੱਲ ਕਰਦੇ ਹਾਂ। ਸਰਦਾਰ ਪਰਮਿੰਦਰ ਸਿੰਘ ਥਿੰਦ ਜੀ, ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਗਿੱਲ ਸਾਹਿਬ, ਤੁਹਾਨੂੰ ਤੇ ਸਾਰੇ ਸੁਣਨ ਵਾਲੋਂ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। thinkinsurance.ca ਤੇ ਤੁਸੀਂ ਸਾਰੇ ਜਾਣਕਾਰੀ ਲੈ ਸਕਦੇ ਹੋ। ਇਹੀ ਫੇਸਬੁੱਕ ਦਾ ਪੇਜ ਥਿੰਕ ਇੰਸ਼ੋਰੈਂਸ ਹੈ ਤੇ 604 828 7213 ਉਹਨਾਂ ਦਾ ਨੰਬਰ ਹੈ। ਤੇ ਸਾਹਿਬ ਇੱਕ ਗੱਲ ਦੱਸਿਓ ਜੀ, ਮੈਂ ਅਕਸਰ ਆਪਾਂ ਪਿਛਲੇ ਸਾਲਾਂ ਤੋਂ ਇਸ ਤੇ ਗੱਲ ਕਰ ਰਹੇ ਹਾਂ ਕਿ ਸੁਪਰ ਵੀਜ਼ੇ ਤੇ ਆਏ ਮਾਪੇ ਹਰ ਵਕਤ ਦੁੱਖ ਦੇ ਵਿੱਚ ਨੇ। ਗਾਹਾਂ ਉਹਨਾਂ ਦੇ ਧੀ ਪੁੱਤ ਦੁੱਖ ਚ ਨੇ ਕਿ ਮਾਪੇ ਜੇ ਢਿੱਲੇ ਹੋ ਗਏ, $1,00,000 ਤਾਂ ਠਾਹ ਮੁੱਕ ਜਾਣਾ। ਝੱਜ ਪਰਿਵਾਰ ਦਾ, ਬੁੱਟਰ ਪਰਿਵਾਰ ਦਾ ਕੇਸ ਆਪਣੇ ਕੋਲ ਆ। $2.5 ਲੱਖ ਨੈਗੇਟਿਵ ਹੋਇਆ ਬੈਠਾ ਪਰਿਵਾਰ, ਹਲੇ $40,000 ਇਕੱਠਾ ਹੋਇਆ। ਇਹ ਦੁੱਖ ਦੀਆਂ ਕਹਾਣੀਆਂ। ਤੇ ਹੁਣ ਉਹਨਾਂ ਨੇ ਕਹਿਤਾ ਕੋਈ ਨਾ, ਹੁਣ ਤੁਸੀਂ 5 ਸਾਲ ਰਹਿ ਸਕਦੇ ਹੋ ਇੱਕ ਵਾਰ ਆ ਕੇ। ਪੱਕਾ ਹੀ ਕੰਮ ਕਰਤਾ ਵੀ ਇਮੀਗ੍ਰੇਸ਼ਨ ਵੱਲ ਝਾਕਿਓ ਨਾ, ਵਿਜ਼ਿਟ 'ਤੇ ਰੱਖਾਂਗੇ। ਹੁਣ ਇਹਦੇ 'ਚ ਇੰਸ਼ੋਰੈਂਸ ਦੇ ਤੌਰ 'ਤੇ ਇੱਕ ਐਡਵਾਈਜ਼ਰ ਦੇ ਤੌਰ 'ਤੇ ਤਜਰਬਾ ਬਹੁਤ ਆ। $1 ਮਿਲੀਅਨ ਰਾਊਂਡ ਟੇਬਲ ਦੇ ਮੈਂਬਰ ਬਣੇ ਬੈਠੇ ਹੋ, ਟਾਪ ਆਫ ਦਾ ਟੇਬਲ। ਹੁਣ ਭਾਈਚਾਰੇ ਦੀ ਸੇਵਾ ਕਰੋ, ਦੱਸੋ ਵੀ ਕਿਵੇਂ ਉਹ ਅਸੀਂ ਸਿਕਿਉਰ ਕਰ ਸਕਦੇ ਹਾਂ ਮਾਪਿਆਂ ਨੂੰ। ਦੇਖੋ ਜੀ, ਪਹਿਲੀ ਗੱਲ ਤਾਂ ਜੇ ਮੇਰੀ ਤਾਂ ਸਰਕਾਰੀ ਦਰਬਾਰੇ ਜਿੰਨੇ ਵੀ ਹੈ ਕੋਈ ਸੁਣਦਾ ਤਾਂ ਹੈ ਵੀ MSP ਕਰ ਦੇਣ ਤਾਂ ਵਧੀਆ ਗੱਲ ਹੈ। ਪਰ ਗੱਲ ਤਾਂ ਹੈ ਵੀ ਚਲੋ ਕੰਮ ਤਾਂ ਆਪਣੇ ਚੱਲਦੇ ਰਹਿਣੇ, ਕਿਤੇ ਸਰਕਾਰ ਸੁਣ ਲਵੇ ਤਾਂ ਵਧੀਆ ਗੱਲ ਹੈ। ਆਉਂਦੇ ਨੇ ਔਖਾ ਹੁੰਦਾ। ਚਲੋ ਜੇ ਆਪਾਂ ਹੁਣ ਗੱਲ ਕਰਦੇ ਹਾਂ, ਸਰਕਾਰ ਨੇ ਹੁਣ ਪਹਿਲਾਂ ਸੀਗਾ ਵੀ 1 ਸਾਲ 2 ਸਾਲ ਤੱਕ ਐਕਸਟੈਂਸ਼ਨ ਤਾਂ ਰਹਿ ਸਕਦੇ ਸੀਗੇ। ਹੁਣ ਹੈ ਵੀ ਹੁਣ ਉਹਨਾਂ ਨੇ 4 ਜੁਲਾਈ ਤੋਂ ਜਿਹੜਾ ਨਵਾਂ ਪ੍ਰੋਗਰਾਮ ਸ਼ੁਰੂ ਹੋ ਰਿਹਾ ਜੀ। ਇੰਸ਼ੋਰੈਂਸ ਦੇ ਰੂਲ ਤਾਂ ਉਹੀ ਨੇ ਜੀ, ਪਹਿਲਾਂ ਜਿਹੜੇ ਹੈਗੇ ਸੀਗੇ $1,00,000 ਤੱਕ ਕਰਾਉਣੀ ਪੈਣੀ ਹੈ ਜੀ। ਉਹ ਜਿਹੜੀ ਹੈ ਵੀ ਉਦੋਂ ਪਹਿਲਾਂ 4 ਤੋਂ ਪਹਿਲਾਂ ਕਰਾਉਂਗੇ। ਇਹ ਹੈ ਵੀ 4 ਤਰੀਕ ਤੋਂ ਪਹਿਲਾਂ $1,00,000 ਦੀ ਜਿਹੜੀ ਰਿਕੁਆਇਰਮੈਂਟ ਹੈਗੀ ਹੈ, ਜੋ ਹੈਗੀ ਹੈ। ਜੇ ਉਦੋਂ ਬਾਅਦ ਵੀ ਕਰਾਉਣੇ ਰੂਲ ਉਹੀ ਰਹਿਣੇ ਜੀ। ਪਰ ਹੁਣ ਇਹ ਵੀ ਜਿਹੜੀ ਵੀ ਹੁਣ ਸੁਪਰ ਵੀਜ਼ੇ ਦੀ ਪਾਲਿਸੀ ਹੈਗੀ ਹੈ ਜੀ, ਉਹ ਹੈ ਵੀ ਹੁਣ ਜਦੋਂ ਮਾਪੇ ਆ ਗਏ, ਕਈਆਂ ਦਾ ਗਿੱਲ ਸਾਹਿਬ ਔਖਾ ਵੀ ਸੀ, ਜਿਹੜੇ ਇਕੱਲੇ ਰਹਿ ਗਏ ਸੀ ਮਾਪੇ ਉੱਥੇ, ਵੀ ਉਹਨਾਂ ਨੂੰ ਫਿਰ ਇਹ ਵੀ ਹੁਣ 2 ਸਾਲ ਹੀ ਰਹਿ ਸਕਦੇ, ਵੀ ਐਕਸਟੈਂਸ਼ਨ ਵੀ ਨਹੀਂ ਮਿਲਦੀ ਸੀ। ਫਿਰ ਇਹ ਵੀ ਵਾਪਸ ਜਾਣਾ, ਛੱਡ ਕੇ ਆਉਣਾ। ਹੁਣ ਇਹ ਵੀ ਕਈਆਂ ਵਾਸਤੇ ਸੌਖਾ, ਕਈਆਂ ਵਾਸਤੇ ਔਖਾ। ਪਰ ਇਹ ਹੈ ਵੀ ਜਦੋਂ ਆ ਗਏ ਇੱਥੇ ਹੁਣ 5 ਸਾਲ ਤੱਕ, ਹੁਣ ਨਾਲ ਐਕਸਟੈਂਸ਼ਨ ਪਾ ਕੇ 7 ਸਾਲ ਤੱਕ ਕਾਫੀ ਸਮਾਂ ਹੋ ਜਾਂਦਾ। ਜਦ ਨੂੰ ਜਾਣ ਦਾ ਦਿਲ ਕਰਦਾ, ਬੰਦਾ ਕਹਿੰਦਾ ਚਲੋ ਜਦ ਨੂੰ ਗੇੜਾ ਲਾਇਓ। ਇਹ ਤਾਂ ਸੁਖਾਲਾ ਹੋ ਗਿਆ ਜੀ। ਇੱਕ ਨਾਲ ਦੀ ਨਾਲ ਹੁਣ ਜਿਹੜਾ ਕਿਸ਼ਤਾਂ ਵਾਲਾ ਕੰਮ ਵੀ ਹੈਗਾ, ਉਹ ਵੀ ਸੌਖਾ ਹੈ ਵੀ ਹੁਣ ਇਹ ਕਿਉਂਕਿ ਰਹਿਣਾ ਇੱਥੇ ਹੈ। ਹਰੇਕ ਸਾਲ ਦੀ ਪਾਲਿਸੀ ਹੈ, ਸਾਲ ਬਾਅਦ ਰਿਨਿਊ ਹੋ ਜਾਇਆ ਕਰੂਗੀ, ਸਾਲ ਦੇ ਸਾਲ। ਜਿੱਦਾਂ ਕਈਆਂ ਡਿਪੈਂਡ ਕਰਦਾ, ਕਈਆਂ ਕੰਪਨੀਆਂ ਏਜ ਦੇ ਹਿਸਾਬ ਨਾਲ ਹੁਣ ਕਈ ਚੇਂਜਸ ਆਉਣਗੀਆਂ ਜੀ। ਹੁਣ ਕਈ ਕੰਪਨੀਆਂ ਜੇ ਪਹਿਲਾਂ ਤਾਂ 1 ਸਾਲ ਰਹਿ ਲਈ, ਵਿੱਚੋਂ ਜੇ ਕਈ ਵਾਰੀ ਏਜ ਵੀ ਚੇਂਜ ਹੋ ਜਾਏ। ਐਗਜ਼ਾਮਪਲ ਜੇ ਕਈ 60 ਸਾਲ ਹੈ, ਹੁਣ ਜੇ ਬੱਚੇ 61 ਸਾਲ ਦੇ ਹੋ ਗਏ ਸਾਲ ਬਾਅਦ, ਹੁਣ ਹੈ ਵੀ 60 ਸਾਲ ਵਾਲਾ ਰੇਟ ਹੀ ਲੱਗ ਗਿਆ ਜੀ। ਹੁਣ ਕਈਆਂ ਦਾ ਜੀ ਹੁਣ ਜੇ ਸਾਲ ਬਾਅਦ ਰਿਨਿਊ ਹੋਊਗੀ, ਉਹ ਰੇਟ ਵਧੀ ਜਾਊਗਾ। ਦੇਖੋ ਆਉਣ ਵਾਲੇ ਟਾਈਮ 'ਚ ਕਿੱਦਾਂ ਕੰਪਨੀਆਂ ਕਰਦੀਆਂ, ਕਿੰਨਾ ਉਹਦਾ ਹੀਲਾ ਹੁੰਦਾ। ਪਰ ਇਹ ਵੀ ਆਪਣੇ ਥਿੰਕ ਇੰਸ਼ੋਰੈਂਸ ਵੱਲੋਂ ਇਹੀ ਉਪਰਾਲਾ ਰਹਿੰਦਾ ਵੀ ਜਿਹੜੀ ਚੀਜ਼ ਵਧੀਆ ਢੁਕਵੀਂ ਆ ਉਹ ਲਓ। ਜਿਹੜੀ ਤੁਹਾਡੇ ਵਾਸਤੇ ਜ਼ਰੂਰਤ ਹੈ, ਉਹਨਾਂ ਦੀ ਸਿਹਤ ਬਾਰੇ ਪੁੱਛੋ, ਕਿੱਦਾਂ ਦੀ ਸਿਹਤ ਹੈ, ਆ ਰਹੇ ਨੇ, ਫਿਰ ਉਸ ਹਿਸਾਬ ਨਾਲ ਸਾਲ ਤੱਕ ਹੈਗੇ ਨੇ ਜਾਂ ਰਹਿੰਦੇ ਨੇ, ਕਿੰਨਾ ਚਿਰ ਰਹਿਣਾ। ਜੇ ਉੱਠ ਜਾਣਗੇ ਵਾਪਸ ਨੂੰ, ਇਹ ਵੀ ਕਈ ਕੰਪਨੀਆਂ ਕਾਟ ਲਾਉਂਦੀਆਂ ਨੇ, ਕਈ ਕੰਪਨੀਆਂ ਨਹੀਂ ਕਾਟ ਲਾਉਂਦੀਆਂ। ਇਹ ਚੀਜ਼ਾਂ ਦਾ ਖਿਆਲ ਰੱਖਣਾ ਜ਼ਰੂਰੀ ਹੈ ਜੀ। ਤੇ ਸਾਹਿਬ ਮੈਨੂੰ ਇੱਕ ਪਹਿਲਾਂ ਇਹ ਖੂਬੀ ਕੱਢਿਓ ਜੀ ਬਈ $1,00,000 ਹੀ ਕਿਉਂ? 1 ਲੱਖ ਤੋਂ ਜੇ ਮੈਂ ਆਪਣੇ ਮਾਪਿਆਂ ਦਾ 5 ਲੱਖ ਦਾ ਕਰਾਉਣਾ ਚਾਹੁੰਦਾ ਹੈ ਤਾਂ 5 ਲੱਖ ਦਾ ਨਹੀਂ ਹੋ ਸਕਦਾ ਜੀ? ਬਿਲਕੁਲ ਗਿੱਲ ਸਾਹਿਬ, ਤੁਹਾਡੀ ਗੱਲ ਵਧੀਆ, ਬਿਲਕੁਲ ਹੋ ਸਕਦਾ। ਵੀ ਗੱਲ ਇਹ ਹੈ ਵੀ ਬਾਈ ਜੀ, ਆਪਾਂ ਹੁਣ ਜੇ ਕਿਸ਼ਤਾਂ ਦੀ ਗੱਲ ਕਰਦੇ ਹਾਂ, ਜਦੋਂ ਚੀਜ਼ ਲੈਣ ਲੱਗਦੇ ਹਾਂ, ਵੀ ਉਦੋਂ ਹੈ ਵੀ ਹੁਣ
ਏਜ ਹੁਣ ਮਾਪਿਆਂ ਦੀ ਗ੍ਰੈਂਡ ਪੇਰੈਂਟਸ ਜਦੋਂ ਉਹਨਾਂ ਨੇ ਆਉਣਾ ਹੈ ਉਹਨਾਂ ਦੀ ਕਾਸਟ ਕਾਫੀ ਜ਼ਿਆਦਾ ਹੋ ਜਾਂਦੀ ਹੈ। ਹੁਣ ਆਪਾਂ ਲੱਖ ਦੀ ਕਰਾਉਣੇ ਆ ਜੇ ਐਗਜ਼ਾਮਪਲ ਹੈ ਜੇ ਕੋਈ 60 ਸਾਲ ਤੱਕ ਤਾਂ ਹੈਗੇ ਜੀ, ਫਿਰ ਤਾਂ ਕੰਮ ਸਸਤਾ ਹੀ ਆ, $1400 ਤੱਕ $1100 ਤੱਕ ਕੰਮ ਸਰ ਜਾਂਦਾ। ਪਰ ਜੇ ਹੈ ਵੀ ਹੁਣ ਏਜ ਵੱਧ ਆ ਤੇ ਬਾਕੀ ਦਵਾਈਆਂ ਵੀ ਲੱਗੀਆਂ ਹੋਈਆਂ ਨੇ, ਫਿਰ ਕੰਮ ਸੌਦਾ ਮਹਿੰਗਾ ਹੋ ਜਾਂਦਾ। ਫਿਰ ਇੱਕ ਮਾਪੇ ਦਾ ਸਿੱਧਾ ਹੀ 2500 3000 ਹੋ ਗਿਆ। ਹੁਣ ਇਹ ਵੀ ਦੋਆਂ ਦਾ ਹੋ ਗਿਆ ਵੀ ਹੁਣ ਲਾ ਲਓ ਤੁਸੀਂ 6-7 ਹਜ਼ਾਰ ਦਾ ਇੱਕੋ ਦਮ ਜੇ ਇਕੱਠੇ ਦੇਣੇ ਕ੍ਰੈਡਿਟ ਕਾਰਡ ਤੇ ਸਾਰਾ ਬਜਟ ਹਿੱਲ ਜਾਂਦਾ। ਹੁਣ ਆਹੀ ਜੇ ਚੀਜ਼ ਆਪਾਂ ਡਬਲ ਕਰਨੀ ਹੈ 3 ਗੁਣਾ ਕਰਨੀ ਹੈ ਤੇ ਵਾਕਿਆ ਹੀ ਰੇਟ ਵੀ ਹੁਣ ਮਹਿੰਗਾ ਹੋ ਗਿਆ। ਹੁਣ ਇਹ ਵੀ ਹੁਣ 20-25 ਹਜ਼ਾਰ ਤਾਂ ਹੁਣ ਹਰੇਕ ਦੇ ਕੋਲੇ ਨਹੀਂ ਹੁੰਦਾ ਇੱਕੋ ਦਮ ਦੇਣ ਨੂੰ ਜੇ ਸਾਰਾ ਕੁਛ। ਇਹ ਵੀ ਚੀਜ਼ਾਂ ਵੀ ਦੇਖਣੀਆਂ ਪੈਂਦੀਆਂ ਜੀ। ਬਿਲਕੁਲ ਪਾਲਿਸੀ ਤਾਂ ਹੈਗੀਆਂ ਜੀ, ਲੈ ਸਕਦੇ ਹਾਂ, ਵੱਧ ਲੈ ਸਕਦੇ ਹਾਂ, ਪਰ ਬਿਲਕੁਲ ਹਾਂ ਇਹੀ ਕਹਿੰਦੇ ਆ ਵੀ ਲਾਓ ਚੀਜ਼ ਵਧੀਆ ਹੋਣਾ ਵੀ ਲੱਖ ਵਾਕਿਆ ਜਿੱਦਾਂ ਹੁਣ ਇੱਕ ਟਾਈਮ $1 ਮਿਲੀਅਨ ਦਾ ਘਰ ਕਹਿੰਦੇ ਬਹੁਤ ਮਹਿੰਗਾ, ਹੁਣ ਮਿਲੀਅਨ ਹਰੇਕ ਬੰਦਾ ਮਿਲੀਅਨ ਤੇ ਪਰ ਇਹ ਉਦਾਂ ਹੀ ਪਾਲਿਸੀਆਂ ਵੀ ਲੱਖ ਤਾਂ ਝੱਟੇ ਹੀ ਮੁੱਕ ਜਾਂਦਾ। ਪਰ ਇਹ ਉਦੋਂ ਵੱਧ ਕਿਸੇ ਨੂੰ ਚਾਹੀਦੀ ਹੈ। ਬਿਲਕੁਲ ਆਪਦੇ ਆਪ ਨੂੰ ਪ੍ਰੋਟੈਕਸ਼ਨ ਕਰ ਸਕਦੇ ਹੋ, ਸਪੈਸ਼ਲੀ ਜਿੰਨੇ ਥੋੜੇ ਟਾਈਮ ਵਾਸਤੇ ਰਹਿਣਾ। ਪਤਾ ਵੀ ਚਲੋ ਇੱਕ ਵਾਰੀ ਔਖੇ ਸੌਖੇ ਪੈਸੇ ਕਿਸ਼ਤਾਂ ਜਿਹਨੇ ਲਾ ਲਓ, ਇਹ ਵੀ ਜਦ ਤੂੰ ਵਾਪਸ ਜਾਣਾ ਵੀ ਹੁਣ ਇਹ ਵੀ 3 ਮਹੀਨੇ 4 ਮਹੀਨੇ ਨੇ, ਕਿਉਂਕਿ ਕਿਸ਼ਤਾਂ 'ਚ ਹੁਣ ਪੈਸੇ ਦੇਣੇ ਥੋੜਾ ਕੰਮ ਸੌਖਾ ਹੋ ਜਾਂਦਾ। ਪਰ ਇਹ ਵੀ ਬਿਲਕੁਲ ਵੱਧ ਕਵਰੇਜ ਲੈ ਸਕਦੇ ਹੋ। ਨਾਲ ਇਹ ਵੀ ਖਿਆਲ ਰੱਖੋ ਜੀ ਜਦੋਂ ਇੱਕ ਵਾਰੀ ਇੱਕ ਤਕਲੀਫ ਵਾਸਤੇ ਡਾਕਟਰ ਕੋਲ ਚਲੇ ਗਏ ਜਾਂ ਹਸਪਤਾਲ ਚਲੇ ਗਏ, ਕਈ ਪਾਲਿਸੀਆਂ ਨੇ ਉਹ ਦੁਬਾਰਾ ਫੋਲੋ ਅਪ ਜਿਹੜੀਆਂ ਵਿਜ਼ਿਟ ਕਵਰ ਨਹੀਂ ਕਰਦੀਆਂ। ਭਾਵੇਂ ਤੁਸੀਂ 3 ਲੱਖ ਦੀ ਪਾਲਿਸੀ ਵੀ ਲਈ ਹੋਈ ਹੈ, ਇੱਕ ਵਾਰੀ ਜੇ ਕਲੇਮ ਭਾਵੇਂ 10,000 ਦਾ ਵੀ ਹੋ ਗਿਆ, ਫੋਲੋ ਅਪ ਵਿਜ਼ਿਟ ਉਹਨਾਂ ਨੇ ਬਿਲਕੁਲ ਕਵਰ ਨਹੀਂ ਕਰਨੀ। ਕਈਆਂ ਤੇ ਹੈ ਵੀ ਜਿੰਨੇ ਪੈਸੇ ਰਹਿ ਗਏ ਜਿੰਨੀਆਂ ਮਰਜ਼ੀ ਵਿਜ਼ਿਟ ਅਨਲਿਮਿਟਿਡ ਵਿਜ਼ਿਟ ਨੇ ਬਿਲਕੁਲ ਉਹ ਕਵਰ ਹੋ ਜਾਊਗਾ। ਤੇ ਇੱਦਾਂ ਹੀ ਦਵਾਈਆਂ ਵੀ ਨੇ ਜੀ, ਇਕੱਲੀਆਂ ਦਵਾਈਆਂ ਹੈ ਵੀ ਕਈਆਂ ਤੇ ਕੈਪ ਲੱਗਿਆ ਹੋਇਆ। ਬਿਲਕੁਲ ਇਹ ਚੀਜ਼ਾਂ ਦਾ ਵੀ ਬਹੁਤ ਜ਼ਰੂਰ ਖਿਆਲ ਰੱਖਣ ਦੀ ਲੋੜ ਹੈ। ਕੱਲ੍ਹ ਨੂੰ ਇਹ ਨਾ ਹੋਵੇ ਪੈਸੇ ਵੀ ਲਾ ਦਈਏ ਤੇ ਜੋ ਅਸੀਂ ਕੰਮ ਕਰਨਾ ਚਾਹੁੰਦੇ ਉਹ ਕੰਮ ਵੀ ਨਾ ਹੋਵੇ। ਤੇ ਮੇਰਾ ਆਈ ਥਿੰਕ ਇੰਸ਼ੋਰੈਂਸ ਵੱਲੋਂ ਇਹੀ ਮੈਸੇਜ ਹੈ ਜੀ। ਇਹਦੇ ਤੇ ਮੈਂ ਹੋਰ ਗੱਲ ਕਰਨੀ ਆ। ਮੰਨ ਲਓ ਮਾਪੇ ਆ ਗਏ, ਪਲੈਨਿੰਗ ਆ 5 ਸਾਲ ਰਹਿਣ ਦੀ, ਦੋਨਾਂ ਨੇ ਲੱਖ ਡਾਲਰ ਦੀ ਮੀਆਂ ਬੀਵੀ ਮਾਤਾ ਪਿਤਾ ਦੀ ਇੰਸ਼ੋਰੈਂਸ ਕੀਤੀ ਆ ਤੇ ਰੱਬ ਨਾ ਕਰੇ ਦੋਨੇ ਢਿੱਲੇ ਹੋ ਗਏ ਤੇ ਪਹਿਲੇ 3 ਮਹੀਨਿਆਂ 'ਚ ਕਲੇਮ 60-70 ਹਜ਼ਾਰ ਦਾ ਹੋ ਗਿਆ। ਫਿਰ ਜਿਹੜੇ 4.25 ਸਾਲ ਉਹ ਰਹਿਣੇ ਨੇ ਵਾਪਸ ਉਹਨਾਂ ਨੇ ਰਹਿਣਾ, ਉਹਦਾ ਕੀ ਹੀਲਾ ਫਿਰ? ਹਾਂਜੀ, ਬਹੁਤ ਵਧੀਆ ਕੁਐਸਚਨ ਤੁਸੀਂ ਗਿੱਲ ਸਾਹਿਬ ਪੁੱਛਿਆ। ਆਹੀ ਕਈ ਵਾਰੀ ਜਦੋਂ ਆਪਾਂ ਚੀਜ਼ ਲੈ ਲੈਂਦੇ ਹਾਂ ਉਦੋਂ ਬਾਅਦ ਜਦੋਂ ਇੱਕ ਵਾਰੀ ਕਲੇਮ ਹੋ ਗਿਆ, ਵਾਕਿਆ ਹੀ ਉਦੋਂ ਬਾਅਦ ਜਦੋਂ ਕਲੇਮ ਹੋ ਗਿਆ ਬਾਕੀ ਜਿਹੜੇ ਰਹਿ ਗਏ ਵਾਕਿਆ ਹੀ ਉਹ ਕਲੇਮ 'ਚ ਕਵਰ ਹੋ ਜਾਊਗਾ ਜੇ ਪਾਲਿਸੀ 'ਚ ਹੈਗੀ ਆ ਫਾਲੋ ਅਪ ਕਲੇਮ ਦੀ ਵਿਜ਼ਿਟ ਆਪਸ਼ਨ ਹੈਗੀ ਆ। ਜੇ ਉਦੋਂ ਬਾਅਦ ਹੁਣ ਨਵੀਂ ਆਪਾਂ ਕਹਿੰਦੇ ਵੀ ਇੱਕ ਨਹੀਂ ਦੂਜੇ ਕੋਲ ਲੈ ਲਓ ਜੇ ਘਰ ਦੀ ਆਪਾਂ ਇੰਸ਼ੋਰੈਂਸ ਕਈ ਵਾਰ ਕਹਿੰਦੇ ਆਹ ਨਹੀਂ ਬਸ ਦੂਜੀ ਕੰਪਨੀ ਕੋਲ ਚਲੇ ਜਾਓ, ਇੱਦਾਂ ਨਹੀਂ ਹੁੰਦਾ ਕਿਉਂਕਿ ਉੱਥੇ ਸਾਨੂੰ ਡਿਕਲੇਅਰ ਕਰਨਾ ਪੈਂਦਾ ਪਹਿਲਾਂ ਸਾਡਾ ਕੋਈ ਕਲੇਮ ਸੀਗਾ ਕਿ ਨਹੀਂ ਸੀਗਾ ਤੇ ਉਸ ਚੀਜ਼ ਨੂੰ ਉਹ ਵੀ ਕੱਢ ਸਕਦੀ ਕੰਪਨੀ। ਕਹਿਣਗੇ ਵੀ ਛੋਟਾ ਮੋਟਾ ਕਲੇਮ ਸੀ ਤਾਂ 5,000 ਤੋਂ ਥੱਲੇ ਸੀ, ਫਿਰ ਉਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ ਵੀ ਠੀਕ ਹੈ, ਉਹ ਕਹਿੰਦੇ ਅਸੀਂ ਕਵਰੇਜ ਕਰ ਦਿਆਂਗੇ। ਜੇ ਵੱਡਾ ਕਲੇਮ ਹੈ ਤਾਂ ਕੰਪਨੀਆਂ ਨਾ ਵੀ ਕਰ ਸਕਦੀਆਂ, ਅਸੀਂ ਇੰਸ਼ੋਰੈਂਸ ਨਹੀਂ ਕਰਨੀ। ਵਾਕਿਆ ਵੀ ਹੁਣ ਬਹੁਤ ਜਿਹੜੇ ਹੁਣ ਪੇਰੈਂਟਸ ਗ੍ਰੈਂਡ ਪੇਰੈਂਟਸ ਇੱਦਾਂ ਉਹਨਾਂ ਦੀ ਹੈਲਥ ਸਿਚੁਏਸ਼ਨ ਜਿਹੜੀ ਹੈਗੀ ਆ ਬਾਹਲੀ ਵਧੀਆ ਨਹੀਂ ਹੈਗੀ, ਜਾਂ ਕਿਸੇ ਨੂੰ ਕੈਂਸਰ ਤੋਂ ਪੀੜਤ ਨੇ ਆ ਜਾਂ ਹਾਲੀ ਵੀ ਚੱਲ ਰਿਹਾ, ਹਾਲੀ ਇਲਾਜ ਚੱਲ ਰਿਹਾ ਇੱਥੇ ਆਉਣਾ ਆ, ਉਹ ਚੀਜ਼ਾਂ ਬਿਲਕੁਲ ਇੱਥੇ ਕਈ ਕੰਪਨੀਆਂ ਨਹੀਂ ਕਵਰ ਕਰਦੀਆਂ। ਔਖਾ ਹੋ ਜਾਂਦਾ, ਭਾਵੇਂ ਪਾਲਿਸੀ ਲਈ ਹੋਈ ਉਹਨਾਂ ਨੇ ਉਹ ਚੀਜ਼ ਕਵਰ ਨਹੀਂ ਕਰਨੀ। ਹੁਣ ਜਿੱਦਾਂ ਤੁਹਾਡਾ ਕੁਐਸਚਨ ਸੀ, ਤੁਸੀਂ ਪੁੱਛਿਆ ਵੀ ਹੋ ਗਿਆ ਤਾਂ ਫਿਰ ਕੀ ਹੋਊਗਾ, ਵਾਕਿਆ ਹੀ ਦੂਜੀਆਂ ਕੰਪਨੀਆਂ ਬਿਲਕੁਲ ਕਹਿਣਗੇ ਅਸੀਂ ਇਸਨੂੰ ਹੱਥ ਨਹੀਂ ਲਾਉਣਾ ਜੀ, ਅਸੀਂ ਪਾਲਿਸੀ ਨਹੀਂ ਕਰਨੀ। ਤੁਸੀਂ ਪਾਲਿਸੀ ਜੇ ਕਰਾ ਵੀ ਲਈ ਤੇ ਉਹ ਚੀਜ਼ ਨਹੀਂ ਕਵਰ ਹੋਣੀ ਜਿਹੜੀ ਚੀਜ਼ ਪਹਿਲਾਂ ਵਾਸਤੇ ਇਲਾਜ ਚੱਲ ਰਿਹਾ ਸੀ ਹੋ ਗਿਆ, ਬਿਕੋਜ਼ ਉਹਨਾਂ ਦੀ ਕੰਡੀਸ਼ਨ ਸਟੇਬਲ ਨਹੀਂ ਸੀ। ਜਦੋਂ ਕੰਡੀਸ਼ਨ ਸਟੇਬਲ ਹੋਊਗੀ ਫਿਰ ਹੀ ਕਿਸੇ ਕੰਪਨੀ ਨੇ ਹੱਥ ਪਾਉਣਾ, ਫਿਰ ਹੀ ਐਲੀਜੀਬਲ ਹੋਣਗੇ। ਆਹ ਵੀ ਐਕਸਕਲੂਜਨ ਦੇ ਵਿੱਚ ਪਾਲਿਸੀਆਂ ਜਿਹੜੇ ਬਰੀਕ ਅੱਖਰਾਂ 'ਚ ਤੁਸੀਂ ਜਿੱਦਾਂ ਗੱਲ ਕਹਿੰਦੇ ਹੋ ਬਰੀਕ ਅੱਖਰਾਂ 'ਚ ਲਿਖਿਆ ਹੁੰਦਾ ਵੀ ਇਹ ਨਹੀਂ ਵੀ ਆਪਾਂ ਪਾਲਿਸੀ ਲੈ ਲਈ ਤੇ ਕਵਰ ਹੈ। ਆਉਣ ਤੋਂ ਪਹਿਲਾਂ ਵੀ ਭਾਵੇਂ ਉੱਥੇ ਵੀ ਆਪਾਂ ਨੂੰ ਇੱਥੇ ਰੈਕਡ ਨਹੀਂ ਹੈਗਾ ਕਿ ਉੱਥੇ ਵੀ ਜੇ ਢਿੱਲ ਮੱਠ ਹੈਗੀ ਹੈ, ਜੇ ਆਪਾਂ ਨਹੀਂ ਦੱਸਦੇ ਐਕਸਕਲੂਜਨ ਜੇ ਤੁਸੀਂ ਆ ਗਏ ਉਸ ਚੱਕਰ ਜਦੋਂ ਇੱਥੇ ਹਸਪਤਾਲ ਚਲੇ ਗਏ, ਬਿਲਕੁਲ ਭਾਵੇਂ 5 ਲੱਖ ਦੀ 3 ਲੱਖ ਦੀ ਪਾਲਿਸੀ ਕਰਾਈ ਉਹਨਾਂ ਨੇ ਹੱਥ ਖੜੇ ਕਰ ਦੇਣੇ ਵੀ ਅਸੀਂ ਨਹੀਂ ਕਵਰ ਕਰਨਾ ਕਿਉਂਕਿ ਪ੍ਰੀ ਐਗਜ਼ਿਸਟਿੰਗ ਸੀ, ਸਟੇਬਲ ਨਹੀਂ ਸੀ, ਤੁਸੀਂ ਸਾਨੂੰ ਦੱਸਿਆ ਨਹੀਂ ਸੀ। 24 ਘੰਟੇ ਪਹਿਲਾਂ ਆਕਸੀਜਨ ਲੱਗੀ ਹੋਵੇ, ਕੋਈ ਲੀਵਰ ਕੈਂਸਰ ਹੈ, ਕੋਈ ਇੱਦਾਂ ਦੀ ਕਈ ਚੀਜ਼ਾਂ ਹੈਗੀਆਂ ਲਿਸਟ ਦੇ ਵਿੱਚ ਜਿਨ੍ਹਾਂ ਕਰਕੇ ਉਹ ਬਿਲਕੁਲ ਪਾਲਿਸੀ ਨੂੰ ਅਵੋਇਡ ਕਰ ਸਕਦੇ ਜੀ। ਤਾਂ ਫਿਰ ਬਹੁਤ ਵੱਡੀ ਮੁਸ਼ਕਿਲ ਹੈ ਦੇਖਿਆ ਜਾਵੇ। ਜੇ 5 ਲੱਖ ਦੀ ਕਰਾਉਣੇ ਆ ਤਾਂ $50,000 ਦੋਨਾਂ ਲਈ ਚਾਹੀਦਾ, ਜਾਂ 40,000 ਜਾਂ 30,000 ਜਿੰਨਾ ਵੀ। ਲੱਖ ਦੀ ਕਰਾਉਣੇ ਆ ਤਾਂ 5 ਸਾਲ ਮਾਪੇ ਕਿਵੇਂ ਰਹਿਣਗੇ? ਤਾਂ ਬਹੁਤ ਬੁਰੇ ਫਸਾਏ ਜੀ ਇਹਨਾਂ ਨੇ। ਪਰ ਫਿਰ ਵੀ ਚਲੋ ਜਿੰਨਾ ਕੁਛ ਕਰ ਸਕਦੇ ਹਾਂ ਇਹਦਾ ਬੈਸਟ ਇਹੀ ਐਡਵਾਈਸ ਹੈ ਬਈ ਵੱਧ ਤੋਂ ਵੱਧ ਇੰਸ਼ੋਰੈਂਸ ਉਹਨਾਂ ਦੀ ਲਈ ਜਾਵੇ ਤਾਂ ਤੁਹਾਡੇ ਮਨ ਦੀ ਸ਼ਾਂਤੀ ਨਾ ਭੰਗ ਹੋਵੇ।
ਤੇ ਇਸ ਦੇ ਬਾਰੇ ਇੱਕ ਨਾਲ ਅਖੀਰ ਦੇ ਵਿੱਚ ਇੱਕ ਮੈਨੂੰ ਹੋਰ ਦੱਸਿਓ ਜੀ, ਜਿਹੜੀ ਡਿਸੇਬਿਲਿਟੀ ਦੀ ਇੰਸ਼ੋਰੈਂਸ ਆ, ਡਿਸੇਬਿਲਿਟੀ ਦੀ ਨਹੀਂ, ਮੌਰਗੇਜ ਦੀ ਇੰਸ਼ੋਰੈਂਸ ਆ, ਰੇਟ ਵੱਧ ਰਹੇ ਨੇ, ਲੋਕ ਪ੍ਰੈਸ਼ਰ 'ਚ ਜਾਣੇ ਨੇ। ਮੌਰਗੇਜ ਨੂੰ ਸਿਕਿਉਰ ਕਰਨ ਦੇ ਲਈ ਜਿਹੜੀ ਇੰਸ਼ੋਰੈਂਸ ਆ ਮੌਰਗੇਜ ਦੀ ਜਾਂ ਲਾਈਫ ਇੰਸ਼ੋਰੈਂਸ, ਤੁਹਾਡੇ ਨਾਲ ਕਿਉਂ ਜਾਵੇ ਬੰਦਾ ਬੈਂਕ ਦੀ ਜਗ੍ਹਾ? ਪਹਿਲੀ ਗੱਲ ਤਾਂ ਜੀ ਬਾਈ, ਜਿੰਨੇ ਵੀ ਸੁਣ ਰਹੇ ਨੇ, ਜਿਹੜੇ ਵੀ ਲੈਂਡਰ ਦੇ ਨਾਲ ਨੇ, ਕਿਸੇ ਵੀ ਨਾਲ ਜਿੱਥੋਂ ਮੋੜਗੇ ਲਈ ਹੈ, ਉੱਥੇ ਨਾਲ ਹੀ ਕਿਸ਼ਤ ਦੇ ਵਿੱਚ ਹੀ ਬੰਨ੍ਹ ਦਿੰਦੇ ਜੀ। ਕਈਆਂ ਦੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ, $200-400 ਆਪਾਂ ਨਾਲੇ ਦੇਈ ਜਾਂਦੇ ਮੋੜਗੇਜ ਦੇ। ਇਹ ਪਹਿਲਾਂ ਤਾਂ ਪਤਾ ਕਰੋ ਜੀ, ਜੇ ਤੁਹਾਡੀ ਮੋੜਗੇਜ ਇੰਸ਼ੋਰੈਂਸ ਜੇ ਕਿਸੇ ਬੈਂਕ ਤੋਂ ਲੈਂਡਰ ਤੋਂ ਵਿੱਚ ਕਿਸ਼ਤ ਤੁਹਾਡੀ ਬੰਨੀ ਤਾਂ ਨਹੀਂ ਹੋਈ, ਉਹ ਵੀ ਤੁਸੀਂ ਪਤਾ ਕਰੋ। ਉਸ ਤੋਂ ਬਾਅਦ ਹੈ ਵੀ ਤੁਸੀਂ ਆਪਦੀ ਪਰਸਨਲ ਉਹ ਕੈਂਸਲ ਕਰਾ ਸਕਦੇ ਆ। ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਮੈਂਡੇਟਰੀ ਉਹ ਲੈਣੀ ਹੈ ਚੀਜ਼ ਉਹਨਾਂ ਤੋਂ। ਤੁਸੀਂ ਕੈਂਸਲ ਕਰਕੇ ਆਪਦੇ, ਜਾਂ ਕੈਂਸਲ ਕਰਨ ਤੋਂ ਪਹਿਲਾਂ ਇਹੀ ਮੇਰੀ ਹਦਾਇਤ ਹੋਊਗੀ, ਆਪਦੇ ਪਰਸਨਲ ਲਾਈਫ ਇੰਸ਼ੋਰੈਂਸ ਲਓ, ਤੁਹਾਨੂੰ ਸਸਤੀ ਮਿਲੂਗੀ। 99% ਆਪਾਂ ਨੂੰ 99.9% ਹੈ ਜੀ। ਜਿੰਨੇ ਵੀ ਹੁਣ ਸੁਣ ਰਹੇ ਨੇ 600 M ਤੇ ਇਸ ਮੰਚ ਤੋਂ, ਬਿਲਕੁਲ ਆਪਦੀ ਸੇਵਿੰਗ ਕਰ ਸਕਦੇ ਨੇ। ਜਿੱਦਾਂ ਦਾ ਅੱਗੇ ਸਮਾਂ ਆਉਣ ਵਾਲਾ, ਸਾਰੇ ਜਿਹੜੇ ਇਸ ਚੀਜ਼ ਨੂੰ ਜਿਹੜੇ ਹੈਗੇ ਨੇ ਇਹੀ ਕਰ ਰਹੇ ਨੇ, ਜਿਹੜੇ ਫਾਈਨੈਂਸ਼ੀਅਲ ਇੰਡਸਟਰੀ 'ਚ ਕੰਮ ਕਰਦੇ ਨੇ। ਆਉਣ ਵਾਲਾ ਸਮਾਂ ਜਿਹੜਾ ਹੈਗਾ ਉਹ ਗ੍ਰੇ ਹੀ ਹੈ, ਇੰਨਾ ਵਧੀਆ ਨਹੀਂ ਹੈਗਾ ਫਾਈਨੈਂਸ਼ੀਅਲ। ਜੇ ਆਪਦੇ ਹਿਸਾਬ ਨਾਲ ਆਪਦੇ ਖਰਚੇ ਅਸੀਂ ਆਪਦੀ ਪਕੜ 'ਚ ਰੱਖੀਏ, ਤੇ ਇਸੇ ਕਰਕੇ ਮੇਰੀ ਇਹੀ ਸਲਾਹ, ਬਿਲਕੁਲ ਆਪਦੀ ਤੁਸੀਂ ਲਾਈਫ ਇੰਸ਼ੋਰੈਂਸ ਲੈ ਸਕਦੇ ਹੋ। ਸਸਤੀ ਹੈ, ਵਧੀਆ ਆ, ਉਹੀ ਰਿਸਕ ਜਿਹੜਾ ਕਵਰ ਹੈ ਤੁਸੀਂ ਆਪਦੇ ਸਸਤੇ ਪੈਸਿਆਂ 'ਚ ਕਰਾ ਸਕਦੇ ਹੋ। ਬਿਲਕੁਲ ਥਿੰਕ ਇੰਸ਼ੋਰੈਂਸ ਕਾਂਟੈਕਟ ਕਰਕੇ, ਜਿਨ੍ਹਾਂ ਨੇ ਵੀ ਆਪਦੀ ਮੋੜਗੇਜ ਇੰਸ਼ੋਰੈਂਸ ਲਈ ਹੋਈ ਕਿਸੇ ਲੈਂਡਰ ਤੋਂ, ਉਹਨਾਂ ਨੂੰ ਇਹੀ ਹੈ ਪਲੀਜ਼ ਜ਼ਰੂਰ ਆਪਦੀ, ਕਿਉਂਕਿ ਨਾਲੇ ਕਿਸ਼ਤ ਬੰਨੀ ਹੁੰਦੀ, ਆਪਾਂ ਨੂੰ ਪਤਾ ਨਹੀਂ ਲੱਗਦਾ। ਆਪਾਂ ਕਿਉਂਕਿ ਰੋਜ਼ਾਨਾ ਜ਼ਿੰਦਗੀ ਆਪਣੀ ਬਹੁਤ ਆਪਾਂ ਸਪੀਡ ਨਾਲ ਹੀ ਸਾਰਾ ਕੁਛ ਕੰਮ ਕਰਦੇ ਹਾਂ, ਅਤੇ ਕਈ ਵਾਰੀ ਸਪੀਡਾਂ 'ਚ ਜਦੋਂ ਆਪਾਂ ਮੋੜਗੇਜ ਵੀ ਲੈਂਦੇ ਨਾਲੇ ਕੁਇਕਲੀ ਸਾਈਨ ਕਰ ਦਿੰਦੇ, ਅਤੇ ਉਸ ਤੋਂ ਬਾਅਦ ਇਹ ਨਹੀਂ ਸਾਨੂੰ ਪਤਾ ਹੁੰਦਾ ਬਾਕੀ ਕਿਸ਼ਤ ਇੱਕ ਹੋਰ ਨਾਲ ਬੰਨੇਗੀ। ਉਦੋਂ ਕਹਿੰਦੇ ਵੀ 30 ਦਿਨਾਂ ਬਾਅਦ ਕਟਾ ਦਿਆ, ਜੇ ਤੁਸੀਂ ਕਟਾਉਣੀ ਹੋਵੇ ਅਸੀਂ ਭੁੱਲ ਜਾਂਦੇ ਹਾਂ। ਅਤੇ ਬਿਲਕੁਲ ਆਪਦੀ ਉਹ ਸੇਵਿੰਗ ਕਰ ਸਕਦੇ ਨੇ ਥਿੰਕ ਇੰਸ਼ੋਰੈਂਸ ਫੋਨ ਕਰਕੇ, ਅਤੇ ਬਿਲਕੁਲ ਆਪਦੇ ਮੰਥਲੀ ਜਿੰਨੇ ਵੀ ਅਸੀਂ $25-50 ਬਚ ਗਏ, ਦੇਖੋ ਕਿੰਨੇ ਸਾਲਾਂ ਤੱਕ ਦੇਣੇ, ਹਜ਼ਾਰਾਂ ਡਾਲਰ ਸੇਵ ਹੋ ਸਕਦੇ ਜੀ। ਧੰਨਵਾਦ ਜੀ, ਤੇ ਫਿਰ ਛੇਤੀ ਗੱਲਬਾਤ ਹੋਏਗੀ। ਸ਼ੁਭ ਸ਼ਾਮ। ਹਾਂਜੀ ਬਿਲਕੁਲ ਜੀ, ਕੋਈ ਵੀ ਹਾਂਜੀ ਸਾਡਾ ਜਿਹੜੀ ਇਨਫੋਰਮੇਸ਼ਨ ਹੈਗੀ BC ਤੇ ਅਲਬਰਟਾ ਵਿੱਚ ਕਿਤੇ ਵੀ ਬੈਠੇ ਹੋ, ਭਾਵੇਂ ਆਈਲੈਂਡ ਤੇ ਵਿਕਟੋਰੀਆ, ਨਨਾਇਮੋ, ਜਾਂ ਤੁਸੀਂ ਇੰਟੀਰੀਅਰ 'ਚ ਕਲੋਨਾ ਕਿਤੇ ਵੀ ਹੋ ਜੀ, 604 828 7213 604 828 7213। ਬਾਕੀ ਸਾਡੀ ਵੈਬਸਾਈਟ ਹੈ ਥਿੰਕ ਇੰਸ਼ੋਰੈਂਸ। ਸਾਡਾ ਨੰਬਰ ਨਹੀਂ ਨੋਟ ਹੋਇਆ ਜੀ, ਗੂਗਲ ਤੇ ਸਿਰਫ ਲਿਖਣਾ ਥਿੰਕ ਇੰਸ਼ੋਰੈਂਸ, ਸਾਰੀ ਇਨਫੋਰਮੇਸ਼ਨ ਸਾਡੀ ਸਾਰੀ ਆ ਜੂਗੀ ਮੂਰੇ। ਧੰਨਵਾਦ ਗਿਆਲ ਸਾਹਿਬ ਜੀ, ਥੈਂਕ ਯੂ ਫॉर ਹੈਵਿੰਗ ਅਸ ਸ਼ੋ। ਵੈਨਕੂਵਰ ਤੋਂ ਖਬਰਾਂ ਇਹ ਆ ਰਹੀਆਂ ਨੇ ਕਿ ਕਲੈਰਨੀ ਜਿਹੜਾ ਸੈਕੰਡਰੀ ਸਕੂਲ ਆ ਜੀ, ਉਹ ਬੰਦ ਕੀਤਾ ਹੋਇਆ। ਕੱਲ੍ਹ ਉੱਥੇ ਕੋਈ ਕਾਲੀ ਮਿਰਚ ਵਾਲੀ ਪੈਪਰ ਸਪਰੇਅ ਕਰ ਗਿਆ, ਕੋਈ ਲਾਲ ਮਿਰਚ ਵਾਲੀ, ਅਤੇ ਅੱਜ ਕੋਈ ਗੰਦ ਲੈ ਕੇ ਚਲ ਗਿਆ। ਮਾਪੇ ਔਖੇ ਨੇ, ਸਕੂਲ ਬੰਦ ਆ, ਮਾਪਿਆਂ ਨੂੰ ਜਵਾਕਾਂ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ। ਸੋ ਇਹ ਇੱਕ ਮੁਸ਼ਕਲ ਹੈ। ਅਮਰ ਢੇਸੀ ਉਹਨਾਂ ਨੂੰ ਹੁਣੇ ਹੀ ਤੁਹਾਡੇ ਨਾਲ ਅਸੀਂ 10 ਮਿੰਟਾਂ ਦੇ ਬਾਅਦ ਲਾਈਵ ਕਰਦੇ ਹਾਂ। ਅਮਰ ਢੇਸੀ ਨੇ ਬਹੁਤ ਮਾਣ ਭਾਈਚਾਰੇ ਦਾ ਵਧਾਇਆ। ਓਲੰਪਿਕ ਸਾਡਾ ਮੁੰਡਾ ਲੜ ਕੇ ਆਇਆ, ਪੈਨ ਅਮਰੀਕਾ ਜਿੱਤ ਕੇ ਆਇਆ, ਵਰਲਡ ਜਿਹੜਾ ਉਸਨੇ ਕੰਪੀਟੀਸ਼ਨ ਲੜੇ ਨੇ ਓਰੇਗਨ ਸਟੇਟ ਯੂਨੀਵਰਸਿਟੀ ਡਿਗਰੀ ਸੋਸ਼ੀਓਲੋਜੀ ਦੀ ਕਰਕੇ, ਅਤੇ ਸਾਨੂੰ ਮਾਣ ਹੋਊਗਾ ਕਿਸ ਦਿਨ ਸਾਡੀ ਲੋਕਲ ਪੁਲਿਸ ਦੇ ਵਿੱਚ। ਮੈਂ ਤਾਂ ਦਿਲੋਂ ਚਾਹੁੰਦਾ ਜੇ ਮੇਰੀ ਸਰੀ ਪੁਲਿਸ ਦੇ ਵਿੱਚ ਇਹ ਹੋਵੇ ਤਾਂ ਚੰਗਾ ਲੱਗੇ। ਅਤੇ ਉਦੋਂ ਪਹਿਲਾਂ ਉਹਨਾਂ ਨਾਲ ਲਾਈਵ ਕਰਾਂਗੇ। ਪਹਿਲਾਂ ਵੀ ਜਿਹੜੀ ਦੇਸ਼ ਪੰਜਾਬ ਦੇ ਝਰੋਖੇ 'ਚ ਸਰ ਨਵਕਿਰਨ ਸਿੰਘ ਪੱਤੀ ਨਾਲ ਵੀ ਗੱਲ ਹੁੰਦੀ ਆ, ਉਹ ਵੀ ਲਾਈਵ ਹੁੰਦੀ ਆ YouTube 'ਤੇ, Facebook 'ਤੇ। ਪਲੀਜ਼ ਜੁਆਇਨ ਕਰਿਆ ਕਰੋ, ਸਾਰੇ ਆਪਾਂ ਰਲ ਕੇ ਉੱਥੇ ਗੱਲਬਾਤ ਸ਼ਾਮਲ ਹੋਇਆ ਕਰੋ। ਅਤੇ ਹੁਣ ਵੀ ਇਸ ਨੂੰ ਲਾਈਵ ਕਰਾਂਗਾ Facebook 'ਤੇ। ਅਮਰ ਢੇਸੀ ਨੂੰ ਤੁਸੀਂ ਵੇਖ ਸਕਦੇ ਹੋ, ਮੁੰਡੇ ਨੂੰ, ਡੌਲੇ ਮੁੰਡੇ ਦੇ ਵੇਖ ਸਕਦੇ ਹੋ, ਅਤੇ ਨਾਲੇ ਵੇਖਿਓ ਸਾਊ ਕਿੰਨਾ, ਵੇਖਣ ਤੋਂ ਪਤਾ ਲੱਗ ਜਾਂਦਾ। ਅਤੇ ਹੁਣ ਮੇਰੇ ਨਾਲ ਸਾਡੇ ਉੱਘੇ ਜਿਹੜੇ ਬਿਜ਼ਨਸ ਲੀਡਰ ਨੇ, ਸ਼ੁਕਲਾ ਜੀ। ਬਹੁਤ ਚਿਰ ਹੋ ਗਿਆ ਮੇਨ ਸਟਰੀਟ 'ਤੇ ਜਿਉਂ ਅੱਡਾ ਗੱਡਿਆ, ਮੁੜ ਕੇ ਪੱਟਿਆ ਨਹੀਂ। ਮਠਿਆਈ ਦੀ ਦੁਕਾਨ ਤੋਂ ਲੈ ਕੇ ਹੁਣ ਮਦਰ ਇੰਡੀਆ। ਮੈਂ ਇੱਕ ਦਿਨ ਸ਼ੁਕਲਾ ਜੀ ਨੂੰ ਕਿਹਾ, ਮੈਂ ਮਦਰ ਇੰਡੀਆ ਅੰਦਰੋਂ ਸਟੋਰ ਇੰਨਾ ਸੋਹਣਾ ਕਿਉਂ ਬਣਾਇਆ? ਸ਼ੁਕਲਾ ਜੀ ਕਹਿੰਦੇ ਮੇਰਾ ਮੰਦਰ ਆ ਇਹ। ਅਤੇ ਸ਼ੁਕਲਾ ਜੀ ਮੇਰੇ ਨਾਲ ਨੇ। ਸ਼ੁਕਲਾ ਜੀ ਸਵਾਗਤ, ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਤੁਹਾਨੂੰ ਤੇ ਪ੍ਰੋਗਰਾਮ ਸੁਣਨ ਵਾਲੇ ਸਾਰੇ ਭੈਣ ਭਰਾਵਾਂ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ। ਸਟੋਰ ਇੰਨਾ ਸੋਹਣਾ ਕਿਵੇਂ ਆ? ਤੁਹਾਡੇ ਤੋਂ ਵੀ ਸਟੋਰ ਸੋਹਣਾ ਲੱਗਦਾ ਅੰਦਰੋਂ। ਦੇਖੋ, ਜਿੱਥੇ ਤੁਸੀਂ ਕੋਈ ਵੀ ਕੰਮ ਹੋਵੇ, ਜਿੱਥੇ ਤੁਸੀਂ ਅੰਦਰੋਂ ਮਨ ਤੋਂ ਭਾਵਨਾ ਨਾਲ ਕੰਮ ਕਰਦੇ ਹੈਗੇ, ਉਹ ਹਰ ਚੀਜ਼ ਸੋਹਣੀ ਹੋ ਜਾਂਦੀ ਹੈਗੀ ਆ।
ਤੇ ਇਸ ਕਰਕੇ ਜਦੋਂ ਵੀ ਭੈਣ ਭਰਾ ਆਉਂਦੇ ਆ ਸਟੋਰ ਦੇ ਵਿੱਚ ਉਹਨਾਂ ਨੂੰ ਉਹ ਫੀਲ ਕਰਦੇ ਆ ਕਿ ਬਹੁਤ ਸੋਹਣੀ ਸਮੈਲ ਆਉਂਦੀ ਹੈ, ਪੋਜ਼ਿਟਿਵ ਐਨਰਜੀ ਆ, ਹਰ ਚੀਜ਼ ਪ੍ਰੋਪਰ ਟਿਕਾਈ ਹੈਗੀ ਆ, ਪ੍ਰਾਈਸ ਲਿਖੀ ਹੋਈ ਹੈਗੀ ਆ। ਤਾਂ ਕਈ ਵਾਰੀ ਭੈਣ ਭਰਾ ਆਉਂਦੇ ਹੈਗੇ ਉਹ ਸਮਾਨ ਨਾ ਵੀ ਲੈਣ, ਲੇਕਿਨ ਉਹ ਕੋਸ਼ਿਸ਼ ਹੁੰਦੀ ਉਹਨਾਂ ਦੀ ਕਿ ਥੋੜਾ ਜਿਹਾ 2-4 ਦਿਨ ਹੋਰ 2-4 ਮਿੰਟ ਹੋਰ ਟਾਈਮ ਸਪੈਂਡ ਕਰੀਏ। ਇਹ ਪੋਜ਼ਿਟਿਵ ਐਨਰਜੀ, ਜਿੱਥੇ ਪੋਜ਼ਿਟਿਵ ਐਨਰਜੀ ਹੋਵੇ ਮੇਰਾ ਖਿਆਲ ਕਿਤੇ ਵੀ ਹੋਵੇ ਤਾਂ ਉੱਥੇ ਸੁਭਾਵਿਕ ਹੀ ਬੰਦਾ ਥੋੜਾ ਜਿਹਾ ਜ਼ਿਆਦਾ ਟਾਈਮ ਸਪੈਂਡ ਕਰਦਾ ਹੈ। ਗੱਲਾਂ ਅੱਜ ਨਵੇਂ ਪ੍ਰੋਡਕਟਸ ਤੇ ਕਰਨੀਆਂ ਨੇ। ਇੱਕ ਤਾਂ ਇਹ ਦੱਸਿਓ ਵੀ ਕੱਲ ਪਰਸੋਂ ਫੋਨ ਕਰਕੇ ਪੁੱਛਿਆ ਤੁਸੀਂ ਕਿਹਾ ਜੀ ਦਾਂਤ ਮੰਜਨ ਖਤਮੇ ਹੋ ਗਿਆ, ਬਿਲਕੁਲ ਹੀ ਖਤਮ ਹੋ ਗਿਆ? ਹਾਂ ਬਿਲਕੁਲ, ਸਾਡੇ ਕੋਲ ਅਸੀਂ ਐਕਚੁਅਲੀ ਉਹ ਜਿੰਨੀਆਂ ਵੀ ਸ਼ਿਪਮੈਂਟਸ ਆਏਗੀ ਮੈਨੂੰ ਨਹੀਂ ਪਤਾ ਸੀ ਇੰਨਾ ਅੱਛਾ ਰਿਸਪੌਂਸ ਮਿਲੂਗਾ, ਲੇਕਿਨ ਜਿੰਨੇ ਵੀ ਭੈਣ ਭਰਾ ਲੈ ਕੇ ਗਏ ਹੈਗੇ ਆ ਤਾਂ ਮੇਰੇ ਕੋਲ ਵੀ ਥੋੜੀ ਮਿਸਟੇਕ ਹੋਈ ਹੈ। ਮੈਂ ਵੀ ਦੁਕਾਨਦਾਰਾਂ ਨੂੰ ਆਪਣੇ ਸਾਰੇ ਸ਼ਹਿਰਾਂ 'ਚ ਭੇਜ ਦਿੱਤਾ। ਇੱਥੇ ਰੱਖਿਆ ਸੀ ਸਿਰਫ 500-700 ਪੀਸ ਰੱਖਿਆ ਸੀ, ਉਹ ਸਾਰਾ ਸੋਲਡ ਆਊਟ ਹੋ ਗਿਆ। ਲੇਕਿਨ ਇਸ ਫਰਾਈਡੇ ਨੂੰ ਆ ਜਾਣਾ ਹੈਗਾ। ਜਿਹੜੇ ਵੀ ਭੈਣ ਭਰਾਵਾਂ ਨੇ ਲੈਣਾ ਹੈ ਦਾਂਤ ਮੰਜਨ ਉਹਨਾਂ ਨੂੰ ਡੈਫੀਨਿਟਲੀ ਫਰਾਈਡੇ ਮਿਲ ਜੂਗਾ, ਲੇਕਿਨ ਉਹਨਾਂ ਨੂੰ ਫ੍ਰੀ ਡਿਲੀਵਰੀ ਕਰੂੰਗਾ। ਤੁਸੀਂ ਮੈਨੂੰ ਐਡਰੈਸ ਭੇਜ ਦਿਓ, ਤੁਹਾਡੇ ਘਰ ਭੇਜੂਗਾ ਮੈਂ। ਅੱਛਾ ਜੀ, ਇਹਦੇ ਨਾਲ ਹੀ ਇੱਕ ਤੁਹਾਡਾ ਇੱਕ ਪ੍ਰੋਡਕਟ ਹੈ ਜਿਹਦੇ ਤੇ ਕਈ ਵਾਰ ਮੈਂ ਗੱਲ ਨਹੀਂ ਕਰਦਾ, ਭੁੱਲ ਜਾਂਦਾ। ਹਾਂਜੀ, ਉਹ ਪ੍ਰੋਡਕਟ ਜੇ ਸਨਾਤਨ ਧਰਮ ਦੇ ਵਿੱਚ ਦੇਖਿਆ ਜਾਵੇ ਸਭ ਤੋਂ ਵੱਡੀ ਸਤਿਕਾਰ ਦੀ ਜੇ ਕੋਈ ਬੂਟੀ ਆ ਤੁਲਸੀ ਆ। ਤੁਲਸੀ ਨੂੰ ਮੱਥਾ ਟੇਕਿਆ ਜਾਂਦਾ, ਸਵੇਰੇ ਤੁਲਸੀ ਨੂੰ ਪਾਣੀ ਪਾਇਆ ਜਾਂਦਾ, ਤੁਲਸੀ ਨੂੰ ਦੁੱਧ ਵਿੱਚ ਪਾ ਕੇ ਭੋਗ ਲਵਾਇਆ ਜਾਂਦਾ ਹੈ ਠਾਕਰਾਂ ਨੂੰ। ਅਸੀਂ ਇਹ ਛੋਟੇ ਹੁੰਦੇ ਚੀਜ਼ਾਂ ਪਿੰਡ ਦੇ ਮੰਦਿਰ ਦੇ ਵਿੱਚ ਵੇਖੀਆਂ। ਇਹ ਦੱਸਿਓ ਵੀ ਤੁਲਸੀ ਦੇ ਡ੍ਰੌਪ ਬਣਵਾਏ ਹੋਏ ਭਲਾ ਤੁਸੀਂ? ਹਾਂਜੀ ਬਿਲਕੁਲ, ਤੁਲਸੀ ਡ੍ਰੌਪ ਬਣਾਈ ਹੈ। ਐਗਜ਼ੈਕਟਲੀ 100% ਪਿਓਰ ਤੁਲਸੀ ਦੇ ਪੱਤੀਆਂ ਤੋਂ ਹੀ ਕੱਢਿਆ ਗਿਆ ਰਸ ਹੈਗਾ। ਔਰ ਤੁਸੀਂ ਇਹਨੂੰ ਪਲੀਜ਼ ਸਵੇਰੇ 2 ਬੂੰਦਾਂ ਕੋਸੇ ਦੇ ਪਾਣੀ ਵਿੱਚ ਪੀਓ ਔਰ ਸ਼ਾਮ ਨੂੰ 2 ਬੂੰਦਾਂ ਪੀਓ। ਤੁਹਾਨੂੰ ਐਕਚੁਅਲੀ ਤੁਲਸੀ ਦਾ ਪੱਤਾ ਵੈਸੇ ਵੀ ਬਿਮਾਰੀ ਨੂੰ ਮਾਰ ਦਿੰਦਾ ਹੈਗਾ ਔਰ ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਦਾ ਹੈ। ਬਹੁਤ ਹੀ ਅੱਛਾ ਪ੍ਰੋਡਕਟ ਹੈ। ਜਿਹਨੇ ਵੀ ਭੈਣ ਭਰਾ ਨਹੀਂ ਟਰਾਈ ਕੀਤਾ ਜ਼ਰੂਰ ਲੈ ਕੇ ਮਦਰ ਇੰਡੀਆ ਸਟੋਰ 'ਤੇ ਆਓ, ਪਹਿਲਾਂ ਪੀ ਕੇ ਦੇਖੋ ਤੁਹਾਨੂੰ ਕਿੱਦਾਂ ਦਾ ਟੇਸਟ ਲੱਗਦਾ ਹੈਗਾ। ਤੁਹਾਨੂੰ ਪਤਾ ਲੱਗ ਜਾਏਗਾ ਕਿ ਬਿਲਕੁਲ 100% ਪਿਓਰ ਪੱਤੀਆਂ ਤੋਂ ਕੱਢਿਆ ਹੈਗਾ ਔਰ ਬੜੀ ਸੋਹਣੀ ਬੋਟਲ ਹੈਗੀ ਆ। 2 ਬੂੰਦਾਂ ਸਵੇਰੇ ਪਾਓ, 2 ਬੂੰਦਾਂ ਸ਼ਾਮ ਨੂੰ ਪਾਓ। ਤੁਹਾਡੀ ਇਮਿਊਨਿਟੀ ਨੂੰ ਬੂਸਟ ਕਰਦਾ, ਤੁਹਾਡੇ ਬਲੱਡ ਪ੍ਰੈਸ਼ਰ, ਸ਼ੂਗਰ, ਡਾਇਬੀਟੀਜ਼ ਵਾਸਤੇ ਵੈਸੇ ਵੀ ਇਹ ਤੁਹਾਡੀਆਂ ਕਾਫੀ ਬਿਮਾਰੀਆਂ ਨੂੰ ਹੱਲ ਕਰਦਾ ਹੈਗਾ। ਅੱਛਾ, ਨਾਲ ਸ਼ੁਕਲਾ ਜੀ ਇੱਕ ਹੋਰ ਦੱਸਿਓ। ਮੈਨੂੰ ਪਤਾ ਲੱਗਿਆ ਵੀ ਖਾਲਸ ਸ਼ੁੱਧ ਸ਼ਲਾਜੀਤ ਦਾ ਪੇਸਟ ਬਣਵਾ ਕੇ ਮਦਰ ਇੰਡੀਆ ਲੈ ਕੇ ਆ ਰਿਹਾ, ਮਦਰ ਇੰਡੀਆ ਦੇ ਬ੍ਰਾਂਡ ਥੱਲੇ। ਹਾਂਜੀ ਬਿਲਕੁਲ, ਮਦਰ ਇੰਡੀਆ ਦੇ ਬ੍ਰਾਂਡ ਥੱਲੇ ਹੀ ਉਹਦੀ ਸਾਡੀ ਸ਼ਿਪਮੈਂਟ ਵੀ ਫਰਾਈਡੇ ਨੂੰ ਆ ਜਾਣੀ ਹੈਗੀ ਆ। ਬਿਲਕੁਲ 100% ਪਿਓਰ ਔਰਗੈਨਿਕ, ਕੋਈ ਵੀ ਮਿਕਸਅਪ ਨਹੀਂ ਕੀਤਾ ਹੈ ਸਮਾਨ ਉਹਦੇ ਵਿੱਚ। ਤੁਸੀਂ ਉਹਦੇ ਵਿੱਚ 20 ਗ੍ਰਾਮ ਦੀ ਪੈਕਿੰਗ ਜਾਂ 50 ਗ੍ਰਾਮ ਦੀ ਪੈਕਿੰਗ ਲੈ ਸਕਦੇ ਆ ਇਸ ਫਰਾਈਡੇ ਨੂੰ। ਬਿਲਕੁਲ ਸਾਡਾ ਨਵਾਂ ਪ੍ਰੋਡਕਟ ਹੈਗਾ, ਬਿਲਕੁਲ ਲਾਂਚ ਕੀਤਾ ਹੈਗਾ। ਇਸ ਨਾਲ ਹੀ ਅਸੀਂ ਮਦਰ ਇੰਡੀਆ ਦੀ ਨੀਮ ਤੇ ਤੁਲਸੀ ਟੂਥਪੇਸਟ ਵੀ ਅਸੀਂ ਸਾਡੀ ਆ ਜਾਣੀ ਹੈਗੀ ਆ। ਇਹ ਵੀ ਤੁਸੀਂ ਯੂਜ਼ ਕਰ ਸਕਦੇ ਆ। ਇਹ ਸਾਰੇ ਪ੍ਰੋਡਕਟ ਨਵੇਂ ਹੁਣ ਕੋਵਿਡ ਕਰਕੇ ਕਾਫੀ ਕੰਮ ਰੁਕਿਆ ਸੀਗਾ, ਹੁਣ ਨਵੇਂ ਆਈਟਮਾਂ ਜਿੱਦਾਂ ਲਾਂਚ ਆਈ ਜਾਣਗੇ ਤੁਹਾਨੂੰ ਉਹਦੇ ਬਾਰੇ ਅਸੀਂ ਇਨਫੋਰਮੇਸ਼ਨ ਦੇਵਾਂਗੇ। ਲੇਕਿਨ ਮਦਰ ਇੰਡੀਆ ਦੀ ਸ਼ਿਲਾਜੀਤ ਦਾ ਜਿਹੜਾ ਹੈਗਾ ਪੈਕਟ ਤੁਸੀਂ ਲਿਜਾ ਸਕਦੇ ਆ ਨੈਕਸਟ ਫਰਾਈਡੇ ਤੋਂ। ਔਰ ਨਾਲੇ ਤੁਸੀਂ ਫਰਾਈਡੇ ਨੂੰ ਦਾਂਤ ਮੰਜਨ ਵੀ ਅਵੇਲੇਬਲ ਹੋਣਾ ਹੈਗਾ। ਅਗਰ ਤੁਸੀਂ ਨਹੀਂ ਆ ਸਕਦੇ ਸਾਨੂੰ ਕਾਲ ਕਰੋ, ਤੁਹਾਡੇ ਘਰ ਅਸੀਂ ਭੇਜ ਦੇਵਾਂਗੇ, ਨੋ ਐਕਸਟਰਾ ਚਾਰਜ ਫॉर ਡਿਲੀਵਰੀ। ਸ਼ੁਕਲਾ ਜੀ ਇੱਕ ਗੱਲ ਹੋਰ ਦੱਸਿਓ ਵੀ ਜਿਹੜਾ ਹੇਅਰ ਡਾਈ ਸ਼ੈਂਪੂ ਆ ਜੀ ਉਹਦੇ ਵਿੱਚ ਜਿਹੜਾ ਡਾਰਕ ਬਰਾਊਨ ਹੈ ਉਹਦੇ ਦੇ ਨਾਲ ਤੁਸੀਂ ਹੋਰ ਕਈ ਉਹਦੇ ਨਾਲ ਐਡ ਕੀਤੇ ਹੋਏ ਨੇ ਡਾਰਕ। ਪਹਿਲਾਂ ਆਪਾਂ ਸ਼ੁਰੂ 'ਚ ਡਾਰਕ ਬਰਾਊਨ ਤੇ ਬਲੈਕ ਹੀ ਆਇਆ ਸੀ, ਹੁਣ 12-13 ਸ਼ੇਡਸ ਨੇ। ਕਈ ਡਾਰਕ ਬਰਾਊਨ ਨੂੰ ਔਖਾ ਮੰਨਦੇ ਨੇ, ਅਗਲਾ ਕਹਿੰਦਾ ਸੂਫ ਵਰਗੀ ਦਾੜੀ ਕਰੀ ਫਿਰਦਾ ਕਾਲੀ। ਕਈ ਵਾਰ ਉਮਰ ਦੇ ਹਿਸਾਬ ਦੇ ਨਾਲ ਝੁਰੜੀਆਂ ਨਾਲੋਂ ਕਾਲੀ ਵਧੀਆ ਨਹੀਂ ਲੱਗਦੀ। ਥੋੜੀ ਜਿਹੀ ਰੇਮ ਹੈ ਜਿਹੜੀ ਨਰਮ ਹੋਵੇ ਥੋੜੀ ਜਿਹੀ। ਹਾਂਜੀ ਬਿਲਕੁਲ, ਮਦਰ ਇੰਡੀਆ ਦੇ ਪਹਿਲਾਂ ਡਾਰਕ ਬਰਾਊਨ ਤੇ ਇੱਕ ਨੈਚੁਰਲ ਬਲੈਕ ਹੀ 2 ਪ੍ਰੋਡਕਟਸ ਹੁੰਦੇ ਸੀ, ਹੋਰ ਤਾਂ ਬਹੁਤੇ ਪ੍ਰੋਡਕਟਸ ਆਈਟਮਾਂ ਸੀਗੀਆਂ ਨਹੀਂ। ਲੇਕਿਨ ਹੁਣ ਤੁਸੀਂ ਮਦਰ ਇੰਡੀਆ ਦੇ ਵਿੱਚ ਜਿਹੜਾ ਡਾਰਕ ਬਰਾਊਨ ਹੈ ਉਹਦੇ ਵਿੱਚ ਤੁਹਾਨੂੰ 3 ਚੁਆਇਸ ਹੈਗੀ ਆ। ਮਦਰ ਇੰਡੀਆ ਡਾਰਕ ਬਰਾਊਨ ਲਾਈਟ, ਮੀਡੀਅਮ ਤੇ ਡਾਰਕ ਬਰਾਊਨ ਬਲੈਕ। ਇਹ 3 ਤਰ੍ਹਾਂ ਦੀ ਤਾਂ ਡਾਰਕ ਬਰਾਊਨ ਦੇ ਵਿੱਚ ਤੁਹਾਨੂੰ ਮਿਲ ਜਾਏਗੀ। ਕਈ ਭੈਣ ਭਰਾ ਜਿਹੜੇ ਹੈਗੇ ਆ ਉਹ ਲਾਈਟ ਕਲਰ ਯੂਜ਼ ਕਰਦੇ ਹੈਗੇ ਆ। ਉਹਨਾਂ ਨੂੰ ਮੇਕ ਸ਼ੋਰ ਜਦੋਂ ਤੁਸੀਂ ਬਾਏ ਕਰਨਾ ਉੱਥੇ ਪੜ੍ਹ ਲਓ ਮਦਰ ਇੰਡੀਆ ਲਾਈਟ ਲਿਖਿਆ ਹੈਗਾ। ਜਾਂ ਤੁਸੀਂ ਮੀਡੀਅਮ ਵੀ ਲੈ ਸਕਦੇ ਹੋ ਜਾਂ ਡਾਰਕ ਬਰਾਊਨ ਬਲੈਕ ਵੀ ਲੈ ਸਕਦੇ ਆ। ਜਾਂ ਤੁਸੀਂ ਥੋੜਾ ਜਿਹਾ ਜ਼ਿਆਦਾ ਕਾਲਾ ਕਰਨਾ ਤਾਂ ਉਹਦੇ ਵਾਸਤੇ ਫਿਰ ਤੁਸੀਂ ਨੈਚੁਰਲ ਬਲੈਕ ਉਹ ਵੀ ਹੈਗਾ। ਇਹ 4 ਆਈਟਮਾਂ ਤਾਂ ਬਲੈਕ 'ਚ ਹੋ ਜਾਂਦੀਆਂ। ਇਸ ਤੋਂ ਇਲਾਵਾ ਗੋਲਡਨ, ਮੋਹਾਗਨੀ, ਬਰਗੰਡੀ, ਚੈਸਟਨਟ ਸਾਰੇ ਹੀ ਕਲਰ ਅਵੇਲੇਬਲ ਹੈਗੇ ਆ। ਔਰ ਮੈਂ ਦੱਸਣਾ ਚਾਹੁੰਦਾ ਕਿ ਕਈ ਭੈਣ ਭਰਾ ਪੁੱਛਦੇ ਆ ਕਿ ਮਦਰ ਇੰਡੀਆ ਜਿਹੜੀ ਬੋਟਲ ਉਹਨੂੰ ਯੂਜ਼ ਕਿੱਦਾਂ ਕਰਨਾ ਹੈਗਾ। ਉਹਨੂੰ ਕਈ ਭੈਣ ਭਰਾ ਕਾਲਜ ਪਾ ਕੇ ਮਿਕਸ ਕਰਕੇ ਲਾਉਂਦੇ ਹੈਗੇ ਆ। ਉਹਨੂੰ ਬਿਲਕੁਲ ਤੁਸੀਂ ਬਸ ਟੱਬ ਜਾਓ, ਬਾਲ ਗਿੱਲੇ ਕਰੋ, ਹੱਥ ਵਿੱਚ ਗਲਵ ਪਾ ਕੇ ਸ਼ੈਂਪੂ ਵਾਂਗੂ 1-2 ਚਮਚ ਪਾ ਕੇ ਉਹਨੂੰ ਹੱਥ ਵਿੱਚ ਹੀ ਰੱਬ ਕਰ ਲਓ। ਔਰ ਜਦੋਂ ਪੂਰੀ ਝੱਗ ਤੁਹਾਡੇ ਬਾਲਾਂ 'ਚ ਹੋ ਜਾਂਦੀ ਆ ਫਿਰ ਉਹਨੂੰ ਟੱਚ ਨਹੀਂ ਕਰਨਾ। ਫਿਰ 7-8 ਮਿੰਟਾਂ ਬਾਅਦ ਤੁਸੀਂ ਵਾਸ਼ ਕਰ ਦਿਓ। ਅੱਛਾ ਜੀ, ਹੋਰ ਕੋਈ ਪ੍ਰੋਡਕਟਸ ਜਿਹੜੇ ਮੈਂ ਨਹੀਂ ਪੁੱਛੇ ਐਡ ਆਨ ਕਰਨੇ ਹੋਣ ਜਿਹਦੇ ਵਿੱਚ ਮੇਰਾ ਸਭ ਤੋਂ ਫੇਵਰੇਟ ਆ ਮੁਸ਼ਕਨ ਬੂਟੀ, ਉਹਦੇ ਬਾਰੇ
ਤੇ ਉਹਦੇ ਚ ਕਿਹੜੇ ਇਤਰ ਨੇ ਜੀ ਅੱਗੇ? ਹਾਂਜੀ, ਮੁਸ਼ਕਿਲ ਬੋਟੀ ਦੇ ਵਿੱਚ ਬਿਲਕੁਲ ਉਹਦੇ ਵਿੱਚ ਤੁਸੀਂ ਜੈਸਮਿਨ, ਲੈਵੈਂਡਰ, ਰੋਜ਼ ਤੇ ਚੰਦਨ ਲੈ ਸਕਦੇ ਆ ਤੇ ਵਾਈਟ ਮਸਕ ਵੀ ਹੈਗਾ। ਇਹ ਸਾਰੇ ਤੁਹਾਨੂੰ ਫ੍ਰੈਗਨੈਂਸ ਮਿਲ ਜਾਂਦੇ ਹੈਗੇ ਅਤਰ ਦੇ ਵਿੱਚ। ਔਰ ਸਪੈਸ਼ਲੀ ਸਾਡਾ ਮਦਰ ਇੰਡੀਆ ਦਾ ਜਿੰਜਰ ਸ਼ੈਂਪੂ ਬਹੁਤ ਹੀ ਪਪੂਲਰ ਹੈਗਾ। ਕਈ ਭੈਣ ਭਰਾਵਾਂ ਨੇ ਟਰਾਈ ਕੀਤੀ। ਅਗਰ ਤੁਹਾਡੇ ਬਾਲ ਟੁੱਟਦੇ ਆ, ਝੜਦੇ ਆ, ਰਫ ਬਾਲ ਆ, ਉਹਨਾਂ ਵਾਸਤੇ ਮਦਰ ਇੰਡੀਆ ਦਾ ਜਿੰਜਰ ਸ਼ੈਂਪੂ ਜ਼ਰੂਰ ਟਰਾਈ ਕਰੋ। ਬਹੁਤ ਹੀ ਅੱਛਾ ਪ੍ਰੋਡਕਟ ਹੈਗਾ। ਬਿਲਕੁਲ, ਜਿੰਜਰ ਸ਼ੈਂਪੂ ਵਾਲ ਟੁੱਟਣ ਨੂੰ ਰੋਕਦਾ ਜੀ। ਮੈਂ ਉਸ 'ਤੇ ਦਾਅਵਾ ਕਰਕੇ ਗੱਲ ਕਹਿ ਸਕਦਾ, ਵਰਤਣ ਤੋਂ ਬਾਅਦ ਮੈਂ ਮਹਿਸੂਸ ਕੀਤਾ ਵਾਕਈ। ਹਾਲਾਂਕਿ ਇਹ ਉਮਰ ਦੇ ਵਿੱਚ ਤਾਂ ਜਦ ਤੁਸੀਂ 50 ਟੱਪ ਜਾਂਦੇ ਹੋ ਉਈਓ ਝੜਨ ਲੱਗ ਜਾਂਦੇ ਆ, ਪਰ ਉਹਨੇ ਥੰਮ 'ਤੇ। ਅੱਛਾ ਸ਼ੁਕਲਾ ਜੀ, ਹੋਰ ਚੀਜ਼ਾਂ ਤਾਂ ਬਹੁਤ ਨੇ, ਹੁਣ 2000 ਦੇ ਕਰੀਬ ਆਏ। ਅੱਛਾ ਇੱਕ ਗੱਲ, ਮੈਨੂੰ ਇੱਕ ਮੈਸੇਜ ਆਇਆ ਸੀ ਬ੍ਰਿਸਬਨ ਤੋਂ। ਬ੍ਰਿਸਬਨ ਵਾਲੀ ਸ਼ਾਪ ਖੁੱਲੀ ਆ ਜੀ ਹੁਣ? ਹਾਂਜੀ, ਬਿਲਕੁਲ ਖੁੱਲੀ ਹੈ ਜੀ। ਉਹਦੇ ਵਿੱਚ ਪ੍ਰੋਡਕਟ ਸਾਡੇ ਹੈਗੇ ਆ, ਤੁਸੀਂ ਲੈ ਸਕਦੇ ਆ। ਅਗਰ ਕਿਸੇ ਵੀ ਭੈਣ ਭਰਾ ਨੂੰ ਮੇਰਾ ਟੈਲੀਫੋਨ ਚਾਹੀਦਾ ਸਾਡੀ ਬ੍ਰਿਸਬਨ ਸਟੋਰ ਦਾ, ਉਹ ਮੈਨੂੰ ਕਾਲ ਕਰੋ, ਤੁਹਾਨੂੰ ਮੈਂ ਟੈਲੀਫੋਨ ਉਹਦਾ ਐਡਰੈਸ ਸਾਰਾ ਪ੍ਰੋਪਰ ਦੇ ਸਕਦਾ ਹੈਗਾ। ਅਗਰ ਬ੍ਰਿਸਬਨ ਦੇ ਏਰੀਆ ਦੇ ਵਿੱਚ ਤੁਸੀਂ ਲੈ ਸਕਦੇ ਆ। ਅਗਰ ਬ੍ਰਿਸਬਨ ਤੋਂ ਏਰੀਆ ਤੋਂ ਦੂਰ ਰਹਿੰਦੇ ਹੈਗੇ ਆ ਤਾਂ ਉਹ ਉੱਥੋਂ ਮੇਲ ਨਹੀਂ ਕਰਦੇ, ਉਹਦੇ ਮੇਲ ਵਾਸਤੇ ਤੁਸੀਂ ਮੈਨੂੰ ਹੀ ਕਾਲ ਕਰਨਾ। ਮੈਂ ਤੁਹਾਡੇ ਸਿਡਨੀ ਆ ਜਾਂ ਕਿਸੇ ਹੋਰ ਸ਼ਹਿਰ 'ਚ ਭੇਜਣਾ ਹੈਗਾ, ਇੱਥੋਂ ਭੇਜ ਸਕਦੇ ਹਾਂ। ਮਿਨੀਮਮ ਆਰਡਰ ਹੁੰਦਾ ਤੁਹਾਡੇ ਘਰ ਭੇਜ ਸਕਦੇ। ਅਗਰ ਬ੍ਰਿਸਬਨ ਸ਼ਹਿਰ 'ਚ ਰਹਿੰਦੇ ਆ ਤਾਂ ਤੁਹਾਨੂੰ ਬਹੁਤ ਈਜ਼ੀ ਕਨਵੀਨੀਅੰਟ ਹੈ, ਤੁਸੀਂ ਬ੍ਰਿਸਬਨ ਸ਼ਾਪ ਤੋਂ ਸਾਡਾ ਸਮਾਨ ਲੈ ਸਕਦੇ ਹੈਗੇ ਆ। ਸ਼ੁਕਲਾ ਜੀ ਧੰਨਵਾਦ ਤੇ ਸ਼ੁਭ ਸ਼ਾਮਾਂ। ਅਖੀਰ ਦੇ ਵਿੱਚ ਫਿਰ ਅੱਜ ਦਾ ਗਿਆਨ ਸੁਣਾ ਦਿਓ। ਹਾਂਜੀ, ਅੱਜ ਦਾ ਵਿਚਾਰ ਇਸ ਤਰ੍ਹਾਂ ਹੈ ਜੀ। ਅੱਜ ਦਾ ਵਿਚਾਰ, ਮਿਹਨਤ ਕਰੇ तो धन बने, सबर करे तो काम। मेहनत करे तो धन बने, सबर करे तो काम, मीठा बोले तो पहचान बने और इज्जत करे तो नाम। ਵਾਹ ਵਾਹ ਸ਼ੁਕਲਾ ਜੀ, ਚੜ੍ਹਦੀ ਕਲਾ 'ਚ ਰਹਿਣਾ ਤੁਸੀਂ ਸਦਾ ਹੀ। ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਨਰੇਸ਼ ਸ਼ੁਕਲਾ ਜੀ ਮਦਰ ਇੰਡੀਆ ਤੋਂ। ਇਹਨਾਂ ਦਾ ਨਾ ਜਿਹੜੀ ਮੁਸ਼ਕਿਲ ਬੂਟੀ ਆ ਉਹ ਤਾਂ ਲਿਆ ਕੇ ਰੱਖੋ ਗੱਡੀ ਦੇ ਵਿੱਚ, ਮਾੜੀ ਜੀ ਗਰਦਨ ਤੇ ਲਾ ਲਈ ਜਾਂ ਕੰਨ ਦੇ ਥੱਲੇ ਨੂੰ, ਬੰਦਾ ਸਾਰਾ ਦਿਨ ਮਹਿਕਾਂ ਛੱਡਦਾ ਧਰਮ ਨਾਲ। ਭਲਵਾਨੀ ਆ ਜਿਹੜੀ ਸਾਡੇ ਪਿੰਡਾਂ ਦੇ ਵਿੱਚੋਂ, ਸਾਡੇ ਖਾੜਿਆਂ ਦੇ ਵਿੱਚੋਂ ਸ਼ੁਰੂ ਹੋਈ। ਭਲਵਾਨੀ ਆ ਜਿਹੜੀ ਉਹ ਐਡੀ ਵੱਡੀ ਸਾਧਨਾ ਹੈ, ਜ਼ਿੰਦਗੀ ਦੀ ਸਾਧਨਾ ਹੈ। ਭਲਵਾਨ ਜਦ ਆਪਣਾ ਆਪ ਪੁੱਤ ਪਾਲਦਾ ਹੈ ਨੇੜੇ ਖੇਡ ਕੇ, ਹੁਣ ਤਾਂ ਇੱਥੇ ਤਾਂ ਟਾਇਲਟਸ ਬਣ ਗਈਆਂ, ਖੇਤਾਂ 'ਚ ਜਾ ਕੇ ਪੁੱਤ ਨੇ ਸਵੇਰੇ ਜਾਣਾ ਤਾਂ ਭਲਵਾਨ ਵੇਖਦਾ ਵੀ ਕਿੰਨੇ ਚਿਰ 'ਚ ਮੁੰਡਾ ਮੇਰਾ ਵਾਪਸ ਆਇਆ। ਇਹਦਾ ਵੀ ਟਾਈਮ ਹੈ। ਆਪਣੇ ਆਪ ਨਾਲ ਆਪਣਾ ਸਰੀਰ ਬੰਨ੍ਹ ਕੇ ਇੱਕ ਭਲਵਾਨ ਪਾਲਣ ਲਈ ਟੱਬਰ ਕੀ, ਸਾਰਾ ਇਲਾਕਾ ਕੀ, ਇੱਕ ਪਿੰਡ ਦਾ ਜ਼ੋਰ ਆ ਜਿਨ੍ਹਾਂ ਨੇ ਸਤਿਕਾਰ ਦੇਣਾ, ਪਿਆਰ ਦੇਣਾ। ਆਪਣੇ ਪਿੰਡਾਂ 'ਚ ਜਾਂ ਛਿੰਝਾਂ ਹੁੰਦੀਆਂ, ਦੂਰੋਂ ਦੂਰੋਂ ਭਲਵਾਨ ਆਉਂਦੇ। ਉਹਦਾ ਇੱਕ ਰਿਦਮ ਸੀ, ਢੋਲ ਵੱਜਦਾ, ਪਹਿਲਾਂ ਉਹ ਕੱਲਾ ਚਾਦਰਾ ਲਾ ਕੇ ਡੰਡ ਮਾਰਦਾ ਤੇ ਬੈਠਕਾਂ ਮਾਰਦਾ, ਅੱਗੇ ਆਉਂਦਾ, ਧਮਾਲ ਪਾਉਂਦਾ, ਖੁਸ਼ ਹੁੰਦਾ। ਇਹ ਚੀਜ਼ਾਂ ਸਾਨੂੰ ਵਰੋਸਾਈਆਂ ਹੋਈਆਂ ਨੇ। ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ, ਗੁਰਭਾਰੀ ਨੇ ਸਾਨੂੰ ਚੀਜ਼ਾਂ ਦਿੱਤੀਆਂ ਨੇ। ਉਹਨਾਂ ਦੇ ਖਾੜਿਆਂ ਦੇ ਵਿੱਚ ਉਦੋਂ ਪਹਿਲਾਂ ਤੀਸਰੇ ਪਾਤਸ਼ਾਹ ਵੇਲੇ ਵੀ, ਦੂਸਰੇ ਪਾਤਸ਼ਾਹ ਵੇਲੇ ਵੀ ਜਵਾਨੀ ਮੰਗਦੀ ਗਈ। ਛੇਵੇਂ ਪਾਤਸ਼ਾਹ ਨੇ ਵਧੀਆ ਜਵਾਨੀ ਤੇ ਵਧੀਆ ਘੋੜਿਆਂ ਦੀ ਗੱਲ ਕੀਤੀ। ਸ਼੍ਰੀ ਅਕਾਲ ਤਖਤ ਸਾਹਿਬ ਦੇ ਉੱਪਰ ਖੜ੍ਹ ਕੇ ਗੁਰਭਾਰੀ ਦਾ ਜਿਹੜਾ ਇੱਕ ਸਭ ਤੋਂ ਵੱਡਾ ਗੁਣ, ਸਾਹਿਬ ਦੇ ਤਾਂ ਸਾਰੇ ਗੁਣ ਨੇ, ਜਿਹੜਾ ਸਭ ਤੋਂ ਵੱਧ ਭਲਵਾਨਾਂ 'ਚ ਮੈਂ ਵੇਖਦਾ ਉਹ ਦੋ ਰੂਪ ਨੇ। ਜਾਨ ਇੰਨੀ ਕਿ ਬੰਦੇ ਦੇ ਜੇ ਮੁੱਕਾ ਵੱਜੇ ਧਰਤੀ 'ਚ ਗੱਡ ਦੇਣ, ਸ਼ਰਮਾਕਲ ਸੁਭਾਅ ਇੰਨਾ ਤੇ ਇੰਨੀ ਹਲੀਮੀ ਕਿ ਬੰਦਾ ਕਹੇ ਯਾਰ ਇਹ ਗੱਲ ਨਹੀਂ ਕਰਦਾ। ਇਵੇਂ ਛੇਵੇਂ ਪਾਤਸ਼ਾਹ ਸੀ। ਪੋਤਰੇ ਤੋਂ, ਗੁਰੂ ਹਰਰਾਏ ਸਾਹਿਬ ਤੋਂ ਕੀਰਤਪੁਰ ਸਾਹਿਬ ਦੇ ਵਿੱਚ ਤੁਰੇ ਜਾਂਦਿਆਂ ਦੇ ਚੋਲਾ ਵੱਜ ਕੇ ਇੱਕ ਫੁੱਲ ਟੁੱਟ ਜਾਂਦਾ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ, ਪੁੱਤਰ ਜੀ ਚੋਲਾ ਫੜ ਕੇ ਤੁਰਨਾ, ਤੈਂ ਫੁੱਲ ਤੋੜਿਆ। ਛੇਵੇਂ ਪਾਤਸ਼ਾਹ ਤੋਂ ਬਾਅਦ ਸੱਤਵੇਂ ਪਾਤਸ਼ਾਹ ਨੇ ਜਦ ਗੁਰਤਾ ਗੱਦੀ ਕੀਤੀ, ਗੁਰੂ ਬਣ ਕੇ ਰਹੇ ਸਾਰੀ ਜ਼ਿੰਦਗੀ। ਕਹਿੰਦੇ ਸਾਹਿਬ ਨੇ ਆਪਣਾ ਚੋਲਾ ਸਾਂਭ ਕੇ ਤੁਰਦੇ ਰਹੇ। ਤੇ ਦੂਜੇ ਬੰਨੇ ਛੇਵੇਂ ਪਾਤਸ਼ਾਹ ਦਾ ਬਜ਼ਦ ਇੰਨਾ ਸੀ ਵੀ ਜਦ ਗੁੱਸੇ 'ਚ ਆ ਕੇ, ਗੁੱਸਾ ਨਹੀਂ ਸੀ ਕਰਦੇ ਕਿਸੇ ਨੂੰ ਸੋਧਣ ਦੇ ਲਈ, ਜਾਂ ਸ਼੍ਰੀ ਸਾਹਿਬ ਸਿਰ ਤੇ ਗੱਡਦੇ, ਸਣੇ ਸਵਾਰ ਧਰਤੀ ਦੇ ਵਿੱਚ ਸਣੇ ਘੋੜੇ ਦੱਬ ਦਿੰਦੇ। ਇਹ ਆ ਭਲਵਾਨੀ। ਅੱਜ ਜਿਹੜੀ ਮੈਂ ਗੱਲ ਤੁਹਾਡੇ ਨਾਲ ਨੌਜਵਾਨ ਮੁੰਡੇ ਦੀ ਸਾਡੇ ਮਾਣ ਦੀ ਕਰਨਾ, ਉਸ ਦੇ ਪਿਤਾ ਸਰਦਾਰ ਬਲਵੀਰ ਸਿੰਘ ਢੇਸੀ ਸ਼ੀਰੀ ਭਲਵਾਨ ਸੰਘਵਾਲ ਪਿੰਡ ਹੈ, ਆਦਮਪੁਰ ਦੇ ਨੇੜੇ, ਗਦਰੀਆਂ ਦਾ ਪਿੰਡ ਹੈ, ਗਦਰੀਆਂ ਦੇ ਪਰਿਵਾਰ ਦੇ ਵਿੱਚੋਂ ਹੈ। ਕਦੇ ਆ ਕੇ ਜਦ 1975-76 ਦੇ ਵਿੱਚ ਉਹਨਾਂ ਨੇ ਖਾੜਾ ਸ਼ੁਰੂ ਕੀਤਾ, ਸਭ ਤੋਂ ਪੁਰਾਣਾ ਖਾੜਾ ਖਾਲਸਾ ਰੈਸਲਿੰਗ ਕਲੱਬ। ਕਿਤੇ ਉਹਨਾਂ ਨੇ ਸੋਚਿਆ ਨਹੀਂ ਸੀ ਵੀ ਦੋਨੇ ਮੇਰੇ ਪੁੱਤ ਪਰਮ ਤੇ ਅਮਰ ਸਿਰੇ ਜਾਣਗੇ। ਬਾਕੀ ਵੀ ਪੁੱਤੇ ਹੁੰਦੇ ਨੇ, ਇਉਂ ਨਹੀਂ ਹੈ ਵੀ ਆਪਣੇ ਜੰਮੇ ਹੀ ਪੁੱਤ ਹੁੰਦੇ ਨੇ। ਅਮਰ ਢੇਸੀ ਅੱਜ ਮੇਰੇ ਨਾਲ ਆ। ਅਮਰ ਢੇਸੀ ਓਲੰਪਿਕਸ ਤੇ ਪੈਨ ਅਮਰੀਕਾ
ਦੇ ਕੰਪੀਟੀਸ਼ਨਾਂ ਤੋਂ ਬਾਅਦ ਅੱਜ ਮੇਰੇ ਨਾਲ ਅੱਜ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਆ। ਹੁਣੇ ਲਾਈਵ ਵੀ ਕਰਦੇ ਹਾਂ, ਤੁਸੀਂ ਸਾਰੇ ਇਸ ਨੂੰ ਵੇਖਿਓ ਵੀ। ਅਮਰ ਢੇਸੀ ਨੂੰ ਲੈ ਕੇ ਆਉਣ ਲਈ ਨਵੀਂ ਵੀਸਲਾ ਜਿਹੜਾ ਖਾਲਸਾ ਰੈਸਲਿੰਗ ਕਲੱਬ ਦੇ ਬਹੁਤ ਮਿਹਨਤ ਕਰਦੇ ਨੇ, ਛੋਟਾ ਭਾਈ ਉਹ ਵੀ ਨਾਲ ਹੈ। ਅਤੇ ਅਮਰ ਸਵਾਗਤ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਥੈਂਕ ਯੂ ਦਾਦਾ। ਅੱਛਾ, ਮੈਂ ਹੁਣ ਅਦਰ ਸਾਈਡ ਆਉਣਾ ਸ਼ੁਰੂ। ਹਾਂਜੀ, ਅੱਜ ਮੈਂ ਪੈਨ ਅਮਰੀਕਾ ਦੀ ਨਹੀਂ ਗੱਲ ਕਰਨੀ, ਅੱਜ ਮੈਂ ਥੱਲਿਓਂ ਸ਼ੁਰੂ ਕਰਨਾ ਵੀ ਜਦ ਪਿਤਾ ਜੀ ਨੇ 7-8 ਸਾਲ ਦੀ ਉਮਰ ਦੇ ਵਿੱਚ ਜ਼ੋਰ ਕਰਨਾ ਤੁਸੀਂ ਸ਼ੁਰੂ ਕੀਤਾ। ਬਚਪਨ ਤੋਂ ਆਪਾਂ ਥੱਲੜੀ ਪੌੜੀ ਤੋਂ ਉੱਪਰ ਨੂੰ ਜਾਣਾ। ਹਾਂਜੀ, ਇਹ ਸਫ਼ਰ ਸ਼ੁਰੂ ਕਰੋ ਵੀ ਕਦ ਜਿਹੜਾ ਪਿਤਾ ਜੀ ਦੇ ਨਾਲ ਕਦ ਉਹਨਾਂ ਨੇ ਪਰਮ ਨੇ ਪਹਿਲਾਂ ਸ਼ੁਰੂ ਕੀਤਾ, ਪਰਮ ਨਾਲ ਤੁਸੀਂ ਸ਼ੁਰੂ ਕੀਤਾ? ਮੇਰੇ ਤੋਂ ਤਾਂ ਪਹਿਲਾਂ ਡੈਡ ਕੋਚ ਬਹੁਤ ਕਰਦੇ ਸੀਗੇ ਨਿਆਣਿਆਂ ਨੂੰ। ਮੈਂ ਸਟੋਰੀ ਦੱਸਦਾ ਹੁੰਦਾ ਮੈਂ ਬਾਹਰ ਘੁੰਮਦਾ ਫਿਰਦਾ ਹੁੰਦਾ ਮੈਂ ਕੋਈ ਜਾਣਾ ਮੈਨੂੰ ਆ ਕੇ ਕਹਿੰਦੇ ਤੂੰ ਤੇਰੇ ਡੈਡੀ ਕੋਚ ਸੀ ਰਾਈਟ? ਮੈਂ ਕਿਹਾ ਯਾ ਹਾਂਜੀ। ਇਜ਼ ਲਾਈਕ ਮੈਂ ਤਾਂ ਖਾਲਸਾ ਸਕੂਲ ਆਉਂਦਾ ਸੀਗਾ। ਮੈਂ ਤਾਂ ਉਹ ਤਾਂ ਮੇਰੇ ਤੋਂ ਪਹਿਲਾਂ ਗੱਲ ਆ। ਮੈਂ ਤਾਂ ਕਿਹਾ ਆਈ ਵਾਜ਼ ਇਵਨ ਬੋਰਨ ਦੈਨ। ਸੋ ਇੱਦਾਂ ਦੇ ਬਹੁਤ ਆ। ਸੋ ਬਿਫੋਰ ਮੀ ਦੇਰ ਵਾਜ਼ ਲੋਟਸ ਬਟ ਯਾ ਮੇਰਾ ਭਰਾ ਨੇ ਪਹਿਲਾਂ ਸ਼ੁਰੂ ਕੀਤੀ ਸੀਗੀ ਤਾਂ ਫਿਰ ਮੈਂ ਹੌਲੀ ਸ਼ੁਰੂ ਹੋ ਗਿਆ ਸੀ ਨਾਲ ਹੀ ਨਾਲ। ਅੱਛਾ, ਜਦ ਫਿਰ ਛੋਟੇ ਹੁੰਦੇ ਪਹਿਲਾ ਕੰਪੀਟੀਸ਼ਨ ਕਿੰਨੀ ਉਮਰ 'ਚ ਲੜਿਆ, ਕਿੱਥੇ? ਹਾਂਜੀ, ਆਈ ਥਿੰਕ ਮੇਰਾ ਪਹਿਲਾ ਕੰਪੀਟੀਸ਼ਨ ਸੀਗਾ ਵੈਂਕੂਵਰ ਮੇ ਟੂਰਨਾਮੈਂਟ। ਉੱਥੇ ਹੈਗਾ ਸਾਡਾ ਮੇ ਦੇ ਵਿੱਚ ਲੌਂਗ ਵੀਕਐਂਡ ਟੂਰਨਾਮੈਂਟ ਉੱਥੇ। ਤਾਂ ਰਾਸ ਗੁਰੂ ਘਰ ਕਰਦੇ ਸੀਗੇ, ਕਰਾਉਂਦੇ ਸੀਗੇ। ਤਾਂ ਆਈ ਥਿੰਕ ਉੱਥੇ ਮੈਨੂੰ ਇੱਕ ਫੋਟੋ ਹੈਗੀ ਘਰ ਪਈ ਆ, ਮੇਰਾ ਹੈਂਡ ਰੇਜ਼ ਹੋਇਆ ਸੀਗਾ ਤਾਂ ਛੋਟਾ ਜਿਹਾ ਸੀਗਾ ਮੈਂ ਕੱਛਾ ਤਾਂ ਬ੍ਰੈਂਡ ਪਾਇਆ ਸੀਗਾ। ਹਾਂਜੀ। ਅੱਛਾ, ਫਿਰ ਜਦ ਕਿਹੜੀ ਉਮਰ ਦੇ ਵਿੱਚ ਮਹਿਸੂਸ ਕੀਤਾ ਜਾ ਕੇ ਅਮਰ ਬਈ ਮੈਂ ਯਾਰ ਪ੍ਰੋਫੈਸ਼ਨਲ ਵਾਲੇ ਪਾਸੇ ਨੂੰ ਜਾਣਾ, ਭਲਵਾਨ ਬਣਨਾ? ਕਦ ਉਹ ਕੰਪੀਟੀਸ਼ਨ ਸੀ ਜਦ ਤੁਸੀਂ ਮਹਿਸੂਸ ਕੀਤਾ ਬਈ ਮੈਂ ਆਮ ਗੋਇੰਗ? ਹਾਂਜੀ, ਸੋ ਮੇਰੀ ਮੈਂ ਤਾਂ ਸੇਮ ਆ ਸਾਰੇ ਸੇਮ ਐਜ਼ ਐਵਰੀਬਡੀ ਐਲਸ ਰਾਈਟ। ਮੇਰੀ ਸਟੋਰੀ ਤਾਂ ਸੇਮ ਆ। ਮੈਂ ਪਹਿਲਾਂ ਮੈਂ ਸ਼ੁਰੂ ਕੀਤੀ ਸੀ ਮੇਰੇ ਡੈਡ ਨੇ ਥੋੜ੍ਹਾ ਧੱਕਾ ਕੀਤਾ ਪਿੱਛੋਂ ਰੈਸਲਿੰਗ ਕਰ ਮੈਟ ਤੇ ਚਾਰ। ਤਾਂ ਪਹਿਲਾਂ ਤਾਂ ਮੈਂ ਲਾਈਕ ਨਹੀਂ ਕਰਦਾ ਸੀਗਾ। ਆਈ ਡਿਡਨਟ ਲਾਈਕ ਰੈਸਲਿੰਗ। ਮੈਂ ਲਾਈਕ ਕਰਦਾ ਸੀ ਉੱਥੇ ਜਾ ਕੇ ਮੇਰੇ ਦੋਸਤ ਘੁਲਦੇ ਸੀਗੇ। ਮੈਂ ਕਿਹਾ ਉਹਨਾਂ ਨਾਲ ਫਨ ਸੀਗਾ ਰਾਈਟ। ਤੇ ਗੇਮ ਖੇਲਦੇ ਸੀਗੇ। ਤਾਂ ਫਿਰ ਹੌਲੀ ਮੈਂ ਵੀ ਸ਼ੁਰੂ ਕੀਤਾ ਤਾਂ ਰੈਸਲਿੰਗ ਲਾਈਕ ਕੀਤੀ। ਤਾਂ ਫਿਰ ਮੈਂ ਗ੍ਰੇਡ 9 ਦੇ ਵਿੱਚ ਮੇਰਾ ਪਹਿਲਾ ਟੂਰਨਾਮੈਂਟ ਸੀਗਾ BC ਚੈਂਪੀਅਨਸ਼ਿਪ, ਜਿੱਥੇ ਮੈਂ ਜਿੱਤਿਆ। ਵਧੀਆ ਟੂਰਨਾਮੈਂਟ, ਵਧੀਆ ਬਰੈਕਟ ਤੋਂ ਸਾਰੇ ਕਹਿੰਦੇ ਸੀ ਇਹਨੇ ਜਿੱਤਣਾ ਨਹੀਂ। ਮੈਂ ਭਾਰ ਵੀ 20 ਪਾਊਂਡ ਕੱਟ ਕਰਕੇ ਕੀਤਾ ਸੀਗਾ। 14 year old ਸੀਗਾ ਮੈਂ। ਸੋ ਮੈਂ ਉੱਥੇ ਜਿੱਤ ਕੇ ਉਹ ਮੇਰੀ ਉਹ ਮੈਂ ਹਜ ਵੀ ਕਹਿੰਦਾ ਓਲੰਪਿਕ ਤੋਂ ਬਾਅਦ ਸਭ ਕੁਛ ਤੋਂ ਬਾਅਦ ਕਰ ਕੇ ਮੈਂ ਕਿਹਾ ਉਹ ਮੇਰੀ ਵਨ ਆਫ ਮਾਈ ਫੇਵਰੇਟ ਟੂਰਨਾਮੈਂਟਸ ਆ। ਉਹ ਹੀ ਗ੍ਰੇਡ 9 BC ਚੈਂਪੀਅਨਸ਼ਿਪ। ਕਿਹੜੀ ਈਅਰ ਸੀ ਉਹ? ਹੋਣਾ 2009 ਦੀ। 2009 ਦੀ ਗੱਲ। ਅੱਛਾ, ਫਿਰ ਉਸ BC ਚੈਂਪੀਅਨਸ਼ਿਪ ਜਾਂ ਜੂਨੀਅਰ ਸੀ ਇਹ? ਉਹ ਨਾ ਇੱਕੋ ਹੀ ਹੁੰਦੀ ਹੈ। 14 ਸੋ ਫਿਰ ਗ੍ਰੇਡ 12 ਤੱਕ ਕੀ ਕੀਤਾ ਫਿਰ? ਫਿਰ ਤਾਂ ਮੇਰੀ ਤੁਸੀਂ ਕਹਿ ਸਕਦੇ ਫਿਰ ਤਾਂ ਮੈਂ ਸ਼ੁਰੂ ਹੋ ਗਿਆ ਸੀਗਾ। ਮੈਂ ਉਹ BC ਜਿੱਤ ਕੇ, ਮੈਂ ਨੈਸ਼ਨਲ ਜਿੱਤ ਕੇ, ਕੈਡੈਟ ਜਿੱਤ ਕੇ, ਫਿਰ ਤਾਂ ਮੈਨੂੰ ਪਤਾ ਲੱਗ ਗਿਆ ਸੀਗਾ ਰੈਸਲਿੰਗ ਮੈਂ ਕਰ ਸਕਦਾ, ਮੈਂ ਚੰਗਾ ਹੋ ਸਕਦਾ ਉਹਦੇ। ਸੋ ਕੋਚਿੰਗ ਡੈਡ ਤੋਂ ਬਾਅਦ ਫਿਰ ਪ੍ਰੋਫੈਸ਼ਨਲ ਜਿਹੜੇ ਦੂਜੇ ਸੀ ਕੋਚ ਉਹ ਕਦ ਸ਼ੁਰੂ ਹੋਏ? ਮੇਰੇ ਪਹਿਲਾਂ ਤਾਂ ਮੇਰੇ ਡੈਡ ਹੀ ਕੋਚ ਸੀਗੇ ਮੇਰੇ ਰਾਈਟ। ਓਬਵੀਅਸਲੀ ਉਹ ਘਰ ਹੀ ਤਾਂ ਰੈਸਲਿੰਗ ਪ੍ਰੈਕਟਿਸ ਤੇ ਡੈਡ ਸੀਗੇ। ਬਹੁਤੇ ਆਪਾਂ ਕੋਚ ਵੀ ਰੱਖਿਆ ਸੀ। ਗੌਰਫੀਲਡ ਗੇਰੀ ਸੀਗਾ ਸਾਡਾ ਕਲੱਬ ਦੇ ਵਿੱਚ ਉਸ ਟਾਈਮ, ਵਧੀਆ ਕੋਚ ਸੀਗਾ ਸਾਡਾ ਬੱਚਿਆਂ ਲਈ। ਤਾਂ ਫਿਰ ਉਸ ਤੋਂ ਬਾਅਦ ਮੇਰਾ ਹਾਈ ਸਕੂਲ ਕੋਚ ਜੌਨੀ ਬੋਨੋ, ਉੱਥੇ ਬਰਨਬੀ ਸੈਂਟਰਲ ਮੈਂ ਪੜ੍ਹਦਾ ਸੀਗਾ। ਤਾਂ ਮੈਂ ਸਟੱਡੀ ਦੇ ਵਿੱਚ ਰਹਿੰਦਾ ਸੀਗਾ। ਤਾਂ ਮੈਂ 45 ਮਿੰਟ ਤੋਂ ਘੰਟਾ ਐਵਰੀ ਡੇ ਸਕਾਈ ਟ੍ਰੇਨ ਤਾਂ ਬੱਸ ਜਾ ਕੇ ਮੈਂ ਬਰਨਬੀ ਜਾਂਦਾ ਸੀਗਾ। ਜਸਟ ਮੈਨੂੰ ਪਤਾ ਕਿ ਰੈਸਲਿੰਗ ਵਧੀਆ ਉੱਥੇ ਕਰਦੇ ਸੀਗੇ। ਉੱਥੇ ਨਾਲ ਹੀ ਮੇਰਾ ਕਜ਼ਨ ਫਿਡੂ ਸੋਹੜਾ ਮਿਹਨਤ ਕਰਦਾ ਸੀਗਾ ਤਾਂ ਉਹ ਵੀ ਵਧੀਆ ਰਸਤੇ ਸੀਗਾ। ਮੈਂ ਕਿਹਾ ਉਹਦੇ ਨਾਲ ਮਿਹਨਤ ਕਰਕੇ ਓਬਵੀਅਸਲੀ ਮੈਂ ਚੰਗਾ ਹੋਣਾ। ਸੋ ਐਵਰੀ ਡੇ ਮੈਂ ਘੰਟਾ ਉੱਧਰ ਨੂੰ ਘੰਟਾ ਆਉਣਾ ਵਾਪਸ। ਤਾਂ ਵੋਵਰੀ ਮੈਂ ਬੱਸ ਮਿਸ ਹੋ ਜਾਂਦੀ ਸੀ ਘਰੋਂ। ਤਾਂ ਡੈਡ ਦੌੜ ਕੇ ਕਹਿੰਦੇ ਦੌੜ ਕੇ ਜਾ ਹੁਣ ਸਕਾਈ ਟ੍ਰੇਨ ਨੂੰ। ਤੇ ਪਰਮ ਨਾਲ ਭਾਜੀ ਤਾਂ ਮੇਰੇ ਮੋੜੇ ਹੀ ਸੀਗਾ। ਤੁਸੀਂ ਕਹਿ ਸਕਦੇ ਮੈਂ ਤਾਂ ਤੁਸੀਂ ਕਹਿ ਸਕਦੇ ਤੁਸੀਂ ਕੋਈ ਦੇਖਦਾ ਭਰਾ ਇੱਕ ਛੋਟਾ ਹੁੰਦਾ ਉਹਦਾ ਬੈਗ ਕੈਰੀ ਕਰਦਾ, ਵੱਡਾ ਦਾ ਭਰਾ ਉਹਦੇ ਸ਼ੂ ਪਾ, ਉਹਦਾ ਸਮਾਨ ਪਾ ਬੈਗ ਦੇ ਵਿੱਚ, ਉਹ ਮੈਂ ਸੀਗਾ। ਮੈਂ ਬੈਗ ਪਾ ਕੇ ਉਹ ਮੈਂ ਛੋਟਾ ਸੀਗਾ ਭਾਜੀ ਦੇ ਛੋਟੀਆਂ ਗੇੜੀਆਂ ਕਰਦਾ ਸੀਗਾ ਪੈਸੇ ਦੇ ਨਾਲ। ਮੈਂ ਉਹਨੇ ਜਾ ਕੇ ਮੈਨੂੰ ਦੇ ਕੇ ਮੈਂ ਬੈਗ ਦੇ ਵਿੱਚ ਪਾਉਣਾ ਤੇ ਫਿਰ ਮੈਂ ਬੈਗ ਚੱਕਣਾ ਨਾਲ, ਏਦਾਂ ਦਾ ਸੀਗਾ। ਇੱਕ ਮੈਨੂੰ ਬਹੁਤ ਵਧੀਆ ਲੱਗਦਾ ਜਦ ਵੀ ਮੈਂ ਤੁਹਾਡੇ ਨਾਲ ਗੱਲ ਕਰਦਾ, ਵੈਨ ਆਈ ਸਟਾਰਟ ਟਾਕਿੰਗ ਅਬਾਊਟ ਫਰਮ, ਆਈ ਕੈਨ ਫੀਲ ਯੂ, ਆਈ ਕੈਨ ਸੀ ਯੂਅਰ ਫੇਸ, ਕਿੰਨਾ ਸ਼ਾਈਨਿੰਗ ਹੋ ਜਾਂਦਾ। ਦੈਨ ਯੂ ਸੇ ਭਾਜੀ,
ਭਾਜੀ ਤੋਂ ਪਹਿਲਾਂ ਦਿਸ ਇਜ਼ ਗ੍ਰੇਟ। ਅੱਛਾ, ਇਹ ਤੁਸੀਂ ਦੱਸਣਾ ਫਿਰ ਜਿਹੜੀ ਓਰੇਗਨ ਸਟੇਟ ਯੂਨੀਵਰਸਿਟੀ ਦਾ ਸਫ਼ਰ ਕਦ ਸ਼ੁਰੂ ਹੁੰਦਾ? ਹਾਂਜੀ, ਸੋ ਉਹ ਤਾਂ ਹਾਈ ਸਕੂਲ ਸ਼ੁਰੂ ਹੋ ਗਿਆ ਸੀਗਾ ਆਲਮੋਸਟ। ਸੋ ਵਨ ਲਾਈਕ ਆਪਾਂ ਲੱਕੀ ਸੀਗੇ, ਲਾਈਕ ਮੇਰੇ ਡੈਡ ਤਾਂ ਆਪਾਂ ਕਲੱਬ ਤਾਂ ਆਪਾਂ ਅਮਰੀਕਾ ਬਹੁਤ ਜਾਂਦੇ ਸੀਗੇ ਛੋਟੇ ਆਪਾਂ ਵਾਸ਼ਿੰਗਟਨ ਆਪਾਂ ਲਾਈਕ ਉੱਥੇ ਰੈਸਲਿੰਗ ਦੀ ਸਟਾਈਲ ਡਿਫਰੈਂਟ ਆ। ਫਿਰ ਤਾਂ ਸਾਨੂੰ ਪਤਾ ਵੀ ਨਹੀਂ ਸੀਗਾ ਲਾਈਕ ਕੀ ਲਾਈਕ ਆਪਾਂ ਕਰਨਾ ਸਟਾਈਲ ਦੇ ਵਿੱਚ ਲਾਈਕ ਥੱਲੇ ਰੱਖਣਾ ਬੰਦੇ ਨੂੰ, ਆਪਾਂ ਤਾਂ ਜਾ ਕੇ ਲਾਈਕ ਟੇਕ ਡਾਊਨ ਕਰਕੇ ਉੱਥੋਂ ਲਗਾਉਣ ਦਿੱਤੇ। ਪਰ ਫਿਰ ਮੈਂ ਗ੍ਰੇਡ 12 ਦੇ ਵਿੱਚ ਜਾ ਕੇ ਮੈਂ ਜੂਨੀਅਰ ਨੈਸ਼ਨਲ ਕੋਲ ਆ, ਅਮਰੀਕਾ ਦੇ ਜੂਨੀਅਰ ਨੈਸ਼ਨਲ ਉੱਥੇ ਲਾਸ ਵੇਗਸ, ਤਾਂ ਉੱਥੇ ਮੈਂ ਜਿੱਤ ਗਿਆ ਸੀਗਾ। ਤਾਂ ਉਹਨਾਂ ਨੇ ਫਿਰ ਤਾਂ ਮੈਨੂੰ ਸਾਰੇ ਫੋਨ ਆਏ ਪਤਾ ਨਹੀਂ ਕਿੱਥੋਂ ਲਾਈਕ ਸਾਰੇ ਸਕੂਲਾਂ ਦਾ, ਤਾਂ ਕੋਚ ਉੱਥੇ ਆ ਕੇ ਲਾਈਕ ਮੈਨੂੰ ਕਹਿੰਦੇ ਸੀਗੇ ਲਾਈਕ ਆ ਜਾ ਸਾਡੇ ਕੋਲ ਆ ਜਾ। ਪਰ ਮੈਂ ਉਸ ਟਾਈਮ ਤੇ ਮੈਂ ਓਰੇਗਨ ਸਟੇਟ ਆਲਰੇਡੀ ਸਾਈਨ ਕਰਤੇ ਸੀਗੇ ਪੇਪਰ, ਤਾਂ ਮੈਨੂੰ ਪਤਾ ਸੀ ਓਰੇਗਨ ਸਟੇਟ ਨੇੜੇ 8 ਘੰਟੇ ਦੀ ਡਰਾਈਵ ਹੈ ਇੱਥੋਂ ਵੈਂਕੂਵਰ ਤੋਂ। ਮੈਂ ਕਿਹਾ ਵਧੀਆ ਉੱਥੇ ਠੀਕ ਆ, ਕੋਚਿਸ ਵੀ ਵਧੀਆ ਸੀਗਾ। ਬਸ ਉੱਥੇ ਜਾ ਕੇ ਫੇਰ ਮੈਨੂੰ ਪਤਾ ਲੱਗੀ ਮਿਹਨਤ ਕੀ ਆ। ਫੇਰ ਮੈਨੂੰ ਪਤਾ ਲੱਗਿਆ, ਮੈਂ ਕਿਹਾ ਬਹੁਤ ਚੇਂਜ ਹੋਇਆ। ਮੈਂ ਤਾਂ ਕਿਹਾ ਮੈਂ ਮਿਹਨਤ ਤਾਂ ਮੈਂ ਸਾਰੀ ਲਾਈਫ ਹੀ ਕੀਤੀ, ਬਹੁਤ ਕੀਤੀ ਆ ਰਾਈਟ। ਪਰ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਕੀ ਹੁੰਦਾ ਲਾਈਕ ਮਿਹਨਤ, ਲਾਈਫ ਸਟਾਈਲ ਕਿੱਦਾਂ ਦਾ। ਕੀ ਲੱਗਿਆ ਫਿਰ? ਚੇਂਜ ਤਾਂ ਬਹੁਤ ਸੀਗਾ ਲਾਈਕ ਹਾਈ ਕੁਆਲੀਫਾਈਡ ਰੈਸਲਿੰਗ ਇੱਕ ਚੀਜ਼ ਵਧੀਆ ਸੀਗੀ, ਰੈਸਲਿੰਗ ਆਈ ਵਾਸ ਗੁੱਡ ਐਟ ਰੈਸਲਿੰਗ। ਮੈਨੂੰ ਟੈਕਨੀਕ ਤਾਂ ਲਰਨਿੰਗ ਇੱਦਾਂ ਦੀ ਚੀਜ਼ਾਂ ਮੈਂ ਲਵ ਕਰਦਾ ਸੀਗਾ। ਸੋ ਉਸ ਪਾਸੇ ਮੈਨੂੰ ਵਧੀਆ ਸੀਗਾ। ਬਟ ਲਾਈਕ 17 year old ਮੈਂ ਉੱਥੇ ਜਾ ਕੇ ਮੂਵ ਹੋਇਆ। ਮਿਹਨਤ ਆਪਾਂ ਇੰਨੇ ਦੌੜਦੇ ਹੁੰਦੇ ਸੀਗੇ, ਤਾਂ ਮਿਹਨਤੀ ਤਾਂ ਫਿਰ ਲਾਈਕ ਜਾ ਕੇ ਘਰ ਜਾ ਕੇ ਤੁਸੀਂ ਖਾਣਾ ਬਣਾਉਣਾ ਆਪ ਦਾ, ਜਾ ਕੇ ਲਾਂਡਰੀ ਕਰਨੀ ਆ, ਜਾ ਕੇ ਡਿਸ਼ਿਸ ਕਰਨੇ ਆ ਰਾਈਟ। ਫਿਰ ਇੱਦਾਂ ਓਬਵੀਅਸਲੀ ਹਾਰਡ ਲੱਗਿਆ ਪਹਿਲਾਂ, ਪਰ ਫਿਰ ਤਾਂ ਠੀਕ ਲੱਗਿਆ। ਸੋ ਕਿੰਨੇ ਸਾਲ ਫਿਰ ਯੂਨੀਵਰਸਿਟੀ ਰਹੇ? ਉੱਥੇ ਮੈਂ 5 ਸਾਲ ਲਾਏ। ਅੱਛਾ, ਉਹਦੇ ਜਿਹੜੇ ਨੈਕਸਟ ਜਿਹੜੇ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਕੰਪੀਟੀਸ਼ਨ ਨੇ ਉਹ ਕਦ ਸ਼ੁਰੂ ਹੋਏ ਫਿਰ? ਸੋ ਉਸੇ ਟਾਈਮ ਤੇ ਮੇਰਾ ਪਹਿਲਾ ਇੰਟਰਨੈਸ਼ਨਲ ਟੂਰ ਲੱਗਿਆ 2014 ਸੀਗਾ। ਅੱਛਾ, ਉਹਦੇ ਤੋਂ ਲਾਈਕ ਆਪਾਂ ਯੰਗਰ ਸੀਗੇ, ਪਰ ਮੇਰਾ ਜੂਨੀਅਰ ਟੂਰ ਲੱਗਿਆ 2014 ਦੇ ਵਿੱਚ। ਅੱਛਾ, ਉੱਥੇ ਮੈਂ ਜੂਨੀਅਰ ਨੈਸ਼ਨਲ ਟੀਮ ਮੈਂ ਕੀਤੀ, ਤਾਂ ਉੱਥੇ ਜਾ ਕੇ ਮੈਂ ਜੂਨੀਅਰ ਵਰਲਡ ਕੋਲ ਲਿਆ ਸੀਗਾ। ਤਾਂ ਜੂਨੀਅਰ ਪੈਨ ਐਮਸ ਫਿਰ ਤਾਂ ਕੰਟੀਨਿਊ ਅੱਜ ਤੱਕ। ਅੱਛਾ, ਫਿਰ ਜੂਨੀਅਰ ਤੋਂ ਬਾਅਦ ਜਦ ਸੀਨੀਅਰ ਗਏ ਆਪ, ਹਾਂਜੀ, ਪੈਨ ਐਮ ਤੇ ਜਿਹੜਾ 올림픽 ਦਾ ਜਿਹੜਾ ਸਫ਼ਰ ਹੈ ਹੁਣ ਉਹਦੇ ਬਾਰੇ ਸੁਣਾਓ। ਮੈਨੂੰ ਇਹ ਪਤਾ ਲੱਗਿਆ ਵੀ 올림픽 ਲਈ ਕੁਆਲੀਫਾਈ ਹੋਣਾ ਬਹੁਤ ਔਖਾ ਹੈ। ਔਖਾ ਟੀਮ ਲਾਈਕ ਸਾਰੇ ਸੋਚਦੇ ਲਾਈਕ when ਤੁਸੀਂ 올림픽 ਟਰਾਇਲ ਜਿੱਤ ਕੇ ਤੁਸੀਂ 올림픽 ਜਾਣਾ, ਨਹੀਂ ਇੱਦਾਂ ਦੀ ਗੱਲ ਨਹੀਂ। ਹਾਰਡ ਆ ਲਾਈਕ 16 ਪੀਪਲ ਈਚ ਵੇਟ ਕਲਾਸ ਦੇ ਵਿੱਚ ਚੁਣੇ ਜਾਂਦੇ ਹੁੰਦੇ ਲਾਈਕ 올림픽 ਜਾ ਕੇ। ਹੁਣ ਤੁਸੀਂ ਦੇਖੋ ਸਾਰੀ ਦੁਨੀਆ ਕਿੰਨੇ ਰੈਸਲਰ ਆ, ਥਾਊਜ਼ੈਂਡ ਕੀ ਪਤਾ ਰਾਈਟ ਕਿੰਨੇ ਰੈਸਲਰ ਆ, ਕਿੰਨੇ ਵੇਟ ਕਲਾਸ ਦਾ ਦੇ, ਬਸ 16 ਜਾਂਦੇ ਆ। ਉਹਦੇ ਚੋਂ ਨਿਕਲਣੇ 16 ਹੀ ਆ। ਕਿੰਨੇ ਕੰਪੀਟੀਸ਼ਨ ਲੜਨੇ ਪੈਂਦੇ ਆ ਉਹਦੇ ਲਈ? ਤੁਸੀਂ ਤੁਸੀਂ ਪਹਿਲਾਂ ਟਰਾਇਲ ਜਿੱਤ ਗਏ ਤੁਹਾਡੇ ਕੰਟਰੀ ਦਾ ਟਰਾਇਲ ਨੰਬਰ 1 ਹੋ ਕੇ, ਫਿਰ ਤੁਸੀਂ ਜਾਣਾ ਕੁਆਲੀਫਾਇਰ ਤੇ। ਉਹ ਕੁਆਲੀਫਾਇਰ ਹੁੰਦਾ ਲਾਈਕ ਸਾਡਾ ਪੈਨ ਅਮਰੀਕਨ ਕੁਆਲੀਫਾਇਰ ਆ, ਦੂਜਾ ਕਿਊਬਾ ਲੈ ਲਓ, USA ਲੈ ਲਓ, ਕੈਨੇਡਾ, ਮੈਕਸੀਕੋ, ਇੱਦਾਂ ਦੇ ਕੰਟਰੀ ਰਾਈਟ। ਉਹਨਾਂ ਦੇ ਵਿੱਚ ਲੜਨਾ ਤੁਸੀਂ ਟੌਪ 2 ਆਉਣਾ। ਇਫ ਟੌਪ 2 ਆ ਗਏ ਤੁਸੀਂ ਮੇਕ ਹੋ ਗਏ 올림픽 ਰਾਈਟ। ਇਫ ਤੁਸੀਂ ਹਾਰ ਗਏ ਫਿਰ ਤੁਸੀਂ ਜਾ ਸਕਦੇ 올림픽, ਇੱਕ ਹੋਰ 올림픽 ਕੁਆਲੀਫਾਈ ਏਸ਼ੀਆ ਦੇ ਵਿੱਚ। ਫਿਰ ਏਸ਼ੀਆ 'ਚ ਜਾ ਕੇ ਤੁਸੀਂ ਤੁਹਾਨੂੰ ਟੌਪ 2 ਫੇਰ ਕਰਨਾ ਪੈਣਾ। ਫਿਰ ਇੱਦਾਂ ਸੋ ਪੈਨ ਅਮਰੀਕਾ ਦੇ ਵਿੱਚ ਜਦ ਕੁਆਲੀਫਾਈ ਕਰਨ ਲਈ ਜਾ ਰਹੇ ਹਾਂ 올림픽ਸ ਲਈ, ਸੋ ਪੈਨ ਅਮਰੀਕਾ ਦਾ ਵੀ ਉਹ ਕੰਪੀਟੀਸ਼ਨ ਉਸ ਸਮੇਂ ਹੋ ਰਿਹਾ ਹੁੰਦਾ? ਉਸ ਸੇਮ ਹੀ ਆ, ਇੱਕੋ ਲਾਈਨ 'ਚ। ਓਕੇ, ਸੋ ਆਪਾਂ ਜਿਹੜੇ ਪੈਨ ਅਮਰੀਕਾ ਦੀ ਜਿਹੜੀ ਸਟੈਂਡਿੰਗ ਤੇ 올림픽 ਦੀ ਸਟੈਂਡਿੰਗ ਕਿਹੜੀ ਆ ਹੁਣ ਆਪਣੀ? ਮੇਰਾ ਵਰਲਡ ਸਟੈਂਡਿੰਗ ਨੰਬਰ 11 ਰਾਈਟ ਨਾਓ ਇਨ ਪੈਨ ਅਮਰੀਕਾ। ਵਰਲਡ ਦੁਨੀਆ ਦੇ ਵਿੱਚ। ਤੇ ਪੈਨ ਅਮਰੀਕਾ ਦਾ ਕੀ ਹੈ? ਨੰਬਰ 1। ਹਾਂਜੀ। ਸੋ ਕਿਹੜਾ ਇੱਕ ਪਿਛਲੀ ਵਾਰ ਆਈ ਵਾਜ਼ ਸੋ ਕਿਊਰੀਅਸ, ਨਵੀ ਨੇ ਮੈਨੂੰ ਦੱਸਿਆ ਬਹੁਤ ਇੱਕ ਟਫ ਸੀ ਤੇਰਾ ਕੰਪੀਟੀਸ਼ਨ ਜਿਹਨੂੰ ਤੁਸੀਂ ਜਿੱਤੇ। ਉਹ ਕੌਣ ਸੀ ਮੁੰਡਾ ਜਿਹਦੇ ਨਾਲ ਤੁਸੀਂ ਕੁਆਲੀਫਾਈ ਵੇਲੇ ਲੜੇ? ਕੁਆਲੀਫਾਈ 올림픽 ਦੇ ਵਿੱਚ ਜਿੱਦਾਂ ਨਾ 올림픽 ਮੇਰਾ ਕੁਆਲੀਫਾਇਰ ਮੈਂ ਮੋਸਟਲੀ ਤਾਂ ਸਾਰਿਆਂ ਨੂੰ ਈਜ਼ੀਲੀ ਜਿੱਤ ਗਿਆ ਸੀਗਾ। ਤਾਂ ਫਿਰ ਮੇਰੀ ਸੈਮੀ ਫਾਈਨਲ ਮੇਰੀ ਧੌਣ ਦੇ ਸਾਥ ਲੱਗ ਗਈ ਸੀਗੀ। ਫਿਰ ਮੈਂ ਫਾਈਨਲ ਹਾਰਿਆ, ਮੈਂ ਕੋਲਿਆ ਨਹੀਂ ਫਾਈਨਲ। ਅੱਛਾ, ਫਿਰ ਉਹ ਹੀ ਸੇਮ ਮੁੰਡਾ ਮੈਂ ਹੁਣ ਐਸਬਰੀ ਨਾਲ ਪਿਛਲੇ ਮਹੀਨੇ ਮੈਂ ਉਹਨਾਂ ਕੋਲ ਲਿਆ ਪੈਨ ਅਮਰੀਕਸ। ਉਹ ਵੀ ਸੇਮ ਲਾਸਟ ਟਾਈਮ ਮੇਰੇ ਗਰਦਨ ਦੁਖਦੀ ਸੀਗੀ, ਹੁਣ ਐਸਬਰੀ ਮੈਂ ਠੀਕ ਸੀਗਾ, ਹੈਲਥੀ ਸੀਗਾ, ਉਹਨਾਂ ਕੋਲ ਲਿਆ, ਮੈਂ ਜਿੱਤ ਗਿਆ ਉਹਨੂੰ। ਸੋ ਪੈਨ ਅਮਰੀਕਾ ਦੇ ਹੁਣ ਆਪਾਂ ਚੈਂਪੀਅਨ। ਸੋ ਵਰਲਡ ਹੁਣ ਜਿਹੜਾ ਨੈਕਸਟ ਤੁਹਾਡਾ ਅਗਲਾ ਜਿਹੜਾ ਗੋਲ ਹੈ ਹੁਣ ਫਿਰ 2024 ਦਾ 올림픽 ਦਾ? ਉਹ ਗੋਲ ਤਾਂ ਉਹੀ ਹੁੰਦਾ, ਬਟ ਉਹ ਤੋਂ ਪਹਿਲਾਂ ਤਾਂ ਬਹੁਤ
ਉਹ ਹੋਰ ਕੁਸ਼ਤੀਆਂ ਕੀ ਆ ਰਿਹਾ ਆਈ ਮੀਨ ਹੁਣ ਇਸ ਸਮਰ ਸਾਡੇ ਕੋਲ ਕਾਮਨਵੈਲਥ ਗੇਮਸ ਦੂਜੇ ਇੰਗਲੈਂਡ ਦੇ ਵਿੱਚ ਬਰਮਿੰਗਹੈਮ ਵਾਹ। ਮੈਂ ਉੱਥੇ ਜਾਣਾ ਅਗਸਤ ਵਿੱਚ ਤਾਂ ਉਸ ਤੋਂ ਬਾਅਦ ਸਪਟੈਂਬਰ ਦੇ ਵਿੱਚ ਵਰਲਡ ਚੈਂਪੀਅਨਸ਼ਿਪ ਸਰਬੀਆ ਰਾਈਟ ਵੈਰੀ ਗੁੱਡ। ਅੱਛਾ, ਇੱਕ ਐਕਟਿਵ ਡੇਲੀ ਰੂਟੀਨ ਹਾਂਜੀ ਜਾਂ ਬਿਲਕੁਲ ਲਾਈਮਲਾਈਟ ਦੇ ਵਿੱਚੋਂ ਕੋਈ ਕੰਪੀਟੀਸ਼ਨ ਲਈ ਰੈਡੀ ਹੋ ਰਹੇ ਹੋ, ਹਾਂਜੀ ਹਾਂਜੀ ਇੱਕ ਨਾਰਮਲ ਅਮਰ ਢੇਸੀ ਦੀ ਜਿਹੜੀ ਡੇਲੀ ਰੂਟੀਨ, ਉਹਦਾ ਫਰਕ ਹੈ ਜਾਂ ਇੱਕੋ ਹੀ ਰੂਟੀਨ ਆ? ਨਹੀਂ ਫਰਕ ਤਾਂ ਹੈਗਾ ਹੁਣ ਤੁਸੀਂ ਜਿਵੇਂ ਆਏ ਹੋਏ ਹੋ ਘਰੇ, ਹੁਣ ਕੀ ਰੂਟੀਨ ਆ? ਘਰ ਤਾਂ ਮੌਜਾਂ ਮਾਮ ਹੈਗੇ ਘਰ, ਖਾਣਾ ਤਾਂ ਤਦ ਨਾਲ ਆ, ਤਦ ਮੋੜੇ ਆ, ਸਭ ਕੁਝ ਈਜ਼ੀ ਆ। ਲਾਈਫ ਤੇ ਇੱਥੇ ਤਾਂ ਉਹ ਵਧੀਆ ਲਾਈਫ ਆ। ਤੇ ਜਦ ਫਿਰ ਉੱਥੇ ਚਲੇ ਜਾਂਦੇ ਹੋ ਫਿਰ ਕੀ ਹੁੰਦਾ? ਉੱਥੇ ਤਾਂ ਮੈਂ ਮੇਰੀ ਅਪਾਰਟਮੈਂਟ ਹੈਗੀ ਹੈ ਤਾਂ ਮੈਂ ਆਬਵੀਅਸਲੀ ਆਈ ਲਿਵ ਅਲੋਨ ਦੇਅਰ, ਤਾਂ ਫਿਰ ਉੱਥੇ ਤਾਂ ਸਭ ਕੁਝ ਮੈਂ ਹੀ ਕਰਨਾ। ਆਬਵੀਅਸਲੀ ਫਿਰ ਮਿਹਨਤ ਹੀ ਨਾਲ ਹੀ ਆ, ਸਵੇਰ ਉੱਠ ਕੇ ਮਿਹਨਤ ਜਾਣਾ, ਆ ਕੇ ਸੋਣਾ, ਫਿਰ ਖਾਣਾ, ਫਿਰ ਜਾ ਕੇ ਮਿਹਨਤ ਕਰਨੀ, ਫਿਰ ਆ ਕੇ ਸੋਣਾ, ਖਾਣਾ, ਬਸ ਸੋਣਾ। ਫਿਰ ਬਹੁਤ ਵੱਡੀ ਭਗਤੀ ਹੈ, ਇੱਕ ਸਾਧਨਾ ਬਹੁਤ ਵੱਡੀ ਹੈ। ਇੱਧਰ ਉੱਧਰ ਨਹੀਂ ਦੇਖ ਹੁੰਦਾ, ਫਿਰ ਇਹੀ ਕਰ ਹੁੰਦਾ। ਜਿੱਦਣ ਇਹ ਲਾਈਫ ਚੋਂ ਨਿਕਲਣਾ, ਦੈਨ ਰੀਅਲ ਲਾਈਫ ਸਟਾਰਟਸ। ਜੇ ਰੀਅਲ ਕਹਿੰਦੇ ਹੋ ਮਤਲਬ ਘੁੰਮਣਾ ਬੈਠਣਾ, ਯੰਗ ਲਾਈਫ ਦੇ ਕੁਝ ਡ੍ਰੀਮ ਹੁੰਦਾ ਹੈ, ਗੱਡੀ ਚਲਾਉਣੀ ਹੈ, ਇੱਧਰ ਬਹਿਣਾ। ਪਰ ਮੈਨੂੰ ਇਉਂ ਲੱਗਦਾ ਅਮਰ 24-25 ਸਾਲ ਦੀ ਉਮਰ ਤੱਕ ਜਾਂ ਤੁਸੀਂ ਇਸ ਲਾਈਫ ਸਾਈਕਲ ਚੋਂ ਲੰਘ ਜਾਂਦੇ ਹੋ, ਵੈਸੇ ਹੀ ਜ਼ਿੰਦਗੀ ਸੈਟਲ ਹੋ ਜਾਂਦੀ ਹੈ। ਮੈਨੂੰ ਲੱਗਦਾ ਬਹੁਤ ਕੁਝ ਚੇਂਜ ਹੋ ਜਾਂਦਾ। ਮੈਂ ਛੋਟਾ ਹੁੰਦਾ ਇੱਦਾਂ ਹੀ ਸੋਚਦਾ ਸੀਗਾ, ਮੈਂ ਕਿਹਾ ਲਾਈਕ ਹੁਣ ਤੁਸੀਂ ਇੱਕ ਪਾਸੇ ਲੱਗੇ, ਲਾਈਕ ਰੈਸਲਿੰਗ ਔਰ ਕੋਈ ਸਪੋਰਟ ਲੈ ਲਓ, ਕੋਈ ਵੀ ਸਪੋਰਟ, ਤੁਸੀਂ ਇੱਕ ਪਾਸੇ ਲੱਗੇ ਆ, ਤੁਸੀਂ ਉਹ ਹੀ ਕਰ ਸਕਦੇ। ਗੱਲ ਨਹੀਂ ਸਹੀ, ਉਹ ਨਹੀਂ ਮੈਂ ਪਹਿਲਾਂ ਇੱਦਾਂ ਸੀਗਾ, ਮੇਰਾ ਪ੍ਰੈਸ਼ਰ ਬਹੁਤ ਸੀਗਾ ਮੇਰੇ ਉੱਪਰ, ਇੱਦਾਂ ਮੈਂ ਸੋਚਦਾ ਸੀਗਾ। ਫਿਰ ਮੈਂ ਓਲਡਰ ਹੋ ਕੇ ਫਿਰ ਮੈਨੂੰ ਪਤਾ ਲੱਗਿਆ ਨਹੀਂ, ਲਾਈਕ ਸਭ ਕੁਝ ਨਾਲ ਹੀ ਚੱਲਦਾ। ਤੁਹਾਡੀ ਲਾਈਫ ਤੁਸੀਂ ਸ਼ੁਰੂ ਕਰ ਸਕਦੇ ਨਾਲ ਹੀ, ਪਰ ਓਬਵੀਅਸਲੀ ਹਾਰਡ ਹੈ। ਤੁਹਾਨੂੰ ਟਾਈਮ ਮੈਨੇਜਮੈਂਟ ਸਕਿੱਲਸ ਹੋਣੇ ਚਾਹੀਦੇ ਆ, ਲਾਈਕ ਕਿੱਥੇ ਮੇਰਾ ਟਾਈਮ ਹੋਣੀ ਮਿਹਨਤ ਕਰਨ, ਕਿੱਥੇ ਮੇਰੇ ਫਰੈਂਡ ਹੋਣੇ, ਕਿੱਥੇ ਮੇਰੇ ਫੈਮਿਲੀ ਹੋਣੇ। ਓਬਵੀਅਸਲੀ ਵਨ ਮੇਰਾ ਸਕੈਜੂਲ ਥੋੜ੍ਹਾ ਜ਼ਿਆਦਾ ਬਿਜ਼ੀ ਹੁੰਦਾ ਵਨ ਮੈਂ ਘੁੰਮਦਾ ਤਾਂ ਟੂਰਨਾਮੈਂਟ ਵਾਰਾ ਐਂਡ ਸਟਫ, ਬਟ ਨਾਲ ਹੀ ਸਭ ਕੁਝ ਚੱਲਦਾ। ਅੱਛਾ, ਇੱਕ ਤਾਂ ਸਰੀਰਕ ਜ਼ੋਰ ਆ ਜਿਹੜਾ ਤੁਸੀਂ ਡਿਵੈਲਪ ਕਰ ਲਿਆ ਸਾਧਨਾ ਕਰਕੇ, ਬਹੁਤ ਖਾਣ ਦੇ ਪੀਣ ਤੇ ਵਧੀਆ ਕੋਚ ਬਣੇ। ਜਦ ਕੰਪੀਟੀਸ਼ਨ ਲੜਦੇ ਹੋ, ਇੱਕ ਮਨ ਤੇ ਬਹੁਤ ਮੈਂਟਲੀ ਪ੍ਰੈਸ਼ਰ ਬਹੁਤ ਹੈ, ਉਹਨੂੰ ਕਿਵੇਂ ਤਕੜਾ ਕੀਤਾ? ਮੈਂਟਲੀ ਕਿਵੇਂ ਤਕੜੇ ਹੋਏ? ਹਾਂਜੀ ਆਈ ਥਿੰਕ ਮੈਂ ਕੋਚ ਨਾਲ ਵੀ ਗੱਲ ਕਰਦਾ ਸੀਗਾ, ਹੁਣ ਸਾਲ ਹੋ ਗਿਆ ਹੋਣਾ, ਹੁਣ ਆਪਾਂ ਸਰਬੀਆ ਬੈਠੇ ਸੀਗੇ, ਉਹਦੇ ਨਾਲ ਗੱਲ ਕਰਦਾ ਮੈਂ, ਉਹਨੂੰ ਅਮਰੀਕਾ ਕੋਚ ਆ, ਤਾਂ ਮੈਂ ਉਹਨੂੰ ਦੱਸਦਾ ਸੀਗਾ ਲਾਈਕ ਇਨਵਾਇਰਨਮੈਂਟ, ਸਾਡੀ ਇਨਵਾਇਰਨਮੈਂਟ ਕਿੱਥੇ, ਲਾਈਕ ਕਿੱਦਾਂ ਦੇਸੀ ਇਨਵਾਇਰਨਮੈਂਟ ਸਾਡੀ ਘਰ, ਲਾਈਕ ਵੈਂਕੂਵਰ ਸਿਟੀ ਦੇ ਵਿੱਚ ਕਿੱਦਾਂ ਹੋਇਆ, ਲਾਈਕ ਸਾਡਾ ਲਾਈਕ ਇਨਵਾਇਰਨਮੈਂਟਲ ਇਨਵਾਇਰਨਮੈਂਟ, ਲਾਈਕ ਸਾਡੇ ਪ੍ਰੈਸ਼ਰ ਇੱਥੇ ਗਰੋ ਅਪ ਹੋ ਕੇ ਇੱਥੇ ਪ੍ਰੈਸ਼ਰ ਬਹੁਤ ਪੈਂਦਾ। ਲੱਕਲੀ ਮੈਂ ਲੱਕੀ ਸੀਗਾ, ਮੈਂ ਆਲਵੇਜ਼ ਕਹਿੰਦਾ ਲੱਕੀ ਸੀਗਾ ਤਾਂ ਮੈਨੂੰ ਮੇਰੇ ਡੈਡੀ ਕੋਲਦੇ ਸੀਗੇ ਪਹਿਲਾਂ, ਵੱਡੇ ਪਹਿਲਵਾਨ ਰਹੇ ਇੰਡੀਆ 'ਚ, ਉਹਨੂੰ ਪਤਾ ਸੀਗਾ ਲਾਈਕ ਮੈਂਟਲ ਪ੍ਰੈਸ਼ਰ ਕਿੰਨਾ ਹੁੰਦਾ ਬੱਚੇ ਦੇ, ਉਹਨੂੰ ਪਾਉਂਦੇ ਨਹੀਂ ਸੀ ਸਾਡੇ ਉੱਪਰ। ਉਹ ਉੱਦਾਂ ਹੀ ਦੇਸੀ ਟੂਰਨਾਮੈਂਟ ਘੋਲ ਕੇ ਉਹ ਪੈ ਜਾਂਦਾ ਵਿੱਚ ਤੁਹਾਡੇ। ਪਰ ਮੈਨੂੰ ਫਰਕ ਬਹੁਤ ਪਿਆ when ਮੈਂ ਓਹਾਇਓ ਸਟੇਟ ਚਲ ਗਿਆ ਸੀਗਾ 4 ਸਾਲ ਪਹਿਲਾਂ। ਮੈਨੂੰ ਉੱਥੇ ਪਹੁੰਚ ਕੇ ਫਿਰ ਮੈਨੂੰ ਪਤਾ ਲੱਗਿਆ ਪ੍ਰੈਸ਼ਰ ਕੀ ਆ, ਕਾਹ ਤੋਂ ਤੁਸੀਂ ਆਪ ਬਣਾਉਂਦੇ ਪ੍ਰੈਸ਼ਰ। ਲਾਈਕ ਓਬਵੀਅਸਲੀ ਚੀਜ਼ਾਂ ਹੁੰਦੀਆਂ, ਡੀਲ ਕਿੱਦਾਂ ਕਰਦੇ ਤੁਸੀਂ, ਨਰਵਸ ਵਗੈਰਾ ਇੱਦਾਂ ਚੀਜ਼ਾਂ, ਉਹ ਤਾਂ ਸਾਰਿਆਂ ਨੂੰ ਹੁੰਦਾ। ਇੱਕ ਚੀਜ਼ ਮੈਂ ਪਹਿਲਾਂ ਵੀ ਸੋਚਿਆ, ਮੈਂ ਕਿਹਾ ਮੈਂ ਇੰਨਾ ਨਰਵਸ ਕਾਹਦਾ ਹੁੰਦਾ ਮੈਚ ਤੋਂ ਪਹਿਲਾਂ, ਤੇ ਫਿਰ ਕੋਚ ਨੇ ਦੱਸਿਆ ਮੈਨੂੰ ਸਾਰੇ ਹੁੰਦੇ। ਤੁਸੀਂ ਕੋਈ ਵੀ ਸਪੋਰਟ ਕੋਈ ਵੀ ਲੈ ਕੇ ਉਹ ਕਹਿੰਦੇ ਮੈਨੂੰ ਪ੍ਰੈਸ਼ਰ ਨਹੀਂ, ਉਹ ਮੈਂ ਨਰਵਸ ਨਹੀਂ ਪਹਿਲਾਂ, they're lying then, because ਤੁਸੀਂ ਡੀਲ ਕਰ ਸਕਦੇ ਪ੍ਰੈਸ਼ਰ ਦੇ ਨਾਲ, but ਤੁਹਾਨੂੰ you have to own it and deal with a certain way. ਇੱਕ ਮਤਲਬ ਥੰਮ ਵਰਗੇ ਕਬੱਡੀ ਪਲੇਅਰ ਨੂੰ ਮੈਨੂੰ ਪਤਾ ਲੱਗ ਗਿਆ ਵੀ ਹੀ ਇਜ਼ ਟੇਕਿੰਗ ਸਮ ਸੌਰਟ ਆਫ ਐਟ ਅ ਟਾਈਮ ਸਟਫ ਟੂ ਗੈਟ ਇਨ ਦਾ ਮੈਚ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੂੰ ਇੰਨਾ ਤਕੜਾ ਫਿਰ ਵੀ ਤੂੰ ਇਹ ਜਿਹਾ ਕੁਛ ਕਰਦਾ? ਉਹ ਕਹਿੰਦਾ ਮਨ ਤੇ ਬਹੁਤ ਪ੍ਰੈਸ਼ਰ ਹੁੰਦਾ ਭਾਜੀ, ਆਈ ਗੋਟ ਟੂ ਗੈਟ ਸਮਥਿੰਗ। ਹਾਲਾਂਕਿ ਤੁਸੀਂ ਤਾਂ ਇੰਟਰਨੈਸ਼ਨਲ ਲੈਵਲ ਤੇ, ਮੈਨੂੰ ਇੱਕ ਚੀਜ਼ ਦਾ ਬੜਾ ਅਮਰ ਰਿਗਰੈਟ ਰਿਹਾ ਬੀਇੰਗ ਏ ਫਾਦਰ। ਮੇਰਾ ਬੇਟਾ ਹੁਣ ਉਹ ਕਲੀਨਿਕਲ ਸਾਈਕੋਲੋਜਿਸਟ ਬਣਿਆ ਬਲਰਾਜ, ਉਹ 2004 ਦੇ ਵਿੱਚ ਸੌਕਰ ਖੇਲਣੀ, ਟਿਪੀਕਲ ਮਾਪਿਆਂ ਨੇ ਕੀ ਕਰਨਾ, ਸੌਕਰ ਜਾਂ ਰੈਸਲਿੰਗ, ਉਹ ਨੈੱਟ 'ਚ ਖੜਦਾ, ਤੇ ਉਹ 10 ਸਾਲ ਦਾ ਸੀ ਉਸ ਸਮੇਂ। ਮੈਂ 9 ਸਾਲ ਦਾ, ਮੈਂ ਉਹਨੂੰ ਇੰਨਾ ਪ੍ਰੈਸ਼ਰਾਈਜ਼ ਕਰਨਾ ਬਾਹਰ ਖੜ ਕੇ, ਜਿਹੜਾ ਮੈਂ ਕਈ ਵਾਰ ਰਿਗਰੈਟ ਕਰਦਾ ਉਹਨਾਂ ਗੱਲ ਕਰਕੇ, ਬਈ ਬਾਲ ਨਹੀਂ ਲੰਘਣੀ ਚਾਹੀਦੀ ਵਿੱਚ ਦੀ, ਜੇ ਬਾਲ ਲੰਘ ਗਈ ਦੇਖ ਲਈ, ਦਾ ਵੇ ਆਈ ਵਾਸ ਟਾਕਿੰਗ ਟੂ ਹਿਮ, ਜਿਵੇਂ ਮੇਰਾ ਹੁਣ ਟੈਂਪਰਾਮੈਂਟਸ ਆ। ਤੇ ਮੈਂ ਹੁਣ ਜਦ ਉਹਨਾਂ ਬਹਿਣਾ ਕਹਿਣਾ, ਡੈਡ ਮੈਂ ਤਾਂ ਆਪਣੇ ਜਵਾਕਾਂ ਨੂੰ, ਮੈਨੂੰ ਪਤਾ ਵੀ ਮੈਂ ਕਿਵੇਂ ਪਾਲਣਾ ਨੇ, ਤੁਹਾਨੂੰ ਕਹਿੰਦਾ ਪਤਾ ਕਿੱਡਾ ਪੀਅਰ ਪ੍ਰੈਸ਼ਰ ਸੀ। ਕਹਿੰਦਾ ਬਾਲ ਤਾਂ ਮੈਂ ਰੋਕ ਲੈਂਦਾ, ਪਰ ਤੇਰੇ ਲਲਕਰਿਆਂ ਨੇ, ਤੇਰੀ ਆਵਾਜ਼ ਮੈਨੂੰ ਬਾਲ ਰੋਕਣ ਨਾ ਦਿੰਦੀ, ਇੰਨਾ ਪ੍ਰੈਸ਼ਰ ਹੋ ਜਾਂਦਾ। ਸੋ ਇਹ ਵੀ
ਮੈਨੂੰ ਲੱਗਦਾ ਵੀ ਤੁਹਾਡੇ ਫਾਦਰ ਉਸ ਵਿੱਚ ਦੀ ਲੰਘੇ ਤਾਂ ਤੁਹਾਨੂੰ ਈਜ਼ ਆਫ ਰੱਖਿਆ ਉਹਨਾਂ ਨੇ ਵੀ ਜੇ ਹਾਰ ਵੀ ਗਏ ਪੁੱਤ ਕੋਈ ਗੱਲ ਨਹੀਂ। Yeah. ਵੈਸੇ ਤਾਂ ਹਾਰ ਜਿੱਤਣ ਦੀ ਪ੍ਰੈਸ਼ਰ ਆ, ਹੋਰ ਤਾਂ ਕੋਈ ਪ੍ਰੈਸ਼ਰ ਨਹੀਂ। ਹੋਰ ਕੀ ਪ੍ਰੈਸ਼ਰ ਹੈ। ਜਦ ਫਿਰ ਇੰਟਰਨੈਸ਼ਨਲ ਲੈਵਲ ਤੇ ਜਾਂਦੇ ਹੋ ਬਹੁਤ ਪ੍ਰੈਸ਼ਰ ਆ। ਤੁਸੀਂ ਆਪ ਪਾ ਸਕਦੇ ਆ, ਮੇਰੇ ਉੱਪਰ ਕੋਈ ਪ੍ਰੈਸ਼ਰ ਤੁਸੀਂ ਪਾਉਂਦੇ ਨਹੀਂ। ਮੈਂ ਪਾਉਂਦਾ ਨਹੀਂ ਉੱਪਰ, ਕਾਹਤੋਂ ਕੀ ਲੋੜ ਆ? ਫਿਰ ਮੈਂ ਇੰਨੀ ਪ੍ਰੈਸ਼ਰ ਜਾ ਕੇ ਮੈਂ ਘੋਲਣਾ ਨਹੀਂ, ਮੈਂ ਤਾਂ ਘੋਲ ਕਿੱਦਾਂ ਹੋਣਾ? ਲਾਈਕ ਮੈਂ ਹੁਣ ਅੱਜ ਕੱਲ੍ਹ ਮੈਂ ਸੋਚਦਾ ਹੁੰਦਾ ਲਾਈਕ ਹੁਣ ਮੇਰੇ ਮਾਈਂਡ ਸੈਟ ਚੇਂਜ ਹੋ ਗਿਆ 4 ਸਾਲ ਪਹਿਲਾਂ ਥੋੜ੍ਹਾ ਚੇਂਜ ਹੋ ਗਿਆ ਸੀਗਾ। ਹੁਣ ਮੈਂ ਜਾ ਕੇ ਮੈਂ ਲਾਈਕ ਹਰ ਵਿਨ ਲਾਸ ਦੀ ਗੱਲ ਮੈਂ ਕਰਦਾ ਨਹੀਂ। ਆਈ ਡੋਂਟ ਕੇਅਰ ਇਫ ਮੈਂ ਲੂਜ਼ ਹੋ ਗਿਆ ਅੱਜ, ਮੈਂ ਕੱਲ੍ਹ ਨੂੰ ਜਿੱਤਣਾ ਨਾ, ਕੋਈ ਗੱਲ ਨਹੀਂ। ਮੈਨੂੰ ਇੱਦਾਂ ਦੀ ਗੱਲ ਨਹੀਂ। ਵਨ ਮੈਂ ਕੇਅਰ ਕਰਦਾ that if ਮੈਂ ਜਾ ਕੇ ਮੈਟ ਤੇ ਉੱਪਰ ਜਾ ਕੇ ਘੋਲ ਕੇ ਤੇ ਮੈਂ ਵਧੀਆ ਬੈਸਟ ਟਰਾਈ ਕੀਤੀ ਮੇਰੀ, ਮੈਂ ਸਾਰਾ ਜ਼ੋਰ ਲਾਇਆ ਤੇ ਮੈਂ ਹਾਰ ਗਿਆ ਉਹ ਜਿੱਤ ਗਿਆ whatever, ਮੈਂ I'm off the mat, I'm walking off with a smile. when ਮੇਰਾ like worst feeling ਹੁੰਦੀ ਆ, when ਮੈਂ ਜਾ ਕੇ ਆਹ ਤਾਂ ਗੱਲ ਬਹੁਤ ਸੁਣਦੇ ਸਾਰੇ ਸਪੋਰਟਸਾਂ ਤੋਂ, ਜਾ ਕੇ ਉਹ ਟੈਸਟ ਕੁਛ ਵੀ ਉਹ ਇੰਟਰਵਿਊ ਉਹ ਜਾ ਕੇ ਮੈਟ ਤੇ ਚੜ੍ਹਦੇ ਹੋ, ਕੋਈ ਵੀ ਕਰਦਾ ਕੰਮ ਜਾ ਕੇ ਕਹਿੰਦੇ ਲਾਈਕ ਹਾਰ ਕੇ ਉਹ whatever ਹਾਰ ਕੇ ਆਫ ਹੋ ਕੇ ਮੈਟ ਤੇ ਉਹ ਕਹਿੰਦੇ ਮੇਰੇ ਵਿੱਚ ਹੋਰ ਹੈਗਾ ਸੀਗਾ, ਮੈਂ ਹੋਰ ਕਰ ਸਕਦਾ ਸੀਗਾ, ਮੈਂ I could have done more. I wasn't tired. ਮੈਂ ਉਦਾਂ ਹੀ ਲਾਈਕ ਮੈਂ ਲਾਈਕ ਕੋਈ ਵੀ ਰੀਜ਼ਨ ਕੋਈ ਵੀ ਐਕਸਕਿਊਜ਼ ਲੈ ਸਕਦਾ। ਉਹ that's when you feel bad. That's when you feel bad about yourself because you didn't do enough. ਹੁਣ ਮੈਂ ਏਦਾਂ ਕਰਦਾ ਨਹੀਂ। Every mat I'll try my hardest. ਮੈਂ ਹਾਰ ਗਿਆ whatever, I'm gonna go laugh after. That's wonderful. ਅੱਛਾ ਪੁੱਤਰ, ਕੋਈ ਮੈਂਟਲੀ ਟ੍ਰੇਨ ਹੋਣ ਲਈ ਕੋਈ ਮੈਡੀਟੇਸ਼ਨ ਵੀ ਨਾਲ ਚੱਲਦੀ ਹੈ? ਯੂ ਨੀਡ ਇਟ? I don't think personally, so ਮੈਨੂੰ ਪਤਾ ਬਹੁਤ ਲੋਕ ਕਰਦੇ ਹੁੰਦੇ ਮੈਡੀਟੇਸ਼ਨ ਇੱਦਾਂ ਚੀਜ਼ਾਂ। Personally ਮੈਨੂੰ ਵਧੀਆ ਲੱਗਿਆ, ਲਾਈਕ ਮੈਨੂੰ ਬੈਨੀਫਿਟ ਹੋਇਆ when ਮੈਂ ਗੱਲ ਕਰਦਾ ਕਿਸੇ ਹੋਰ ਦੇ ਨਾਲ। ਲਾਈਕ ਮੇਰੇ ਕੋਚ ਇੱਕ ਐਗਜ਼ਾਮਪਲ ਆ, ਉਹ ਟਰਵੈਲ ਡਲੈਗਨਵ, ਉਹਦਾ ਤੁਸੀਂ ਕਹਿ ਸਕਦੇ ਹੋ IQ ਬਹੁਤ ਜ਼ਿਆਦਾ, ਲਾਈਕ ਉਹਨੇ ਟੈਸਟ ਲਿਖਿਆ ਸਭ ਕੁਝ ਜੀਨੀਅਸ ਉਹਦਾ ਹੈਗਾ ਇੱਦਾਂ ਦਾ, ਲਾਈਕ ਜੀਨੀਅਸ ਲੈਵਲ IQ। ਤਾਂ ਉਹਦੇ ਨਾਲ ਮੈਂ ਲੱਕੀ ਇਨਫ ਮੈਂ 3 ਸਾਲ 4 ਸਾਲ ਉਹਦੇ ਨਾਲ ਰਿਹਾ, ਤਾਂ ਉਹ ਐਵਰੀ ਡੇ ਆਪਾਂ ਗੱਲਬਾਤ ਕਰਦੇ ਸੀਗੇ। ਤਾਂ ਮੈਨੂੰ ਲਾਈਕ ਐਵਰੀ ਡੇ ਆਪਾਂ ਆਹੀ ਗੱਲ, ਮੈਂ ਤਾਂ ਰੈਸਲਿੰਗ ਤਾਂ ਮੈਂ ਤਾਂ ਆਉਂਦੀ ਸੀ, ਕੋਲ ਤਾਂ ਮੈਂ ਸਕਦਾ। ਤੇਰਾ ਇੱਕ ਹੀ ਚੀਜ਼ ਹੈ ਤੈਨੂੰ ਪਿੱਛੇ ਰੱਖਦਾ, ਤੇਰੇ ਮੈਂਟਲ। ਫਿਰ ਉਹੀ ਆਪਾਂ ਮਿਹਨਤ ਕੀਤੀ ਉੱਥੇ, ਐਵਰੀ ਡੇ ਆਪਾਂ ਗੱਲ ਕਰਦੇ ਸੀਗੇ, ਐਵਰੀ ਸਿੰਗਲ ਡੇ, ਪ੍ਰੈਕਟਿਸ ਤੋਂ ਬਾਅਦ, ਪ੍ਰੈਕਟਿਸ ਤੋਂ ਪਹਿਲਾਂ, ਟੂਰਨਾਮੈਂਟ ਤੋਂ ਪਹਿਲਾਂ, ਟੂਰਨਾਮੈਂਟ ਤੋਂ ਬਾਅਦ, ਕਿੰਨੇ ਮੈਸੇਜ ਮੇਰੇ ਫੋਨ ਤੇ। ਤਾਂ ਉਹਦੇ ਹੁਣ ਤਾਂ ਉਹ ਪੈ ਗਿਆ ਮੇਰੇ ਦਿਮਾਗ ਦੇ ਵਿੱਚ। ਵੈਰੀ ਗੁੱਡ। ਅੱਛਾ, ਜਿਵੇਂ ਚਲੋ ਡੈਡ ਦੇ ਘਰ ਦੇ ਵਿੱਚ ਰੈਸਲਿੰਗ ਸੀ, ਪੁੱਤਾਂ ਨੂੰ ਉਹਨਾਂ ਨੇ ਪ੍ਰੈਫਰ ਕੀਤਾ, ਕੱਲ੍ਹ ਨੂੰ ਕਹਿਣਾ ਵੀ ਸੀ ਸ਼੍ਰੀ ਦੇ ਆਪਣੇ ਭਲਵਾਨ ਪੁੱਤ ਨਹੀਂ ਬਣੇ, ਲੋਕਾਂ ਦੇ ਪੁੱਤ ਭਲਵਾਨ ਬਣਾ ਰਿਹਾ। ਉਹ ਤਾਂ ਹੋ ਗਿਆ, ਪਰਮ ਹੋ ਗਿਆ, ਤੁਸੀਂ ਹੋ ਗਏ, ਫਿੱਟੂ ਹੋ ਗਿਆ, ਬੀਸਲਾ ਹੋ ਗਿਆ। ਦੈਟਸ ਓਨ ਪ੍ਰੋਡਕਸ਼ਨ ਆ ਤੁਹਾਡੀ, ਫੈਮਿਲੀ ਆ, ਬਹੁਤ ਟਾਈਟ ਨਿਟਡ ਫੈਮਿਲੀ ਆ। ਮੈਂ ਦੇਖਿਆ ਖਾਲਸਾ ਰੈਸਲਿੰਗ ਕਲੱਬ ਵਿੱਚ ਕਿਸੇ ਦਾ ਪੁੱਤਰ ਹੋਵੇ, ਕਿਸੇ ਦਾ ਹੋਵੇ, ਤੁਹਾਡੀ ਬਹੁਤ ਟਾਈਟ ਨਿਟਡ ਫੈਮਿਲੀ ਆ। ਦੈਟਸ ਵਾਟ ਆਈ ਲਾਈਕ ਇਟ ਮੋਸਟ। ਅੱਛਾ, ਹੁਣ ਪੁੱਤਰ ਬੀਇੰਗ ਏ ਫਾਦਰ, ਜਦ ਹੁਣ 4 ਸਾਲਾਂ 5 ਨੂੰ ਤੇਰੇ ਪੁੱਤਰ ਬੱਚੇ ਹੋਣੇ, ਕਿਵੇਂ ਡਿਸਾਈਡ ਕਰੇਗਾ ਵੀ ਮੇਰਾ ਬੇਟਾ ਕਿਹੜੇ ਆਪਣੇ ਸਪੋਰਟਸ ਜਾਵੇ? ਹਾਊ ਯੂ ਵਿਲ ਡਿਸਾਈਡ ਬੀਇੰਗ ਏ ਫਾਦਰ? ਹਾਂਜੀ, I think it's a difficult question. ਪਰ ਮੇਰਾ ਭਰਾ ਕੋਲ ਇੱਕ ਛੋਟੀ ਬੇਟੀ ਹੋਈ ਹੈ, ਰਾਈਟ? ਆਪਾਂ always ਗੱਲ, ਥੈਂਕ ਯੂ, ਆਪਾਂ always ਗੱਲ ਕਰਦੇ ਆ। ਐਂਡ ਲਾਈਕ ਆਪਾਂ ਸੋਚਦੇ ਲਾਈਕ ਦੋ ਹੀ ਚੀਜ਼ਾਂ, ਉਹ ਹੈਪੀ ਰਹਿਣ ਤੇ ਹੈਲਥੀ ਰਹਿਣ। ਸੋ ਕਿਵੇਂ ਡਿਸਾਈਡ ਕਰਨਾ ਜੇ ਕਿਸੇ ਨੇ ਸਪੋਰਟਸ ਪਾਉਣਾ, ਕਿਵੇਂ ਦੇਖੇਗਾ? ਹਾਂਜੀ, ਆਪਾਂ obviously ਤਾਂ ਦੀ ਓਨ ਲਾਈਕ ਹੁੰਦਾ ਲਾਈਕ ਕੀ ਤੁਸੀਂ ਪਸੰਦ ਕਰਦੇ ਉਹ ਇਹ ਕਿ obviously ਉੱਥੋਂ ਜਿਹਾ ਪਾਣਾ ਬੱਚੇ ਦੇ ਉੱਪਰ, ਰਾਈਟ? ਲਾਈਕ obviously ਆਪਾਂ ਰੈਸਲਿੰਗ ਫੈਮਿਲੀ, ਮੈਂ ਰੈਸਲਿੰਗ ਤਾਂ ਪਾਣਾ, ਰਾਈਟ? ਸੋ ਜਿਹਾ obviously ਉਹ ਤੋਂ ਪਹਿਲਾਂ ਮੈਨੂੰ ਪਤਾ ਰੈਸਲਿੰਗ ਕਿੰਨੀ ਹਾਰਡ ਸੀਗੀ ਸਪੋਰਟ, ਤਾਂ ਕਿੰਨਾ ਮੈਂਟਲ ਤੁਹਾਨੂੰ ਕਿੰਨਾ ਲੈ ਕੇ ਕਿੰਨੇ ਲਾਈਕ ਰੋਲਰ ਕੋਸਟਰ ਤੁਸੀਂ ਕਹਿ ਸਕਦੇ, ਅਪ ਡਾਊਨ ਹੁੰਦਾ ਰਿਹਾ, ਰਾਈਟ? ਉਹ ਤਾਂ ਸਾਰੇ ਸਪੋਰਟਾਂ ਦੇ ਵਿੱਚ ਹੁੰਦੇ, ਸਪੈਸ਼ਲੀ ਬਟ ਸਾਡੀ ਟੀਮ ਸਪੋਰਟ ਨਹੀਂ, ਰਾਈਟ? ਇਟਸ ਅਲੋਨ, ਯੂਰ ਬਾਈ ਯੋਰਸੈਲਫ ਅ ਲੋਟ, ਤਾਂ ਦਿਮਾਗ ਤੁਸੀਂ ਆ ਵਿੱਚ, ਰਾਈਟ? ਤੁਸੀਂ ਕਰਨਾ ਜਾ ਕੇ। ਬਟ obviously like I think ਪਸੰਦ ਕਿਸੇ ਦੀ ਪਸੰਦ ਆ, ਉਹੀ ਤੁਸੀਂ ਬੱਚੇ ਦੇ ਥੋੜੇ ਤੱਕ ਨਾ ਉਹਦੇ ਉੱਪਰ। ਸੋ ਬੋਡੀ ਦੇ ਵਿੱਚ ਵੀ ਮਹਿਸੂਸ ਹੋਣਾ ਚਾਹੀਦਾ ਵੀ ਮੇਰਾ ਬੱਚਾ ਗੁੱਡ ਕਿਹਦੇ ਲਈ ਆ, ਉਹ ਵੀ ਐਨਾਲਾਈਜ਼ ਕਰਨਾ ਪੈਣਾ। ਕਿੱਦਾਂ? ਬੱਚੇ ਬਾਅਦ ਦੇਖ ਕੇ ਵੇਅਰ ਹੀ ਇਜ਼ ਗੁੱਡ ਐਟ, ਉੱਧਰ ਵੀ ਕਰਨਾ ਪੈਣਾ। ਕਰਨਾ ਪੈਣਾ। ਕਿਉਂਕਿ ਮੈਂ ਤਾਂ ਪੁੱਛ ਰਿਹਾ, ਅਸੀਂ ਟਿਪੀਕਲ ਕੀ ਕੀਤਾ, ਸੌਕਰ ਰੈਸਲਿੰਗ। ਹੁਣ ਮੈਂ ਉਹ ਜਦ ਗਿਆ ਬੇਟੇ ਦੀ, ਮੈਂ ਤਾਂ ਆਪਣੀ ਗੱਲ ਸਦਾ ਕਰਦਾ ਹੁੰਦਾ, ਮਾੜੀ ਹੋਵੇ ਮੇਰੀ ਚੰਗੀ ਹੋਵੇ, ਆਈ ਸ਼ੇਅਰ ਇਟ। ਉਹ ਜਦ ਸਕੂਲ 'ਚ ਗਿਆ, ਹੀ ਵੈਂਟ ਟੂ ਸਾਊਥ ਪੁਆਇੰਟ ਟਵਾਸਨ ਅਕੈਡਮੀ 'ਚ ਗਿਆ, ਉੱਥੇ ਜਾ ਕੇ ਉਹ ਇੰਨੀ ਵਧੀਆ ਬਾਸਕਟਬਾਲ ਖੇਡਣ ਲੱਗਿਆ, ਮੈਂ ਉਹਦੀ ਬੋਡੀ ਦੇਖ ਕੇ ਕਦੇ ਵੀ ਨਹੀਂ ਸੀ ਸੋਚਦਾ ਵੀ ਬਾਸਕਟਬਾਲ ਖੇਲੂ।
ਮੈਂ ਉਹਨੂੰ ਸੌਕਰ ਤੇ ਮਤਲਬ ਹਾਂਜੀ। ਸੋ ਇਹ ਇੱਕ ਪੇਰੈਂਟਸ ਨੂੰ ਡਿਸਕ੍ਰਿਸ਼ਨ ਦੇਣਾ ਚਾਹੀਦਾ ਵੀ ਬੇਟਾ ਮੇਰਾ ਧੀ ਕਿੱਥੇ ਚੰਗੀ। ਸੋ ਮੈਂ ਤਾਂ ਹੁਣੀ ਕਹਿਣ ਲੱਗਾ ਸੀਗਾ ਬਟ ਤੁਸੀਂ ਮੈਨੂੰ ਲੈ ਲਓ ਐਗਜ਼ਾਮਪਲ when ਤੁਸੀਂ ਮੈਨੂੰ ਦੇਖ ਕੇ ਛੋਟਾ ਹੋਇਆ whatever ਸਾਰੇ ਤੁਸੀਂ ਕਿਸੇ ਵੀ ਨੂੰ ਲਾਈਕ ਓਲਡ ਸਕੂਲ ਤੁਸੀਂ ਪੁੱਛ ਸਕਦੇ ਸਾਰੇ ਕਹਿੰਦੇ ਸੀ ਅਮਰ ਭਲਵਾਨੀ ਦੀ ਬਾਡੀ ਹੈ ਨਹੀਂ ਮੇਰੇ ਕੋਲ ਹੈ ਨਹੀਂ ਸੀਗੀ ਇਟਸ ਟਰੂ I wasn't athletic ਮੇਰੇ ਕੋਲ ਐਥਲੈਟਿਸਿਜ਼ਮ ਹੈ ਨਹੀਂ ਸੀਗਾ ਉਹ ਇਦਾਂ ਕੁਛ ਹੈ ਨਹੀਂ ਸੀ ਮੇਰੇ ਇੱਕ ਚੀਜ਼ ਸੀਗਾ ਮੇਰੇ ਕੋਲ ਲਾਈਕ ਜੋਸ਼ ਲਾਈਕ ਮੈਂ ਲਾਈਕ ਕਰਨਾ ਚਾਹੁੰਦਾ ਸੀਗਾ ਲਾਈਕ ਮੇਰਾ ਲਾਈਕ ਦਿਲ ਲਾਈਕ ਮਿਹਨਤੀ ਸੀਗਾ ਇੱਕ ਚੀਜ਼ ਹੈਗੀ ਸੀ ਮੇਰੇ ਵਿੱਚ ਸੋ ਲੁਕਿੰਗ ਐਟ ਅ ਕਿਡ ਉਹਨੂੰ ਕਹਿ ਸਕਦੇ ਲਾਈਕ ਉਹ ਥੋੜਾ ਜਿਹਾ ਮੋਟਾ ਔਰ ਥੋੜਾ ਜਿਹਾ ਟਾਲ ਉਹ ਬਾਸਕਟਬਾਲ ਕਰ ਸਕਦਾ ਔਰ ਉਹ ਛੋਟਾ ਉਹ ਭਲਵਾਨੀ ਨਹੀਂ ਕਰ ਸਕਦਾ it's not right because you don't know who's going to be the next Olympian, who's going to be the next Olympic champ. Like right now ਆਪਾਂ ਗੱਲ ਕਰਦੇ there's lots of kids out there right now ਸਾਡੇ ਕਲੱਬ ਦੇ ਵਿੱਚ ਕੋਈ ਵੀ ਕਲੱਬ ਦੇ ਵਿੱਚ ਤੁਸੀਂ ਕਹਿ ਸਕਦੇ he will be next Olympian ਕੀ ਪਤਾ ਕਿਹਨੇ ਹੋਣਾ। ਅੱਛਾ ਅਖੀਰ 'ਚ ਮਿੰਟ 4 ਰਹਿ ਗਏ the time is flying I wish to sit with you for hours and hours। ਅੱਛਾ ਹੁਣ ਇਹ ਪੁੱਤਰ ਦੱਸਿਓ ਵੀ ਸੋਸ਼ੀਓਲੋਜੀ ਦੀ ਡਿਗਰੀ ਹੋ ਗਈ ਹਾਂਜੀ ਹੋ ਗਈ ਸੋ ਫਿਰ ਹੁਣ ਪੁਲਿਸ ਅਫੀਸਰ ਬਣਨਾ ਆਪਾਂ ਹੁਣ ਸੋਚਦੇ ਆਪਾਂ ਸੈਟਲ ਹੋਣਾ ਹੈ 2-4 ਸਾਲ ਨੂੰ ਵਿਆਹ ਵੀ ਕਰਨਾ ਵੇ ਭੰਗੜੇ ਪਾਉਣੇ ਇਹਨਾਂ ਲਾਈਫ ਗੋਇੰ ਸਟਾਰਟ। ਅੱਛਾ ਇਮੀਡੀਏਟਲੀ ਪੇਰੈਂਟਸ ਨੂੰ ਬੱਚਿਆਂ ਨੂੰ ਤੇ ਇੱਕ ਮੈਨੂੰ ਇਹ ਦੱਸਿਓ ਵੀ ਫਾਈਨੈਂਸ਼ੀਅਲੀ ਬਰਡਨ ਕਿੰਨੀ ਕੁ ਹੁਣ ਕੋਈ ਨੈਕਸਟ ਟੂਰਨਾਮੈਂਟ ਤੇ ਜਾਣ ਲਈ ਡੂ ਯੂ ਨੀਡ ਸਮ ਹੈਲਪ ਫਰਮ ਕਮਿਊਨਿਟੀ। I'm lucky in the sense where ਮੈਨੂੰ ਸਪੋਰਟ ਮਿਲੀ ਹੈ ਤਾਂ ਮੈਨੂੰ ਜੌਬ ਹੈਗੀ ਓਹਾਇਓ ਸਟੇਟ ਨੇ ਦਿੱਤੀ ਹੈ ਮੈਨੂੰ ਜੌਬ ਫੁੱਲ ਟਾਈਮ ਟ੍ਰੇਨਿੰਗ ਕਰਨ ਬਟ ਇੱਥੇ ਆਪਾਂ ਇੰਨੇ ਲੱਕੀ ਹੈ ਨਹੀਂ ਲਾਈਕ like I don't think about myself too much in that sense but I think about my kids so my kids are the kids who are wrestling for the club and other clubs and the ones I grew up with and who I'm watching grew up from 5 to now right so ਮੈਂ ਇੱਕ ਚੀਜ਼ ਕਹਿਣੀ ਸੀਗੀ that we need some more support from the city when ਆਪਾਂ ਗੱਲ ਕਰਦੇ ਸੀਗੇ like ਹੁੰਦੇ like everyone ਪੁੱਛਦੇ ਹੁੰਦੇ ਉਹ ਕੈਨੇਡਾ ਕਿੰਨਾ ਸਪੋਰਟ ਤੁਹਾਨੂੰ ਦਿੰਦੇ ਮੈਂ right away ਕਹਿ ਦਿੰਦਾ ਕੈਨੇਡਾ ਦਾ ਛੱਡੋ think about your own city city ਦੀ ਸਪੋਰਟ ਕਿੰਨੀ ਸਾਨੂੰ ਮਿਲਦੀ ਆ ਮੈਂ ਚਲਾ ਕੇ ਆਇਆ ਸੀ ਗੱਡੀ ਇੱਥੋਂ ਸੜੀ ਤੋਂ ਮੈਂ ਕਿੰਨੇ ਸੌਕਰ ਫੀਲਡ ਦੇਖੇ ਕਿੰਨੇ ਬਾਸਕਟਬਾਲ ਕੋਰਟ ਦੇਖੇ ਕਿੰਨੇ ਆਈਸ ਰਿੰਕ ਕੋਰਟ ਦੇਖੇ ਮੈਟ ਰੂਮ ਕਿੰਨੇ ਸਾਡੇ ਇੱਥੇ ਸੜੀ ਦੇ ਵਿੱਚ ਇੱਕ ਮੈਟ ਰੂਮ ਆ ਉਹ ਵੀ ਰੈਂਟ ਕਰਨਾ ਉਹ ਵੀ ਜਾ ਕੇ ਰੈਂਟ ਕਰਨਾ ਉਹ ਵੀ ਆਪਾਂ ਰੈਂਟ ਕਰਦੇ ਤੇ ਨਾਲ ਹੀ ਆਪਾਂ ਦਿਨ ਵੀ ਕੱਟੇ ਸਾਡੇ ਕੋਵਿਡ ਤੋਂ ਬਾਅਦ ਆਪਾਂ 15 years ਸਾਡੇ ਰਿਹਾ ਉੱਥੇ ਆਪਾਂ ਸਾਡਾ ਕਲੱਬ ਮੈਂ ਤਾਂ ਆਪਣੀ ਗੱਲ ਕਰਦਾ ਰਿਹਾ ਆਪਣੀ ਕਲੱਬ ਦੀ ਗੱਲ ਕਰਦਾ 15 ਸਾਲ ਆਪਾਂ ਰਹਿ ਕੇ ਸਾਨੂੰ ਹੁਣ 4 ਦਿਨ ਪਹਿਲਾਂ ਸੇ ਹੁਣ ਤੁਹਾਨੂੰ ਸਾਡਾ ਇੱਕ ਦਿਨ ਕੱਟ ਕੇ ਕਿਸੇ ਹੋਰ ਨੂੰ ਦਿੱਤਾ ਰੈਸਲਿੰਗ ਵੀ ਨਹੀਂ ਕਿਸੇ ਹੋਰ ਨੂੰ ਕੋਈ ਪਤਾ ਨਹੀਂ ਮੈਨੂੰ ਮੈਂ 100% ਸ਼ੋਰ ਨਹੀਂ ਕਹਿਣੀ ਪਰ ਭੰਗੜਾ ਇੱਦਾਂ ਕੁਛ ਇੱਦਾਂ ਦੀ ਕੋਈ ਗੱਲ ਆ ਉਹ ਮੈਟ ਰੂਮ ਬਣਾਇਆ ਹੋਇਆ ਸੀਗਾ ਰਣਦੀਪ ਸੋਢੀ ਦੇ ਨਾਂ ਤੇ ਮੈਮੋਰੀਅਲ ਮੈਟ ਰੂਮ ਉਹ ਸਭ ਤੋਂ ਪਹਿਲਾਂ ਉਹੀ ਸੀਗਾ ਨੈਸ਼ਨਲ ਟੀਮ ਤੇ right number 1 ਉਹੀ ਸੀਗੇ ਲਾਈਕ ਸਭ ਤੋਂ ਬਾਅਦ ਆਪਾਂ ਆਏ ਫੇ ਉਹ ਤੋਂ ਬਾਅਦ ਰਾਈਟ ਇੰਨਾ ਲਾਈਕ ਤੁਸੀਂ ਸੋਚਣ ਵਾਲੀ ਗੱਲ ਆ so astonished ਸੋਚਣ ਵਾਲੀ ਗੱਲ ਆ ਕਿੰਨੇ ਲਾਈਕ I don't want to say it's my ਗੱਲ but it's not great right we cut our times for it and everyone talks about ਕਿੰਨੇ politician ਉੱਥੇ ਇੱਥੇ ਹੈਗੇ one thing I do want to say I want to thank Jenny Sims she's the first one that I've heard personally go out and thank and say the compliments of other wrestlers who have done good like myself, Nishan Undawa, other people in the community and not just Indo-Canadian community. Sorry, right? So that's one thank you but how many promises the city has made or the government in power right now in the city of Surrey has made to us and broken? They didn't fulfill. It's funny. ਮੈਂ 2019 ਵੇਲੇ ਦੇਖਿਆ ਤੁਹਾਡੇ ਮੈਂ ਗਿਆ ਜਦ ਨਿਊਟਨ ਵੇਵ ਪੂਲ 'ਚ ਤੁਸੀਂ ਰੈਂਟ ਕਰ ਰਹੇ ਸੀ ਖਾਲਸਾ ਦੇ ਉਦਣ okay we will make it happen October is coming no problem I noted it today let them come to my show and I'll ask them I'll get their promise on air they have to fulfill whoever going to sit in that mayor chair for sure ਆਪਾਂ ਇੱਕ ਹੋਰ ਗੱਲ ਕਹਿਣੀ ਸੀ sorry time ਇੰਨਾ ਹੈ ਨਹੀਂ but ਉਹੀ ਮੈਂ ਇੱਕ ਗੱਲ ਮੈਂ ਨੋਟਿਸ ਕਰਨੀ ਸੀਗੀ 10 ਸਾਲ ਦੇ ਵਿੱਚ ਸਾਡੇ ਪੰਜਾਬੀ ਲੋਕ ਔਰ ਇੰਡੋ ਕੈਨੇਡੀਅਨ ਲੋਕ ਕਹਿ ਸਕਦੇ I love every other sport right ਵਧੀਆ like soccer basketball ਸਭ ਕੁਝ ਵਧੀਆ ਸਪੋਰਟ ਆ right but 10 ਸਾਲ ਵਿੱਚ ਦੇਖ ਕੇ ਆਪਾਂ ਰਿਜ਼ਲਟ ਦੇਖਦੇ because ਉਹ ਗਵਰਨਮੈਂਟ ਦੇਖਦੇ ਰਿਜ਼ਲਟ ਕੌਣ ਕਿੱਥੋਂ ਜਾਂਦਾ ਔਰ ਪਾਰਟਿਸਿਪੇਸ਼ਨ right if ਤੁਸੀਂ ਪਾਰਟਿਸਿਪੇਸ਼ਨ ਦੀ ਗੱਲ ਕਰਦੇ yes ਰੈਸਲਿੰਗ ਥੱਲੇ ਆ but ਕਾਹਤੋਂ because ਇੱਕ ਮੈਟ ਰੂਮ all ਸੜੀ ਦੇ ਵਿੱਚ all BC ਦੇ ਵਿੱਚ ਤੁਸੀਂ ਕਹਿ ਸਕਦੇ ਸੜੀ ਨੇ ਇੱਕ ਮੈਟ ਰੂਮ ਬਣਾਇਆ ਕਿੰਨੇ ਸੌਕਰ ਫੀਲਡ ਬਣਾਏ I'm not hating it any of the sport ਵਧੀਆ ਸਪੋਰਟ ਆ right but ਕਿੰਨੇ ਹਾਕੀ ਦੇ and ਹੁਣ ਦੇਖਣ ਵਾਲੀ ਗੱਲ ਆ 10 ਸਾਲ ਦੇ ਵਿੱਚ ਉਹ ਇੱਕ ਮੈਟ ਰੂਮ ਦੇ ਨਾਲ whatever ਕਰਦੇ ਆਪਾਂ ਕਿੰਨੇ
ਚੰਗੇ ਐਥਲੀਟ ਨਿਕਲੇ ਸਾਡੇ। ਬਿਲਕੁਲ, ਕਿੱਥੇ ਕਾਮਨਵੈਲਥ ਹੈ, ਕਿੱਥੇ 올림픽ਸ ਹੈ, ਤੇ ਇੱਕ ਰੂਮ ਹੈ। ਯਾ ਇੱਕ ਰੂਮ ਯੂ ਆਰ ਲੱਕੀ ਤੁਸੀਂ ਯੂਨੀਵਰਸਿਟੀ ਚਲੇ ਗਏ, ਪਰ Exactly. ਜਿਹੜੇ ਇੱਥੇ ਬੱਚੇ ਇੱਥੇ ਹਜੇ ਨੈਕਸਟ ਕਿਨੇ ਨੈਕਸਟ ਉਹਨੇ ਕਿੱਥੇ ਕੀ ਕਰਨਾ। ਯਾ ਥੈਂਕ ਯੂ ਸੋ ਮਚ। ਥੈਂਕ ਯੂ ਆਲਵੇਜ਼ ਨਾਈਸ ਟੂ ਟਾਕਿੰਗ ਟੂ ਯੂ। ਬਹੁਤ ਵਧੀਆ ਲੱਗਦਾ ਤੁਹਾਡੇ ਨਾਲ ਗੱਲ ਕਰਕੇ। ਬੈਸਟ ਵਿਸ਼ੇਸ। Thank ਤੇ ਮੈਂ ਫਿਰ ਇੱਕ ਦਿਨ ਜਦ ਨੈਕਸਟ ਵਿਸਾਖੀ ਦੀ ਪਰੇਡ ਕਦੇ ਵੀ ਆਊ, ਆਈ ਨੀਡ ਯੂ, ਆਈ ਵਿਸ਼ ਟੂ ਸੀ ਯੂ ਇਨ ਯੂਨੀਫਾਰਮ। ਐਨੀ ਟਾਈਮ। ਯਾ ਹੋਪਫੁਲੀ ਟੂ। ਥੈਂਕ ਯੂ। ਥੈਂਕ ਯੂ। ਨਵੀ ਵੀਸਲੇ ਉਹਨਾਂ ਦਾ ਵੀ ਧੰਨਵਾਦ, ਖਾਲਸਾ ਰੈਸਲਿੰਗ ਕਲੱਬ ਤੋਂ, ਜਿਹੜੇ ਸਦਾ ਮੇਰੇ ਨਾਲ ਰਹਿੰਦੇ ਨੇ, ਮੈਨੂੰ ਅਪਡੇਟ ਕਰਦੇ ਰਹਿੰਦੇ ਨੇ, ਭਾਜੀ ਆਹ ਕੀਤਾ, ਅਮਰ ਨੇ ਆਹ, ਸਾਡੇ ਮੁੰਡੇ ਨੇ ਕੀਤਾ। ਸਿਰਫ ਪੇ ਮੈਂ ਜਾਂ ਲਾਈਮ ਲਾਈਟ 'ਚ ਰੱਖਦੇ ਨੇ, ਮੈਨੂੰ ਦੱਸਣਾ ਸੌਖਾ। ਧੰਨਵਾਦ, ਬੈਸਟ ਵਿਸ਼ੇਸ। ਥੈਂਕ ਯੂ। ਤੇ ਖਾਸ ਧੰਨਵਾਦ ਭੈਣ ਜੀ ਨੂੰ, ਤੁਹਾਡੀ ਮਦਰ ਨੂੰ, ਜਿਨ੍ਹਾਂ ਨੇ ਤੁਹਾਨੂੰ ਤਕੜਾ ਕੀਤਾ। ਹਾਂਜੀ, ਆਲਵੇਜ਼। ਮੂੰਹ ਦੇ ਵਿੱਚ ਬੁਰਕੀਆਂ ਤੋੜ ਪਾਈਆਂ। ਹਾਂਜੀ, ਥੈਂਕ ਯੂ। ਬੈਸਟ ਵਿਸ਼ੇਸ। ਇਹ ਸਨ ਅਮਰ ਢੇਸੀ ਦਾ ਲਈ। ਕਿੱਡੀ ਇੱਕ ਸ਼ਰਮ ਦੀ ਗੱਲ ਆ ਸ਼ਹਿਰ ਦੇ ਵਿੱਚ, ਜਿਹ 'ਚ 70% ਸਾਡੀ ਆਬਾਦੀ ਹੋਵੇ, 4 ਤੋਂ 5 ਖਾੜੇ ਹੋਣ, ਸ਼ਹਿਰ ਇੱਕ ਫੈਸਿਲਿਟੀ ਨਾ ਬਣਾ ਸਕੇ ਜਿਹਦੇ 'ਤੇ ਮੈਟ ਸਿੱਟਿਆ ਹੋਵੇ। 10 ਫੁੱਟ ਬਾਈ 10 ਫੁੱਟ ਦਾ ਇੱਕ ਕਮਰਾ ਚਾਹੀਦਾ, ਤੇ ਉੱਤੇ ਮੈਟ, ਤੇ ਉੱਤੇ ਕਿਹਾ ਹੋਵੇ ਵੀ ਆ ਲਓ ਤੁਹਾਡਾ। ਨਿਊਟਨ ਵੇਵ ਪੂਲ ਦੇ ਵਿੱਚ ਜਿਹੜਾ ਰੈਂਟ ਕਰਨਾ ਪੈਂਦਾ ਮੁੰਡਿਆਂ ਨੂੰ, ਘੱਟੋ ਘੱਟ ਇਹੀ ਕਹਿ ਦਿਓ ਵੀ ਇੰਟਰਨੈਸ਼ਨਲ ਲੈਵਲ ਦਾ ਜਿਹੜਾ ਬੱਚਾ ਹੋਊ ਕਿਸੇ ਖਾੜੇ 'ਚੋਂ, ਚੱਲ ਮੈਂ ਕਹਿ ਸਕਦਾ ਵੀ ਖਾੜਿਆਂ ਦਾ ਆਪਸ ਵਿੱਚ ਹੋ ਸਕਦੀ ਹੈ ਕੋਈ ਗੱਲ, ਪਰ ਉਹਨਾਂ ਨੂੰ ਇੱਕ ਤਾਂ ਕਹਿ ਸਕਦਾ ਵੀ ਇੰਟਰਨੈਸ਼ਨਲ ਲੈਵਲ 'ਤੇ ਜਿਹਨੇ ਵਰਲਡ ਜਾਣਾ, ਪੈਨ ਅਮਰੀਕਾ ਜਾਣਾ, ਤੇ ਜਿਹਨੇ 올림픽ਸ ਜਾਣਾ, ਉਹਦੇ ਲਈ ਆ ਫੈਸਿਲਿਟੀ ਆ, ਉਹਦੇ ਲਈ ਆ ਵਾਸ਼ਰੂਮ ਨੇ, ਉਹਦੇ ਲਈ ਆ ਸੌਣ ਨੂੰ, ਨਹਾਉਣ ਨੂੰ, ਉਹਦੇ ਆਹ ਜਗ੍ਹਾ। ਕਿੱਡੀ ਸ਼ਰਮ ਦੀ ਗੱਲ ਹੈ ਵੀ ਸਾਡਾ ਮੁੰਡਾ ਇੱਕ ਲੋਕਲ ਖਾੜੇ 'ਚੋਂ ਉੱਠ ਕੇ, ਪਹਿਲਾਂ ਰਵੀ ਸੋਢੀ ਹੋਇਆ, ਫਿਰ ਅਰਜਨ ਭੁੱਲਰ 올림픽ਸ ਗਿਆ, ਹੁਣ ਇਹ। ਕਿੱਡੀ ਵੱਡੀ ਗੱਲ ਹੈ। ਤੇ ਕੱਲ੍ਹ ਨੂੰ ਇਹ ਜਵਾਕ, ਉਹਦਾ ਮੈਂ ਚਿਹਰਾ ਵੇਖ ਰਿਹਾ ਸੀ, ਉਹ ਕਹਿੰਦਾ ਇੱਕ ਸਾਨੂੰ ਮੈਟ ਨਹੀਂ ਦੇ ਸਕਿਆ ਸ਼ਹਿਰ, ਤੇ ਸੱਦ ਲਓ ਇੱਥੇ ਕਿਸੇ ਨੂੰ, ਬਹੁਤ ਪ੍ਰਾਊਡ ਹੈ, ਪਾ ਦੇਣਗੇ ਗਲ 'ਚ ਤਮਗਾ ਪਾ ਦੇਣਗੇ। ਉਹ ਕਹਿੰਦਾ ਇੱਕ ਜਿੰਨੀ ਸਿਮਜ਼ ਆ ਜਿਹਨੇ ਸਾਨੂੰ ਘੱਟੋ ਘੱਟ ਬਾਹਰ ਜਾ ਕੇ ਸਾਨੂੰ ਇਕੱਠੇ ਕਰਕੇ ਇੱਜ਼ਤ ਦਿੱਤੀ। ਮੇਰੇ ਕਹਿਣ ਦਾ ਮਤਲਬ ਇਹ ਹੈ ਬਈ ਅਸੀਂ ਕੁਛ ਨਹੀਂ ਕਰ ਸਕੇ। ਜੇ ਤਾਂ ਡਰੱਗ 'ਚ ਜਾਂਦੇ ਨੇ, ਗੋਲੀਆਂ ਮਾਰਦੇ ਨੇ, ਫਿਰ ਅਸੀਂ ਇਕੱਠ ਕਰਕੇ ਕਹਿੰਦੇ ਹਾਂ ਸਰਕਾਰ ਕੱਖ ਨਹੀਂ ਕਰਦੀ। ਜੇ 올림픽 'ਚ ਜਾਂਦੇ ਹਾਂ, ਸਰਕਾਰ ਜਦ ਵੀ ਨਹੀਂ ਕੱਖ ਕਰਦੀ। ਦੱਸ ਮੈਨੂੰ ਕਿਹੜਾ ਮਾਡਲ ਆ ਜਿਹੜਾ ਬੱਚਾ ਸਾਡਾ ਅਡੈਪਟ ਕਰੂਗਾ? ਇਹ ਕਿੰਨਿਆਂ ਦਾ ਰੋਲ ਮਾਡਲ ਹੋਊ? ਇਹਨੂੰ ਕਿੰਨੇ ਵੇਖਦੇ ਆ? ਸਰਦਾਰ ਜੀ, 올림픽 ਦੀ ਕੁਆਲੀਫਿਕੇਸ਼ਨ ਇਹ ਬਹੁਤ ਦੂਰ ਆ। 올림픽 ਲਿਖਣਾ ਬਹੁਤ ਔਖਾ ਹੈ। ਕਾਮਨਵੈਲਥ ਦੇ ਵਿੱਚ, ਪੈਨ ਅਮਰੀਕਾ ਦੇ ਵਿੱਚ, ਬਾਕੀ ਦੇ ਦੇਸ਼ਾਂ 'ਚੋਂ ਘੁਲ ਕੇ ਫੇਰ ਜਾ ਹੋਣਾ। ਜਿਹੜੇ ਆਪਣੇ ਪਹਿਲਾਂ ਤਾਂ ਆਪਣੇ ਦੇਸ਼ ਦੇ ਵਿੱਚੋਂ 12-14 ਨੇ ਜਿਹੜੇ ਉਹਨਾਂ ਨਾਲ ਘੁਲਣਾ, ਫਿਰ ਦੇਸ਼ ਨੂੰ ਰਿਪਰੈਜ਼ੈਂਟ ਕਰਨਾ ਪੈਨ ਅਮਰੀਕਾ 'ਚ। ਉਹ ਦੇਸ਼ਾਂ ਦੇ ਉਹ 15-20 ਦੇ ਵਿੱਚੋਂ ਕੱਲਾ ਆਸਾਨ ਹੈ, ਉਹਨਾਂ ਨੂੰ ਘੁਲ ਕੇ ਫੇਰ ਜਾਣਾ ਹੈ 올림픽 ਦੇ ਵਿੱਚ ਗਾਹਾਂ। ਉੱਥੇ ਹੁਣ ਵਰਲਡ ਦੇ ਵਿੱਚ 11th ਰੈਂਕਿੰਗ ਹੈ ਅਮਰ ਢੇਸੀ ਦੀ, ਤੇ ਪਿਛਲੇ 25 ਸਾਲਾਂ ਤੋਂ ਜ਼ਿਆਦਾ ਮੈਂ ਦੇਸ਼ 'ਚ ਆਇਆ, ਕੋਈ ਮਹੀਨਾ ਕੋਈ ਇਹੋ ਜਿਹਾ ਇਕੱਠ ਨਹੀਂ ਜਿੱਥੇ ਖੜ੍ਹ ਕੇ ਸ਼ੀਰੀ ਭਲਵਾਨ ਨੇ ਲੋਕਾਂ ਨੂੰ ਨਾ ਕਿਹਾ ਗਿਆ ਯਾਰ ਕੋਈ ਮਦਦ ਕਰੋ, ਯਾਰ ਕੋਈ ਮਦਦ ਕਰੋ। ਆਹ ਭਲਵਾਨਾਂ ਦੇ ਭੋਰਾ 5-5, 7-7 ਸਾਲ ਦੇ ਜਵਾਕਾਂ ਨੂੰ ਹੱਲਾ ਸ਼ੇਰੀ ਉਹ ਮੈਟ 'ਤੇ ਦਿੰਦੇ ਨੇ, 8-8, 10-10 ਨੂੰ ਘੁਲਾ ਰਹੇ ਨੇ। ਆ ਤਾਂ ਘਰੇ ਸੋਨੇ ਵਰਗੇ ਪੁੱਤ ਜੰਮੇ ਜਦ ਲੋਕਾਂ ਦੇ ਸੋਨੇ ਦੇ ਪੁੱਤ ਬਣਾਏ। ਕੀ ਕਰਨਾ ਤੁਸੀਂ? ਕੀ ਗੱਲਾਂ ਨੇ? ਆ ਸੁਣ ਲਿਓ ਹੁਣ। ਆ ਹਲੇ ਤਾਂ ਅਕਤੂਬਰ 'ਚ ਇਲੈਕਸ਼ਨ ਆ, 4 ਮਹੀਨੇ ਹੋ ਗਏ ਸਰੀ 'ਚ ਰੌਲਾ ਪੈਂਦੇ ਨੂੰ, ਬਾਂਹ ਹੋਈ ਪਈ ਆ, ਮੈਂ ਜਿੱਤਣਾ, ਮੈਂ ਹਰਾਉਣਾ, ਇਹਦਾ ਝੱਗਾ ਪਾੜਨਾ, ਇਹਦੀ ਮੰਜੀ ਸਹੀ ਕਰਨੀ ਹੈ। ਆਹ ਮੰਜੀਆਂ ਸਹੀਆਂ ਤਾਂ ਬਾਅਦ 'ਚ ਕਰ ਲਓ, ਕਿਸੇ ਨੂੰ ਸਾਂਭ ਲਈਏ ਆਪਾਂ ਜਵਾਕ ਨੂੰ। ਜਦੋਂ ਗੋਲੀ ਮਾਰਨ ਕਰਕੇ ਕਮਿਊਨਿਟੀ ਨੂੰ ਬੈਡ ਇਟਸੈਲਫ ਫੀਲ ਕਰਾਉਂਦੇ ਨੇ ਵੀ ਇਹਦਾ ਇਹੋ ਜਿਹੇ ਹੀ ਨੇ, ਇਹ ਤਾਂ ਵੀ ਅਸੀਂ ਨੀਵੇਂ ਆ। ਜਦ ਕੋਈ ਸਟਾਰ ਪੈਦਾ ਕਰਕੇ ਜਿੱਥੇ ਅਸੀਂ ਕਹਿ ਸਕੀਏ ਨਹੀਂ ਆਹ ਵੀ ਸਾਡੇ 'ਚੋਂ ਪੈਦਾ ਹੁੰਦੇ ਨੇ, ਉਦਣ ਅਸੀਂ ਉਹਨਾਂ ਨੂੰ ਕੁਛ ਪ੍ਰੋਵਾਈਡ ਨਹੀਂ ਕਰ ਸਕਦੇ। ਇਹ ਤਾਂ ਕਿਸਮਤ ਵਾਲਾ ਸੀ, ਔਰਗਨ ਸਟੇਟ ਯੂਨੀਵਰਸਿਟੀ ਨੇ ਸਕਾਲਰਸ਼ਿਪ ਦੇ ਕੇ ਮੁੰਡੇ ਨੂੰ ਇੰਟਰਨੈਸ਼ਨਲ ਲੈਵਲ 'ਤੇ, ਨਹੀਂ ਤਾਂ ਟਿਕਟਾਂ ਨਹੀਂ ਲੈ ਹੋਈਆਂ। ਮੈਂ ਜਿਹੜੀ ਆਪਾਂ ਵੇਖੀ ਆ ਵੇਟ ਲਿਫਟਿੰਗ ਦੇ ਵਿੱਚ, ਪਾਵਰ ਲਿਫਟਿੰਗ ਦੇ ਵਿੱਚ, ਆ ਬੱਚੀਆਂ ਜਦ ਸੰਘੇੜਾ ਕੁੜੀਆਂ ਤੇ ਜਾਂ ਹੋਰ ਬੱਚੀਆਂ ਸਾਡੀਆਂ ਗਈਆਂ ਨੇ, ਉਹਨਾਂ ਦੇ ਖਰਚਿਆਂ ਦੇ ਲਈ ਸਦਾ ਕੋਚ ਮੱਖਣ ਸਿੰਘ ਸੰਧੂ ਨੂੰ ਇਕੱਠਾਂ 'ਚ ਕਹਿਣਾ ਪੈਣਾ ਯਾਰ ਇਹਨਾਂ ਦੀਆਂ ਟਿਕਟਾਂ ਲਾ ਦਿਓ, ਇਹਨਾਂ ਦੀਆਂ। ਕਾਹਦੀ ਗੱਲ ਆ ਯਾਰ ਇਹ? ਮੈਨੂੰ ਦੱਸੋ ਕੀ ਕਰਨਗੇ ਉਹ ਜਵਾਕ ਜਿਨ੍ਹਾਂ ਨੂੰ ਇੱਕ ਟਿਕਟਾਂ ਦੇ ਖਾਤਰ ਮਦਦ ਮੰਗਣੀ ਪੈਂਦੀ ਹੈ ਇਕੱਠ 'ਚ? ਦੇਸ਼ ਦਾ ਵੀ ਇਹੀ ਹਾਲ ਆ, ਸੂਬੇ ਦਾ, ਸ਼ਹਿਰ ਦਾ। ਸਪੋਰਟਸਮੈਨ ਲਈ ਕੱਖ ਨਹੀਂ ਹੈ ਸਪੋਰਟਸਮੈਨ ਲਈ।
ਅਖੀਰ ਦਮ ਤੋੜ ਜਾਂਦੇ ਨੇ। ਉਹ ਕਹਿੰਦੇ ਵੱਡ ਫਾਹਾ ਤੂੰ ਨੌਕਰੀ ਲੱਗ ਕਰਨ ਯਾਰ, ਛੱਡ ਜ਼ਿੰਦਗੀ ਸੈਟਲ ਕਰ। ਸੋ ਇਹ ਇਸ ਅਕਤੂਬਰ ਵਾਲੀ ਇਲੈਕਸ਼ਨ ਦੇ ਵਿੱਚ ਔਨ ਏਅਰ ਆ ਲੈਣ ਦੇ, ਜਿਹੜਾ ਆਉਂਦਾ ਔਨ ਏਅਰ ਉਹਨਾਂ ਤੋਂ ਵਾਅਦਾ ਲੈਣਾ, ਅਤੇ ਜੇ ਵਾਅਦਾ ਨਾ ਉਹਨਾਂ ਨੇ ਪੂਰਾ ਕੀਤਾ ਜਿਹੜਾ ਜਿੱਤੂਗਾ ਫਿਰ ਲੱਕ ਦਾ ਮੇਚਾ ਹੋਊ ਸਹੀ। ਕਈ ਖਾਸ ਖਬਰਾਂ ਦੇ ਕੇ ਘਰੇਲੂ ਹਿੰਸਾ ਦੀ ਮੈਂ ਅੱਜ ਤੁਹਾਡੇ ਨਾਲ ਗੱਲ ਕਰਨੀ ਆ। ਧਾਲੀਵਾਲ ਜੀ ਤੁਸੀਂ ਏਅਰ 'ਤੇ ਹੋ? ਹੈਲੋ। ਹਾਂਜੀ ਹੈਲੋ। ਹਾਂਜੀ ਹਾਂਜੀ, ਸਤਿ ਸ੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਇਹ ਆਪਣੇ ਭਲਵਾਨੀ ਦੀ ਗੱਲ ਤੁਸੀਂ ਕਰ ਰਹੇ ਸੀ, ਮੈਂ ਸਾਰੀ ਸਟੋਰੀ ਸੁਣੀ ਹੈ ਮੁੰਡੇ ਸ਼ਹੀਦ ਦੀ, ਤੇ ਕੋਈ ਤੁਹਾਨੂੰ ਇਤਰਾਜ਼ ਤਾਂ ਨਹੀਂ ਇਹ ਗੱਲ ਹੋਰ ਕਰੀਏਗਾ? ਕਾਹਦੀ ਗੱਲ ਕਰਨੀ ਹੈ ਤੁਸੀਂ? ਗੱਲ ਆਹ ਹੀ ਹੈ ਭਲਵਾਨੀ ਬਾਰੇ। ਨਹੀਂ, ਅਮਰ ਢੇਸੀ ਦੀ ਮੈਂ ਇੰਟਰਵਿਊ ਲੈ ਕੇ ਹਟਿਆ, ਢੇਸੀ ਬਾਰੇ ਗੱਲ ਕਰਨੀ ਹੈ, ਕਰ ਲਓ ਕੋਈ, ਵੀ ਉਹਦੇ ਨਹੀਂ, ਬੰਦੇ ਜਿਹੜਾ ਜਿੱਤਿਆ ਜਾਂ ਕਿਵੇਂ। ਨਹੀਂ, ਉਹ ਤਾਂ ਸਾਰੇ ਪਤਾ ਲੱਗ ਗਿਆ ਸੀ। ਤੁਹਾਡੇ ਕੋਲ ਅੱਜ ਉਹਨਾਂ ਦੀ ਇੰਟਰਵਿਊ ਹੋਈ ਆ, ਮੈਂ ਉਹ ਸੁਣਦਾ ਸੀ, ਮੈਂ ਸੁਣ ਕੇ ਤੁਹਾਡੇ ਨਾਲ ਗੱਲ ਕਰਨ ਲੱਗਾ। ਹਾਂ ਦੱਸੋ, ਰੈਸਲਿੰਗ ਬਾਰੇ ਕੋਈ ਗੱਲ ਕਰਨੀ ਹੈ? ਹਾਂਜੀ ਹਾਂ ਕਰੋ ਕਰੋ। ਦੇਖੋ, ਬਾਕੀ ਜਿਹੜਾ ਤੁਸੀਂ ਗੱਲ ਕੀਤੀ ਆ ਸੋਢੀ ਦੀ, ਰਵੀ ਸੋਢੀ ਦੀ, ਉਹਨੂੰ ਇੱਥੇ ਤੱਕ ਉਹਦਾ ਮਾਮਾ ਲੱਗਿਆ ਸਤਨਾਮ ਜੌਹਲ, ਤੇ ਬਾਕੀ ਜਿਹੜਾ ਜੋਗੀ ਸੀ 올림픽 ਚ ਗਿਆ ਸੀ ਰਸ਼ੀਆ ਦੇ ਵਿੱਚ ਆ ਕੇ ਮੁੰਡੇ ਤੋਂ ਹਰਿਆ, ਕੋਈ ਐਸੀ ਗੱਲ ਨਹੀਂ। ਉਹਦਾ ਫਾਦਰ ਹਰ ਵਕਤ ਉਹਦੇ ਨਾਲ ਹੁੰਦਾ ਸੀ ਤੇ ਉਹਨੂੰ ਮਤਲਬ ਪੂਰੀ ਹੁਣ ਟ੍ਰੇਨਿੰਗ ਤਾਂ ਕੀ ਦੇਣੀ, ਹੌਸਲਾ ਵਧਾਈ ਕਰਦਾ ਸੀ, ਵਧੀਆ ਸੀ। ਮੇਰੇ ਕਹਿਣ ਦਾ ਭਾਵ ਆ ਕਿ ਜਿੰਨੇ ਵੀ ਨਿਆਣਿਆਂ ਨੂੰ ਜਾਂ ਤਾਂ ਘਰੋਂ ਮਿਲੇ ਟ੍ਰੇਨਿੰਗ ਪੂਰੀ, ਤੇ ਜਿਹੜਾ ਜਦੋਂ ਘਰੋਂ ਨਾ ਕੋਈ ਪੂਰੀ ਟ੍ਰੇਨਿੰਗ ਮਿਲੇ ਤੇ ਮਾਪਿਆਂ ਨੂੰ ਉਹਨਾਂ ਨੂੰ ਚਾਹ ਹੋਵੇ ਵੀ ਬੱਚੇ ਨੂੰ ਕਿਸੇ ਪਾਸੇ ਲਾਉਣਾ, ਤਾਂ ਜੇ ਮਾਪੇ ਇਹ ਸੋਚਣ ਚਲਾ ਗਿਆ ਤਾਂ ਤਕਾ ਨੂੰ ਘਰ ਆ ਕੇ ਸੌਂ ਗਿਆ, ਫਿਰ ਨਹੀਂ ਉਹ ਗੱਲ ਬਣਦੀ। ਜੀ ਜੀ ਜੀ। ਤੇ ਆਪ ਨਿਆਣੇ ਨੂੰ, ਬੰਦੇ ਨੂੰ ਅੰਦਰੋਂ ਚਾਹਤ ਹੋਵੇ ਤੇ ਮੈਂ ਆਪਣੇ ਬੱਚੇ ਨੂੰ ਕਿਸੇ ਪਾਸੇ ਲਾਉਣਾ। ਤੇ ਜਿਹੜਾ ਰਾਪਰ ਡੱਬੇ ਦਾ ਆ ਮੁੰਡਾ, ਮੈਨੂੰ ਹਰਜੀਤ, ਉਹਦੇ ਡਾਕਟਰ ਆ। ਜੀ ਜੀ ਹਾਂਜੀ, ਚੰਗੀ ਤਰ੍ਹਾਂ ਜਾਣਦਾ, ਇੱਥੇ ਕੀ ਮੱਝ ਘੋਲਦਾ ਰਿਹਾ, ਦੇਖਦੇ ਵੀ ਰਹੇ ਆ। ਮਾਤੋਂ ਦੇ ਵਿੱਚੋਂ ਹੁੰਦੇ ਆ, ਜੇ ਨਹੀਂ ਵੀ ਮਾਰਕਾ ਵੱਜਦਾ ਤੇ ਹੌਸਲਾ ਨਹੀਂ ਛੱਡਣਾ ਚਾਹੀਦਾ, ਖੰਡਾ ਖੜਕਾਈ ਚੱਲੋ। ਜੀ ਜੀ। ਤੇ ਇੱਥੇ ਤੁਸੀਂ ਸ਼ਾਇਦ ਆਪਣੀਆਂ ਗੇਮਾਂ ਦੇ ਵਿੱਚ, ਮੈਂ ਤੁਹਾਨੂੰ ਸ਼ਾਇਦ ਜੇ ਜਾਣਦੇ ਨਹੀਂ ਫੇਸ ਟੂ ਫੇਸ, ਨਹੀਂ ਮੇਰੇ ਖਿਆਲ 'ਚ ਮੈਂ ਤੁਹਾਨੂੰ ਦੇਖਿਆ, ਜੇ ਦੇਖਿਆ ਤਾਂ ਤੁਹਾਨੂੰ ਮਿਲੇ ਨਹੀਂ। ਹੁਣ ਤਾਰਾ ਆ ਭੁੱਲਰ ਜੀ, ਉਹਨਾਂ ਦੇ ਘਰ ਆਪ ਉਹਨਾਂ ਦਾ ਬਣਾਇਆ ਖਾੜਾ, ਕਿਉਂ ਸਾਰੇ ਭਰਾਵਾਂ ਦਾ ਇਕੱਠ ਆ, ਫੈਮਿਲੀ ਦਾ ਸੰਤੋਖ ਆ, ਤੇ ਉਹਦਾ ਮੁੰਡਾ ਆ ਜਿਹੜਾ ਅਰਜਨ ਭੁੱਲਰ, ਉਹ ਬੱਚਿਆਂ ਨੂੰ ਗਾਹਾਂ ਟ੍ਰੇਨਿੰਗ ਦਿੰਦਾ, ਆਪ ਉਹ ਤਕੜਾ ਆ। ਹੁਣ ਜਿੰਨਾ ਚਿਰ ਮਾਪਿਆਂ ਨੂੰ ਇਹ ਨਹੀਂ ਹੈਗਾ ਕਿ ਮੈਂ ਬੱਚੇ ਨੂੰ, ਜੇ ਮਾੜਾ ਜਿਹਾ ਹੋਇਆ ਘਰ ਦੇ ਵਿੱਚ, ਵਾਈਫ ਨੇ ਕੁਛ ਕਿਹਾ ਤੇ ਬੰਦਾ ਵਿੱਚ ਜੱਬ ਛੱਡ ਜਾਵੇ, ਫਿਰ ਵੀ ਨਹੀਂ ਨਿਆਣਾ ਕਿਸੇ ਪਾਸੇ ਲੱਗਦਾ। ਘਰ ਦੇ ਵਿੱਚੋਂ ਜਿਹੜਾ ਇੱਕ ਫਾਦਰ ਹੋਵੇ ਜਿਹੜਾ ਕਿ ਨਿਆਣੇ ਨੂੰ ਪੂਰੀ ਟ੍ਰੇਨਿੰਗ ਦੇਵੇ, ਔਰ ਨਿਆਣਾ ਜੇ ਥੋੜਾ ਚੁਸਤ ਆ ਤੇ ਜਦ ਧੌਣ ਤੇ ਹੱਥ ਵੱਜਦੇ, ਬੰਦਾ ਆਪੇ ਚੁਸਤ ਹੋ ਜਾਂਦਾ ਹੈ। ਤੇ ਬਾਕੀ ਆ ਜਿਹੜਾ ਤੁਸੀਂ ਸ਼ਾਇਦ ਦੇਖਿਆ ਹੋਊਗਾ, ਇੱਥੇ ਮੈਂ ਤਾਂ ਜਿੰਨੇ ਕੈਨੇਡਾ ਦੇ, ਤੁਸੀਂ ਮੈਨੂੰ ਹੁਣ ਪਤਾ ਕਰ ਲੈਣ ਦਿਓ, SFU ਦੇ ਵਿੱਚ ਕਦੋਂ ਮੈਚ ਹੁੰਦੇ ਆ, ਤਕਰੀਬਨ ਅਮਰੀਕਾ ਦੇ, ਈਰਾਨ ਦੇ, ਕਾਫੀ ਕੰਟਰੀਆਂ ਦੇ ਮੱਲ ਆਉਂਦੇ ਉੱਥੇ ਆਪਣੇ ਛਿੰਝ 'ਚ ਵੀ ਨਹੀਂ ਇੰਨਾ ਇਕੱਠ ਹੁੰਦਾ ਜਿੰਨਾ ਇੱਥੇ SFU 'ਚ ਹੁੰਦਾ। ਤੇ ਤੁਹਾਨੂੰ ਕਿਤੇ ਲੈ ਚੱਲਾਂਗੇ ਨਾਲ, ਜੇ ਆਪ ਜਾਣਾ ਹੋ ਤਾਂ ਆਪ ਵੀ ਚੱਲ ਜਿਓ, ਤੇ ਉੱਥੇ ਪਤਾ ਲੱਗਦਾ ਭਲਵਾਨਾਂ ਦੀ ਕੈਟਾਗਰੀ ਦਾ, ਭਲਵਾਨਾਂ ਦੇ ਜਿਹੜੇ ਅੰਗਵਾ ਲੱਗਦੇ ਆ ਔਰ ਕਿੱਥੋਂ ਮਾਰਕਾ ਮਾਰਦੇ ਆ। ਹੁਣ ਦੇਖੋ, ਤੁਹਾਨੂੰ ਕਿਹੜਾ ਬਿਲੋਂਗ ਕਰਦਾ ਜ਼ਿਲ੍ਹਾ ਅੰਮ੍ਰਿਤਸਰ ਜੀ? ਸਵਾਲ ਬਹੁਤ ਨੇ ਧਾਲੀਵਾਲ ਸਾਹਿਬ ਤੁਹਾਡੇ, ਮੇਰੇ ਕੋਲ ਜਵਾਬ ਇਹਦੇ ਘੱਟ ਨੇ। ਜਵਾਕਾਂ ਨੂੰ ਵਧੀਆ ਆਪਾਂ ਪੜ੍ਹਾਈਏ, ਵਧੀਆ ਇੱਧਰ ਨੂੰ ਪਾਈਏ। ਮੈਂ ਪੰਜਾਬ ਤੋਂ ਹੀ ਹਾਂ ਜੀ, ਜ਼ਿਲ੍ਹਾ ਮੇਰਾ ਕੋਈ ਹੋਵੇ, ਪਰ ਗੱਲ ਇਹ ਹੈ ਵੀ ਇਹ ਜਿਹੜੇ ਸਾਡੇ ਸਟਾਰ ਅਸੀਂ ਜਿਨ੍ਹਾਂ ਦੀ ਮੈਂ ਗੱਲ ਕਰਕੇ ਹਟਿਆ, ਤੁਸੀਂ ਸ਼ਾਇਦ ਸੁਣੀ ਹੋਵੇ, ਰਵੀ ਸੋਢੀ ਦੀ ਵੀ ਗੱਲ ਕੀਤੀ ਆ, ਮੈਂ ਅਰਜਨ ਭੁੱਲਰ ਦੀ ਵੀ ਗੱਲ ਕੀਤੀ ਆ ਵੀ 올림픽ੀਅਨ ਇਹ ਮੁੰਡੇ ਸਾਡੇ, ਪਰ ਅੱਗੇ ਕਮਿਊਨਿਟੀ ਇਹਨਾਂ ਤੋਂ ਕਿਵੇਂ ਫਾਇਦਾ ਲੈ ਸਕਦੀ ਹੈ, ਗੱਲ ਉਹ ਕਰਨ ਵਾਲੀ ਹੈ ਵੀ ਫੈਸਿਲਿਟੀਜ਼ ਕਹਿ ਕੇ ਸਾਡਾ ਆਪਣੇ ਆਪ ਤੋਂ ਉੱਪਰ ਉੱਠ ਕੇ ਇਹ ਗੱਲ ਕੀਤੀ ਜਾਵੇ ਕਿ ਭਾਈ ਸਾਨੂੰ ਕੁਛ ਕਰਕੇ ਦੇ, ਮੈਨੂੰ ਰਹਿਣ ਦੇ, ਮੈਨੂੰ ਨਿੱਜੀ ਜ਼ਿੰਦਗੀ 'ਚ ਕੁਛ ਨਹੀਂ ਚਾਹੀਦਾ, ਸਾਡੇ ਜਵਾਕਾਂ ਨੂੰ ਕਰ, ਫਿਰ ਤਾਂ ਕੋਈ ਰਾਜਸੀ
ਲੈਵਲ ਤੇ ਕੁਝ ਹੋ ਸਕਦਾ। ਜੇ ਆਪਾਂ ਨਹੀਂ ਨਿੱਜ ਤੇ ਮੈਂ ਤੇ ਮੇਰਾ ਤੇ ਅਸੀਂ, ਫਿਰ ਅਸੀਂ ਕਿਸੇ ਪਾਸੇ ਨਹੀਂ ਜਾਣਾ। ਕਿਉਂਕਿ ਜੇ ਗੋਲੀਆਂ ਚੱਲਣ ਦੀ ਗੱਲ ਹੈ, ਉਹਦੇ ਵਿੱਚ ਵੀ ਸਾਨੂੰ ਘੇਰਿਆ ਜਾਂਦਾ ਵੀ ਤੁਸੀਂ ਕੱਖ ਨਹੀਂ ਕੀਤਾ। ਜੇ ਸਾਡਾ ਜਵਾਕ ਵਧੀਆ ਕੋਈ ਵੱਡੇ ਇਸ ਮੁਕਾਮ 'ਤੇ ਜਾਂਦਾ ਤਾਂ ਵੀ ਅਸੀਂ ਕਿਸੇ ਪਾਸੇ ਨਹੀਂ ਜਾਂਦੇ। ਇਹ ਬਹੁਤ ਸੀਰੀਅਸ ਇੱਕ ਡਿਸਕਸ਼ਨ ਹੈ। ਸਾਨੂੰ ਤਾਂ ਹੋਰੇ ਚੱਕਰਾਂ ਦੇ ਵਿੱਚੋਂ ਹੀ ਨਹੀਂ ਸਾਨੂੰ ਤਾਂ ਨਿਕਲਣ ਦਿੰਦੇ। ਕਦੇ ਕੁਛ ਹੋ ਗਿਆ, ਕਦੇ ਕੁਛ ਹੋ ਗਿਆ, ਕੋਈ ਰਾਜਸੀ ਚੱਕਰ ਪੈ ਗਿਆ, ਕੋਈ ਸਮਾਜਿਕ ਚੱਕਰ ਪੈ ਗਿਆ। ਹੁਣ ਭਾਈਚਾਰੇ ਦੇ ਤੌਰ 'ਤੇ ਪਹਿਲਾਂ ਤਾਂ ਅਸੀਂ 10-15 ਸਾਲ ਥੱਲੇ ਤੇ ਉੱਪਰ ਬਹਿਣ ਦਾ ਹੀ ਰੌਲਾ ਪਾਈ ਰੱਖਿਆ। ਥੱਲੇ ਬਹਿ ਕੇ ਖਾਣਾ ਤੇ ਉੱਪਰ ਬਹਿ ਕੇ ਖਾਣਾ। ਉਹਦੇ ਬਾਅਦ ਜਦ ਉਹਦੇ 'ਚੋਂ ਨਿਕਲੇ, ਆਪਣੇ ਗੁਰਦੁਆਰੇ ਬਣਾ ਲਏ, ਟੇਕ ਗਏ। ਫਿਰ ਮਿਸ਼ਨਰੀ ਆ ਗਏ, ਉਹ ਕਹਿੰਦੇ ਨਾ ਧਰਮ ਦੇ ਹਿਸਾਬ ਨਾਲ ਸੋਚੋ, ਇਸ ਤਰ੍ਹਾਂ ਆਹ ਤਾਂ ਇਹ ਗੱਲ ਗਲਤ ਆ, ਆਹ ਚੀਜ਼ ਦੀ ਸਾਨੂੰ ਤਰਕ ਆ, ਆਹ ਚੀਜ਼ ਦਾ ਵਿਖਿਆਨ ਕਰੋ, ਇਹ ਹੋਇਆ ਹੀ ਨਹੀਂ, ਇਹ ਸਾਖੀਆਂ ਕੱਖ ਨਹੀਂ। ਉਹਦੇ 'ਚ ਪੈ ਗਏ। ਹੁਣ ਇੱਥੇ ਇੱਕ ਜਿਹੜਾ ਬਹੁਤ ਵੱਡਾ ਆਉਣ ਵਾਲੇ ਦਿਨਾਂ 'ਚ ਹੋਰ ਇੱਕ ਇਸ਼ੂ ਜਿਹੜਾ ਲੋਕਲ ਸ਼ੁਰੂ ਹੋ ਰਿਹਾ, ਉਹ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇੱਥੇ ਉਹਨਾਂ ਦੇ ਸਰੂਪਾਂ ਦੀ ਛਪਾਈ ਦੇ ਬਾਰੇ, ਪ੍ਰਿੰਟਿੰਗ ਪ੍ਰੈਸ, ਜਿਹਦੇ ਬਾਰੇ ਬਹੁਤ ਸੰਗਤ ਵਿਰੋਧਤਾ ਕਰ ਰਹੀ ਹੈ। ਮੈਨੂੰ ਇਹ ਵੀ ਪਤਾ ਲੱਗਿਆ ਹੁਣੇ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਆ ਰਹੇ ਨੇ 21 ਤੇ 22 ਤਰੀਕ ਨੂੰ, ਪਰ ਉਹ ਹੋਰ ਉਹਨਾਂ ਦੀ ਜਿਹੜੀ ਸਮਾਂ ਸਾਰਨੀ ਹੈ ਉਹਦੇ ਵਿੱਚ ਉਹ ਖਾਲਸਾ ਸਕੂਲ ਦੇ ਵਿੱਚ ਤੇ ਖਾਲਸਾ ਸਕੂਲ ਦੇ ਵਿੱਚ ਇਕੱਠ ਐਡੀਟੋਰੀਅਮ 'ਚ ਵੱਡਾ ਉਹਨਾਂ ਦਾ ਖਾਲਸਾ ਸਕੂਲ ਦੇ ਆਲੇ ਦੁਆਲੇ ਆ ਇੱਕ ਵੱਡਾ ਲੈਟਰ ਜਿਹੜਾ ਉਹ ਜਿਹੜੀਆਂ ਬਾਕੀ ਸੰਸਥਾਵਾਂ ਨੇ ਗੁਰਦੁਆਰਾ ਸਾਹਿਬ ਉਹਨਾਂ ਵੱਲੋਂ ਜਿਹੜਾ ਉਹ ਕੱਢਿਆ ਗਿਆ। ਇਹਦੇ 'ਤੇ ਮੈਂ ਹੁਣ ਕੱਲ੍ਹ ਗੱਲ ਕਰਾਂਗਾ ਬਈ ਜਦ ਤੁਸੀਂ ਜਿਹੜੇ ਲੈਵਲ 'ਤੇ ਬੈਠੇ ਹੋ, ਤੁਸੀਂ ਇੱਕ ਪਹਿਲਾ ਤੁਹਾਡਾ ਟ੍ਰਿਪ ਹੈ, ਲੋਕਾਂ ਦੇ ਸੰਗਤ ਦੇ ਸਨਮੁਖ ਹੋ ਰਹੇ ਹੋ ਤੁਸੀਂ। ਜੇ ਤਾਂ ਇਕੱਲੇ ਹਰਪ੍ਰੀਤ ਸਿੰਘ ਹੋਣੀ ਹੋਵੋ ਫਿਰ ਸਾਨੂੰ ਕੋਈ ਨਹੀਂ ਮਤਲਬ, ਤੁਸੀਂ ਆ ਜਾਓ, ਤੁਸੀਂ ਚਲੇ ਜਾਓ, ਕਿਸੇ ਨੂੰ ਕੋਈ ਕਹਾਣੀ ਨਹੀਂ। ਜਦ ਤੁਸੀਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਹੋ, ਫਿਰ ਸੰਗਤ ਜਿਹੜੀ ਆ ਬਾਕੀ ਉਹ ਗੁਰਦੁਆਰਾ ਸਾਹਿਬਾਨ ਪੁਰਾਣੇ ਜਿਹੜੇ ਇੱਥੇ ਹੀ ਬਣੇ ਹੋਏ ਨੇ, ਜਿਨ੍ਹਾਂ ਨਾਲ ਸਾਡਾ ਇਤਿਹਾਸ ਜੁੜਿਆ ਹੋਇਆ, ਖਾਲਸਾ ਦੀਵਾਨ ਸੁਸਾਇਟੀ ਜਿਨ੍ਹਾਂ ਨੇ ਸੈਕੰਡ ਸਟਰੀਟ ਦਾ ਗੁਰਦੁਆਰਾ ਸਾਹਿਬ, ਰੌਸ ਗੁਰੂ ਘਰ, ਉਹਦੇ ਬਾਅਦ ਐਬਸਪੋਰਟ ਦਾ ਹੈਰੀਟੇਜ ਗੁਰਦੁਆਰਾ ਸਾਹਿਬ, ਉਸ ਤੋਂ ਬਾਅਦ ਲੋਕਲ ਸਰੀ ਦੇ ਗੁਰਦੁਆਰੇ, ਬ੍ਰਿਟਿਸ਼ ਜਿਹੜੀ ਕੋਲੰਬੀਆ ਗੁਰਦੁਆਰਾ ਕੌਂਸਲ ਅਤੇ ontario ਗੁਰਦੁਆਰਾ ਕਮੇਟੀ, ਉਹਨਾਂ ਨੇ ਜਥੇਦਾਰ ਉਹਨਾਂ ਨੂੰ ਇੱਕ ਲੈਟਰ ਖੁੱਲ੍ਹਾ ਲਿਖਿਆ। ਕੱਲ੍ਹ ਨੂੰ ਮੈਂ ਇਸ 'ਤੇ ਗੱਲ ਕਰਾਂਗਾ ਕਿਉਂਕਿ ਅੱਜ ਪ੍ਰੋਗਰਾਮ ਬਣਿਆ ਹੋਇਆ। ਸੋ ਹੁਣ ਇੱਕ ਹੋਰ ਜਿਹੜਾ ਅਗਲਾ ਇਸ਼ੂ ਤਿਆਰ ਹੋ ਰਿਹਾ ਜਿਹਦੇ ਵਿੱਚ ਦੀ ਕਮਿਊਨਿਟੀ ਲੰਘੇਗੀ, ਉਹ ਤੁਹਾਨੂੰ ਪਤਾ ਲੱਗ ਜਾਣਾ ਆਉਣ ਵਾਲੇ ਮਹੀਨੇ 2 ਮਹੀਨੇ ਦੇ ਵਿੱਚ। ਅਤੇ ਕਿਉਂਕਿ ਪ੍ਰਿੰਟਿੰਗ ਪ੍ਰੈਸ ਦਾ ਇੱਕ ਬਹੁਤ ਰੇੜਕਾ ਚਿਰ ਦਾ ਚੱਲਿਆ ਹੋਇਆ ਵੀ ਪ੍ਰਿੰਟਿੰਗ ਪ੍ਰੈਸ ਇੱਥੇ ਲੱਗਣੀਆਂ। ਪਹਿਲਾਂ ਸੰਸਕਾਰਾਂ ਦੀ ਗੱਲ ਚੱਲੀ ਸੀ, ਸੰਸਕਾਰ ਚੱਕ ਕੇ ਪੁਰਾਣੇ ਜਿੰਨੇ ਗੁਟਕੇ ਪੁਰਾਣੇ ਸਰੂਪ ਜਾ ਕੇ ਅਗਨ ਭੇਟ ਕਰ ਦਿੱਤੇ, ਉਹਦੀ ਕੋਈ ਗੱਲਬਾਤ ਨਹੀਂ ਹੈ। ਕਦੇ ਸ਼੍ਰੋਮਣੀ ਕਮੇਟੀ ਦੀ ਬੱਸਾਂ ਦੇ ਵਿੱਚ ਸਰੂਪ ਆ ਗਏ, 300 400 ਦੇ ਸਰੂਪ ਜਿਹੜੇ ਨੇ ਬੱਸ ਦੇ ਵਿੱਚ ਡਿੱਗੇ ਪਏ ਨੇ, ਬੱਸ ਖੜੀ ਆ ਪੋਰਟ 'ਤੇ। ਉਹ ਵੀ ਇਸੇ ਮੰਚ ਤੋਂ ਗੱਲ ਤੁਰੀ ਸੀ, ਇਸੇ ਮੰਚ ਤੋਂ ਉਸ ਦੀ ਗੱਲ ਤੁਰੀ। ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਦੇ ਉਸ ਸਮੇਂ ਜਿਹੜੇ ਸੇਵਾਦਾਰ ਸਨ, ਉਹਨਾਂ ਨੇ ਅੱਗੇ ਲੱਗ ਕੇ ਜਦ ਜਨਰਲ ਸੈਕਟਰੀ ਸੀ ਸਰਦਾਰ ਗੁਰਿੰਦਰ ਸਿੰਘ ਸੰਘਾ ਅਤੇ ਹਰਜਿੰਦਰ ਸਿੰਘ ਢਡਵਾੜ, ਇਹਨਾਂ ਨੇ ਰਲ ਕੇ, ਮੁੰਡਿਆਂ ਨੇ ਅਤੇ ਗਗਨ ਸਿੰਘ ਉਹਨਾਂ ਨੇ ਰਲ ਕੇ ਅਤੇ ਪਹਿਰਾ ਦੇ ਕੇ ਤਾਂ ਉਸ ਗੱਲ 'ਤੇ ਕੀਤਾ ਸੀ। ਉਹ ਸਰੂਪ ਕਿੱਥੇ ਗਏ, ਕਿਹਨਾਂ ਤੋਂ ਲੈ, ਕਿੰਨੀ ਭੇਟਾ ਲਈ, SGPC ਨੂੰ ਕਿੰਨੀ ਭੇਟਾ ਦਿੱਤੀ, ਇਹ ਹੁਣ ਦੂਜੀ ਤਿਆਰੀ ਆ। ਫਿਰ ਇਹ ਤੁਸੀਂ ਪਹਿਲਾਂ ਹੀ ਉਹਨਾਂ ਦੇ ਆਉਣ ਤੋਂ ਪਹਿਲਾਂ, ਜਥੇਦਾਰ ਸਾਹਿਬ ਦੇ ਆਉਣ ਤੋਂ ਪਹਿਲਾਂ ਗੁਰਦੁਆਰਾ ਸਾਹਿਬਾਨ ਜਿਹੜੇ ਨੇ ਉਹ ਕਹਿੰਦੇ ਵੀ ਅਸੀਂ ਕੌਣ ਹੈ, ਸੰਗਤ ਕਿੱਥੇ ਹੈ, ਗੁਰਦੁਆਰੇ ਹੋਰ ਕਿਹੜੇ ਨੇ ਜਿੱਥੇ ਤੁਸੀਂ 2 ਦਿਨਾਂ 'ਚ ਆਉਣਾ। ਅਤੇ ਇਹਦੇ 'ਤੇ ਕੱਲ੍ਹ ਨੂੰ ਮੈਂ ਗੱਲ ਕਰਾਂਗਾ, ਕੋਸ਼ਿਸ਼ ਕਰਾਂਗੇ ਪੰਜਾਬ ਤੋਂ ਕੁਛ ਮਹਿਮਾਨ ਵੀ ਲੈ ਕੇ ਆਈਏ। ਦੂਜੀ ਗੱਲ, ਵੱਡੀ ਖਬਰ ਜਿਹੜੀ ਰਿਪੋਰਟ ਆਈ ਹੈ ਮਨੀ ਲਾਂਡਰਿੰਗ ਦੀ, ਕਾਲਾ ਧਨ ਚਿੱਟਾ ਕਰਨ ਦਾ, 15,000 ਕਰੋੜ $15 ਬਿਲੀਅਨ, ਅਤੇ ਉਹਦੇ 'ਚ ਮਾਈਕ ਡਿਓਂਗ ਉਹਨਾਂ ਨੇ ਕਿਹਾ, ਕਹਿੰਦੇ ਵੀ ਅਸੀਂ ਗੌਰਮੈਂਟ ਦੇ ਵਿੱਚ ਹੁੰਦਿਆਂ ਹੋਇਆਂ ਵੱਧ ਨਹੀਂ ਕਰ ਸਕੇ। ਮੈਨੂੰ ਇਹਦੇ ਵਿੱਚੋਂ ਉਹ ਲੱਗਦਾ ਵੀ ਮਾਈਕ ਡਿਓਂਗ ਦੀ ਪ੍ਰੋਵਿੰਸ਼ੀਅਲ ਪੋਲੀਟਿਕਸ ਦੀ ਪਾਰੀ ਮੈਨੂੰ ਲੱਗਦਾ ਖਤਮ ਹੁੰਦੀ ਲੱਗਦੀ ਹੈ। ਅਤੇ ਜਿਹੜਾ ਬਹੁਤ ਜਾਂ ਫਿਰ ਇੰਨੀ ਸਾਫ਼ ਗੋਈ ਚਾਹੀਦੀ ਹੈ, ਕੀਤਾ ਹੋਣਾ ਕੱਖ ਨਹੀਂ, ਜਿਹੜੀ ਹੋ ਗਈ, ਕੋਈ ਵੀ ਇਹਦੇ ਵਿੱਚ ਜ਼ਿੰਮੇਵਾਰ ਧਿਰ ਨਹੀਂ ਹੈ। ਉਹ 15,000 ਕਰੋੜ ਕਿੱਥੋਂ ਆਇਆ, ਕਿਵੇਂ ਸਾਫ਼ ਹੋ ਗਿਆ, ਕਿੱਧਰ ਨੂੰ ਉਹ ਚਲੇ ਗਿਆ, ਕਿਸੇ ਨੇ ਪੋਲੀਟੀਸ਼ੀਅਨ ਨੂੰ ਕਿਸੇ ਨੂੰ ਇਹਦੇ 'ਤੇ ਜ਼ਿੰਮੇਵਾਰ ਨਹੀਂ ਠਹਿਰਾਇਆ, ਨਾ
ਉਸ ਸਮੇਂ ਦੇ ਪ੍ਰੀਮੀਅਰ, ਨਾ ਉਸ ਸਮੇਂ ਦਾ ਵਿੱਤ ਮੰਤਰੀ, ਉਹ ਨਾ ਉਸ ਦਾ ਜਿਹੜਾ ਇਸ ਦਾ ਮੰਤਰੀ ਰਿਸਪੌਂਸੀਬਲ ਸੀ ਕਸੀਨੋ ਦਾ, ਰਿਚ ਕੋਲਮੈਨ। ਗੱਲ ਮੁੱਕ ਗਈ ਬਸ। ਕਾਹਦੀ ਉਹ, ਕੀ ਕਹਿੰਦੇ ਹੋ ਫਿਰ ਉਹਨੂੰ, ਕੀ ਆ ਉਹ, ਕਾਹਦੀ ਉਹ ਰਿਪੋਰਟ ਆ, ਅਤੇ ਜਿਹਦੇ ਵਿੱਚ ਕੋਈ ਵੀ ਜ਼ਿੰਮੇਵਾਰ ਨਹੀਂ ਠਹਿਰਾਇਆ ਗਿਆ। $15 ਬਿਲੀਅਨ ਆ ਕੇ ਕਾਲਾ ਚਿੱਟਾ, ਹੁਣ ਵੀ ਕਾਲਾ ਚਿੱਟਾ ਹੋ ਰਿਹਾ, ਹਲੇ ਕਿਹੜਾ ਰੁਕਿਆ, ਆ ਰਿਹਾ, ਹਲੇ ਕਿਹੜਾ ਨਹੀਂ ਆ ਰਿਹਾ। ਆ ਦੇਖਿਓ ਸਰੀ 'ਚ ਗੇੜਾ ਮਾਰ ਕੇ ਬਿਜ਼ਨਸ ਕਿਹਨਾਂ ਦੇ ਖੁੱਲ ਰਹੇ ਨੇ, ਪੈਸਾ ਕਿੱਥੋਂ ਆ ਰਿਹਾ, ਕੌਣ ਲੈ ਕੇ ਆ ਰਿਹਾ, ਹਲੇ ਕਿਹੜਾ ਨਹੀਂ ਆ ਰਿਹਾ। ਜਿਨ੍ਹਾਂ ਨੇ ਤੁਹਾਨੂੰ 100 ਚੋਂ $30 ਦੇਣੇ ਨੇ, ਉਹਨਾਂ ਦੇ ਘਰ ਖਰੀਦਣੇ ਵਿੱਤ ਤੋਂ ਬਾਹਰ ਜਾ ਰਹੇ ਨੇ। $15 ਬਿਲੀਅਨ ਦੇ ਜੇ ਉਹ ਰੀਅਲ estate 'ਚ ਇਨਵੈਸਟਮੈਂਟ ਹੋ ਗਿਆ ਤਾਂ ਖਤਮ ਹੈ ਕਹਾਣੀ। ਕਮਾਓ 2 ਨੰਬਰ 'ਚ, ਖਰੀਦੋ ਸਾਫ਼ ਨੰਬਰ 'ਚ। ਇੱਥੇ 20 ਵਰੇ ਪਹਿਲਾਂ, 22 ਵਰੇ ਪਹਿਲਾਂ ਬਥੇਰੇ ਘਰ ਜਿਹੜੇ ਨੇ ਉਹ ਕੈਸ਼ ਬਣੇ ਨੇ। ਕੈਸ਼ ਬਣਨ ਤੋਂ ਬਾਅਦ ਜਿਹੜੀ ਮਨੀ ਆਉਣੀ ਆ ਬੈਂਕ 'ਚ ਜਾਣੀ ਆ, ਅਤੇ ਸਾਫ਼ ਜਾਨੂੰ ਉਹਨਾਂ ਨੂੰ ਪਤਾ ਲੱਗਾ, ਜਾਨੂੰ ਤਾਂ ਬਰਨੋਂ ਉੜ ਗਈ ਸੀ। ਵਪਾਰਕ ਸੰਦੇਸ਼ਾਂ ਤੋਂ ਬਾਅਦ ਆ ਕੇ ਗੱਲਬਾਤ ਇਹ ਵਿਸ਼ੇ ਨੇ ਜਿਨ੍ਹਾਂ 'ਤੇ ਆਉਣ ਵਾਲੇ ਦਿਨਾਂ 'ਚ ਗੱਲ ਮੈਂ ਕਰਾਂਗਾ, ਪਰ ਕਿਉਂਕਿ ਲੇਟੈਸਟ ਨੇ। ਕੱਲ੍ਹ ਨੂੰ ਮੈਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਜਥੇਦਾਰ ਦੀ ਜਿਹੜੀ 21 ਤੇ ਜੂਨ 21 ਤੇ 22 ਨੂੰ ਸ਼ਾਇਦ ਆ ਉਹਨਾਂ ਦਾ ਫੇਰੀ ਲੋਕਲ, ਉਹ ਫੇਰੀ 'ਚ ਕੀ ਹੋ ਰਿਹਾ, ਉਹਦੇ 'ਚ ਗੁਰਦੁਆਰਾ ਸਾਹਿਬਾਨ ਦੇ ਜਿਹੜੇ ਮੁੱਖ ਸੇਵਾਦਾਰ ਨੇ ਉਹਨਾਂ ਨੂੰ ਵੀ ਮੈਂ ਸ਼ਾਮਲ ਕਰਾਂਗਾ। ਭਾਈ ਦੱਸੋ, ਤੁਹਾਨੂੰ ਕੋਈ ਇੰਟੀਮੇਸ਼ਨ ਆਈ ਤੁਹਾਡੇ ਗੁਰਦੁਆਰੇ ਆਉਣਾ, ਤੁਹਾਡਾ ਕੋਈ ਇਕੱਠ ਰੱਖਿਆ ਹੋਇਆ, ਉਹ ਕੀ ਕਰਨ ਆ ਰਹੇ ਨੇ, ਕੀ ਕਰਨਾ ਉਹਨਾਂ ਨੇ, ਉਹ ਕਿਹੜੀ ਫੇਰੀ 'ਤੇ ਆ ਰਹੇ ਨੇ। ਉਹਨਾਂ ਦਾ ਨਿੱਜੀ ਟ੍ਰਿਪ ਹੈ, ਨਿੱਜੀ ਟ੍ਰਿਪ ਆ, ਫਿਰ ਇਹ ਜਨਤਕ ਨਹੀਂ ਹੋਣਾ ਚਾਹੀਦਾ। ਜੇ ਉਹ ਐਜ ਏ ਜਥੇਦਾਰ ਅਕਾਲ ਤਖ਼ਤ ਸਾਹਿਬ ਆ ਰਹੇ ਨੇ, ਵੈਸੇ ਤਾਂ ਨਿੱਜੀ ਟ੍ਰਿਪ ਦੇ ਵਿੱਚ ਵੀ ਜਥੇਦਾਰ ਤਾਂ ਜਥੇਦਾਰ ਹੀ ਨੇ, ਫਿਰ ਉਹ ਸਪੈਸੀਫਿਕਲੀ ਪਿਕ ਐਂਡ ਚੂਜ਼ ਕਿਵੇਂ ਆ ਵੀ ਇੱਥੇ ਹੀ ਜਾਣਾ, ਇੱਥੇ ਜਾਣਾ ਨਹੀਂ, ਇੱਥੇ ਨਹੀਂ ਜਾਣਾ ਨਹੀਂ ਕਹਿ ਰਿਹਾ, ਬਈ ਜਾਣਾ ਹੀ ਇੱਥੇ। ਅਤੇ ਉਹਦੇ ਵਿੱਚ ਕੀ ਹੈ ਉਹ ਕਹਾਣੀ ਮੈਂ ਤੁਹਾਨੂੰ ਕਹਿ ਕੇ ਹਟਿਆ ਨਾ ਪਿਛਲੇ ਹਫ਼ਤੇ, ਵੀ ਅੰਮ੍ਰਿਤਸਰ 'ਚ ਕੁਛ ਬੁਣਿਆ ਜਾ ਰਿਹਾ, ਪਹੁੰਚੇ ਹੋਏ ਨੇ ਇੱਥੋਂ, ਅਤੇ ਬਹੁਤ ਕੁਝ ਇਨਵੋਲਵ, ਬੜੀ ਰਾਜਨੀਤੀ ਦੀ ਇੱਕ ਗੇਮ। ਗੁਰੂ ਨਾਨਕ ਸਿੰਘ ਗੁਰਦੁਆਰਾ ਸਾਹਿਬ ਸਰੀ ਡੈਲਟਾ ਦੇ ਵਿੱਚ ਸੇਵਾਦਾਰਾਂ ਦੀ ਸਲੇਟ, ਸੇਵਾਦਾਰਾਂ ਦੀ ਚੋਣ, ਉਹਦੇ ਵਿੱਚ ਵੀ ਬਹੁਤ ਕੁਝ ਚੱਲ ਰਿਹਾ, ਬੜਾ ਕੁਛ ਕੰਟੀਨਿਊਟੀ ਹੈ ਇਹਦੇ 'ਚ, ਅਤੇ ਕੱਲ੍ਹ ਨੂੰ ਇਸ ਦੇ ਬਾਰੇ ਕਰਾਂਗੇ ਗੱਲ। ਇਹ ਢਕਿਆ ਬਹੁਤ ਰਿੱਝਿਆ ਜਾ ਰਿਹਾ, ਦਿਖਾਉਣਗੇ ਉਦਣ ਜਿੱਦਣ ਪੂਰਾ ਤਿਆਰ ਹੋ ਗਿਆ, ਪਰ ਸੰਗਤਾਂ ਨੂੰ ਪਹਿਰਾ ਦੇਣ ਦੀ ਲੋੜ ਹੈ। ਜਿਹੜੀ ਪਿਛਲੇ ਦਿਨੀਂ ਆਪਾਂ ਮੰਗਲਵਾਰ ਨੂੰ ਘਰੇਲੂ ਹਿੰਸਾ ਦੀ ਗੱਲ ਕੀਤੀ ਸੀ ਵੀ ਵੀਰਵਾਰ ਨੂੰ ਕਰਾਂਗੇ, ਉਹਦੇ ਕਾਰਨ ਅਤੇ ਉਸ ਨੂੰ ਕਿਵੇਂ ਰੋਕਿਆ ਜਾ ਸਕਦਾ, ਬਹੁਤ ਇਹ 'ਤੇ ਪ੍ਰੋਗਰਾਮ ਸੁਣੇ ਹੋਣਗੇ ਤੁਸੀਂ। ਬੇਸਿਕਲੀ ਜਿਹੜੀ ਪੀੜਤ ਧਿਰ ਹੁੰਦੀ ਹੈ, ਜੇ ਉਹਨੂੰ ਮਾਈਕ ਮਿਲ ਜਾਵੇ ਤਾਂ ਫਿਰ ਉਹ ਆਪਣੇ ਤਰੀਕੇ ਦੇ ਨਾਲ ਉਹ ਚੀਜ਼ਾਂ ਨੂੰ ਸੈੱਟ ਕਰ ਦਿੰਦੀ ਹੈ, ਕਿਉਂਕਿ ਉਹਦਾ ਜਿਹੜਾ ਮਨ ਹੈ ਉਹਨੇ ਉਸ ਤਰ੍ਹਾਂ ਹੀ ਸੋਚਣਾ। ਕੋਈ ਮਰਦ ਪੀੜਤ ਹੈ, ਮਰਦ ਦੇ ਕੋਲ ਕਿਤੇ ਪੋਡੀਅਮ ਮਿਲ ਗਿਆ, ਉਹਨੇ ਇਸਤਰੀਆਂ ਨੂੰ ਇਹ 'ਚ ਮੁਸ਼ਕਲ, ਇਸਤਰੀਆਂ ਨੂੰ ਜਿਹੜੀ ਤੰਗੀ ਜਿੱਥੇ ਆ ਅਤੇ ਉਹਨਾਂ ਨੂੰ ਪੋਡੀਅਮ ਮਿਲ ਗਿਆ, ਉਹਨਾਂ ਨੇ ਮਰਦਾਂ 'ਤੇ ਉਂਗਲ ਕਰਨੀ ਹੈ। ਪਰ ਬੇਸਿਕਲੀ ਇਹਦੀਆਂ ਤਹਾਂ ਹੋ ਸਕਦੀਆਂ ਨੇ, ਪਰ ਸਭ ਤੋਂ ਵੱਡਾ ਜਿਹੜਾ ਇਹਦੇ ਵਿੱਚ ਜੇ ਪਾਇਆ ਜਾਵੇ ਉਹ ਇਹ ਹੈ ਕਿ ਸਾਡੀ ਜਿਹੜੀ ਹਉਮੈ ਹੈ ਉਹ ਸਭ ਤੋਂ ਅੱਗੇ ਹੈ ਇਹਦੇ ਵਿੱਚ, ਹੋਰ ਤਾਂ ਰੌਲਾ ਕੋਈ ਨਹੀਂ। ਉਹੀ 2 ਇਨਸਾਨ ਨੇ ਘਰ ਦੇ ਵਿੱਚ, ਮੀਆਂ ਬੀਬੀ, ਜਿਹੜੇ ਬਾਹਰ ਹਰ ਇੱਕ ਸੈਟਅਪ ਦੇ ਵਿੱਚ ਆਪਣੇ ਆਪ ਨੂੰ ਢਾਲ ਕੇ ਸੈੱਟ ਹੋ ਜਾਂਦੇ ਆ। ਉਸ ਸਮੇਂ ਈਗੋ ਨਹੀਂ ਹੈ, ਉਹ ਕੰਮ 'ਤੇ, ਦੋਸਤਾਂ ਦੇ ਸਰਕਲ 'ਚ, ਪਬਲਿਕ ਸਰਕਲ ਦੇ ਵਿੱਚ ਉਹ ਨਹੀਂ ਉਸ ਤਰ੍ਹਾਂ ਮਹਿਸੂਸ ਕਰਦਾ ਜਿਵੇਂ ਉਹ ਜਾ ਕੇ ਘਰ ਜਾ ਕੇ ਕਰਦਾ। ਬਾਹਰ ਉਹਨੇ ਸੁਲ੍ਹਾ ਵੀ ਕਰ ਲੈਣੀ ਆ, ਕੰਮ 'ਤੇ ਆ ਜਾਂ ਨੌਕਰੀ 'ਤੇ ਆ, ਦੋਸਤਾਂ 'ਚ ਬੈਠਾ ਜਾਂ ਬੈਠੀ ਹੈ, ਮੈਂ ਦੋਨਾਂ ਲਈ ਗੱਲ ਕਰ ਰਿਹਾ, ਮਤਲਬ ਇਹਨੂੰ ਸਮਝਿਓ। ਪਰ ਜਦ ਉਹ ਘਰ ਦਾ ਜਿਹੜਾ ਦਰਵਾਜ਼ਾ ਟੱਪਦਾ, ਜਿੱਥੇ ਉਹਦਾ ਸਭ ਤੋਂ ਸਾਰਾ ਕੁਝ ਉਹਦੇ ਕਰਨ ਦਾ ਜਿਹੜਾ ਸਾਰਾ ਉਹਦਾ ਜਿਹੜਾ ਉਹਦਾ ਆਲਣਾ ਹੈ, ਉਹ ਆ ਜਿੱਥੇ ਜਾ ਕੇ ਉਹਨੇ ਖੁਸ਼ ਹੋਣਾ। ਪਰ ਉੱਥੇ ਜਾ ਕੇ ਜਿਹੜਾ ਫਨੀਅਰ ਜਾਗ ਪੈਂਦਾ, ਫਿਰ ਕਹਿੰਦਾ ਅੱਛਾ, ਬਾਹਰ ਤਾਂ ਪਾਣੀ ਦਾ ਗਲਾਸ ਧੋ ਕੇ ਕਿਸੇ ਨੂੰ ਪਿਲਾ ਸਕਦਾ, ਘਰੇ ਆ ਕੇ ਉਹ ਕਹਿੰਦਾ ਨਾ ਘਰ ਵਾਲੀ ਲੈ ਕੇ ਆਵੇ ਗਲਾਸ, ਹੁਣ ਮੈਂ ਉਹ ਤਾਂ ਕੰਮ 'ਤੇ ਤਾਂ ਪਿਲਾਇਆ ਆ, ਉੱਥੇ ਤਾਂ ਫਿਰ ਉਹਨੇ ਗੁੱਡ ਲੱਗਣਾ ਹੀ ਨਾ ਵੀ ਮੈਂ ਤਾਂ ਬਹੁਤ ਸੋਸ਼ਲ ਜੈਸਚਰਸ ਨੇ, ਮੈਨੂੰ ਗੱਲ ਕਰਨੀ ਆਉਂਦੀ ਹੈ। ਕਈ ਵਾਰ ਮੈਂ ਸੁਣਾਉਂਦਾ ਹੁੰਦਾ ਗੱਲ ਵੀ ਪਾਰਟੀਆਂ 'ਚ ਦੇਖੀ ਦੀ ਆ, ਬਹੁਤ ਲਿਆ ਕੇ ਮਾਰਟੀਨੀ ਪਿਲਾਉਂਦੇ ਨੇ, ਬਹੁਤ ਲਿਆ ਕੇ ਪਾ ਕੇ ਨਾ
ਗ੍ਰੇ ਗੂਜ਼ ਨੂੰ ਘੋਲ ਕੇ ਕ੍ਰੇਨਬੇਰੀ 'ਚ ਲਿਆ ਕੇ ਫਿਰ ਝੁੱਕ ਕੇ ਪੁੱਛਦੇ ਨੇ ਹੋਰ ਲਿਆਵਾਂ ਜੀ ਕੁਛ ਚਿਕਨ ਲਿਆਵਾਂ ਤੁਹਾਡੇ ਲਈ, ਫਿਸ਼ ਲਿਆਵਾਂ। ਘਰ ਵਾਲੀ ਕਹੇ ਸਿਰ ਦੁਖਦਾ, ਪਾਣੀ ਦਾ ਗਿਲਾਸ ਲਿਆ, ਕਹਿੰਦਾ ਉੱਠ ਕੇ ਪੀ ਲਾ। ਸੇਮ ਹੀ ਇਸਤਰੀ ਆ, ਉਹ ਪਬਲਿਕ 'ਚ ਬਹੁਤ ਉਹਨੇ ਝੁੱਕ ਕੇ ਮਿਲਣਾ, ਹੱਸ ਕੇ ਮਿਲਣਾ, ਖੁਸ਼ ਹੋ ਕੇ ਮਿਲਣਾ, ਮਹਿਕਾਂ ਛੱਡਣੀਆਂ ਨੇ, ਰਿਫਰੈਸ਼ ਕਰਨਾ ਗੱਡੀ ਦੇ ਵਿੱਚ, ਇੱਕ ਸਪਰੇਅ ਵੀ ਜਿਹੜਾ ਦੁਬਾਰਾ ਮਾਰਿਆ ਜਾਊ ਮੈਂ ਫਰੈਸ਼ ਹੋਵਾਂ। ਪਰ ਘਰੇ ਆ ਕੇ ਉਹ ਕਹਿੰਦੀ ਇਹ ਬੰਦਾ ਦਾ ਕੀ ਹੈ, ਇਹ ਤਾਂ ਨਖਿੱਧ ਹੈ, ਇਹਨੂੰ ਕੀ ਪਤਾ, ਨਾਲੇ ਇਹ ਮੇਰੇ ਖਾਣ ਦਾ ਹੀ ਹੈ ਨਹੀਂ, ਇਹ ਕੀ ਹੈ ਮੇਰੇ ਲਈ, ਕੱਖ ਨਹੀਂ ਹੈ। ਸਭ ਤੋਂ ਵੱਡੀ ਈਗੋ ਜਿਹੜੀ ਹੈ ਉਹੀ ਮਾਰਦੀ ਹੈ। ਈਗੋ ਦੇ ਅਲੱਗ-ਅਲੱਗ ਰੂਪ ਨੇ। ਫਿਰ ਉਹ ਇਹਨੂੰ ਮੈਂ ਲੈ ਕੇ ਆਇਆ, ਇਹਦਾ ਮੈਂ ਟੱਬਰ ਲੈ ਕੇ ਆਇਆ, ਇਹਦਾ ਮੈਂ ਵਿਆਹ ਨਾ ਕਰਾਉਂਦਾ, ਉੱਥੇ ਸਿਰ 'ਤੇ ਟੋਕਰਾ ਰਹਿਣਾ ਸੀ, ਹੁਣ ਤੱਕ ਲੈ ਆਹੀ ਕਹੀ ਜਾਂਦੇ ਨੇ। ਤੇਰੀ ਜ਼ਿੰਦਗੀ ਸਿੱਧੀ ਕਰਤੀ, ਤੁਸੀਂ ਤਾਂ ਮੇਰੇ ਪੈਰ ਧੋ ਪੀਆ ਕਰੋ। ਪ੍ਰਾਹੁਣਿਆਂ ਨੂੰ ਕਈ ਸਹੁਰੇ ਮਾਰੀ ਜਾਂਦੇ ਨੇ, ਲਲਕਰੇ ਬੈਠੇ, ਉਰੇ ਇੱਧਰ ਆ, ਜਾਂ ਪਾਣੀ ਲਿਆ ਚਾ ਕੇ। ਜੇ ਮੈਂ ਨਾ ਹੁੰਦਾ ਤੁਸੀਂ ਥੋੜਾ ਕੁਛ ਨਹੀਂ ਸੀ ਬਣਨਾ, ਹੁਣ ਨੂੰ 4 ਕਿੱਲੇ ਉੱਥੇ ਬੈ ਹੋ ਜਾਣੇ ਸੀ। ਇਹਦੇ ਵਿੱਚੋਂ ਹੀ, ਇਹ ਹਉਮੈ ਦੇ ਵਿੱਚੋਂ ਹੀ ਰੋਗ ਨੇ ਸਾਰੇ। ਮੈਂ ਵਧੀਆ ਲੱਗਦਾ, ਤੂੰ ਵਧੀਆ ਨਹੀਂ ਲੱਗਦੀ। ਉਹ ਕਹਿੰਦੀ ਮੈਂ ਸੁਨੱਖੀ ਬਹੁਤ ਹਾਂ, ਤੇਰਾ ਤਾਂ ਮੂੰਹ ਕਾਲੇ ਭੂੰਡ ਵਰਗਾ। ਇੱਕ ਦੂਜੇ ਤੇ ਕੱਪੜੇ, ਤੈਨੂੰ ਤਾਂ ਪਾਉਣਾ ਨਹੀਂ ਆਉਂਦਾ, 4 ਖਾਨਾ ਪਾਈ ਖੜਾ, ਤੈਨੂੰ ਮੇਰੀ ਸਾੜੀ ਤਾਂ ਲੱਗੀ ਦੇਖ, ਲਿਪਟੀ ਕਿਵੇਂ ਪਈ ਮੈਂ ਸਾੜੀ 'ਚ। ਯੂ ਡੋਂਟ ਨੋ ਹਾਊ ਟੂ ਵਾਕ ਐਂਡ ਟਾਕ। ਅੰਗਰੇਜ਼ੀ ਕਈਆਂ ਨੂੰ ਆ ਗਈ ਇੱਥੇ ਆ ਕੇ, ਬਹੁਤ ਪੰਗਾ ਹੈ, ਮੇਰੇ ਵਰਗੇ ਦੇ ਪੱਲੇ ਨਹੀਂ ਪੈਂਦੀ। ਸੋ ਇਹ ਜਿਹੜਾ ਇਹ ਸਾਰੇ ਕਲੈਕਟਿਵਲੀ ਫਿਰ ਇੱਕ ਇਕੱਠੇ ਹੁੰਦੇ ਆ, ਇਕੱਠੇ ਹੋ ਕੇ ਦੇ ਫਿਰ ਇਹ ਜਦ ਭਮੂਕਾ ਵੱਜਦਾ ਉਹਨੂੰ ਹਿੰਸਾ ਕਹਿੰਦੇ ਨੇ। ਕਈ ਵਾਰ ਘਰ ਟੁੱਟ ਜਾਂਦੇ ਨੇ। ਇੱਥੇ ਤਾਂ ਸਾਡਾ ਤਾਂ ਡਿਵੋਰਸ ਦਾ ਵੀ ਸਿਸਟਮ ਇਹੋ ਜਿਹਾ, ਦੁੱਖ ਦੀ ਕਹਾਣੀ ਹੈ। ਡਿਵੋਰਸ ਹੋ ਗਿਆ, ਵੰਡ ਲਿਆ, ਕਰ ਲਿਆ, ਫੇਰ ਵੀ ਬੈਠੀ ਲੇਡੀ ਕਹੂ ਮੇਰਾ ਐਕਸ ਕਿੱਥੇ ਰਹਿੰਦਾ ਮੈਨੂੰ ਪਤਾ ਨਹੀਂ ਲੱਗਦਾ। ਉਹ ਬੰਦਾ ਕਹਿੰਦਾ ਮੈਂ ਹੁਣ ਇਹਦੇ ਪਿੱਛੇ ਪ੍ਰਾਈਵੇਟ ਇਨਵੈਸਟੀਗੇਟਰ ਲਿਆਉਣਾ, ਮੇਰੀ ਘਰ ਵਾਲੀ ਕੰਮ ਤੋਂ, ਮੇਰੀ ਮਤਲਬ ਐਕਸ ਕੰਮ ਤੋਂ ਘਰੇ ਤੋਂ ਕੰਮ ਰਾਹ 'ਚ ਕਿੱਥੇ ਖੜਦੀ ਹੈ। ਨਾਲੇ ਸਾਰਾ ਕੁਛ ਤਲਾਕ ਹੋ ਗਿਆ, ਸਭ ਹਉਮੈ ਹੈ। ਬੰਦਾ ਜ਼ਿੰਦਗੀ ਦੇ ਵਿੱਚ ਇਸ ਨੂੰ ਜੇ ਚੈੱਕ ਕਰੇ ਬਈ ਅਸੀਂ ਬਾਹਰ ਸਿਸਟਮ ਦੇ ਵਿੱਚ ਕਿਵੇਂ ਸੈੱਟ ਆਉਂਦੇ ਹਾਂ, ਕਿਵੇਂ ਹਰ ਇੱਕ ਚੀਜ਼ ਅਸੀਂ ਕਰਦੇ ਹਾਂ, ਕਿਵੇਂ ਅਸੀਂ ਬਾਹਰ ਬਿਜ਼ਨਸ ਵਾਲਿਆਂ ਨਾਲ ਲੇਟ ਕਿਤੇ ਪਾਰਟੀ 'ਤੇ, ਕਿਤੇ ਰਾਹ 'ਚ ਕੋਈ ਗੱਡੀ ਖੜ੍ਹ ਗਈ ਭੱਜ ਕੇ ਜਾਣਾ, ਕੀ ਹੋ ਗਿਆ 911 ਕਰੀਏ, ਇਹ ਕਰੀਏ। ਘਰ ਵਾਲੀ ਕਹਿੰਦੀ ਗੱਡੀ ਮੇਰੀ ਧੋ ਦੇ, ਕਹਿੰਦਾ ਅੱਛਾ ਘਰ ਵਾਲੀ ਦੀ ਕਾਰ ਧੋਈ ਦੀ ਹੁੰਦੀ ਹੈ, ਇਹ ਤਾਂ ਬੇਇੱਜ਼ਤੀ ਬਹੁਤ ਹੈ। ਕਹਿੰਦਾ ਵੈਕਿਊਮ ਬੰਦੇ ਕਰਦੇ ਹੁੰਦੇ ਨੇ ਘਰ 'ਚ, ਇਹਦਾ ਕੰਮ ਹੈ, ਮੇਰਾ ਕੀ ਕੰਮ ਹੈ ਵੈਕਿਊਮ ਕਰਨ ਦਾ। ਬਾਹਰਲੇ ਬੰਨੇ ਕਿਤੇ ਚਾਹ ਦੀ ਘੁੱਟ ਸਾਂਝੀ ਹੋਵੇ, ਕਹਿੰਦਾ ਲੈ ਤੇਰੀ ਕਾਰ ਧੋ ਦੀਏ। ਇਹ ਸਾਰੀਆਂ ਕਲੈਕਟਿਵਲੀ ਜਦ ਫਿਰ ਇੱਕ ਦੂਜੇ ਦਾ ਮਾਣ ਨਹੀਂ ਕਰਦੇ, ਸਿਰ ਦਾ ਗਵਾਰ ਵੱਧਦਾ ਜਾਂਦਾ, ਉਹ ਹਿੰਸਾ। ਇਹ ਗੱਲ ਸਹੀ ਹੈ, ਇਹਨੂੰ ਕੌਂਸਲਰਾਂ ਦੇ ਲੈ ਜਾਓ, ਕਲੀਨਿਕਲ ਕੌਂਸਲਰਾਂ ਦੇ ਲੈ ਜਾਓ, ਇਹਨੂੰ ਇੱਧਰ ਲੈ ਜਾਓ, ਇਹਨੂੰ ਉੱਧਰ ਲੈ ਜਾਓ, ਇਹਦੇ ਵਿੱਚ ਇਹਨੂੰ ਕਹਿ ਦਿਓ ਬੇਸਿਕਲੀ ਆਹ ਚੀਜ਼ ਹੈ। ਅਤੇ ਉਹ ਘਰ ਜਿਹਨੂੰ ਬਣਾਉਣ ਦੇ ਲਈ ਤੁਸੀਂ ਟੁੱਟ ਰਹੇ ਆ, ਮਰ ਰਹੇ ਆ, ਖੱਪ ਰਹੇ ਆ, ਉਹ ਘਰ ਦੇ ਵਿੱਚ ਜਦ ਜਾ ਕੇ ਤੁਸੀਂ ਖੁਸ਼ ਨਹੀਂ ਹੈ, ਫਿਰ ਬੰਦਾ ਕਹਿੰਦਾ ਯਾਰ ਮੈਂ ਇਹੋ ਜਿਹੇ ਘਰ ਤੋਂ ਕੀ ਕਰਾਉਣਾ। ਲੇਡੀ ਕਹਿੰਦੀ ਮੈਂ ਇਹੋ ਜਿਹੇ ਘਰ 'ਚ ਕਿੱਥੇ ਜਾਣੇ ਜਿੱਥੇ ਮੇਰੇ ਜਾਂਦੇ ਮੇਰੀ ਬੇਇੱਜ਼ਤੀ ਹੋਣੀ ਹੈ। ਆ ਗਈ, ਕਿੰਨਾ ਚਿਰ ਹੋਇਆ ਕੰਮ ਛੱਡੀ ਨੂੰ, ਮੂਹਰੇ ਬੈਠਾ ਰਾਠ ਬਣਿਆ। ਜਾਂ ਉਹ ਕਹਿੰਦੀ ਵੀ ਕੰਮ ਤਾਂ ਤੇਰਾ ਐਡੀ ਦੂਰ ਹੋ ਗਿਆ। ਜਾਂ ਇੱਕ ਫੋਨ ਦੀ ਵੀ ਕਨਵਰਸੇਸ਼ਨ ਅੱਜ ਕੱਲ੍ਹ ਬਹੁਤ ਹੈ, ਦੋਨੇ ਪਾਸੇ ਮੀਆਂ ਬੀਵੀ ਜਾਂ ਫੋਨ ਕਰਦੇ ਨੇ, ਜਿਹੜੇ ਚਲੋ ਪੁੱਛਦੇ ਹੋਣਗੇ ਪਿਆਰ ਦੇ ਨਾਲ ਵੀ ਹਾਂਜੀ ਠੀਕ ਹੋ ਤੁਸੀਂ, ਜਾਂ ਉਹ ਕਹੇ ਹਾਂਜੀ ਸੁਰਾਨੀ ਜੀ ਠੀਕ ਆ ਤੂੰ। ਇੱਥੇ ਫੋਨ ਜਾਂ ਕਰਕੇ ਹੈਲੋ ਸਤਿ ਸ਼੍ਰੀ ਅਕਾਲ ਤਾਂ ਕਹਿਣੇ ਕਿ ਕਿੱਥੇ ਹੋ, ਖਤਮ। ਅਤੇ ਉਹੀ ਕਿਸੇ ਅਨਨੋਨ ਲੇਡੀ ਨੂੰ ਜਾਂ ਅਨਨੋਨ ਬੰਦੇ ਨੂੰ ਫੋਨ ਕਰਨਾ ਵੀ ਕਹਿ ਸਕਦੇ ਹੋ ਤੁਸੀਂ। ਫਿਰ ਤਹਿਜ਼ੀਬ, ਸਾਨੂੰ ਗੱਲ ਕਰਨੀ, ਸਾਨੂੰ ਲਿਖਣਾ ਆਉਂਦਾ, ਪਰ ਜਿੱਥੇ ਤੁਸੀਂ 100% ਦੇਣਾ ਉੱਥੇ ਗਰਦਨ। ਮੈਂ ਉਹ ਜਿਹੇ ਘਰ ਇਹੋ ਜਿਹੇ ਟੁੱਟਦੇ ਵੇਖੇ ਜਿਹਦੇ 'ਚ ਬੰਦੇ ਨੂੰ ਦੋਨਾਂ 'ਚੋਂ ਇੱਕ ਪਾਰਟਨਰ ਨੂੰ ਹੋ ਗਿਆ ਵੀ ਨਹੀਂ, ਨਾਲੇ ਬੱਚੇ ਹੋਏ ਨੇ, ਦੋਨਾਂ 'ਚੋਂ ਇੱਕ ਪਾਰਟਨਰ ਨੂੰ ਹੋ ਗਿਆ ਵੀ ਨਾ ਇਹਦਾ ਨਖਿੱਧ ਹੈ। ਉਹ ਦੂਜਾ ਬੰਦਾ ਜਾਂ ਇਸਤਰੀ, ਮੈਂ ਇੱਕ ਬੰਦੇ ਨੂੰ ਨਾ ਕਹਾਂ ਫਿਰ ਇੱਕ ਪਾਸੇ ਨਾਲ ਗੱਲ ਚੱਲੇ। ਜ਼ਿੰਦਗੀ ਕੱਢ ਲਈ, ਇਕੱਠੇ ਰਹਿ ਰਹੇ ਹੋ, ਇਕੱਠੇ ਸੌਂ ਰਹੇ ਹੋ, ਜਵਾਕ ਪੈਦਾ ਹੋ ਗਏ, ਉਹ ਜਵਾਕ ਜਦ ਹੋ ਗਏ 8-8 10-10 ਸਾਲ ਹੋ ਗਏ, ਨਾ ਇਹ ਤਾਂ ਮੁਸ਼ਕ ਆਉਂਦਾ ਮੈਨੂੰ, ਇਹਨੂੰ ਖਾਣਾ ਨਹੀਂ ਆਉਂਦਾ, ਬਹਿਣਾ ਨਹੀਂ ਆਉਂਦਾ। ਮੇਰੀ ਬਾਹਰ ਠਾਠ, ਮੈਂ ਗੱਲ ਕਰਦੀ ਹਾਂ, ਮੈਂ ਵੱਡੇ ਸਟੇਸ਼ਨਾਂ 'ਤੇ ਬੋਲਦੀ ਹਾਂ। ਇਹ ਕੀ ਕਹਾਣੀ ਹੈ। ਫਿਰ ਇੱਕ ਸ਼ਬਦ 20 ਫਿਰਦੀਆਂ ਤੇਰੇ ਵਰਗੀਆਂ, ਐਂ ਬੰਦਾ ਕਹਿੰਦਾ, ਉਹ ਕਹਿੰਦੀ ਮੈਂ ਤੇਰੇ ਵਰਗੇ 20 ਫਿਰਦੇ ਆ।
ਨਾ ਉਸ ਸਮੇਂ ਗੁਰੂ ਯਾਦ ਹੈ ਜਿਹਨੂੰ ਸਨਮੁਖ ਕਹਿ ਕੇ ਹੱਥ ਜੋੜ ਕੇ ਬੈਠੇ ਆ ਵੀ ਦਾਤਿਆ ਤੇਰੇ ਕੋਲ ਬੈਠੇ ਤੇਰੀ ਸ਼ਾਦੀ ਭਰਦਾ, ਮੈਂ ਤੇਰੇ ਕੋਲ ਬੈਠ ਕੇ ਤੇਰੀ ਰਜ਼ਾ ਦੇ ਵਿੱਚ ਮੈਂ ਆਹ ਕਰੂੰ ਆਹ ਕਰੂੰ ਆਹ ਕਰੂੰ। ਪੱਲੇ ਲੱਗਣ ਦੀ ਕਹਾਣੀ ਆ, ਬੰਦਾ ਡੋਮੀਨੇਟ ਹੋ ਕੇ ਮੂਹਰੇ ਚੱਲਦਾ, ਪਰ ਫਿਰ ਹਉਮੈ ਜਿਹੜੀ ਹੈ ਉਹ ਤੁਹਾਨੂੰ ਝੱਲ ਕੇ ਰੱਖ ਦਿੰਦੀ ਹੈ। 604 204 0600 ਤੁਹਾਡੇ ਇਹਦੇ 'ਚ ਹੋਰ ਜਿਹੜੇ ਇਹਦੇ 'ਚ ਸ਼ਬਦ ਜੋੜਿਓ, ਮੇਰੇ ਜਿੰਨੇ ਸੀ ਹੋਰ ਵੀ ਮੈਂ ਗੱਲ ਕਰਦਾ ਰਹਾਂਗਾ। ਤੁਸੀਂ 6042040600 ਖਬਰਾਂ ਸੁਣਾ ਕੇ ਤੁਹਾਡੀਆਂ ਕਾਲਸ ਲੈਣ। ਘਰੇਲੂ ਹਿੰਸਾ, ਮੈਂ ਹਿੰਸਾ ਤਾਂ ਰੱਬ ਨਾ ਕਰੇ, ਸੱਚੇ ਪਾਤਸ਼ਾਹ ਕਿਰਪਾ ਕਰੇ, ਕੋਈ ਇੱਕ ਦੂਜੇ 'ਤੇ ਹੱਥ ਨਾ ਚੱਕੇ। ਇਹ ਤੁਹਾਨੂੰ ਪਤਾ ਹੈ ਇੱਕ ਵਾਰ 1.5 ਸਾਲ ਦੇ ਵਿੱਚ 3, 4, 5 ਦੇ ਕਰੀਬ ਇਸਤਰੀਆਂ ਕਤਲ ਹੋ ਗਈਆਂ ਸੀ, ਵੱਢ ਟੁੱਕ ਹੋ ਗਈ ਤੇ ਬਹੁਤ ਉਹ ਮਾੜੀ ਲੱਗੀ। ਹਿੰਸਾ ਛੱਡੋ, ਹਿੰਸਾ ਦੀ ਗੱਲ ਮੈਂ ਨਾ ਕਰਾਂ, ਮੈਂ ਇਹ ਗੱਲ ਕਰਾਂ ਵੀ ਕਸ਼ੀਦਗੀ ਦੇ ਵਿੱਚ ਤੁਸੀਂ ਘਰੇ ਰਹਿਣਾ, ਉਹਨੂੰ ਕਿਵੇਂ ਵਧੀਆ ਬਣਾ ਸਕਦੇ। ਦੋਨੇ ਜੀ ਜੇ ਇਸ ਚੀਜ਼ ਨੂੰ ਸੁਖਣਾ, ਕਿੰਨਾ ਪੀਅਰ ਪ੍ਰੈਸ਼ਰ ਆ ਅੱਜ ਦੇ ਸਮੇਂ ਦੇ ਵਿੱਚ। ਘਰ ਨੂੰ ਚਲਾਉਣਾ, ਘਰ ਦਾ ਖਰਚਾ, ਉਹ $5000 ਲੈ ਕੇ ਆਉਣਾ ਘਰ ਚਲਾਉਣ ਦੇ ਲਈ, ਉਹਦੇ ਬਾਅਦ 2 ਜਵਾਕ ਜਿਹੜੇ ਪੈਦਾ ਕੀਤੇ ਨੇ ਉਹਨਾਂ ਨੂੰ ਪ੍ਰੋਪਰ ਇਨਸਾਨ ਬਣਾਉਣ ਲਈ, ਉਹਨਾਂ ਨੂੰ ਪੜ੍ਹਾਉਣਾ, ਉਹਨਾਂ ਨੂੰ ਖੇਡਾਂ 'ਚ ਲੈ ਕੇ ਜਾਣਾ, ਉਹਦੇ ਨਾਲ ਪੈਰਲਲ ਰਿਸ਼ਤੇ ਨੇ ਜਿਹੜੇ, ਉਹਨਾਂ ਨੂੰ ਸੱਸ ਨੇ ਸਹੁਰਾ ਨੇ, ਦੋਨੇ ਪਾਸੇ ਮੈਂ ਗੱਲ ਕਰਦਾ ਪਲੀਜ਼, ਇੱਕ ਬੰਦੇ ਦੀ ਨਹੀਂ ਮੈਂ ਕਰ ਰਿਹਾ, ਜਾਂ ਮਰਦ ਤੇ ਇਸਤਰੀ ਦੀ ਨਹੀਂ, ਮੈਂ ਇਨ ਜਨਰਲ ਬੰਦੇ ਦੇ ਵੀ ਸੱਸ ਸਹੁਰਾ ਨੇ, ਇਸਤਰੀ ਦੇ ਵੀ ਸੱਸ ਸਹੁਰਾ ਨੇ, ਫਿਰ ਭਾਈ ਨੇ, ਮਰਦ ਦੇ ਭਾਈ ਨੇ, ਇਸਤਰੀ ਦੇ ਭੈਣ ਭਾਈ ਨੇ, ਉਹਦੇ ਬਾਅਦ ਫਿਰ ਪਰਿਵਾਰ ਆ, ਸਿਸਟਮ ਆ, ਰਿਸ਼ਤੇਦਾਰੀਆਂ ਨੇ ਜਿੱਥੇ ਨਿਭਣਾ ਜਾ ਕੇ। ਇੰਨੀ ਕਸ਼ੀਦਗੀ ਉਹ ਮੇਨਟੇਨ ਕਰਕੇ ਉਹਦੇ ਬਾਅਦ ਜਦ ਆਪਸ ਵਿੱਚ ਵੀ ਬਾਹਰ ਹੱਸ ਲਏ, ਬਾਹਰ ਖੇਡ ਲਏ, 7-7 ਦਿਨ ਹੁਣ ਤਾਂ ਵਿਆਹ ਹੋਈ ਜਾਂਦੇ ਨੇ, ਉਹਨਾਂ ਪਾਰਟੀਆਂ 'ਚ ਤਿਆਰ, ਪੱਗ ਸੂਟ ਦੇ ਨਾਲ ਦੀ, ਜੇ ਤੇ ਬੋ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਮਿਲਦੇ ਹੀ ਨਹੀਂ, ਬਸ ਜੇ ਉਹ ਗੱਲਾਂ ਕਰਕੇ ਜਦ ਅੰਦਰ ਵੜ ਗਏ, ਜਦ ਚਾਬੀਆਂ ਦਾ ਗੁੱਛਾ ਮਾਰਿਆ ਭਗਾ ਕੇ ਤੇ ਉੱਧਰੋਂ ਪਰਸ ਮਾਰਿਆ ਭਗਾ ਕੇ, ਤਾਂ ਪਤਾ ਲੱਗ ਗਿਆ ਵੀ ਖੜਕ ਗਈ, ਬਸ ਮੈਨੂੰ ਆਹ ਨਹੀਂ ਹੋਇਆ, ਮੈਨੂੰ ਉਹ ਨਹੀਂ ਹੋਇਆ, ਦੋਨੇ ਜੀ। ਅੱਛਾ, ਇਹਦੇ ਵਿੱਚੋਂ ਜਿਹੜਾ ਅਗਲਾ ਪ੍ਰੋਡਕਟ ਹੈ, ਜਿਹਨੇ ਤੁਹਾਡਾ ਹਾਲ ਇਹ ਵੇਖਣਾ ਦੋਨੇ ਜੀਆਂ ਦਾ, ਉਹ ਜਵਾਕ ਜਿਹੜਾ ਕਹਿੰਦੇ 30 ਸਾਲ ਹੋ ਗਏ, 31 ਸਾਲ ਹੋ ਗਏ, 29 ਸਾਲ ਹੋ ਗਏ, ਕੋਈ ਕਹਿੰਦਾ ਵਿਆਹ ਨਹੀਂ ਕਰਾਉਂਦਾ, ਕੋਈ ਕਹਿੰਦਾ ਸਿੰਗਲ ਰਹਿਣਾ, ਕੋਈ ਕਹਿੰਦਾ ਬਸ ਕਾਮਨ ਲਾ ਪਾਰਟਨਰ ਨਾਲ ਰਹਿਣਾ, ਕੋਈ ਕਹਿੰਦੇ ਕੋਈ ਲੋੜ ਹੀ ਨਹੀਂ, 1 ਨਾਈਟ ਸਟੈਂਡ, ਬਸ ਜ਼ਿੰਦਗੀ ਕੱਢੋ, ਰਾਤ ਗਈ ਬਾਤ ਗਈ, ਕੱਲ੍ਹ ਨੂੰ ਅਗਲੇ ਵਾਰ ਦੇਖਾਂਗੇ, ਚਲੋ ਵਕੇਸ਼ਨ 'ਤੇ 10 ਦਿਨ ਉੱਧਰ ਘੁੰਮਿਆ, ਉੱਧਰ। ਤੁਹਾਡਾ ਸੋਸ਼ਲ ਫੈਬਰਿਕ ਖ਼ਤਮ ਹੋ ਰਿਹਾ। ਇੱਕ ਤਾਂ ਵੈਸਟਰਨਾਈਜ਼ ਵਰਲਡ ਦਾ ਐਡਾ ਜ਼ੋਰ ਹੋਣਾ ਉਹਨਾਂ 'ਤੇ, ਜਿਹਦੇ ਵਿੱਚੋਂ ਤੁਸੀਂ ਨਿਕਲ ਨਹੀਂ ਸਕਦੇ ਕਿਸੇ ਪਾਸੇ। ਅੱਛਾ, ਕੁਦਰਤ ਨੇ ਇੱਕ ਸਾਨੂੰ ਸੈਟਅਪ ਇਹੋ ਜਿਹਾ ਦੇ ਦਿੱਤਾ ਜਿਹਦੇ 'ਚ ਅਸੀਂ ਇਹ ਤੰਦਾਂ ਤੋੜ ਕੇ ਆਜ਼ਾਦ ਨਹੀਂ ਹੋ ਸਕਦੇ, ਸਿਰਫ ਇਸ ਗੱਲ 'ਤੇ ਬਈ ਅੱਛਾ ਫਲਾਣੇ ਦਾ ਡਿਵੋਰਸ ਹੋ ਗਿਆ। ਮੈਂ ਤੁਹਾਨੂੰ ਕਿਹਾ ਵੀ ਸਾਡੇ ਤਾਂ ਐਕਸ ਹੁੰਦਾ ਹੀ ਨਹੀਂ, 10-10 ਸਾਲ ਹੋ ਗਏ ਤਲਾਕ ਹੋਏ ਨੂੰ, ਬੰਦਾ ਹਲੇ ਵੀ ਦੇਖਦਾ ਮੇਰੀ ਪਹਿਲੀ ਘਰ ਵਾਲੀ ਰਹਿੰਦੀ ਕਿਹਦੇ ਨਾਲ ਆ, ਹੁਣ ਘਰ ਵਾਲੀ ਇਹ ਦੇਖਦੀ ਆ ਵੀ ਮਾਈ ਐਕਸ ਕਿੱਥੇ ਆ। ਤੁਸੀਂ ਮੈਂ ਇੱਕ ਇਹਨੂੰ ਦਿਮਾਗ 'ਚ ਲਾਇਓ ਬਈ ਕਿੰਨਾ ਪ੍ਰੈਸ਼ਰ ਹੈ ਹੁਣ। ਸਮਾਂ ਇੱਕ ਅਸਲ ਜ਼ਿੰਦਗੀ ਵਧੀਆ ਕੱਟਣ ਆਏ ਸੀ ਆਪਾਂ, ਸਾਡੇ ਇਹੋ ਜਿਹਾ ਕੁਛ ਉੱਥੇ ਘਰਾਂ 'ਚ ਹੈ ਨਹੀਂ ਸੀ, ਸਾਡੇ ਨਹੀਂ ਸੀ ਲੜਾਈਆਂ ਹੁੰਦੀਆਂ ਆਪਣੇ ਘਰਾਂ ਦੇ ਵਿੱਚ, ਥੋੜ੍ਹਿਆਂ ਪੈਸਿਆਂ 'ਚ ਸਾਡੇ ਮਾਪੇ ਖੁਸ਼ ਦੇਖੇ ਆਪਾਂ। ਇੱਥੇ ਜਦ ਅਸੀਂ ਸੋਨੇ ਦੀਆਂ ਖਾਣਾਂ ਦੇ ਵਿੱਚ 100 ਕਾਲ ਲਾਏ, ਸਾਡੀ ਜ਼ਿੰਦਗੀ ਅਸੀਂ ਕਿੱਧਰ ਨੂੰ ਲੈ ਗਏ। ਸਿਰਫ ਰੌਲਾ ਹੀ ਹਉਮੈ ਦਾ, ਮੈਂ ਉੱਚਾ ਤੂੰ ਨੀਵੀਂ ਆ, ਮੇਰੀ ਪੜ੍ਹਾਈ ਵੱਧ ਆ, ਤੈਨੂੰ ਮੈਂ ਲਿਆਇਆ, ਉਹ ਕਹਿੰਦੀ ਮੈਂ ਤੈਨੂੰ ਲਿਆਇਆ। ਉੱਥੇ ਹੜੰਬੇ 'ਤੇ ਰੁੱਗ ਲਾਈ ਜਾਂਦਾ, ਜੇ ਮੈਂ ਨਾ ਲੈ ਕੇ ਆਉਂਦੀ, ਉਹ ਕਹਿੰਦਾ ਤੂੰ ਗੋਹੇ ਦੇ ਟੋਕਰੇ ਥੱਲੇ ਰਹਿਣਾ ਸੀ ਜੇ ਮੈਂ ਨਾ ਲੈ ਆਉਂਦਾ ਤੈਨੂੰ, ਤੁਹਾਡਾ ਟੱਬਰ ਇੱਥੇ ਫਿਰਦਾ ਬੱਗ ਤੁਰਿਆ, ਮੈਂ ਲੈ ਕੇ ਆਇਆ ਇਹਨੂੰ, ਮੈਨੂੰ ਪੁੱਛ ਮੈਂ ਕਿੰਨੀ ਬਣਾਈ ਆ, ਖਰਚਾ ਮੇਰਾ ਕਿੰਨਾ ਆਇਆ। ਪਿੱਛੇ ਜੇ ਇਹ ਵੀ ਪਤਾ ਲੱਗੇ ਵੀ ਸਹੁਰਿਆਂ ਤੋਂ ਉਹ ਵੀ ਲੈਣ ਲੱਗ ਗਏ ਵੀ ਭਾਈ ਇੰਨਾ ਟੈਕਸ 4 ਸਾਲਾਂ 'ਚ ਦੇਣਾ, ਇੰਨੇ ਦਿਓ ਮੈਨੂੰ। ਪਰ ਸਭ ਤੋਂ ਵੱਡਾ ਰੋਗ ਜਿਹੜਾ ਹਉਮੈ ਦਾ, ਜਿਹੜੇ ਵੈਸਟਰਨਾਈਜ਼ ਸਿਸਟਮ 'ਚ ਰਹਿੰਦੇ, ਇਹ ਤਾਂ ਲੜਦੇ ਤਾਂ ਇਹ ਵੀ ਨੇ, ਪਰ ਇਹ ਇਸ ਤਰ੍ਹਾਂ ਸਾਡੇ ਕਾਟੋ ਪੀਟੋ ਨਹੀਂ ਹੁੰਦੇ। ਅਗਲੇ ਕਹਿੰਦੇ ਵੀ ਨਹੀਂ ਗੱਲ ਬਣੀ, ਵੀ ਆਰ ਡਨ। ਅਸੀਂ ਡਨ ਵੀ ਨਹੀਂ ਕਰਨਾ ਔਰ ਚਾਹੀਦਾ ਵੀ ਨਹੀਂ। ਤਲਾਕ ਜਿਹੜਾ ਹੈ ਉਹ ਕੋਈ ਚੀਜ਼ ਦਾ ਸਬਸਟੀਟਿਊਟ ਨਹੀਂ ਹੈ। ਤਲਾਕ ਕਰਕੇ ਗਾਂ ਕਿਹਦੇ ਨਾਲ ਰਹਿਣਾ ਤੁਸੀਂ? ਤੁਹਾਡਾ ਵੀ ਦਿਮਾਗ ਉਹ ਹੈ, ਇਸਤਰੀ ਦਾ ਵੀ 2 ਦਿਮਾਗ ਆ, ਉੱਥੇ ਫੇਰ ਫਸਣਾ।
ਗਾਹਾਂ ਕਿਹੜਾ ਸੋਨੇ 'ਚ ਘੜਿਆ ਖੜਾ ਜਾਂ ਖੜੀ ਹੈ, ਉਹ ਵੀ ਉਹੀ ਪੰਜਾਬ 'ਚੋਂ ਆਇਆ, ਉਹ ਜਿਹੀ ਕਣਕ ਬੰਨਾ ਉਹ ਹੈ, ਉਹ ਜਿਹੀ ਉਹ ਹੈ, ਉੱਥੇ ਫੇਰ ਖੜਕਣੀ ਹੈ। ਅੱਛਾ, ਜੇ ਕੋਈ ਇਕੱਲਾ ਰਹਿਣਾ ਚਾਹੁੰਦਾ, ਸਮਾਜ ਕਹਿੰਦਾ ਆ ਇਕੱਲੀ ਰਹਿੰਦੀ ਹੈ, ਉਹ ਇਕੱਲਾ ਰਹਿੰਦਾ ਹੈ, 50 ਸਾਲ ਦਾ ਇਕੱਲਾ ਤੁਰਿਆ ਫਿਰਦਾ, ਫਿਰ ਉਹ ਨਹੀਂ ਟਿਕਣ ਦਿੰਦੇ। ਪਰ ਸਾਡੇ ਜਿਹੜਾ ਪਰਿਵਾਰ ਦੇ ਵਿੱਚ ਬੜਾ ਕਲੇਸ਼ ਦੀ ਵਜ੍ਹਾ ਕੀ ਹੈ? 604 204 0600। ਸਰ ਜਸਵੀਰ ਸਿੰਘ ਜੀ। ਮਿਹਰਬਾਨੀ ਸਰਦਾਰ ਬਹਾਦਰ, ਤੁਸੀਂ ਕਈ ਵਿਸ਼ੇ ਨਾ ਇਹਦੇ ਵਿੱਚ ਇਕੱਠੇ ਕਰਤੇ ਤੇ ਕੋਸ਼ਿਸ਼ ਕਰਦੇ ਹਾਂ ਵੀ ਆਪਣੇ ਮਤ ਬੁੱਧ ਮੁਤਾਬਕ ਕੁਝ ਖਿਆਲ ਮੈਂ ਪ੍ਰਗਟ ਕਰ ਸਕਾਂ। ਜੀ ਜ਼ਰੂਰ। ਅਸੀਂ ਆਪਣੇ ਆਪ ਨੂੰ ਸਿੱਖ ਕਹਾਉਂਦੇ ਹਾਂ, ਸਾਡੇ ਸਿੱਖਾਂ ਦਾ ਮਸਲਾ ਬਹੁਤ ਆਤ ਵਿੱਚ ਤੁਸੀਂ ਜਿਹੜਾ ਉਹਨੂੰ ਡਿਸਕਸ ਕਰ ਰਹੇ ਹੋ, ਤੇ ਅਸੀਂ ਸਿੱਖੀ ਨੂੰ ਧਾਰਨ ਕਰਨ ਦਾ ਜਿਹੜਾ ਪਖੰਡ, ਮੈਂ ਵੀ ਵਿੱਚ ਆ ਇਹਦੇ ਵਿੱਚ, ਕਿਸੇ ਹੋ ਸਕਦਾ ਕਈਆਂ ਨੂੰ ਮੇਰੇ ਸ਼ਬਦ ਥੋੜੇ ਜਿਹੇ ਸਖਤ ਲੱਗਣ ਅੱਜ, ਅਸੀਂ ਇਹਨੂੰ ਪਖੰਡ ਬਣਾਇਆ ਹੋਇਆ। ਪਖੰਡ ਦਾ ਮਤਲਬ ਇਹ ਹੈ ਕਿ ਨੌ ਸਿੱਖੀ ਦਾ ਕੰਮ ਆਪਣੇ। ਔਰ ਇੱਕ ਚੀਜ਼ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੇ ਜੋੜ ਬਣੇ ਨੇ ਪੰਜਾਬ ਤੋਂ ਤੇ ਇੱਥੇ ਆ ਕੇ, ਉਹ ਨਾ ਹੁਣ ਤੱਕ ਸੁਖੀ ਹੋਏ ਨੇ। ਉਹਨਾਂ 'ਚੋਂ ਐਵੇਂ ਗਿਣਤੀ ਦੇ 0.12% ਹੋਣਗੇ, ਔਰ ਨਾ ਉਹ ਗਾਂਹ ਬਣਨੇ ਨੇ, ਕਿਉਂਕਿ ਗਾਂਹ ਦੇ ਹਾਲਾਤ ਜਿਹੜੇ ਸਾਡੇ ਸਟੂਡੈਂਟ ਬੱਚੇ ਆ ਰਹੇ ਨੇ ਉਹ ਵੀ ਸੌਦੇਬਾਜ਼ੀ ਤੇ ਆ ਰਹੇ ਨੇ। ਇਹ ਗੱਲ ਸਾਨੂੰ ਪਹਿਲਾਂ ਸਮਝ ਲੈਣੀ ਚਾਹੀਦੀ ਹੈ। ਔਰ ਇਹਦੇ ਵੱਡੇ ਹੋਰ ਨਤੀਜੇ, ਭੈੜੇ ਪਰਿਵਾਰਾਂ ਦਾ ਟੁੱਟਣਾ, ਬਰਬਾਦੀ, ਡਿਵੋਰਸ ਤੇ ਇਹ ਹੋਣਾ, ਕਿਉਂਕਿ ਇਹ ਮੈਂ ਤਾਂ ਪਹਿਲਾਂ ਸ਼ਬਦ ਕਹੇ ਨੇ ਕਿ ਇਹਦਾ ਕਾਰਨ ਇਹ ਹੈ ਕਿ ਜਿਹੜਾ ਵਿਆਹ ਦਾ ਸਿਸਟਮ ਹੈ ਨਾ, ਉਹ ਹੈ ਦੋਨਾਂ ਦੀ ਮਤ ਦਾ ਬਰਾਬਰ ਵਿੱਚ ਸਮਤੋਲ ਹੋਣਾ। ਔਰ ਜਦੋਂ ਅਸੀਂ ਗੁਰੂ ਦੀ ਗੱਲ ਕਰਦੇ ਹਾਂ ਤੇ ਗੁਰੂ ਦੀ ਗੱਲ ਦੇ ਵਿੱਚ ਜਿਹੜਾ ਕੰਮ ਹੈ ਉਹ ਤਾਂ ਅਸੀਂ ਕਰਦੇ ਨਹੀਂ, ਅਸੀਂ ਤਾਂ ਉਹ ਕੰਮ ਕਰਦੇ ਹਾਂ। ਹੁਣ ਮੈਂ ਪੜ੍ਹਦਾ ਸੀ, ਕਹਿੰਦਾ ਦੇਖ ਫੂਲ ਫੁੱਲ ਹੈ, ਅਹੰ ਤਿਆਗ ਤਿਆਗੈ। ਇਹ ਦੋ ਸ਼ਬਦ ਨੇ ਬਈ ਕਿਹੜੇ ਕੰਮਾਂ ਦੇ ਜਿਹੜੇ ਬਾਹਰਲੇ ਫੁੱਲ ਖਿੜੇ ਤਾਂ ਸਾਨੂੰ ਦਿੰਦੇ ਨੇ, ਬਈ ਕੀ ਮੇਰੇ ਅੰਦਰ ਕੋਈ ਫੁੱਲ ਖਿੜਿਆ, ਮਤਲਬ ਮੇਰੇ ਅੰਦਰ ਖੜਾ ਹੈ, ਤੇ ਜਿਹੜੀ ਮੇਰੇ ਮਤ ਦੇ ਵਿੱਚ ਹਉਮੈ ਹੈ ਉਹ ਮੈਂ ਆਪਣੇ ਆਪ ਨੂੰ ਦੂਰ ਕਰਨ ਦੀ ਸਮਰੱਥਾ ਰੱਖਦਾ, ਮੈਨੂੰ ਸਮਝ ਹੈ। ਹੁਣ ਇਹ ਦੋਨਾਂ ਤੇ ਲਾਗੂ ਹੁੰਦੀ ਹੈ, ਚਾਹੇ ਉਹ ਆਦਮੀ ਹੈ ਜਾਂ ਇਹ ਔਰਤ ਹੈ। ਹੁਣ ਵਿਆਹ ਦਾ ਜਿਹੜਾ ਤਕਾਜ਼ਾ ਸਾਡਾ, ਅਗਰ ਅਸੀਂ ਉੱਤੇ ਇਮਾਨਦਾਰੀ ਨਾਲ ਵੇਖੀਏ, ਉਹ ਇਹ ਹੈ ਕਿ ਕੁੜੀ ਦਾ ਮਾਪਿਆਂ ਨੇ ਵਿਆਹ ਕਰਨਾ ਤੇ ਮੁੰਡਾ ਕਮਾਉਂਦਾ ਕਿੰਨਾ ਹੈ, ਸੋਹਣਾ, ਜ਼ਮੀਨ ਜਾਇਦਾਦ ਕਿੰਨੀ ਹੈ, ਜਾਂ ਉਹਦੀ ਨੌਕਰੀ ਕਿੰਨੀ ਹੈ, ਤੇ ਮੁੰਡਾ ਦਾ ਸੁਭਾਅ ਕਿਹੋ ਜਿਹਾ, ਇਹਦੀ ਵੀ ਪਰਵਾਹ ਹੈ। ਤੇ ਕੁੜੀ ਨੂੰ ਅਸੀਂ ਜਦੋਂ ਵਿਆਹੁੰਦੇ ਹਾਂ ਉਹ ਇਹ ਦੇਖਦੇ ਹਾਂ ਵੀ ਮੈਂ ਬਾਹਰ ਜਾਣਾ, ਜੇ ਬਾਹਰ ਕੁੜੀ ਹੈ ਪੈਸੇ ਮੈਂ ਇੰਨੇ ਲਾ ਦੂੰਗਾ, ਮੈਂ ਬਾਹਰ ਚਲੇ ਜਾਵਾਂ। ਤੇ ਕੁੜੀ ਵੀ ਲੈ ਆਉਂਦੀ ਆ ਵੀ ਮੁੰਡਾ ਵੇਖਣ ਨੂੰ ਸੋਹਣਾ, ਇੰਜੀਨੀਅਰ ਲੱਗਿਆ ਹੋਇਆ, ਇੱਥੇ ਆ ਕੇ ਕੰਮ ਕਰੂ ਤੇ ਮੌਰਗੇਜਾਂ ਲਾਊ ਤੇ ਵਧੀਆ ਕੰਮ। ਬੇਸਿਕਲੀ ਜਿਹੜਾ ਸਾਡਾ ਵਿਆਹ ਸਰਦਾਰ ਬਹਾਦਰ, ਉਹ ਵਿਆਹ ਸੰਸਾਰਕ ਸਮੱਸਿਆਵਾਂ ਦੇ ਸੁਲਝਾਉਣ ਦੇ ਉੱਤੇ ਇੱਕ ਕਿਸਮ ਦੀ ਦੂਸਰੇ ਦੀ ਤਾਕਤ ਨੂੰ ਆਪਣੀ ਤਾਕਤ ਬਣਾਉਣਾ ਹੈ। ਹੁਣ ਜਦੋਂ ਸਮਾਜ ਦੇ ਇਹਨਾਂ ਹਿੱਸਿਆਂ ਨੂੰ, ਸਰੀਰ ਦੇ ਜਾਂ ਜਿਹੜੇ ਦਿਮਾਗ ਦੇ ਜਾਂ ਸਾਡੇ ਜਿਹੜੇ ਰਿਸ਼ਤੇ ਦੇ ਹਿੱਸੇ ਨੇ, ਅਗਰ ਉਹਨਾਂ ਦੇ ਨਾਲ ਅਸੀਂ ਤੋਲਦੇ ਨਹੀਂ, ਮੈਂ ਵਿਆਹ ਕਰਾਉਣਾ ਹੈ, ਮੇਰੇ ਨਾਲ ਜਿਹੜੀ ਲੜਕੀ ਦਾ ਵਿਆਹ ਹੋਣਾ ਹੈ, ਮੇਰੀ ਪੜ੍ਹਾਈ, ਮੇਰਾ ਸਰੀਰ ਦੀ ਬਣਤਰ, ਮੇਰਾ ਖਾਣ ਪੀਣ, ਮੇਰਾ ਬਹਿਣ ਉੱਠਣ ਤੇ ਮੇਰਾ ਆਪਸ ਵਿੱਚ ਹੀ ਮਿਲਵਰਤਨ ਦਾ ਲਹਿਜਾ ਮਿਲਦਾ ਕਿ ਨਹੀਂ ਮਿਲਦਾ? ਮਿਲਾਪ ਤਾਂ ਉੱਥੇ ਹੋਣਾ। ਹੁਣ ਤੁਸੀਂ ਗੱਲ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਕੋਲੇ, ਅਸੀਂ ਮੈਂ ਬਿਲਕੁਲ ਸਹਿਮਤ ਹਾਂ। ਗੁਰੂ ਗ੍ਰੰਥ ਸਾਹਿਬ ਜੀ ਕੋਲੇ ਅਸੀਂ ਵਿਆਹ ਇਸ ਕਰਕੇ ਨਹੀਂ ਕਰਦੇ ਕਿ ਸਾਡੇ ਵਿੱਚ ਗੁਣ ਨੇ, ਉਹ ਵਿਆਹ ਅਸੀਂ ਇਸ ਕਰਕੇ ਕਰਦੇ ਹਾਂ ਕਿ ਇਵੇਂ ਵਿਆਹ ਹੋ ਕੇ ਸਮਾਜ ਇਹਨੂੰ ਮਾਨਤਾ ਦਿੰਦਾ। ਜਾਂ ਸੈਰੇਮਨੀ ਹੈ ਵੀ ਇੱਥੇ ਕਰਾਉਣੀਆਂ ਪੈਣੀਆਂ ਨੇ 4 ਲਾਵਾਂ ਬਸ। ਬਿਲਕੁਲ। ਦੇਖੋ ਅਸੀਂ ਗੁਰੂ ਸਾਹਿਬ ਦਾ ਨਾਮ ਲੈਂਦੇ ਹਾਂ। ਹੁਣ ਤੁਸੀਂ ਦੇਖੋ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਕਹਿਣਾ ਜੀ ਮੈਂ ਸਿੱਖ ਹਾਂ, ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ, ਮੈਂ ਦਾੜੀ ਵੀ ਕਟਾਉਣਾ, ਮੁੱਛਾਂ ਵੀ ਕਟਾਉਣਾ, ਸ਼ਰਾਬ ਵੀ ਪੀਣਾ, ਤੇ ਮੈਂ ਈਵਨ ਜਿਹੜੀਆਂ ਅੱਜ ਕੱਲ੍ਹ ਬੀਬੀਆਂ ਨੇ ਉਹ ਵੀ ਸ਼ਰਾਬ ਵੀ ਪੀਂਦੀਆਂ ਨੇ, ਵਾਲ ਵੀ ਕਟਾਉਂਦੀਆਂ ਨੇ, ਇਹ ਵੀ ਅਸੀਂ ਕਹਿੰਦੇ ਹਾਂ ਵੀ ਅਸੀਂ ਸਿੱਖ ਹਾਂ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜੋ ਗੁਰ ਕਹੇ, ਜਿਹੜਾ ਕੁਛ ਗੁਰ ਗਿਆਨ ਕਹਿੰਦਾ ਹੈ, ਸੋ ਅਸੀਂ ਉਹਨੂੰ ਮੰਨਦੇ ਹਾਂ। ਜੇ ਅਸੀਂ ਨਹੀਂ ਮੰਨਦੇ ਫਿਰ ਇਹ ਪਖੰਡ ਨਹੀਂ ਤੇ ਸਰਦਾਰ ਬਹਾਦਰ ਹੋਰ ਕੀ ਹੈ? ਇਹਦੀ ਹਾਲਾਤ ਐਵੇਂ ਰਹਿਣੇ ਨੇ। ਦੇਖੋ ਜਿਹੜੀ ਤੁਸੀਂ ਗੱਲ ਕਰਦੇ ਹੋ, ਮੈਂ ਇਹਦੇ ਨਾਲ ਬਿਲਕੁਲ ਮੁਤਫਿਕ ਹਾਂ ਵੀ ਇਹ ਸਾਡੀ ਪਰਿਵਾਰਾਂ ਦੀ, ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਖਲਵਾੜ ਹੈ, ਦੁਰਦਸ਼ਾ, ਪਰ ਇਹਦਾ ਹੱਲ ਹੈ ਹੀ ਨਹੀਂ।
ਇਹਦਾ ਹੱਲ ਤਾਂ ਇਹ ਹੈ, ਅੱਜ ਮੈਂ ਜਿਹੜੇ ਬੱਚੇ ਵੀ ਇਹ ਸੁਣਦੇ ਨੇ, ਮੈਂ ਉਹਨਾਂ ਨੂੰ, ਮੇਰਾ ਐਕਸਪੀਰੀਅੰਸ ਆ ਬਾਈ ਜੀ, ਮੇਰੇ 2 ਬੱਚੇ ਨੇ ਜੀ, ਵੱਡੇ ਨੇ, ਵਿਆਹੇ ਗਏ ਜੀ, ਮੇਰੀ ਸਰਦਾਰਨੀ ਨਾਲ ਅੱਜ ਤੱਕ ਨਹੀਂ ਬਣੀ। ਹੁਣ ਹੋ ਸਕਦਾ ਮੇਰੇ 'ਚ ਵੀ ਨੁਕਸ ਹੋਵੇ, ਪਰ ਪ੍ਰੋਬਲਮ ਇਹਦੇ 'ਚ ਇਹ ਹੈ ਕਿ ਮੇਰਾ ਉਹਦਾ ਮੇਲ ਹੀ ਨਹੀਂ ਹੈ। ਮੈਂ ਗੁਰੂ ਦੀ ਗੱਲ ਨੂੰ ਸਮਝ ਕੇ, ਦਸਵੰਧ ਦੀ ਗੱਲ ਨੂੰ ਸਮਝ ਕੇ, ਲੋਕਾਂ ਦੇ ਉੱਤੇ, ਲੋਕਾਂ ਦੀ ਮਦਦ ਕਰਨ ਵਿੱਚ ਮਹਿਸੂਸ ਕਰਦਾ ਖੁਸ਼ੀ। ਉਹ ਕਹਿੰਦੀ ਆ ਤੂੰ ਬਰਬਾਦੀ ਕਰਦਾ। ਮੈਂ ਕਿਸੇ ਖੇਡ ਦੇ ਵਿੱਚ ਜਾਣਾ, ਉਹ ਕਹਿੰਦੀ ਆ ਤੈਨੂੰ ਤਾਂ ਅਕਲ ਨਹੀਂ ਹੈ, ਤੂੰ ਘਰ ਬਰਬਾਦ ਕਰੀ ਜਾਂਦਾ। ਹੁਣ ਤੁਸੀਂ ਦੱਸੋ ਇਹਨੂੰ ਕਿਵੇਂ ਤੁਸੀਂ ਐਡਜਸਟ ਕਰੋਗੇ? ਇਹਨੂੰ ਤੁਸੀਂ ਨਹੀਂ ਐਡਜਸਟ ਕਰ ਸਕਦੇ। ਤੁਸੀਂ ਹਾਂ, ਜਦੋਂ ਸਾਡੇ ਬੱਚੇ ਹੋ ਗਏ, ਸਾਡੇ ਕੋਲ ਚੁਆਇਸ ਕੋਈ ਨਹੀਂ। ਸਿਆਣਪ ਉਹਦੇ ਵਿੱਚ ਇਹ ਆ ਕਿ ਜੇ ਬੱਚੇ ਆਪਦੀ ਉਮਰ ਤੱਕ ਵੱਡੇ ਕਰ ਦਿਓ ਇਕੱਠੇ, ਤਾਂ ਉਹਨਾਂ ਦੀ ਜੀਵਨ ਵਧੀਆ ਹੋ ਜੂ। ਜੇ ਤੁਹਾਡੀ ਮੱਤ ਦੇ ਵਿੱਚ ਹੈ ਕਿ ਤੁਸੀਂ ਉਹਨਾਂ ਦਾ ਵਿਆਹ ਵਧੀਆ ਢੰਗ ਨਾਲ ਉਹਨਾਂ ਨੂੰ ਸਮਝਣ ਦੇ ਵਿੱਚ ਕਰਵਾ ਦਿਓ ਤਾਂ ਚੰਗੀ ਗੱਲ ਆ। ਜੇ ਤੁਸੀਂ ਪਹਿਲਾਂ ਛੱਡ ਦਿਓ ਤਾਂ ਬੱਚੇ ਵੀ ਬਰਬਾਦ ਨੇ, ਤੁਸੀਂ ਤਾਂ ਬਰਬਾਦ ਹੋਏ ਹੋ। ਇਸੇ ਕਰਕੇ ਮੈਂ ਤਾਂ ਇਹ ਮਹਿਸੂਸ ਕਰਦਾ ਸਰਦਾਰ ਬਹਾਦਰ, ਹਰ ਰੋਜ਼ ਦੇ ਭਾਂਡੇ ਖੜਕਣ ਨਾਲੋਂ ਅਗਰ ਤੁਹਾਨੂੰ ਜਹਾਲਤ ਮਹਿਸੂਸ ਹੁੰਦੀ ਹੈ, ਤੁਸੀਂ ਗੱਲ ਕਹੀ ਆ ਵੀ ਅੱਡ ਰਹੋਗੇ, ਮੈਨੂੰ ਤੁਸੀਂ ਇਹ ਦੱਸੋ, ਜਦੋਂ ਸਮਾਜ ਦੇ ਸਾਰੇ ਜਿਹੜੇ ਸੁਣਦੇ ਨੇ ਦੱਸਣ ਕਿ ਜਦੋਂ ਸਾਡੇ ਘਰ ਵਿੱਚ ਕੁੱਤ ਕਟਾਵਾ ਹੁੰਦਾ, ਅਸੀਂ ਇੱਕ ਦੂਜੇ ਨਾਲ ਲੜਾਈ, ਪੁਲਿਸ ਦਾ, ਉਦੋਂ ਸਮਾਜ ਕੀ ਕਹਿੰਦਾ? ਜਦ ਵੀ ਸਵਾਦ ਲੈਂਦਾ, ਉਦੋਂ ਸਮਾਜ ਸਾਨੂੰ ਹਟਾਉਂਦਾ। ਹਾਂ, ਸਮਾਜ ਉਦੋਂ ਵੀ ਸਵਾਦ ਲੈਂਦਾ। ਜੇ ਤੁਸੀਂ ਪਰੇ ਚਲੇ ਜਾਂਦੇ ਹੋ, ਸਮਾਜ ਨੇ ਉਦੋਂ ਵੀ ਸਵਾਦ ਲੈਣਾ। ਲੋਕਾਂ ਦੇ ਉੱਤੇ ਜਦੋਂ ਮਨੁੱਖ ਆਪਣੀ ਜ਼ਿੰਦਗੀ ਜਿਉਂਦਾ, ਉਹ ਕਦੇ ਖੁਸ਼ਹਾਲ ਨਹੀਂ ਹੁੰਦੀ। ਪਰ ਉਹਦਾ ਇੱਕ ਸਰਦਾਰ ਜੀ ਇੱਕ ਲੈਵਲ ਆ ਨਾ, ਫਿਰ ਜਿਹੜੇ ਜੰਮੇ ਨੇ ਉਹਨਾਂ ਨੂੰ ਤਾਂ ਸੰਪੂਰਨ ਬਣਾ ਕੇ ਜਾਓਗੇ ਜਾਂ ਪਹਿਲਾਂ ਹੀ ਤੁਰ ਜਾਓਗੇ? ਨਹੀਂ, ਦੇਖੋ ਇਹ ਤਾਂ ਹਾਲਾਤ ਨੇ ਸਰਦਾਰ ਬਹਾਦਰ। ਜੇ ਹਾਲਾਤਾਂ ਵਿੱਚ ਉਨੀ ਦੇਰ ਕੰਪਰੋਮਾਈਜ਼ ਕਰਨ ਦੀ ਸਮਰੱਥਾ ਮਨੁੱਖ ਵਿੱਚ ਹੈ, ਚਾਹੇ ਉਹ ਔਰਤ ਵਿੱਚ ਹੈ ਜਾਂ ਬੰਦੇ ਵਿੱਚ ਹੈ, ਤਾਂ ਉਹਨਾਂ ਨੂੰ ਬੱਚਿਆਂ ਦੇ ਜੀਵਨ ਨੂੰ ਸੰਪੂਰਨ ਕਰਨ 'ਚ ਯੋਗਦਾਨ ਪਾਉਣਾ ਚਾਹੀਦਾ। ਇਹ ਮੋਰਲ ਡਿਊਟੀ ਆ ਬੰਦੇ ਦੀ। ਜੀ 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 ਜੀ। ਪਰ ਜੇ ਤੁਹਾਨੂੰ ਲੱਗਦਾ ਵੀ ਇਹਦੇ ਬਹੁਤ ਔਖੇ ਇੰਨੀ ਜ਼ਿਆਦਾ ਵਖਾਦ ਪੈ ਗਿਆ, ਫਿਰ ਉਦਾਂ ਦੀ ਜ਼ਿੰਦਗੀ ਤਾਂ ਚਾਹੇ ਤੁਸੀਂ ਜਿਉਵੋ ਚਾਹੇ ਨਾ ਜਿਉਵੋ, ਸਾਡੇ ਵਿੱਚ ਤੇ ਜਾਨਵਰ 'ਚ ਕੋਈ ਫਰਕ ਨਹੀਂ ਹੈ। ਪਰ ਹੁਣ ਤੁਸੀਂ ਇਹਦਾ ਆਪਾਂ ਸੋਲੂਸ਼ਨ ਕੀ ਕਰੀਏ? ਜੀ ਜੀ, ਤੁਸੀਂ ਕਹਿੰਦੇ ਹੋ ਵੀ ਇੱਥੇ ਜੀ ਕਾਉਂਸਲਿੰਗ ਕਰਾ ਲਓ। ਇੱਥੋਂ ਦੀ ਕਾਉਂਸਲਿੰਗ ਸਾਡੇ ਭਾਈਚਾਰੇ ਦੇ ਵਿੱਚ ਲਾਗੂ ਨਹੀਂ ਹੁੰਦੀ। ਉਹਦੇ ਕਾਰਨ ਨੇ ਸਾਡਾ ਰਹਿਣਾ ਸਹਿਣਾ, ਸਾਡਾ ਖਾਣਾ ਪੀਣਾ ਔਰ ਸਾਡੀ ਸਭਿਅਤਾ ਵੱਖਰੀ ਹੈ। ਤੁਸੀਂ ਉਹਦੀ ਗੱਲ ਕਰਦੇ ਹੋ ਵੀ ਜੀ ਸਾਨੂੰ ਐਡਜਸਟ ਕਰਨਾ ਚਾਹੀਦਾ ਹੈ, ਅਸੀਂ ਗੁਰੂ ਦੇ ਭੈ 'ਚ ਰਹੀਏ, ਸਾਡਾ ਸਮਾਜ ਹੈ। ਇਹ ਚੀਜ਼ਾਂ ਸਾਨੂੰ ਇਹ ਕੰਮ ਕਰਨ ਤੋਂ ਵਰਜਦੀਆਂ ਨੇ। ਹੁਣ ਸਾਡੀ ਵੱਡੀ ਸਮੱਸਿਆ ਇਹ ਹੋ ਗਈ ਕਿ ਅਸੀਂ ਨਾ ਘਰ ਦੇ ਆ ਨਾ ਘਾਟ ਦੇ ਆ। ਅਸੀਂ ਰਹਿੰਦੇ ਕੈਨੇਡਾ 'ਚ, ਬਿਹਾਰ ਅਸੀਂ ਪੰਜਾਬ ਵਾਲਾ ਕਰਦੇ ਆ। ਇਹ ਹੋ ਨਹੀਂ ਸਕਦਾ। ਬਿਲਕੁਲ ਠੀਕ ਹੈ। ਜਦੋਂ ਤੁਸੀਂ ਜਿਹੜੇ ਮੁਲਕ 'ਚ ਜਾਂਦੇ ਹੋ, ਉਸ ਮੁਲਕ ਦੇ ਤੌਰ ਤਰੀਕੇ ਇਹ ਫਿਰ ਸਿੱਖਣਾ ਦੋਨਾਂ ਨੂੰ ਚਾਹੀਦਾ। ਮੈਂ ਇਹ ਨਹੀਂ ਕਹਿੰਦਾ ਵੀ ਔਰਤ 'ਚ ਨੁਕਸ ਹੈ ਜਾਂ ਬੰਦੇ 'ਚ ਨੁਕਸ ਹੈ। ਸਾਡੀਆਂ ਜਿਹੜੀਆਂ ਸਮੱਸਿਆਵਾਂ ਨੇ ਉਹ ਐਕਚੁਅਲੀ ਜਦੋਂ ਸਾਡੇ ਵਿਆਹ ਹੁੰਦਾ ਨਾ, ਉਦੋਂ ਉਹਨਾਂ ਨੂੰ ਕੋਈ ਜੱਜ ਨਹੀਂ ਕਰਦਾ, ਔਰ ਬਾਅਦ ਦੇ ਵਿੱਚ ਅਸੀਂ ਉਹਨਾਂ ਨੂੰ ਖਿੱਚ ਧੂ ਕੇ ਠੀਕ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ। ਕਰਨੀ ਚਾਹੀਦੀ ਹੈ ਕੋਸ਼ਿਸ਼, ਮੈਂ ਇਹਦੇ ਨਾਲ ਬਿਲਕੁਲ ਸਹਿਮਤ ਹਾਂ। ਪਰ ਤੁਸੀਂ ਕਿੰਨੀ ਕੁ ਦੇਰ ਕੋਸ਼ਿਸ਼ ਕਰਦੇ ਰਹੋਗੇ? ਸਾਰੀ ਉਮਰ ਤੁਸੀਂ ਇਹ ਕੰਮ ਕਰੋਗੇ? ਬੁੱਢੇ ਦੇ ਵਿੱਚ ਜਾ ਕੇ, ਹੁਣ ਤੁਸੀਂ ਦੇਖਿਆ ਹੋਣਾ, ਇੱਕ ਬਜ਼ੁਰਗ ਇੱਥੇ ਏਅਰਪੋਰਟ ਦੇ ਉੱਤੇ ਬੇਬੇ ਬੈਠੀ ਸੀ, ਉਹਨੇ ਕੋਈ ਗੱਲ ਕਹਿਤੀ ਹੋਣੀ, ਏਅਰਪੋਰਟ ਦੇ ਉੱਤੇ ਜੁੱਤੀ ਲਾ ਕੇ ਉਹਦੇ ਜੁੱਤੀ ਮਾਰਨ ਡਿਆ। ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਹੁਣ ਉਹਦਾ ਕਾਰਨ ਕੀ ਹੈ? ਉਹਦਾ ਕਾਰਨ ਹੈ ਡੋਮੀਨੇਸ਼ਨ। ਬਈ ਮੈਂ ਭਾਵੇਂ ਜੋ ਮਰਜ਼ੀ ਕਰੀ ਜਾਵਾਂ, ਜਿੱਥੇ ਮਰਜ਼ੀ ਕਰੀ ਜਾਵਾਂ, ਤੈਨੂੰ ਇਹ ਗੱਲ ਮੰਨਣੀ ਪੈਣੀ ਹੈ। ਪਰ ਕਾਹ ਤੋਂ ਮੰਨਣੀ ਪੈਣੀ ਹੈ? ਮੇਰਾ ਮਤਲਬ ਕਹਿਣ ਦਾ ਬਾਈ ਜੀ ਇਹ ਆ, ਤੁਹਾਡਾ ਮੈਂ ਸ਼ੁਕਰਗੁਜ਼ਾਰ ਹਾਂ, ਤੁਸੀਂ ਏਦਾਂ ਦੇ ਮਸਲੇ ਲਿਆਉਂਦੇ ਹੋ। ਇਹ ਸਾਨੂੰ ਸਮਝਣ ਦੀ ਲੋੜ ਆ। ਦੇਖੋ, ਪਹਿਲੀ ਗੱਲ ਤਾਂ ਇਹ ਆ ਵੀ ਜੇ ਅਸੀਂ ਸਿੱਖ ਹਾਂ ਤਾਂ ਗੁਰੂ ਦੀ ਗੱਲ ਦੇ ਉੱਤੇ ਧਿਆਨ ਦੇਣ ਦੀ ਆਦਤ ਪਾਈਏ। ਥੋੜੀ ਬਹੁਤ ਉਹਦੀ ਮਨੌਤ ਨੂੰ ਮੰਨ ਕੇ ਜੀਵਨ 'ਚ ਲਾਗੂ ਕਰੀਏ, ਉਹਦੇ ਨਾਲ ਜੀਵਨ ਸੁਧਰ ਸਕਦਾ ਹੈ। ਤੇ ਦੂਸਰੀ ਗੱਲ ਸਾਨੂੰ ਇਹ ਮਹਿਸੂਸ ਕਰਨੀ ਚਾਹੀਦੀ ਹੈ ਵੀ ਜੇ ਅਸੀਂ ਨਹੀਂ ਕਰ ਸਕੇ, ਸਾਡੇ ਬੱਚਿਆਂ ਦੇ ਵਿਆਹ ਹੁੰਦੇ ਨੇ, ਤਾਂ ਲੜਕਾ ਲੜਕੀ ਦੇ ਉਹਦੀ ਸੋਚ ਦਾ ਜਿਹੜਾ ਸਤ੍ਹਾ ਹੈ, ਉਹਦੇ ਸੋਚਣ ਦਾ ਜਿਹੜਾ ਲਹਿਜਾ ਹੈ, ਉਹਦੀ ਬਰਾਬਰਤਾ ਦੋਨਾਂ ਦੇ ਨੇੜੇ ਤੇੜੇ ਹੋਣੀ ਚਾਹੀਦੀ ਹੈ। ਉਹ ਐਡਜਸਟ ਹੋ ਜਾਣਗੇ। ਜੇ ਇੱਕ ਬੰਦਾ ਨਾਰਥ ਨੂੰ ਜਾਂਦਾ, ਇੱਕ ਸਾਊਥ ਨੂੰ ਜਾਂਦਾ, ਉਹ ਸਾਰੀ ਉਮਰ ਕਿਵੇਂ ਇਕੱਠੇ ਹੋਣਗੇ? ਤੋ ਇਹ ਮੈਨੂੰ ਲੱਗਦਾ ਵੀ ਇਹ ਵੱਡੀਆਂ ਸਮੱਸਿਆਵਾਂ ਨੇ, ਸਾਨੂੰ ਧਿਆਨ ਰੱਖਣਾ ਚਾਹੀਦਾ। ਧੰਨਵਾਦ ਸਰਦਾਰ ਬਹਾਦਰ। ਧੰਨਵਾਦ ਜੀ। ਕੈਲਾ ਸਾਹਿਬ, ਲਾਈਨ ਨੰਬਰ 2। ਸਤਿ ਸ੍ਰੀ ਅਕਾਲ ਜੀ। ਜੀ ਸਤਿ ਸ੍ਰੀ ਅਕਾਲ ਬਾਈ ਜੀ। ਗੱਲ ਸਾਹਿਬ ਇਹ ਤਾਂ ਨਾ ਆਪਣੀ ਕਮਿਊਨਿਟੀ ਤਾਂ ਤਕਰੀਬਨ ਜਿਵੇਂ ਕਹਿੰਦੇ ਹੁੰਦੇ ਆ, ਉਹ ਗਲੇ ਇੱਕ ਦੂਜੇ ਦੇ ਖੈਬਰ ਕਈ ਸਵਾਦ ਆਉਂਦਾ ਜਿੱਦਾਂ। ਉਹ ਜਿਵੇਂ
ਹੁਣ ਮੈਂ ਜਿਵੇਂ ਉਹ ਕਈ ਪੁਲਿਸ ਵਾਲੇ ਸਾਡੇ 2-4 ਜਿਹੜੇ ਪੰਜਾਬੀ ਮੁੰਡੇ ਸੀ ਉਹ ਫਰੈਂਡ ਸੀਗੇ ਜਿੱਦਾਂ, ਤੇ ਉਹ ਦੱਸਦੇ ਹੁੰਦੇ ਕਹਿੰਦੇ ਜਿਵੇਂ ਫੈਮਿਲੀ ਡਾਕਟਰ ਲੋਕਾਂ ਦੇ ਬਣਾਏ ਹੁੰਦੇ ਆ ਨਾ, ਤੇ ਸਾਡੇ ਵੀ ਕਹਿੰਦੇ ਪਰਿਵਾਰ ਹੁਣ ਫੈਮਿਲੀ ਆਪਣੀ ਬਣ ਗਈ। ਉਹ ਕਹਿੰਦੇ ਅਸੀਂ ਵੀ ਇਹੋ ਜਿਹੀਆਂ ਕਈਆਂ ਫੈਮਲੀਆਂ ਨੂੰ ਜਾਣਦੇ ਆ ਜਿਨ੍ਹਾਂ ਦੇ ਘਰੋਂ ਵੀਕਐਂਡ ਤੇ ਕਾਲ ਆਉਣੀ ਆ, ਜਿੱਦਾਂ ਵੀਕਐਂਡ ਤੇ ਉਹ ਕਹਿੰਦੇ ਅਸੀਂ ਬਿਜੀ ਹੁੰਦੇ ਆ ਜਿੱਦਾਂ ਇਹ ਕੰਮ 'ਚ 5 ਦਿਨ ਉਹ ਕਹਿੰਦੇ ਬਹੁਤ ਘੱਟ ਕਾਲਾਂ ਆਉਂਦੀਆਂ ਜਿੱਦਾਂ, ਤੇ ਪਰ ਜਦੋਂ ਆਹ ਫਰਾਈਡੇ ਸੈਟਰਡੇ ਦੀ ਰਾਤ ਆ ਜਾਂਦੀ ਹੈ ਤੇ ਬਸ ਘੂਰ ਮਕੂਰੇ ਕਿਸੇ ਘਰੋਂ ਜਵਾਕ ਦਾ ਫੋਨ ਆ ਗਿਆ, ਮੰਮੀ ਡੈਡੀ ਲੜ ਪਏ, ਜਾਂ ਘਰ ਵਾਲੀ ਦਾ ਫੋਨ ਉੱਠ ਗਿਆ ਵੀ ਮੈਨੂੰ ਇਹ ਠੀਕ ਤੰਗ ਕਰਦਾ, ਮਤਲਬ ਉਹ ਕਹਿੰਦਾ ਫੈਮਿਲੀ ਮੈਂਬਰ ਨੂੰ ਆ, ਕਹਿੰਦਾ ਜਦੋਂ ਕਿਤੇ ਉਹਨਾਂ ਦੀ ਕਾਲ ਨਹੀਂ ਆਉਂਦੀ ਏਰੀਆ ਦੇ ਵਿੱਚੋਂ ਤੇ ਉਦੋਂ ਕਹਿੰਦਾ ਅਸੀਂ ਆਏ 105 ਪੈ ਜਾਂਦੇ ਵੀ ਕਿਤੇ ਇੰਡੀਆ ਨੂੰ ਚਲੇ ਗਏ ਵੀ ਇਹ ਲੜੇ ਕਿਉਂ ਨਹੀਂ ਅੱਜ ਜਿੱਦਾਂ। ਤੇ ਉਹ ਮਤਲਬ ਪੁਲਿਸ ਵਾਲਿਆਂ ਨੇ ਗੱਲ ਦੱਸੀ ਜਿੱਦਾਂ, ਤੇ ਹੁਣ ਵੇਖ ਲਓ ਜਦੋਂ ਇਹਨਾਂ ਦੇ ਬੱਚੇ ਵੀ ਜਦੋਂ ਕਹਿੰਦੇ ਆ ਵੀ ਜਦੋਂ ਡੈਡੀ ਤੁਹਾਡੀ ਬੰਦ ਨਹੀਂ ਅੱਡ ਹੋ ਜਾਓ, ਮਤਲਬ ਉਹ ਅੱਡ ਉਹ ਬੱਚੇ ਵੀ ਕਹਿਣ ਲੱਗ ਜਾਂਦੇ ਵੀ ਤੁਸੀਂ ਰੋਜ਼ ਹੀ ਤੁਹਾਡਾ ਇਹ ਕੰਜਰ ਕਲੇਸ਼, ਪਰ ਉਹ ਏਦਾਂ ਹੁੰਦਾ ਵੀ ਆਪਣੇ ਦਾ ਵੀ ਮੈਂ ਇੱਥੇ ਕਈਆਂ ਫੈਮਲੀਆਂ ਨੂੰ ਜਾਣਦਾ ਵੀ ਵੀਕਐਂਡ ਤੇ ਜਦੋਂ ਲੜਦੇ ਆ ਪੁਲਿਸ ਨੂੰ ਬੰਦੇ ਨੂੰ ਚੁਕਾ ਦੇਣਾ। ਅੱਛਾ ਜੀ, ਉਹ 2 ਦਿਨ ਛੁੱਟੀ ਹੁੰਦੀ ਹੈ, ਸੋਮਵਾਰ ਨੂੰ ਉਹਦਾ ਲੰਚ ਪਾ ਕੇ ਰੈਡੀ ਕਰਕੇ ਜਿਹੜੀ ਵੈਨ ਉਹ ਚਲਾਉਂਦਾ ਹੁੰਦਾ ਉਹ ਵੈਨ ਲਿਆ ਕੇ ਤੇ ਕੋਰਟ ਮੂਹਰੇ ਖੜੀ ਕਰ ਦੇਣੀ ਤੇ ਉਹਨੂੰ ਛਡਾ ਲੈਣਾ ਤੇ ਉਹ ਵੈਨ 'ਚ ਬਹਿ ਕੇ ਸਿੱਧਾ ਤੇ 5 ਦਿਨ ਫਿਰ ਉਹਨੇ ਐਨ ਸਹੀ ਤਰ੍ਹਾਂ ਤੁਰਿਆ ਹੋਣਾ ਜਿੱਦਾਂ ਉਹ ਪਿਛਲਾ ਗੁੱਸਾ 2 ਦਿਨਾਂ ਵਾਲਾ ਸਾਰਾ ਉਹ ਖਤਮ ਹੋ ਜਾਣਾ। ਜਦੋਂ ਕਿਤੇ ਫੇਰ ਆਇਆ ਫਿਰ ਆਹੀ ਕੁਛ ਚੱਲੀ ਜਾਂਦਾ ਜਿੱਦਾਂ। ਤੇ ਇੱਕ ਜਿਹੜੇ ਆਪਣੇ ਖੁਸ਼ੀਆਂ ਜਿਹੜੀਆਂ ਹੁੰਦੀਆਂ ਮਤਲਬ ਜਿਵੇਂ ਹੁਣ ਫਰਜ਼ ਕੀਤਾ ਕਿਸੇ ਰਿਸ਼ਤੇਦਾਰ ਨੇ ਕੋਈ ਗੱਡੀ ਲੈ ਲਈ, ਰੇਂਜ ਰੋਵਰ ਲੈ ਲਿਆ, ਕੁਛ ਲੈ ਲਿਆ, ਤੇ ਉਦੋਂ ਮੈਂ ਜਿੱਦਾਂ ਨਾ ਉਹਨੇ ਗੁਰਦੁਆਰੇ ਜਾਣਾ ਨਾ ਉਹਨੇ ਘਰੇ ਜਾਣਾ, ਉਹਨੇ ਸਿੱਧਾ ਰਿਸ਼ਤੇਦਾਰ ਦੇ ਘਰੇ ਜਾਣਾ, ਕੀ ਹਾਲ ਹੈ ਜੀ, ਠੀਕ ਆ, ਬਸ ਮਿਲਣ ਆਉਣਾ ਸੀ ਬਸ 2 ਮਿੰਟ, ਉਹਨੇ ਬਾਹਰ ਹੀ ਆ ਜਾ, ਅਰੇ ਬਾਹਰ ਹੀ ਆ ਜਾ, ਅੱਛਾ ਜੀ ਆਹ ਕੀ ਹੋ ਗਿਆ, ਆ ਕਿਸੇ ਦੀ ਲੈਣ ਨਾ ਲੱਖ ਦੀ ਜਾਏ, ਬੱਚੇ ਰਿਆਰ ਕਰਦੇ ਸੀ ਬੱਚੇ, ਅੱਛਾ ਉਹ ਚਲੋ ਅੱਜ ਚਾਹ ਪੀ ਲਓ, ਅੱਛਾ ਚਾਹ ਪੀਂਦੇ ਉਹ 3 ਵਾਰੀ ਗੱਲ ਕਹਿ ਦੇਣੀ ਲੱਖ ਦਾ ਆਇਆ, ਉਹ ਮਤਲਬ ਫਿਰ ਤੁਸੀਂ ਵੀ ਲੈ ਲਓ ਨਾਲ ਉਹਨੂੰ ਅਗਲੇ ਨੂੰ ਕਹਿ ਦੇਣਾ ਜਿੱਦਾਂ, ਤੇ ਉਹ ਅਗਲੇ ਦੇ ਵੀ ਜਵਾਕ ਬੈਠੇ ਹੁੰਦੇ ਆ, ਅਗਲੇ ਨੇ ਵੀ 100 ਜਿੱਦਾਂ, ਹਾਲਾਂਕਿ ਜਿਹਨਾਂ ਨੇ ਲੱਖ ਲਾਇਆ ਹੁੰਦਾ ਉਹਨਾਂ ਦਾ ਮੇਲ ਬਹੁਤ ਜਾ ਕੇ ਚੈੱਕ ਕਰੋ, ਪਹਿਲਾਂ ਤਾਂ ਉਹ ਘਰ ਦੀ ਪੇਮੈਂਟ ਜਾਂਦੀ ਹੁੰਦੀ ਆ, ਫਿਰ ਨਾਲ ਗੱਡੀ ਦੀ ਤੁਰ ਪੈਣੀ ਆ, ਫਿਰ ਹੋਮਡੀਪੀ ਦੀ ਚਿੱਠੀ ਆਈ ਹੁੰਦੀ ਆ ਵੀ ਤੁਸੀਂ 3 ਮਹੀਨਿਆਂ ਤੁਹਾਡਾ ਟਾਈਮ ਪੂਰਾ ਹੋ ਗਿਆ, ਤੁਸੀਂ ਸਮਾਨ ਚੱਕ ਕੇ ਲਗਾਏ ਸੀ ਤੇ ਵਾਪਸ ਨਹੀਂ, ਜਿੱਦਾਂ ਮਤਲਬ ਉਹ ਪੈਸੇ ਨਹੀਂ ਆਏ ਤੁਹਾਡੇ, ਤੁਸੀਂ ਟੀਵੀ ਲਿਆ ਸੀ, ਇਹ ਲਿਆ ਸੀ, ਉਹ ਲਿਆਈ, ਉਹ ਮਤਲਬ ਸਾਰਾ ਕੁਝ ਹੁੰਦਾ ਭਲਾ ਪੇਮੈਂਟਾਂ ਤੇ ਹੀ ਆ। ਮਤਲਬ ਉਹ ਆਏ ਆ ਵੀ ਇੱਕ ਦੂਜੇ ਦੇ ਘਰ 'ਚ ਰਿਸ਼ਤੇਦਾਰ ਵੀ ਜਿੱਦਾਂ ਮਤਲਬ ਇਹੋ ਜਿਹੀਆਂ ਚੀਜ਼ਾਂ ਨੂੰ ਵਧਾਉਂਦੇ ਆ ਲਿਆ ਕੇ, ਜਿੱਦਾਂ ਵੀ ਤੁਸੀਂ ਵੀ ਲੈ ਲਓ, ਮਤਲਬ ਇਹ ਗੱਲ ਕਰਨੀ ਜਾ ਕੇ ਤੁਸੀਂ ਵੀ ਲੈ ਲਓ। ਸੋ ਥੋੜਾ ਜਿਹਾ ਸਮੇਂ ਦੇ ਨਾਲ ਆਪਦਾ ਪੈਰ ਵੇਖ ਕੇ ਆਪਦੀ ਚਾਦਰ ਵੇਖ ਕੇ ਚੱਲਣਾ ਚਾਹੀਦਾ ਜਿੱਦਾਂ, ਤੇ ਇਹ ਵਿਖਾਵੇ ਦੀ ਜ਼ਿੰਦਗੀ 'ਚ ਕੁਛ ਨਹੀਂ ਪਿਆ, ਕਿਉਂਕਿ ਜੇ ਤੁਸੀਂ ਜ਼ਿਆਦਾ ਲੜਾਈ ਝਗੜਾ ਕਰੋਗੇ ਤੇ ਗਾਂ ਤੁਹਾਡੇ ਬੱਚਿਆਂ 'ਤੇ ਵੀ ਅਸਰ ਪਊਗਾ, ਤੇ ਬੱਚੇ ਵੀ ਮਤਲਬ ਉਹ ਚੀਜ਼ ਨੂੰ ਫੀਲ ਕਰਦੇ ਵੀ, ਤੇ ਸਾਰੀ ਉਮਰ ਲੜਾਈ ਝਗੜੇ ਸੀ ਰਹਿ ਜੀ। ਧੰਨਵਾਦ। ਇਹਦੇ ਅਲੱਗ-ਅਲੱਗ ਲਹਿਰ ਤਹਿਾਂ ਨੇ, ਜਿਵੇਂ ਮੈਂ ਸ਼ੁਰੂ 'ਚ ਕਿਹਾ ਸੀ, ਇਹਨੂੰ ਫੋਲਾਂਗੇ ਆਪਾਂ। ਬੇਸਿਕਲੀ ਗੱਲ ਇਹ ਇੱਕ ਪਾਸਿਓਂ ਨਹੀਂ ਹੈ, ਪੜ੍ਹਾਈ ਦਾ, ਸੋਹਣਾ ਦੇਖਣ ਦਾ, ਰਾਜਨੀਤੀ, ਆਪਣੇ ਆਰਥਿਕ ਦਾ, ਪਰਿਵਾਰ ਦੀ ਬੈਕਗਰਾਊਂਡ, ਪਰਿਵਾਰ 'ਚ ਪਿੱਛੇ ਕੌਣ ਹੈ, ਦੋਨੇ ਪਰਿਵਾਰਾਂ 'ਚ ਕੌਣ ਹੈ, ਸ਼ੌਕ, ਬਹੁਤ ਚੀਜ਼ਾਂ ਨੇ ਜਿਹੜੀਆਂ ਸਾਰੀਆਂ ਚੀਜ਼ਾਂ ਮਨਜ਼ੂਰ ਨੇ ਵਿਆਹ ਤੋਂ ਪਹਿਲਾਂ, ਜਦ ਉੱਧਰੋਂ ਲਿਆਉਣਾ ਇੱਧਰੋਂ ਕਰਨਾ, ਬਸ ਜਿੱਦਣ ਆ ਗਏ ਇੱਥੇ ਫਿਰ ਉਹ ਚੀਜ਼ਾਂ ਬਦਲ ਜਾਂਦੀਆਂ ਨੇ। ਇੱਕ ਇਹ ਕਹਿੰਦੇ ਨੇ ਵੀ ਆਜ਼ਾਦੀ ਬਹੁਤ ਹੈ ਇੱਥੇ, ਉੱਥੇ ਆਜ਼ਾਦੀ ਹੈ ਨਹੀਂ, ਬੰਦੇ ਤੇ ਇਸਤਰੀ ਨਿਰਭਰ ਹੈ, ਉਹ ਇਸਤਰੀ ਮੂਹਰੇ ਬੋਲਦੀ ਨਹੀਂ। ਉੱਥੇ ਜਾਂ ਨਿਰਭਰ ਹੋਵੇ ਨਾ ਹੋਵੇ, ਆਜ਼ਾਦੀ ਕਾਹਦੀ ਆ, ਆਜ਼ਾਦੀ ਬਰਾਬਰ ਹੈ ਦੋਨਾਂ ਨੂੰ, ਕਿਉਂ ਆਜ਼ਾਦੀ ਘੱਟ ਹੋਵੇ ਕਿਸੇ ਨੂੰ ਬਈ, ਕਾਹਦੇ ਲਈ ਹੋਵੇ, ਕਿਉਂ ਤੁਸੀਂ ਫਿਰ ਉਹੀ ਬੰਦਾ ਬਾਹਰ ਸਨਮਾਨ ਦੂਜੀਆਂ ਇਸਤਰੀਆਂ ਨੂੰ ਕਿਵੇਂ ਦਿੰਦਾ ਜੇ ਘਰ ਵਾਲੀ ਨੂੰ ਨਹੀਂ ਦਿੰਦਾ ਬਈ? ਉਹ ਘਰ ਵਾਲੀ ਬਾਹਰਲੇ ਬੰਦਿਆਂ ਨੂੰ ਕਿਵੇਂ ਕੇਟਰ ਕਰਦੀ ਹੈ, ਕਿਵੇਂ ਉਹਨੂੰ ਤਹਿਜ਼ੀਬ ਦਿਖਾਉਂਦੀ ਹੈ ਵੀ ਮੈਨੂੰ ਬੋਲਣਾ ਕਰਨਾ, ਡਰੈਸ ਅਪ, ਘਰੇ ਵੜਦੀ ਸਾਰ ਬੰਦੇ ਮੈਨੂੰ ਬੁੱਲ ਕੱਢਦੀ ਹੈ ਵੀ ਆ ਬੈਠਾ ਹੈ, ਇਹਨੂੰ ਕਿਤੇ ਪਤਾ ਉਹ ਬੈਠਣ ਦਾ, ਰਿਛ ਬੈਠਾ ਸ਼ਬਦ ਨੇ, ਫਿਰ ਇਹ ਕਾਲਾ, ਇਹ ਪੀਲਾ, ਇਹਦੇ ਹੱਥ ਜਿਹੜੇ ਨੇ ਖੁਰਦਰੇ ਨੇ, ਮੇਰੇ ਝਰੀਟਾਂ ਪਾ ਦਿੰਦੇ ਨੇ। ਹੁਣ ਜਿਹਨੇ ਸਾਰਾ ਦਿਨ ਥੋੜਾ ਬਾਹੁਣਾ ਹੈ ਉਹ ਹੱਥ ਮੁਲਾਇਮ ਕਿੱਥੋਂ ਰੱਖ ਲੂ? ਰੋਟੀ ਕੌਣ ਲਿਆਉਂਦਾ ਘਰੇ? ਇੱਕ ਹੋਰ ਗੱਲ ਹੈ, ਜਿਹੜੀਆਂ ਇਹ ਲੜਾਈ ਝਗੜੇ 'ਚ ਕਾਉਂਸਲਿੰਗ ਬੀਬੀਆਂ ਕਰਦੀਆਂ ਨੇ, ਉਹ ਕਹਿੰਦੀਆਂ ਵੀ ਅਸੀਂ ਤਾਂ ਸੁਖੀ ਵਸਦੀਆਂ ਨੇ। ਉਹ ਕਾਉਂਸਲਿੰਗ ਕਰਦੀਆਂ ਫਿਰ ਸਮਝਾ ਵੀ ਦੇਣ ਵੀ ਤੁਸੀਂ ਸੁਖੀ ਜਿਹੜੀਆਂ ਵਸਦੀਆਂ ਉਹਦਾ ਕੀ ਕਾਰਨ ਹੈ, ਉਹ ਵੀ ਟੂਲ ਸਿਖਾਉਣ ਲੋਕਾਂ ਨੂੰ, ਬੰਦਿਆਂ ਨੂੰ ਵੀ ਬੀਬੀਆਂ ਨੂੰ ਵੀ। ਅਕਸਰ ਲੋਕਾਂ ਦਾ ਇਹ ਹੈ ਬਈ ਬਸ ਜਦ ਕਾਉਂਸਲਿੰਗ ਸ਼ੁਰੂ ਹੋ ਗਈ ਫਿਰ ਅਸੀਂ ਇਕੱਠੇ ਨਹੀਂ ਹੋ ਸਕਦੇ, ਇਹ ਆਮ ਰਾਏ ਹੈ ਲੋਕਾਂ 'ਚ। ਇਹਦਾ ਕਾਰਨ ਪਤਾ ਨਹੀਂ ਕੀ ਆ, ਜਾਂ ਉਹ ਫਿਰ ਹੱਕ ਦੱਸਣ ਲੱਗ ਜਾਂਦੇ ਨੇ ਦੋਨੇ ਜੀਆਂ ਦੇ ਵੀ ਤੇਰਾ ਹੱਕ ਆ, ਤੇਰਾ ਹੱਕ ਆ, ਜਾਂ ਹੱਕਾਂ ਦਾ ਪਤਾ ਲੱਗਦਾ ਫਿਰ ਹੱਕ ਅਗਲਾ ਯੂਜ਼ ਕਰਦਾ ਅਤੇ ਉੱਥੇ ਹੋਰ ਪੰਗਾ ਪੈਂਦਾ। ਪਰ ਇਸ ਨੂੰ ਆਪਾਂ ਤੋਰਾਂਗੇ ਅਗਲੇ ਵੀਰਵਾਰ ਫੇਰ।
ਅਲੱਗ-ਅਲੱਗ ਇਹਦੀ ਤੈਅ ਵੀ ਪੜ੍ਹਾਈ, ਸੋਹਣਾ ਲੱਗਣਾ, ਕੱਪੜੇ ਪਾਉਣਾ, ਖਾਣ ਦਾ ਸਰੂਰ, ਵੱਡੇ ਛੋਟੇ ਘਰ, ਗੱਡੀਆਂ, ਫੈਮਿਲੀ ਜਿਹੜਾ ਫੈਬਰਿਕ ਹੈ ਉਹ ਕਿਵੇਂ ਇੰਪੈਕਟ ਕਰਦਾ। ਅਗਲੇ ਵੀਰਵਾਰ ਇਹਦੀ ਅਗਲੀ ਕੜੀ। ਲਓ ਜੀ, ਕੱਲ੍ਹ ਨੂੰ ਮੁੜਦੇ ਹਾਂ ਫੇਰ, ਬਾਕੀ ਗੱਲਾਂ ਬਾਤਾਂ ਕੱਲ੍ਹ ਨੂੰ ਸਹੀ। ਰੱਬ ਰੱਖਾ।